है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। तेरी मां क्यों मिठी बोली दी जी करदियां सिफत न रजदा है। उर्दू हिंदी दियां साजां विच सुर ताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। ਪੰਜਾਬ ਦਰਸ਼ਨ ਦੇ ਆਨਲਾਈਨ ਪਲੇਟਫਾਰਮ ਦੇ ਵਿੱਚ ਸਾਡੀ ਲੈਕਚਰ ਸੀਰੀਜ਼ ਦੇ ਵਿੱਚ ਸਾਡੇ ਬੜੇ ਹੀ ਸੰਜੀਦਾ ਦਰਸ਼ਕਾਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਜੋ ਇਸ਼ੂ ਡਿਸਕਸ ਕਰਨ ਜਾ ਰਹੇ ਹਾਂ ਲੈਕਚਰ ਦੇ ਵਿੱਚ, ਤੇ ਟੌਪਿਕ ਹੈ ਪੰਜਾਬੀ ਸਮਾਜਿਕਤਾ ਦੇ ਭਖ ਦੇ ਮਸਲੇ। ਜਿਵੇਂ ਅਸੀਂ ਹਰ ਲੈਕਚਰ ਦੇ ਸਟਾਰਟਿੰਗ ਦੇ ਵਿੱਚ ਅਸੀਂ ਇੱਕ ਸੌਂਗ ਅਸੀਂ ਇੱਕ ਚਲਾਉਂਦੇ ਹਾਂ, ਅਤੇ ਸੌਂਗ ਕੀ ਸਿਫਤ ਕਰਾਂ ਕੀ ਪੰਜਾਬ ਤੇਰੀ, ਧਨੀ ਰਾਮ ਚਾਤਰਿਕ ਉਹਨਾਂ ਦਾ ਉਹ ਲਿਖਿਆ ਹੋਇਆ ਗਾਣਾ। ਜਦੋਂ ਅਸੀਂ ਗਾਣਾ ਚਲਾਉਂਦੇ ਹਾਂ ਤਾਂ ਅਸੀਂ ਇੱਕ ਬੜੇ ਹੀ ਚੰਗੇ ਅਤੇ ਬੜੇ ਹੀ ਅਸੀਂ ਪੰਜਾਬ ਦੀ ਜ਼ਰਖੇਜ਼ ਜ਼ਮੀਨ ਦੇ ਵਿੱਚ ਹੱਸਦੇ ਵੱਸਦੇ ਲੋਕਾਂ ਦਾ ਤਸੱਵਰ ਕਰਦੇ ਹਾਂ। ਜਦੋਂ ਅਸੀਂ ਉਸ ਪੰਜਾਬ ਦੀ ਇਮੈਜੀਨੇਸ਼ਨ ਕਰਦੇ ਹਾਂ ਤਾਂ ਸਾਨੂੰ ਲੱਗਦਾ ਕਿ ਅਸੀਂ ਬਿਲਕੁਲ ਵਰਤਮਾਨ ਤੋਂ ਅਸੀਂ ਪਾਸਟ ਵੱਲ ਨੂੰ, ਅਸੀਂ ਅਤੀਤ ਵੱਲ ਨੂੰ ਚਲੇ ਜਾਂਦੇ ਹਾਂ। ਭਾਵ ਕਿ ਸਾਨੂੰ ਲੱਗਦਾ ਕਿ ਜੋ ਸਾਡਾ ਅਜੋਕਾ ਪੰਜਾਬ ਆ, ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ, ਦੁਸ਼ਵਾਰੀਆਂ ਸਾਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਮਤਲਬ ਕਿ ਸਾਨੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਉਹਨਾਂ ਸਮੱਸਿਆਵਾਂ ਦੇ ਮੱਦੇਨਜ਼ਰ ਅਤੇ ਅਸੀਂ ਇਹ ਅੱਜ ਦਾ ਜਿਹੜਾ ਟੌਪਿਕ ਸੀ ਪੰਜਾਬੀ ਸਮਾਜਿਕਤਾ ਨੂੰ ਲੈ ਕੇ ਜਾਂ ਪੰਜਾਬੀ ਸਮਾਜ ਨੂੰ ਲੈ ਕੇ, ਅਸੀਂ ਬੇਨਤੀ ਕੀਤੀ ਸੀ ਪ੍ਰੋਫੈਸਰ ਵੀਰਿੰਦਰਪਾਲ ਸਿੰਘ, ਜਿਹੜੇ ਕਿ ਪ੍ਰੋਫੈਸਰ ਆਫ ਐਮੀਨੈਂਸ ਨੇ ਡਿਪਾਰਟਮੈਂਟ ਆਫ ਸੋਸ਼ੀਓਲੋਜੀ ਐਂਡ ਐਂਥਰੋਪੋਲੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਜਦੋਂ ਅਸੀਂ ਲੈਕਚਰ ਸੀਰੀਜ਼ ਸ਼ੁਰੂ ਕੀਤੀ ਸੀ, ਅਸੀਂ ਕੁਛ ਪੰਜਾਬ ਦੇ ਇੰਟਲੈਕਚੁਅਲਸ ਦੀ ਲਿਸਟ ਬਣਾਈ ਸੀ। ਉਹਨਾਂ ਦੇ ਵਿੱਚ ਪ੍ਰੋਫੈਸਰ ਵਰਿੰਦਰਪਾਲ ਸਿੰਘ ਜੀ ਵੀ ਸਨ, ਪਰ ਲਗਭਗ ਸਾਨੂੰ ਸਾਲ ਹੋਣੇ ਵਾਲਾ ਕਿ ਅਸੀਂ ਉਹਨਾਂ ਦੇ ਨਾਲ ਕੰਟੈਕਟ ਨਹੀਂ ਕਰ ਪਾਏ। ਗੱਲ ਇਹ ਸੀ ਕਿ ਸਾਡੇ ਕੋਲ ਉਹਨਾਂ ਦਾ ਮੋਬਾਈਲ ਨੰਬਰ ਨਹੀਂ ਸੀ,
ਸਾਡੇ ਕੋਲ ਉਹਨਾਂ ਦਾ ਲੈਂਡਲਾਈਨ ਨੰਬਰ ਸੀ, ਤੇ ਬਾਅਦ ਵਿੱਚ ਪਤਾ ਲੱਗਾ ਕਿ ਪ੍ਰੋਫੈਸਰ ਸਾਹਿਬ ਉਹਨਾਂ ਕੋਲ ਨੇ ਮੋਬਾਈਲ ਰੱਖਿਆ ਹੀ ਨਹੀਂ ਹੋਇਆ। ਤੇ ਫਿਰ ਸਾਨੂੰ ਇਹ ਵੀ ਸੀ, ਸਾਨੂੰ ਝਿਜਕ ਸੀ ਕਿ ਸ਼ਾਇਦ ਸਾਡੇ ਔਨਲਾਈਨ ਪਲੇਟਫਾਰਮ ਦੇ ਉੱਤੇ ਸਰ ਹੁਣੀ ਬੋਲਣਗੇ ਵੀ ਕਿ ਨਹੀਂ ਬੋਲਣਗੇ। ਤੇ ਫਿਰ ਅਸੀਂ ਪਿੱਛੇ ਜਿਹੇ ਉਹਨਾਂ ਨੂੰ ਬੋਲਦੇ ਸੁਣਿਆ ਇੱਕ ਲੈਕਚਰ ਦੇ ਦੌਰਾਨ, ਤੇ ਫਿਰ ਸਾਡਾ ਹੌਸਲਾ ਪਿਆ ਤੇ ਅਸੀਂ ਫਿਰ ਸਰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਤੇ ਉਹਨੇ ਸਾਡੀ ਬੇਨਤੀ ਸਵੀਕਾਰ ਕਰ ਲਈ। ਤੇ ਫਿਰ ਅਸੀਂ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਕਿ ਕਿਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾ ਸਕੇ, ਤੇ ਫਿਰ ਉਹਨੇ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਤੇ ਅਸੀਂ ਇਹ ਅੱਜ ਵਾਲਾ ਜਿਹੜਾ ਸਾਡਾ ਇਹ ਟੌਪਿਕ ਹੈ ਅਸੀਂ ਇਹਨੂੰ ਚੁਣਿਆ। ਪ੍ਰੋਫੈਸਰ ਸਾਹਿਬ ਉਹਨਾਂ ਬਾਰੇ ਜੇ ਗੱਲ ਕਰਨੀ ਹੋਵੇ, ਉਹ ਪੋਲੀਟੀਕਲ ਸੋਸ਼ੀਓਲੋਜੀ ਦੇ ਮਾਹਰ ਨੇ। ਉਹਦੇ ਨਾਲ ਉਹ ਪੰਜਾਬ ਦੇ ਪੇਂਡੂ ਸਮਾਜ, ਸਮਾਜਿਕ ਹਿੰਸਾ, ਸਮਾਜ ਵਿੱਚ ਜਰਾਇਮ ਮਾਨਸਿਕਤਾ 'ਤੇ ਨਿੱਠ ਕੇ ਉਹਨੇ ਖੋਜ ਕੀਤੀ ਹੋਈ ਹੈ। ਉਹ ਇੱਕ ਪੰਜਾਬ ਦੇ ਮੌਲਿਕ ਚਿੰਤਕ ਹਨ। ਅਤੇ ਜੇ ਅਸੀਂ ਅੱਜ ਦੇ ਵਿਸ਼ੇ ਬਾਰੇ ਗੱਲ ਕਰੀਏ, ਅਸੀਂ ਕੁਝ ਡਿਸਕਸ਼ਨ ਦੇ ਦੌਰਾਨ ਪੰਜਾਬ ਦੇ ਕੁਝ ਭਖ ਦੇ ਮਸਲਿਆਂ ਉੱਤੇ ਅਸੀਂ ਪ੍ਰੋਫੈਸਰ ਸਾਹਿਬ ਉਹਨਾਂ ਨਾਲ ਡਿਸਕਸ਼ਨ ਕੀਤੀ ਸੀ ਵੀ ਕਿਹੜੇ ਮਸਲੇ ਹੋਣ। ਵੈਸੇ ਤਾਂ ਦੇਖਿਆ ਇਹ ਗਿਆ ਹੈ ਕਿ ਕਿਸੇ ਵੀ ਖਿੱਤੇ ਵਿੱਚ ਵਿਅਕਤੀ ਵਿਸ਼ੇਸ਼ ਦੇ ਜਾਂ ਕਿਸੇ ਖਾਸ ਵਰਗ ਦੇ ਆਪਣੇ ਆਪਣੇ ਭਖ ਦੇ ਮੁੱਦੇ ਹੁੰਦੇ ਹਨ, ਪਰ ਜੇ ਦੇਖਿਆ ਜਾਵੇ ਤੇ ਕੁਛ ਇਹੋ ਜਿਹੇ ਕਿਸੇ, ਜਿਵੇਂ ਪੰਜਾਬ ਦੀ ਗੱਲ ਕੀਤੀ ਜਾਵੇ, ਕੁਛ ਇੱਦਾਂ ਦੇ ਵਿਸ਼ੇ ਬਣ ਜਾਂਦੇ ਨੇ, ਕੁਛ ਇੱਦਾਂ ਦੇ ਮਸਲੇ ਬਣ ਜਾਂਦੇ ਨੇ ਜਿਹੜੇ ਇੱਦਾਂ ਲੱਗਦੇ ਕਿ ਉਹ ਸਦੀਵੀ ਹੋ ਗਏ, ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਅਤੇ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਨਾਲ ਗੱਲ ਕੀਤੀ ਤੇ ਅਸੀਂ ਕੁਛ ਉਹਨਾਂ ਦੇ ਨਾਲ ਡਿਸਕਸ਼ਨ ਕਰਕੇ ਅਸੀਂ ਕੁਛ ਇਹੋ ਜਿਹੇ ਮਸਲਿਆਂ ਨੂੰ ਉਹਨਾਂ ਨੂੰ ਅਸੀਂ ਇੱਕ ਸਵਾਲ ਦੇ ਰੂਪ ਵਿੱਚ ਉਹਨਾਂ ਤੋਂ ਪੁੱਛਿਆ। ਜਿਵੇਂ ਕਿ ਦੇਖਿਆ ਗਿਆ ਹੈ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਹੁਣ ਅਸੀਂ ਕੋਈ ਵੀ ਸੁਸਾਇਟੀ ਪ੍ਰੋਬਲਮ ਵਿੱਚ ਹੁੰਦੀ ਆ ਪ੍ਰੈਜੈਂਟਲੀ, ਤਾਂ ਉਹ ਆਪਣੇ ਪਿੱਛੇ ਵੱਲ ਨੂੰ ਦੇਖਣ ਲੱਗ ਜਾਂਦੀ ਆ ਕਿ ਪਹਿਲਾਂ ਸਾਡਾ ਪਾਸਟ ਬਹੁਤ ਵਧੀਆ ਸੀ। ਬਟ ਜਿਹੜਾ ਵੈਸਟਰਨ ਥਾਟ ਆ, ਸਾਨੂੰ ਉਹਨੇ ਇਹ ਸਮਝਾਇਆ ਕਿ ਹਮੇਸ਼ਾ ਹੀ ਜਿਹੜਾ ਵਰਤਮਾਨ ਹੁੰਦਾ ਉਹ ਪਹਿਲੇ ਨਾਲੋਂ ਚੰਗਾ ਹੁੰਦਾ ਹੈ। ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਈ ਸਾਲਾਂ ਤੱਕ ਸਾਡੀ ਪ੍ਰਤੀ ਵਿਅਕਤੀ ਆਮਦਨ ਸਾਰੇ ਸਾਡੇ ਦੂਜੇ ਸੂਬਿਆਂ ਨਾਲੋਂ ਉੱਪਰ ਰਹੀ, ਪਰ ਕੀ ਉਹਦਾ ਸਾਡੀ ਸਮਾਜਿਕਤਾ ਦੇ ਉੱਤੇ ਕੋਈ ਅਸਰ ਪਿਆ? ਇਹ ਬੜਾ ਵੱਡਾ ਵਿਸ਼ਾ ਸੀ ਜਿਹਨੂੰ ਕਿ ਅਸੀਂ ਖੰਗਾਲਣ ਦੀ ਕੋਸ਼ਿਸ਼ ਕੀਤੀ। ਪ੍ਰੋਫੈਸਰ ਸਾਹਿਬ ਉਹਨਾਂ ਨੂੰ ਅਸੀਂ ਪੁੱਛਿਆ ਤਾਂ ਸਾਨੂੰ ਦੱਸਣਗੇ ਅੱਜ। ਦੂਜਾ, ਅਸੀਂ ਦੇਖ ਰਹੇ ਹਾਂ ਕਿ ਸਾਡੀ ਸੁਸਾਇਟੀ ਦੇ ਵਿੱਚ ਇਹ ਲੱਗ ਰਿਹਾ ਕਿ ਨੌਜਵਾਨਾਂ ਦਾ ਜੀਅ ਨਹੀਂ ਲੱਗਦਾ। ਉਹਨਾਂ ਬਾਹਰ ਨੂੰ ਧੀਰਾਂ ਉਹਨੇ ਘੱਤੀਆਂ ਹੋਈਆਂ, ਉਹਨਾਂ ਨੂੰ ਲੱਗਦਾ ਕਿ ਇੱਥੋਂ ਕਿਸ ਤਰ੍ਹਾਂ ਨਿਕਲਿਆ ਜਾਵੇ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ। ਤੀਜਾ, ਸਾਨੂੰ ਲੱਗਦਾ ਕਿ ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਮੈਜੋਰੀਟੇਰੀਅਨ ਬਹੁਲਵਾਦ ਸਾਡੇ 'ਤੇ ਭਾਰੂ ਹੋ ਰਿਹਾ। ਕੀ ਇੱਦਾਂ ਦੀ ਸਮੱਸਿਆ ਦਾ ਪੰਜਾਬ ਦੇ ਉੱਤੇ ਵੀ ਕੋਈ ਅਸਰ ਹੋ ਸਕਦਾ? ਇੱਦਾਂ ਦੀ ਸਮੱਸਿਆ ਕਿ ਸਾਨੂੰ ਵੀ ਸਾਹਮਣਾ ਕਰਨਾ ਪੈ ਸਕਦਾ? ਕਿਉਂਕਿ ਬਹੁਤ ਸਾਰੇ ਬੁੱਧੀਜੀਵੀਆਂ ਨੇ ਪਿਛਲੇ ਆਜ਼ਾਦੀ ਤੋਂ ਬਾਅਦ ਕਹਿ ਲਈਏ ਕਿ ਪੰਜਾਬ ਨੂੰ ਕਈ ਵਾਰ ਕਿਸੇ ਖਾਸ ਵਿਚਾਰਧਾਰਾ ਦੀ ਅੱਖ ਦੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ, ਕਈ ਵਾਰ ਕਿਸੇ ਖਾਸ ਧਰਮ ਦੀ ਅੱਖ ਦੇ ਨਾਲ ਵੀ ਦੇਖਣ ਦੀ ਕੋਸ਼ਿਸ਼ ਕੀਤੀ। ਇਹ ਵੀ ਦੇਖਿਆ ਜਾਂਦਾ ਕਿ ਹੁਣ ਵੀ ਇੱਦਾਂ ਹੀ ਕੁਛ ਚੱਲ ਰਿਹਾ। ਕੀ ਕੋਈ ਪੰਜਾਬ ਨੂੰ ਦੇਖਣ ਦਾ ਕੋਈ ਆਰਗੈਨਿਕ ਨਜ਼ਰੀਆ ਹੋ ਸਕਦਾ ਜੋ ਪੰਜਾਬ ਦੀ ਧਰਾਤਲ ਦੇ ਨਾਲ ਜੁੜਿਆ ਹੋਵੇ? ਇੱਦਾਂ ਦੀਆਂ ਗੱਲਾਂ ਵੀ ਅਸੀਂ ਪ੍ਰੋਫੈਸਰ ਸਾਹਿਬ ਦੇ ਮੂਹਰੇ ਰੱਖੀਆਂ ਕਿ ਇਹਨਾਂ 'ਤੇ ਵੀ ਗੱਲ ਹੋ ਸਕੇ। ਆਖਰੀ ਸਾਨੂੰ ਇਹ ਲੱਗਾ ਕਿ ਪੰਜਾਬ ਦੀ ਬੌਧਿਕਤਾ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚ ਦੀ ਸਮੱਸਿਆ ਇਹ ਹੈ ਕਿ ਜਿੱਧਰਲੀ ਹਵਾ ਹੁੰਦੀ ਆ, ਸਾਡੇ ਜਿਹੜੇ ਬੁੱਧੀਜੀਵੀ ਆ ਉੱਧਰਲਾ ਹੀ ਛੱਜ ਲਾਉਣ ਲੱਗ ਜਾਂਦੇ ਆ। ਇਹ ਵੀ ਖਿਆਲ ਰੱਖਿਆ ਜਾਂਦਾ ਕਿ ਸਰਕਾਰ ਕਿਸ ਪਾਰਟੀ ਦੀ ਹੈ, ਕਿਸ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ। ਅਤੇ ਇਸ ਸਮੱਸਿਆ ਦੇ ਨੂੰ ਵੀ ਅਸੀਂ ਪ੍ਰੋਫੈਸਰ ਸਾਹਿਬ ਨਾਲ ਸਾਹਮਣੇ ਰੱਖਿਆ ਵੀ ਇੱਦਾਂ ਦੀ ਸਮੱਸਿਆ ਵੀ ਸਾਡੇ ਸਾਹਮਣੇ ਹੈ। ਯੂਨੀਵਰਸਿਟੀਆਂ ਦਾ ਕੀ ਹਾਲ ਆ, ਸਾਡੇ ਕਾਲਜਾਂ ਦਾ ਕੀ ਹਾਲ ਹੈ, ਅਤੇ ਸਾਡੇ ਜਿਹੜੇ ਬੱਚੇ ਨੇ ਉਹ ਜਿਹੜੇ ਸਟੂਡੈਂਟਸ ਨੇ, ਆਪਾਂ ਕਹਿ ਲਈਏ ਕਿ ਉਹਨਾਂ ਦਾ ਹੁਣ ਇੱਥੋਂ ਮਨ ਅੱਕ ਚੁੱਕਾ, ਇੱਥੋਂ ਦੀ ਬੌਧਿਕਤਾ, ਇੱਥੋਂ ਦੀ ਵਿਦਵਤਾ ਤੋਂ ਉਹਨਾਂ ਦਾ ਮਨ ਅੱਕ ਚੁੱਕਾ। ਅਤੇ ਫਿਰ ਪੁੱਛਿਆ ਸੀ ਕਿ ਕੀ ਪੰਜਾਬ ਦੇ ਵਿੱਚ ਹੁਣ ਵਰਤਮਾਨ ਦੇ ਵਿੱਚ ਅਸੀਂ ਦੇਖੀਏ ਕਿ ਪੰਜਾਬ ਦੇ ਵਿੱਚ ਸਾਂਝੀਵਾਲਤਾ ਦੀਆਂ ਕੀ ਸੰਭਾਵਨਾਵਾਂ ਹਨ। ਅਤੇ ਇਹਨਾਂ ਸਵਾਲਾਂ ਦੇ ਮੱਦੇਨਜ਼ਰ ਅਸੀਂ ਪ੍ਰੋਫੈਸਰ ਸਾਹਿਬ ਉਹਨਾਂ ਨੂੰ ਕਿਹਾ ਸੀ ਕਿ ਜੋ ਉਹਨਾਂ ਨੂੰ ਲੱਗਦਾ ਕਿ ਹੋਰ ਵੀ ਜਿਹੜੇ ਚਲੰਤ ਮਸਲੇ ਨੇ, ਭਖ ਦੇ ਮਸਲੇ ਨੇ, ਜੋ ਉਹਨਾਂ ਨੂੰ ਲੱਗਦਾ ਅਤੇ ਉਹ ਸਾਡੇ ਸਾਹਮਣੇ ਉਹ ਰੱਖਣ ਆਪਣੀ ਗੱਲ। ਅਤੇ ਸਰ ਉਹਨਾਂ ਨੂੰ ਮੈਂ ਦੱਸ ਦੇਵਾਂ, ਸਰ ਅਸੀਂ ਕੋਈ ਟਾਈਮ ਦੀ ਲਿਮਿਟ ਨਹੀਂ ਰੱਖੀ ਹੋਈ। ਕਿਸੇ ਵੀ ਲੈਕਚਰ ਦੇ ਦੌਰਾਨ ਤੁਸੀਂ ਆਪਣਾ ਟਾਈਮ ਜਿੰਨਾ ਵੀ ਚਾਹੋਗੇ ਤੁਸੀਂ ਟਾਈਮ ਲੈ ਸਕਦੇ ਹੋ।
ਤੇ ਅਸੀਂ ਤੁਹਾਨੂੰ ਸੁਣਨਾ ਆ। ਅਸੀਂ ਧਿਆਨ ਨਹੀਂ ਰੱਖਦੇ ਕਿ ਕਿੰਨੇ ਲੋਕ ਸੁਣ ਰਹੇ ਨੇ। ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਉਹ ਕਮੈਂਟ ਕਰਦੇ ਨੇ। ਤੇ ਤੁਸੀਂ ਹੁਣ ਅਸੀਂ ਤੁਹਾਨੂੰ ਤੁਸੀਂ ਹੁਣ ਆਪਣਾ ਕਰ ਲਓ ਔਨ, ਮਾਈਕ ਔਨ ਕਰ ਲਓ ਤੇ ਤੁਸੀਂ ਹੁਣ ਆਪਣੀ ਗੱਲ ਸਟਾਰਟ ਕਰ ਸਕਦੇ ਆ। ਪ੍ਰੋਫੈਸਰ ਬਰਿੰਦਰਪਾਲ ਸਿੰਘ। ਹਾਂ ਜਸਕਰਨ ਜੀ, ਸੁਣ ਰਹੇ ਹੋ ਮੈਨੂੰ? ਸਰ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤੇ ਸਰੋਤਿਆਂ ਨੂੰ ਸਾਰਿਆਂ ਨੂੰ ਇਹ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਪੰਜਾਬ ਦਰਸ਼ਨ ਦੇ ਦਰਸ਼ਨ ਮੈਂ ਵੀ ਕਰਾਂ ਤੇ ਕਰਾਵਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੀ ਸ਼ਾਇਦ ਸਾਰੀਆਂ ਗੱਲਾਂ ਚੜ ਸਕਾਂ। ਕਾਫੀ ਤੁਸੀਂ ਮਸਲੇ ਛੇੜੇ ਨੇ, ਉਹਨਾਂ ਦੀ ਕਾਫੀ ਰੇਂਜ ਵੀ ਹੈਗੀ ਹੈ ਨਾ, ਬੌਧਿਕਤਾ ਦੇ ਮਸਲੇ ਤੋਂ ਲੈ ਕੇ ਮੈਜੋਰਿਟੇਰੀਅਨਿਜ਼ਮ ਤੇ ਗ੍ਰੀਨ ਰੈਵੋਲੂਸ਼ਨ। ਮੈਂ ਕਿਹਾ ਜੇ ਸਾਰੇ ਗੱਲਾਂ ਨੂੰ ਮੈਂ ਛੇੜਨ ਲੱਗਿਆ ਤੇ ਸਰੋਤੇ ਤੁਹਾਡੇ ਬਹੁਤ ਦੁਖੀ ਹੋ ਜਾਣਗੇ, ਤੇ ਖਲਾਰਾ ਜ਼ਿਆਦਾ ਪੈ ਜਾਣਾ। ਸੋ ਮੈਂ ਇਸ ਤਰ੍ਹਾਂ ਕਰਨਾ ਕਿ ਜਿਹੜਾ ਪਹਿਲਾ ਵਾਲਾ ਜਿਹੜਾ ਪਾਰਟ ਹੈਗਾ ਕਿ ਜਿਹੜੇ ਸਮਾਜਿਕ ਨੂੰ ਤੁਸੀਂ ਕਿਹਾ ਵੀ ਸਮਾਜ ਦੇ ਸਾਹਮਣੇ ਭਗਤ ਦੇ ਮਸਲੇ ਜਿਹੜੇ ਨੇ ਉਹਨਾਂ ਬਾਰੇ ਗੱਲ ਕੀਤੀ ਜਾਵੇ। ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜ਼ਿਆਦਾ ਟਾਈਮ ਤੁਹਾਡਾ ਨਾ ਲਵਾਂ। ਜਿੰਨੀ ਗੱਲ ਠੀਕ ਗੱਲ ਜਿਹੜੀ ਹੈਗੀ ਉਹ ਠੀਕ ਸਮੇਂ ਦੇ ਵਿੱਚ ਕਹੀ ਜਾ ਸਕੇ, ਉਨੀ ਮੈਂ ਗੱਲ ਰੱਖਾਂ। ਤੁਸੀਂ ਧਨੀ ਰਾਮ ਜੀ ਨੂੰ ਯਾਦ ਕੀਤਾ ਹੈਗਾ, ਧਨੀ ਰਾਮ ਚਾਤਰਿਕ ਜੀ ਨੂੰ। ਅਸੀਂ ਵੀ ਮਤਲਬ ਜਦੋਂ ਸਕੂਲ 'ਚ ਹੁੰਦੇ ਸੀਗੇ ਉਦੋਂ ਪੜ੍ਹਦੇ ਹੁੰਦੇ ਸੀਗੇ ਕਿ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ, ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ ਜੀ। ਇਹ ਸ਼ਾਇਦ ਉਦੋਂ ਗੱਲ ਬਿਲਕੁਲ ਠੀਕ ਵੀ ਸੀਗੀ ਤੇ ਲੱਗਦੀ ਸੀ ਕਿ ਵੀ ਵਾਕਈ ਇਹ ਗੱਲ ਠੀਕ ਹੈਗੀ ਹੈ। ਲੇਕਿਨ ਹੁਣ ਜਿਹੜੇ ਕਾਫੀ ਪਿੰਡਾ ਗੁਜ਼ਰ ਗਿਆ ਹੈ, 60-70 ਸਾਲ ਦਾ ਪਿੰਡਾ ਗੁਜ਼ਰ ਗਿਆ ਹੈ ਆਜ਼ਾਦੀ ਤੋਂ ਬਾਅਦ, ਤੇ ਹੁਣ ਜਿਹੜਾ ਹਾਲਤ ਇਹ ਪੰਜਾਬ ਦੀ ਹਾਲਤ ਜਿਹੜੀ ਹੈਗੀ ਨਾ ਉਹ ਤਰਸਯੋਗ ਮੈਨੂੰ ਲੱਗਦਾ ਵੀ ਜ਼ਿਆਦਾ ਹੋਈ ਹੈ, ਜਾਂ ਘੱਟੋ ਘੱਟ ਮੈਨੂੰ ਲੱਗਦਾ ਵੀ ਜ਼ਿਆਦਾ ਤਰਸਯੋਗ ਹੋਈ ਹੈ। ਰਾਦਰ ਦੈਨ ਕਿ ਅਸੀਂ ਇਹਨੂੰ ਕਹੀਏ ਵੀ ਫੀਲ ਪ੍ਰਾਊਡ ਆਫ ਇਟ ਕਿ ਵੀ ਇਹ ਬੜਾ ਸਿਰ ਕੱਢਵਾਂ ਥਾਂ ਹੈਗੀ, ਸਿਰ ਕੱਢਵੀਂ ਜਗ੍ਹਾ ਹੈਗੀ, ਸਿਰ ਕੱਢਵਾਂ ਪ੍ਰਾਂਤ ਹੈਗਾ। ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹੁੰਦਾ ਕਿ 2004 ਜਾਂ 5 ਦੀ ਗੱਲ ਹੈਗੀ ਹੈ, 2005 ਦੀ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਉਦੋਂ ਵੀ, ਤੇ ਉਦੋਂ ਪੰਜਾਬ ਨੂੰ ਬੈਸਟ ਸਟੇਟ ਅਵਾਰਡ ਮਿਲਿਆ ਸੀਗਾ, ਔਰ ਉਹ ਅਗਲੇ ਸਾਲ ਵੀ ਮਿਲਿਆ, ਉਸ ਤੋਂ ਅਗਲੇ ਬਾਅਦ ਵੀ ਮਿਲਿਆ। ਤੇ ਮੈਂ ਜਰਾ ਭਾਵੁਕ ਹੋ ਗਿਆ ਦੇਖ ਕੇ ਵੀ ਬੈਸਟ ਸਟੇਟ ਹੈਗੀ ਹੈ। ਇਹ ਕਿਵੇਂ ਇਹਨਾਂ ਨੇ ਅੰਦਾਜ਼ਾ ਲਾਇਆ ਵੀ ਇਹ ਬੈਸਟ ਸਟੇਟ ਕਿਵੇਂ ਹੈਗੀ, ਕਿਹੜੇ ਪੈਰਾਮੀਟਰਸ ਨੇ ਜਿਹੜੇ ਅਵਾਰਡਸ ਦੇਣ ਵਾਲੇ ਨੇ, ਕਮੇਟੀ ਜਿਹੜੀ ਹੈਗੀ ਹੈ, ਉਹਨਾਂ ਨੇ ਕਿਹੜੇ ਪੈਰਾਮੀਟਰਸ ਦੇਖੇ ਨੇ ਪੰਜਾਬ ਦੇ ਜਿਹਦੇ ਬੇਸ ਤੇ ਉਹ ਕਹਿ ਰਹੇ ਨੇ ਕਿ ਜੀ ਇਹ ਬੈਸਟ ਸਟੇਟ ਹੈਗੀ ਹੈ ਇਸ ਵੇਲੇ। ਮੈਂ ਇੱਕ ਲੇਖ ਲਿਖਿਆ ਸੀ ਇੰਗਲਿਸ਼ ਟ੍ਰਿਬਿਊਨ ਦੇ ਵਿੱਚ, ਛਪਿਆ ਸੀਗਾ ਉਹ ਸਤੰਬਰ ਦੇ ਵਿੱਚ, ਸਤੰਬਰ 2005 ਦੀ ਗੱਲ ਹੈਗੀ ਹੈ, ਕਿ ਉਹਨਾਂ ਨੇ ਟਾਈਟਲ ਦਿੱਤਾ ਸੀਗਾ ਪੰਜਾਬ ਦ ਬੈਸਟ ਸਟੇਟ ਰੀਅਲੀ। ਤੇ ਉਹਦੇ ਵਿੱਚ ਮੈਂ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭਗਤ ਦੇ ਮਸਲਿਆਂ ਦੀ, ਮੈਂ ਉਹ ਸਾਰੇ ਮਸਲੇ ਗਿਣਾਏ ਸੀਗੇ ਉਸ ਲੇਖ ਦੇ ਵਿੱਚ। ਉਹ ਸਾਰੇ ਮਸਲੇ ਮੈਂ ਗਿਣਾਏ ਸੀਗੇ ਕਿ ਆਹ ਸਾਡੇ ਪ੍ਰੋਬਲਮਸ ਹੈਗੀਆਂ ਨੇ ਪੰਜਾਬ ਦੀਆਂ, ਤੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜੀ ਇਹ ਬੈਸਟ ਸਟੇਟ ਹੈਗੀ ਹੈ। ਸੋ ਅੱਜ ਵੀ ਮੈਂ ਸਮਝਦਾ ਕਿ ਉਹ ਅੱਜ ਜਿਹੜੀ ਹੈਗੀ ਹੈ 16 ਸਾਲਾਂ ਬਾਅਦ ਸਿਚੁਏਸ਼ਨ ਉਦੋਂ ਥੋੜੀ ਜਿਹੀ ਵਰਸ ਹੋਈ ਹੈ, ਬੈਟਰ ਨਹੀਂ ਹੋਈ। ਇਟਸ ਅਨਫੋਰਚੂਨੇਟ, ਇਟਸ ਵੈਰੀ ਅਨਫੋਰਚੂਨੇਟ। ਇਹ ਸਿਚੁਏਸ਼ਨ ਜਿਹੜੀ ਹੈਗੀ ਹੈ 2005 ਤੋਂ ਬਾਅਦ 21 ਦੇ ਵਿੱਚ ਸਿਚੁਏਸ਼ਨ ਥੋੜੀ ਵਰਸ ਹੋਈ ਹੈ। ਤੇ ਜਿਹੜੇ ਮੈਂ ਮਸਲੇ ਉਦੋਂ ਗਿਣਾਏ ਸੀਗੇ, ਉਹਨਾਂ ਨੂੰ ਪਹਿਲਾਂ ਮੈਂ ਇਹੀ ਮਸਲਾ ਗਿਣਾਇਆ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੀ ਇੱਥੇ ਜੇ ਤੁਸੀਂ ਕੋਈ ਵੀ ਆਸਪੈਕਟ ਲੈ ਲਓ ਸਾਡੀ ਸੋਸਾਇਟੀ ਦਾ, ਜੇ ਮੈਂ ਉਹਨੂੰ ਐਪਿਸਟੀਮੋਲੋਜੀਕਲੀ ਸੈਪਰੇਟ ਕਰਕੇ ਕਹਾਂ ਵੀ ਸੋਸ਼ੀਓਲੋਜੀ, ਸੋਸ਼ੀਓਲੋਜੀਕਲ, ਇਕਨੋਮਿਕ ਐਂਡ ਪੋਲੀਟੀਕਲ ਸਾਰਿਆਂ ਨੂੰ ਅੱਡ ਕਰਕੇ ਦੇਖੀਏ, ਅਸੀਂ ਸੋਸਾਇਟੀ, ਇਕਨੋਮੀ ਤੇ ਪੋਲੀਟਿਕਸ ਨੂੰ ਅੱਡ ਕਰਕੇ ਦੇਖੀਏ, ਤੇ ਮੈਨੂੰ ਨਹੀਂ ਸਮਝ ਆਉਂਦਾ ਵੀ ਕੋਈ ਵੀ ਖਿੱਤਾ ਇਹੋ ਜਿਹਾ ਹੈਗਾ ਜਿੱਥੇ ਪ੍ਰੋਬਲਮਸ ਨਹੀਂ ਹੈਗੀਆਂ ਔਰ ਬੜੇ ਸੀਰੀਅਸ ਪ੍ਰੋਬਲਮਸ ਨੇ। ਇਕਨੋਮੀ ਦੀ ਗੱਲ ਕਰ ਲਓ ਪੰਜਾਬ ਦੀ,
ਹੁਣ ਪੰਜਾਬ ਬਿਹਾਰ ਨਾਲੋਂ ਥੱਲੇ ਹੈ। ਅੱਗੇ ਸਾਡੀ ਸਟੇਟ ਸੀਗੀ, ਸਾਨੂੰ ਬੜਾ ਮਾਣ ਸੀ ਇਸ ਗੱਲ ਦਾ ਕਿ ਸਾਰਿਆਂ ਨਾਲੋਂ ਜ਼ਿਆਦਾ ਟਰੈਕਟਰ ਇੱਥੇ ਵਿਕਦੇ ਨੇ, ਸਾਰਿਆਂ ਨਾਲੋਂ ਜ਼ਿਆਦਾ ਬੁਲਟ ਇੱਥੇ ਵਿਕਦੇ ਨੇ, ਸਾਰਿਆਂ ਨਾਲੋਂ ਜ਼ਿਆਦਾ ਗੱਡੀਆਂ ਇੱਥੇ ਵਿਕਦੀਆਂ ਨੇ, ਸਾਰਿਆਂ ਨਾਲੋਂ ਜ਼ਿਆਦਾ ਪ੍ਰੋਡਕਸ਼ਨ ਇੱਥੇ ਹੋ ਰਹੀ ਹੈ, ਬੀਟ ਦੀ ਪ੍ਰੋਡਕਸ਼ਨ ਹੋ ਰਹੀ ਹੈ, ਰਾਈਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਨਾ, ਉਹ ਸਾਰਾ ਕੁਝ ਹੈਗਾ। ਹੁਣ ਬਹੁਤ ਸਾਰੇ ਜਿਹੜੇ ਸੂਬੇ ਨੇ ਸਾਡੇ, ਜਿਹੜੇ ਸਾਥੋਂ ਬਹੁਤ ਪਿੱਛੇ ਸੀ, ਉਹ ਸਾਥੋਂ ਅਗਾਂਹ ਨਿਕਲ ਗਏ ਨੇ, ਤੇ ਸਾਡਾ ਇਸ ਵੇਲੇ ਜਿਹੜਾ ਹੈਗਾ ਸਟੇਟਸ ਹੈ ਨਾ, ਉਹ ਬਿਮਾਰੂ ਸਟੇਟਸ ਨਾਲੋਂ ਵੀ ਥੱਲੇ ਹੈਗਾ ਕਈ ਲੈਵਲ। ਇਹ ਬੜੀ ਦੁਖਾਂਤ ਦੀ ਗੱਲ ਹੈਗੀ। ਇਕਨੋਮਿਕ ਇੰਡੀਕੇਟਰ ਦੀ ਮੈਂ ਗੱਲ ਕਰ ਰਿਹਾ। ਪਾਣੀ ਦੀ ਗੱਲ ਕਰ ਲਓ, ਪਾਣੀ ਦਾ ਹਾਲ ਕੀ ਹੋ ਰਿਹਾ ਹੈ? ਯਾਨੀ 100 ਜਿਹੜੇ 3 ਬਲਾਕ ਨੇ 137 ਵਿੱਚੋਂ ਉਹ ਡਾਰਕ ਜ਼ੋਨਸ ਨੇ, ਪਾਣੀ ਦਾ ਲੈਵਲ ਥੱਲੇ ਗਿਰ ਰਿਹਾ ਹੈ। ਔਰ ਦੱਸਦੇ ਨੇ ਹਾਈਡਰੋਲੋਜੀ ਡਿਪਾਰਟਮੈਂਟ ਵਾਲੇ, ਐਗਰੀਕਲਚਰ ਯੂਨੀਵਰਸਿਟੀ, ਉਹਨਾਂ ਨੇ ਤਾਂ 2025 ਦਿੱਤੀ ਹੋਈ ਹੈ ਡੇਟ, ਤੇ ਜਿਹੜੇ ਵਾਟਰ ਪੋਲਿਊਸ਼ਨ ਬੋਰਡ, ਜਿਹੜੇ ਵਾਟਰ ਕੰਟਰੋਲ ਬੋਰਡ ਵਾਲੇ ਹੈਗੇ ਨੇ ਸੈਂਟਰ ਵਾਲੇ, ਉਹ CCWB, ਉਹ ਕਹਿੰਦੇ ਨੇ ਜੀ 2030 ਤੱਕ ਪੰਜਾਬ ਦੇ ਜਿਹੜੇ ਗਰਾਊਂਡ ਵਾਟਰ ਹੈਗੇ ਐਕੁਇਫਰਸ, ਉਹ ਡਰਾਈ ਹੋ ਜਾਣਗੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਇਸ ਗੱਲ। ਤੋ ਜੇ ਅਸੀਂ ਭਗਤ ਦੇ ਮਸਲਿਆਂ ਦੀ ਗੱਲ ਕਰੀਏ, ਤੇ ਉਹ ਜਿਹੜੇ ਮਸਲੇ ਮੈਂ ਉਦੋਂ ਗਿਣਾਏ ਸੀਗੇ, ਉਹ ਉੱਥੇ ਹੀ ਖੜੇ ਨੇ। ਹੁਣ ਇਸ ਵੇਲੇ ਸਾਨੂੰ ਜ਼ਿਆਦਾ ਭਗਤ ਦਾ ਮਸਲਾ ਜਿਹੜਾ ਉਦੋਂ ਇੰਨਾ ਜ਼ਿਆਦਾ ਨਹੀਂ ਸੀ, ਸ਼ੁਰੂ ਹੋਇਆ ਸੀ, ਹੁਣ ਇਹ ਹੈਗਾ ਕਿ ਸਾਰੀ ਨੌਜਵਾਨ ਪੀੜ੍ਹੀ ਇੱਥੋਂ ਜਾ ਰਹੀ ਹੈ, ਔਰ ਉਹ 1.5 ਤੋਂ 2 ਲੱਖ ਦਾ ਅੰਦਾਜ਼ਾ ਹੈਗਾ ਹਰ ਸਾਲ, 1.5 ਤੋਂ 2 ਲੱਖ ਦਾ ਅੰਦਾਜ਼ਾ ਹੈਗਾ ਕਿ ਜਿਹੜੇ ਬੰਦੇ ਇੱਥੋਂ ਬਾਹਰ ਜਾ ਰਹੇ ਨੇ, ਬੱਚੇ ਪੜ੍ਹਨ ਵਾਸਤੇ ਬਾਹਰ ਜਾ ਰਹੇ ਨੇ। ਤੇ ਇੱਕ ਛੋਟੇ ਜਿਹੇ ਸੂਬੇ ਜਿਹੜੇ ਵਿੱਚੋਂ ਜੇ 2 ਲੱਖ ਬੰਦਾ, ਜਿਹੜਾ 2 ਲੱਖ ਨੌਜਵਾਨ ਵਿਦਿਆਰਥੀ ਜਿਨ੍ਹਾਂ ਨੇ ਹਾਲੇ ਜ਼ਿੰਦਗੀ ਸ਼ੁਰੂ ਕਰਨੀ ਹੈ, ਜਿਨ੍ਹਾਂ ਦੇ ਡ੍ਰੀਮਸ ਨੇ, ਜਿਨ੍ਹਾਂ ਦੇ ਵਿੱਚ ਹੌਸਲਾ ਹੈਗਾ, ਜਿਨ੍ਹਾਂ ਵਿੱਚ ਕਰੇਜ ਹੈਗੀ ਹੈ, ਜਿਨ੍ਹਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਸਮਾਜ ਨੂੰ ਬਣਾਉਣਗੇ, ਸੋਹਣਾ ਬਣਾਉਣਗੇ, ਪੰਜਾਬ ਨੂੰ ਹੋਰ ਗਾਂਹ ਲੈ ਕੇ ਜਾਣਗੇ, ਉਹ ਸਾਰੇ ਬੰਦੇ ਇੱਥੋਂ ਬਾਹਰ ਜਾ ਰਹੇ ਨੇ ਆਲਰੇਡੀ। ਤੇ 2 ਲੱਖ ਜੇ ਬੱਚਾ ਹਰ ਸਾਲ ਪੰਜਾਬ ਤੋਂ ਬਾਹਰ ਜਾ ਰਿਹਾ ਹੈ, ਤੇ ਤੁਸੀਂ ਹਿਸਾਬ ਲਾਓ ਵੀ ਅਗਲੇ 10-15 ਸਾਲਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਪਿੱਛੇ ਕੀ ਰਹਿ ਜਾਣਾ। ਜੋ ਸਾਡੇ ਵਰਗੇ ਬੰਦੇ ਜਿਹੜੇ ਨੇ ਰਿਟਾਇਰ ਹੋਏ ਨੇ, ਉਹ ਰਹਿ ਜਾਣਗੇ, ਬੁੜੇ ਠੇਰੇ ਰਹਿ ਜਾਣਗੇ, ਜਾਂ ਜਿਹੜੇ ਉਹ ਬੰਦੇ ਨੇ ਜਿਹੜੇ ਅਧੀਆ ਪੀ ਕੇ, ਬੋਤਲ ਪੀ ਕੇ ਥੋੜਾ ਸੁੱਤੇ ਰਹਿਣਗੇ, ਜਾਂ ਕਿਸੇ ਕੰਮ ਕਰਨ ਜੋਗੇ ਨਹੀਂ ਹੈਗੇ ਨੇ, ਜਾਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ, ਜਾਂ ਦੇ ਹੈਵ ਲੋਸਟ ਆਫ देयर ਹੋਪ ਐਂਡ ਸਪਿਰਿਟ ਆਫ ਲਾਈਫ ਐਂਡ ਲਿਵਿੰਗ। ਉਹ ਜਿਹੇ ਬੰਦੇ ਇੱਥੇ ਰਹਿ ਜਾਣਗੇ, ਤੇ ਕੀ ਫਿਊਚਰ ਹੈ ਪੰਜਾਬ ਦਾ ਜੀ? ਮੈਨੂੰ ਤੇ ਦੇਖ ਕੇ ਸਮਟਾਈਮ ਆਈ ਫੀਲ ਸ਼ੈਡਰਡ, ਕਿ ਵੀ ਇਹ 15-20 ਸਾਲਾਂ ਨੂੰ ਇਹ ਸਾਰੀ ਨੌਜਵਾਨ ਪੀੜ੍ਹੀ ਚਲੀ ਜਾਏਗੀ। ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਲੋਕ ਜਿਹੜੇ ਨੇ BA ਕਰਕੇ ਜਾਂਦੇ ਸੀਗੇ, ਗ੍ਰੈਜੂਏਸ਼ਨ ਕਰਕੇ ਜਾਂਦੇ ਸੀ ਕਿ ਬਾਹਰ ਜਾ ਕੇ ਪੜ੍ਹਾਂਗੇ, ਚਲੋ ਆਇਆ ਡਿਗਰੀ ਲੈ ਕੇ ਵਾਪਸ ਆ ਜਾਏ। ਫਿਰ ਹੌਲੀ ਹੌਲੀ ਰੁਝਾਨ ਹੋ ਗਿਆ। ਹੁਣ ਹਾਲ ਇਹ ਹੋ ਗਈ ਕਿ 12ਵੀਂ ਪਾਸ ਕਰਕੇ ਚਲੇ ਜਾਓ, ਬੱਚੇ ਨੂੰ ਭੇਜ ਦਿਓ। ਹੁਣ ਇਦੋਂ ਅੱਗੇ ਵੀ ਰੁਝਾਨ ਮੈਨੂੰ ਇਹ ਲੱਗਿਆ ਪਤਾ ਕਿ ਇਦੋਂ ਅੱਗੇ ਰੁਝਾਨ ਇਹ ਹੈਗਾ ਕਿ ਬੱਚਿਆਂ ਨੇ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਕਰਾਉਣੀ ਸ਼ੁਰੂ ਕਰ ਦਿੱਤੀਆਂ ਨੇ ਆਲਰੇਡੀ, ਕਿ ਜੀ ਉਸਕੇ ਬਾਅਦ ਐਡਮਿਸ਼ਨ ਹੋ ਜਾਂਦੀ ਹੈ, ਕੰਪੀਟੀਸ਼ਨ ਹੋ ਜਾਂਦਾ ਹੈ, ਬਾਅਦ 'ਚ ਯੂਨੀਵਰਸਿਟੀ 'ਚ ਦਾਖਲਾ ਮਿਲੇ ਨਾ ਮਿਲੇ, ਕੋਈ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਤੇ ਜੇ ਬਾਹਰ ਭੇਜਣਾ ਹੀ ਹੈ ਬੱਚਾ ਤੇ ਸਕੂਲ 'ਚ ਦਾਖਲ ਕਰਾ ਦਿਓ ਉਹਨੂੰ। ਤੇ ਜੇ ਹੁਣ ਅਸੀਂ ਮਤਲਬ ਉਹਨਾਂ ਨੂੰ ਰਿਟਰਨ ਕਰਨ ਦੀ ਬਜਾਏ, ਉਹਨਾਂ ਨੂੰ ਮੋੜਾ ਦੇਣ ਦੀ ਬਜਾਏ ਉਸ ਗੱਲ ਨੂੰ, ਅਸੀਂ ਤਾਂ ਮਤਲਬ ਹੋਰ ਥੱਲੇ ਜਾ ਰਹੇ ਹਾਂ। ਸਾਡੇ ਬੱਚੇ ਸਕੂਲ 'ਚ ਵੀ ਪੜ੍ਹਨ ਉੱਥੇ ਜਾ ਰਹੇ ਨੇ, ਇੱਥੇ ਅਸੀਂ ਆਦਰਸ਼ ਸਕੂਲ ਖੋਲੀ ਜਾ ਰਹੇ ਹਾਂ। ਆਦਰਸ਼ ਸਕੂਲ ਜਿਹੜੇ ਨੇ ਖਾਲੀ ਪਏ ਨੇ, ਉਹਨਾਂ 'ਚ ਮਤਲਬ ਸਰਕਾਰੀ ਸਕੂਲ ਚੰਗੇ ਭਲੇ ਚੱਲਦੇ ਸੀਗੇ, ਉਹ ਪਤਾ ਨਹੀਂ ਕਿਉਂ ਬੰਦ ਕੀਤੇ ਗਏ, ਤੇ ਆਦਰਸ਼ ਸਕੂਲ ਖੋਲੇ ਗਏ, ਤੇ ਹੁਣ ਉਹ ਵੀ ਚੱਲਦੇ ਨਹੀਂ ਹੈਗੇ। ਤੇ ਸਾਡੇ ਬੱਚੇ ਤਾਂ ਸਾਰੇ ਯੂਥ ਸਾਡਾ ਸਾਰਾ ਹੀ ਬਾਹਰ ਜਾ ਰਹੇ ਹੈ। ਇਹ ਬਹੁਤ ਹੀ ਸੀਰੀਅਸ ਮਸਲਾ ਹੈਗਾ ਕਿਸੇ ਵੀ ਸੋਸਾਇਟੀ ਵਾਸਤੇ, ਜਿੱਥੋਂ ਦੀ ਉੱਥੇ ਯੂਥ ਹੀ ਨਹੀਂ ਰਿਹਾ ਹੈਗਾ, ਤੇ ਫਿਰ ਉਹ ਸਮਾਜ ਦਾ ਕੀ ਫਿਊਚਰ ਹੈਗਾ ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਹੈ ਨਾ, ਇਹ ਬਹੁਤ ਸੀਰੀਅਸ ਹੈਗੀ ਹੈ। ਇਸ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੈਗੀ ਹੈ ਕਿ ਜਿਹੜੇ ਬੱਚੇ ਤਾਂ ਚਲੋ ਪੈਸੇ ਦੇ ਕੇ ਕਿੱਲਾ ਵੇਚ ਕੇ, ਕਿੱਲਾ ਰੱਖ ਕੇ ਇਦਾਂ ਕਰ ਰਹੇ ਨੇ, ਭੇਜ ਰਹੇ ਨੇ ਬੱਚਿਆਂ ਨੂੰ ਬਾਹਰ। ਦੂਸਰੇ ਪਾਸੇ NRA ਮੈਰਿਜਸ ਹੋ ਰਹੀਆਂ ਨੇ, ਪਰ ਮੈਰਿਜ ਵੀ ਬਾਹਰ ਜਾਣ ਦੇ ਤਰੀਕਾ ਹੈ। ਮੈਰਿਜ ਬਾਹਰ ਜਾਣ ਦਾ ਇਕੱਲਾ ਉਸ ਲੜਕੀ ਦਾ ਤਰੀਕਾ ਨਹੀਂ ਹੈਗਾ, ਉਹ ਸਾਰੇ ਟੱਬਰ ਦਾ ਇੱਕ ਪ੍ਰੋਜੈਕਟ ਬਣ ਜਾਂਦਾ ਹੈ। ਜੇ ਸਾਡੀ ਕੁੜੀ ਬਾਹਰ ਚਲੀ ਗਈ, ਇਹ ਸੈਟਲ ਹੋ ਗਈ, ਤੇ ਆਪਣੇ ਬਾਕੀ ਭੈਣ ਭਰਾਵਾਂ ਨੂੰ ਵੀ ਬੁਲਾ ਲਏਗੀ। ਤੋ ਇਸ ਦੇ ਚੱਕਰ ਦੇ ਵਿੱਚ ਉਹ ਜੋੜ ਹੋ ਰਹੇ ਨੇ। ਨੌਜਵਾਨ ਕੁੜੀ ਜਿਹੜੀ ਹੈਗੀ ਹੈ, ਉਹ 70 ਸਾਲ ਨਾਲ ਵਿਆਹੀ ਜਾ ਰਹੀ ਹੈ। ਸ਼ਿਵ ਕੁਮਾਰ ਤਾਂ ਲਿਖਦਾ ਰਹਿ ਗਿਆ ਲੂਣਾ, ਹੁਣ ਤੁਸੀਂ ਲੂਣਾ ਪਤਾ ਨਹੀਂ ਕਿੰਨੀਆਂ ਲੂਣਾ ਇੱਥੇ ਬਣਦੀਆਂ ਹੋਣਗੀਆਂ
ਕਿੰਨੀਆਂ ਲੂਣਾ ਹੋਣੀਆਂ। ਤੇ ਰਾਜੇ ਸਲਮਾਨ ਤਾਂ ਬੈਠੇ ਨੇ ਬਾਹਰ, ਜਿਹੜੇ NRIs ਨੇ ਉਹ ਤਾਂ ਰਾਜੇ ਸਲਮਾਨ ਹੈਗੇ ਨੇ ਸਾਰੇ। ਉਹਨਾਂ ਕੋਲ ਤਾਂ ਪੈਸੇ ਨੇ, ਉਹਨਾਂ ਕੋਲੇ ਡਾਲਰ ਹੈਗੇ ਨੇ, ਤੇ ਉਹਨਾਂ ਦਾ ਇਹੀ ਵੈਰੀ ਫੈਕਟ ਕਿ ਦੇ ਆਰ ਅਬਰੋਡ। ਮਤਲਬ ਪੰਜਾਬ ਦੇ ਜੇ ਕਲਚਰ ਦੇ ਮੈਂ ਲੈਵਲ ਤੇ ਦੇਖਾਂ ਤਾਂ ਕਲਚਰ ਦੀ ਗੱਲ ਕਰ ਰਹੇ ਸੀਗੇ, ਤੇ ਇਹ ਐਡਾ ਵੱਡਾ ਦੁਖਾਂਤ ਪੰਜਾਬ ਦਾ ਨਹੀਂ ਹੋ ਸਕਦਾ ਕਿ ਸਾਡੇ ਵਿੱਚ ਇਹ ਕਲਚਰ ਬਣ ਗਿਆ ਹੈ ਕਿ ਜਿਹੜਾ ਬੰਦਾ ਬਾਹਰ ਬੈਠਾ ਉਹ ਬੜਾ ਵੱਡਾ ਬੰਦਾ ਹੈ। ਜਿਹੜਾ ਬੰਦਾ ਬਾਹਰ ਹੈਗਾ ਉਹ ਬਹੁਤ। ਟੈਲੀਫੋਨ ਤੁਸੀਂ ਕਰ ਰਹੇ ਹੋ? ਹੈਲੋ, ਸੌਰੀ, ਹੈਲੋ। ਦੁਖਾਂਤ ਹੈਗਾ ਵੀ ਸਾਡੀ ਸਾਰੀ ਜਿਹੜੀ ਪੀੜ੍ਹੀ ਹੈ ਬਾਹਰ ਜਾ ਰਹੀ। ਅਤੇ ਮੈਂ ਗੱਲ ਕਰ ਰਿਹਾ ਸੀ ਰਾਜਾ ਸਲਮਾਨ ਦੀ, ਕਿ ਬਾਹਰ ਸਾਡੇ ਬੈਠੇ ਨੇ, ਸਾਡੇ ਇਹ ਕਲਚਰ ਬਣ ਗਿਆ ਹੈ। ਇਹ ਬੜਾ ਮਾੜੀ ਗੱਲ ਹੈਗੀ ਹੈ ਕਿ ਅਸੀਂ ਇਹ ਮਤਲਬ ਪੰਜਾਬ ਜਿਉਂਦਾ ਗੁਰੂ ਦੇ ਨਾਂ ਤੇ ਪੂਰਨ ਸਿੰਘ ਲਿਖਦਾ ਮਰ ਗਿਆ ਵਿਚਾਰਾ, ਹੈਨੀ। ਪੰਜਾਬੀਆਂ ਦੀ ਕੀ ਸ਼ਹਾਦਤਾਂ ਨੇ, ਪੰਜਾਬੀਆਂ ਦੀਆਂ, ਗੁਰੂਆਂ ਦੀਆਂ, ਸਾਡੀਆਂ ਦੀਆਂ। ਸਾਡੀ ਵੀ ਹੈਡ ਏ ਹਿਊਜ ਹਿਸਟਰੀ ਐਂਡ ਸੈਲੀਬ੍ਰੇਟਡ ਹਿਸਟਰੀ, ਯੂ ਨੋ। ਲੇਕਿਨ ਅਸੀਂ ਉਹ ਸਾਰਾ ਆਪਣਾ ਵਿਰਸਾ ਛੜਾ ਕੇ ਹੁਣ ਸਾਡੀ ਟੇਕ ਇਸ ਤੇ ਹੈ ਕਿ ਜੇ ਤੁਸੀਂ ਬਾਹਰ ਬੈਠੇ ਹੋ ਤੇ ਫਿਰ ਤੁਸੀਂ ਰਾਜਾ ਸਲਮਾਨ ਹੈਗੇ। ਸਲਮਾਨ ਤੁਸੀਂ ਸਾਰੇ, ਕੋਈ ਉੱਥੇ ਟੈਕਸੀ ਚਲਾ ਰਿਹਾ, ਕੋਈ ਉੱਥੇ ਭਾਂਡੇ ਮਾਂਜ ਰਿਹਾ, ਕੋਈ ਉੱਥੇ ਹੋਟਲ 'ਚ ਕੰਮ ਕਰ ਰਿਹਾ, ਡਜ਼ਨਟ ਮੈਟਰ। ਉਹਦੇ ਕੋਲੇ ਬਾਹਰਲਾ ਪਾਸਪੋਰਟ ਹੋਣਾ ਚਾਹੀਦਾ ਹੈ ਔਰ ਉਸਦੇ ਵਾਸਤੇ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੈ। ਇਹ ਬੜੀ ਵੱਡੀ ਸਾਡੇ ਵਾਸਤੇ ਮਾੜੀ ਗੱਲ ਹੈਗੀ ਹੈ। ਮੈਂ ਸਮਝਦਾ ਵੀ ਮਾਈਗ੍ਰੇਸ਼ਨ ਇਹ ਨਹੀਂ ਹੈਗਾ ਵੀ ਮਾਈਗ੍ਰੇਸ਼ਨ ਜਿਹੜੀ ਹੈਗੀ ਤੇ ਹੁਣੇ ਹੋਣ ਲੱਗੀ ਹੈ। ਮਾਈਗ੍ਰੇਸ਼ਨ ਮੁੱਢ ਕਦੀਮ ਤੋਂ ਹੋ ਰਹੀ ਹੈ। ਮਾਈਗ੍ਰੇਸ਼ਨ ਜਦੋਂ ਤੋਂ ਸ਼ਾਇਦ ਇਹ ਬੰਦਾ ਆਦਮਜ਼ਾਤ ਬਣੀ ਹੈ, ਇਹ ਉਦੋਂ ਤੋਂ ਹੀ ਮਾਈਗ੍ਰੇਸ਼ਨ ਦਾ ਸਿਲਸਿਲਾ ਨਹੀਂ ਚੱਲ ਰਿਹਾ। ਇਹ ਹੁਣ ਸਾਨੂੰ ਦੱਸ ਰਹੇ ਨੇ ਸਾਇੰਟਿਸਟ ਵੀ ਕਿ ਜੀ ਸਾਰੇ ਜਿਹੜੇ ਦੁਨੀਆ 'ਚ ਲੋਕ ਫੈਲੇ ਨੇ ਇਹ ਸਾਰੇ ਸੈਂਟਰਲ ਅਫਰੀਕਾ 'ਚੋਂ ਫੈਲੇ ਹੋਏ ਨੇ। ਇਹ ਸਾਰੇ ਜਿਹੜੀ ਜੀਨੋਮਿਕ ਸਟਰਕਚਰ ਉਹਨਾਂ ਦਾ ਹੈਗਾ ਇਹ ਦੱਸਦਾ ਕਿ ਉਹ ਸਾਰੇ ਸੈਂਟਰਲ ਅਫਰੀਕਾ 'ਚੋਂ ਮਾਈਗ੍ਰੇਟ ਹੋਏ ਜਿੱਥੇ ਤੱਕ ਵੀ ਪਹੁੰਚੇ ਨੇ ਸਾਰੇ ਉੱਥੋਂ ਹੀ ਲੋਕ ਪਹੁੰਚੇ ਨੇ। ਸੋ ਮਾਈਗ੍ਰੇਸ਼ਨ ਕੋਈ ਨਵਾਂ ਫਿਨੋਮੀਨਾ ਨਹੀਂ ਹੈ। ਮਾਈਗ੍ਰੇਸ਼ਨ ਹੈਡ ਆਲਵੇਜ਼ ਬੀਨ ਗੋਇੰਗ ਔਨ। ਲੇਕਿਨ ਜਿਸ ਬੁਰੀ ਸ਼ਿੱਦਤ ਨਾਲ ਮਾਈਗ੍ਰੇਸ਼ਨ ਹੁਣ ਹੋ ਰਹੀ ਹੈ ਔਰ ਜਿਸ ਲੈਵਲ ਤੇ ਹੋ ਰਹੀ ਹੈ ਔਰ ਜਿਹੜੀ ਹੱਦ ਤੱਕ ਜਾ ਕੇ ਹੋ ਰਹੀ ਹੈ ਉਹ ਬੜੀ ਸੀਰੀਅਸ ਹੈਗੀ ਤੇ ਬੜੀ ਡੇਂਜਰਸ ਹੈ। ਮਾਲਟਾ ਬੋਟ ਟ੍ਰੈਜਡੀ ਹੋਈ ਹੈ, ਬੜੀ ਵੱਡੀ ਟ੍ਰੈਜਡੀ ਹੋਈ ਸੀ। ਕਿੰਨੇ ਬੰਦੇ ਨੇ, ਕਿੰਨੇ ਉਹ ਜ਼ਿਆਦਾਤਰ ਬੰਦੇ ਉਹਨਾਂ 'ਚ ਪੰਜਾਬੀ ਸੀਗੇ ਜਿਹੜੇ ਬੰਦੇ ਵਿਚਾਰੇ ਮਾਲਟਾ ਉਹਦੀ ਟ੍ਰੈਜਡੀ ਦਾ ਮਤਲਬ ਵਿਕਟਮ ਬਣ ਗਏ ਸੀਗੇ। ਉਹ ਇਲੀਗਲ ਮਾਈਗ੍ਰੈਂਟਸ ਨੇ ਔਰ ਹੁਣ ਵੀ ਹੋ ਰਹੀ ਹੈ, ਉਹ ਮਾਈਗ੍ਰੇਸ਼ਨ ਹੁਣ ਵੀ ਚੱਲ ਰਹੀ ਹੈ। ਲੇਕਿਨ ਹੁਣ ਓਡੀ ਵੱਡੀ ਟ੍ਰੈਜਡੀ ਨਹੀਂ ਹੋਈ ਇਸ ਕਰਕੇ ਖਬਰਾਂ 'ਚ ਨਹੀਂ ਆਉਂਦੀ। ਲੇਕਿਨ ਸਾਡੇ ਪੰਜਾਬੀ ਬੰਦੇ ਜਿਹੜੇ ਨੇ ਉਹ ਕੁਝ ਵੀ ਕਰਕੇ ਕਿਸੇ ਤਰੀਕੇ ਨਾਲ ਵੀ ਕੁਝ ਵੀ ਹੋ ਜਾਏ, ਵਾਇਆ ਯੂਕਰੇਨ, ਵਾਇਆ ਤਜਿਕਿਸਤਾਨ, ਵਾਇਆ ਪੋਲੈਂਡ, ਵਾਇਆ ਕਿਤੇ ਕੁਝ ਵੀ ਕਰਕੇ, ਵਿਆਹ ਕਰਕੇ, ਭੱਜ ਕੇ, ਟਰੱਕ 'ਚ ਬੰਦ ਹੋ ਕੇ, ਸਮੁੰਦਰ 'ਚੋਂ ਨਿਕਲ ਕੇ, ਸਮਗਲ ਹੋ ਕੇ, ਜਿਵੇਂ ਮਰਜ਼ੀ ਜਾਓ, ਅਸੀਂ ਬਾਹਰ ਜਾਣ ਦੀ ਹੋੜ 'ਚ ਲੱਗੇ ਹੋਏ ਹਾਂ। ਇਹ ਬੜੀ ਵੱਡੀ ਟ੍ਰੈਜਡੀ ਹੈ ਕਿ ਸਾਨੂੰ ਮਤਲਬ ਆਪਣੀ ਮਿੱਟੀ ਨਾਲ, ਆਪਣੇ ਦੇਸ਼ ਨਾਲ, ਆਪਣੇ ਥਾਂ ਦੇ ਨਾਲ, ਆਪਣੇ ਵਿਰਸੇ ਨਾਲ ਸਾਨੂੰ ਕਿਸੇ ਕਿਸਮ ਦਾ ਕੋਈ ਲਗਾਓ ਬਿਲਕੁਲ ਨਹੀਂ ਹੈਗਾ। ਔਰ ਅਸੀਂ ਸਿਰਫ ਔਰ ਉੱਥੇ ਜਾ ਕੇ ਮੈਨੂੰ ਲੱਗਦਾ ਪਤਾ ਵੀ ਡਾਲਰ ਜਿਹੜੇ ਨੇ ਦਰਖਤਾਂ ਤੇ ਨਹੀਂ ਲੱਗਦੇ ਹੈਗੇ। ਸਾਨੂੰ ਇੱਥੇ ਡ੍ਰੀਮ ਇਹੀ ਹੁੰਦਾ ਕਿ ਉੱਥੇ ਜਾਵਾਂਗੇ ਤੇ ਡਾਲਰ ਅਸੀਂ ਸਿਰਫ ਤੋੜਨੇ ਨੇ ਤੇ ਇਕੱਠੇ ਹੀ ਕਰਨੇ ਨੇ ਤੇ ਬਾਕੀ ਅਮਰੀਕਾ 'ਚ ਬੜਾ, ਕੈਨੇਡਾ 'ਚ ਬੜਾ ਖੁੱਲ੍ਹਾ ਸਮਾਨ ਹੈਗਾ ਤੇ ਅਸੀਂ ਤਾਂ ਸਿਰਫ ਜਾ ਕੇ ਇਕੱਠੇ ਹੀ ਕਰਨੇ ਨੇ। ਔਰ ਉੱਥੇ ਜਾ ਕੇ ਦੇਖਦੇ ਨੇ ਵੀ ਇਹ ਸਾਰਾ ਕੁਝ ਇਸ ਤਰ੍ਹਾਂ ਨਹੀਂ ਹੈ। ਸੋ ਆਪਣੀਆਂ ਫੈਮਲੀਆਂ ਤੋੜ ਜਾਂਦੇ ਨੇ, ਭਗੌੜੇ ਹੋ ਜਾਂਦੇ ਨੇ ਜੀ। ਉਹ 16, 17, 20 ਸਾਲ ਆਪਣੇ ਟੱਬਰ ਨੂੰ ਮਿਲਦੇ ਨਹੀਂ, ਬੱਚਿਆਂ ਨੂੰ ਨਹੀਂ ਮਿਲਦੇ, ਉਹ ਇੱਥੇ ਆ ਨਹੀਂ ਸਕਦੇ ਕਿਉਂਕਿ ਭਗੌੜੇ ਹੋਏ ਨੇ, ਹੈ ਨਾ। ਉਹ ਪਤਾ ਨਹੀਂ ਕੀ ਹੱਥਕੰਡੇ ਵਰਤਦੇ ਨੇ ਉੱਥੇ। ਤੇ ਉਹ ਇਹ ਡੈਸਪਰੇਸ਼ਨ ਜਿਹੜੀ ਹੈਗੀ ਹੈ ਇਹ ਪੰਜਾਬ ਵੱਲੋਂ ਐਕਸਪਲਸ਼ਨ ਕਰ ਰਹੀ ਹੈ ਲੋਕਾਂ ਦੀ। ਔਰ ਇਹ ਸਾਡਾ ਕਲਚਰ ਆਫ ਮਾਈਗ੍ਰੇਸ਼ਨ ਜਿਹੜਾ ਹੈਗਾ ਇਹ ਇੰਨਾ ਮਾੜਾ ਹੋ ਗਿਆ ਹੈ, ਇਸ ਹੱਦ ਤੱਕ ਪਹੁੰਚ ਗਿਆ ਕਿ ਇਹ ਬੜੀ ਸੀਰੀਅਸ ਮਸਲਾ ਹੈ। ਮੈਂ ਗੱਲ ਕਰ ਰਿਹਾ ਸੀ ਕਿ ਜੇ ਸਟੂਡੈਂਟ ਵੀਜ਼ਾ ਲੈ ਕੇ ਜਾਂਦੇ ਨੇ ਤੇ ਦੂਜੇ ਪਾਸੇ NRI ਜਿਹੜਾ ਮੈਰਿਜ ਵੀਜ਼ਾ ਵੀ ਹੈਗਾ, ਉੱਥੇ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਸਾਰੇ ਕਿਸਮ ਦੀ ਉੱਪਰ ਥੱਲੇ ਹੋ ਰਿਹਾ ਹੈ। ਮੈਂ ਇੱਕ ਕੇਸ ਪੜ੍ਹ ਰਿਹਾ ਸੀਗਾ ਕਿ ਕੈਲੀਫੋਰਨੀਆ ਵਿੱਚ ਹੀ ਕੇਸ ਪੜ੍ਹਿਆ ਗਿਆ ਸੀ ਕਿ ਇੱਕ ਐਸਾ ਕਿ ਮੋਗੇ ਦੇ ਕੇਸ ਹੈਗਾ ਕਿ ਉਹ ਭੈਣ ਭਾਈ ਨੇ ਵਿਆਹ ਕਰਕੇ ਬਾਹਰ ਚਲੇ ਗਏ ਸੀ। ਮਤਲਬ ਇੱਥੋਂ ਤੱਕ ਸਾਡਾ ਕਲਚਰ ਦਾ ਮਤਲਬ ਖਾਣਾ ਹੋ ਗਿਆ ਹੈ
ਕਿ ਭੈਣ ਜਿਹੜਾ ਭਾਈ ਭੈਣ ਭਾਈ ਜਿਹੜੇ ਨੇ ਉਹ ਵਿਆਹ ਕਰਕੇ ਕਾਗਜ਼ਾਂ ਦੇ ਵਿੱਚ ਵਿਆਹ ਕਰਕੇ ਉਹ ਬਾਹਰ ਜਾਣ ਖਾਤਰ ਤਹੂ ਨੇ ਉਹ ਬਾਹਰ ਜਾ ਸਕਦੇ ਨੇ ਜੀ। ਇਹ ਮੈਨੂੰ ਬੜੀ ਸੀਰੀਅਸ ਗੱਲ ਲੱਗਦੀ, ਬੇਸ਼ੱਕ ਇੱਕ ਕੇਸ ਰਿਪੋਰਟ ਹੋਇਆ ਹੈ, ਹੋਰ ਸ਼ਾਇਦ ਨਹੀਂ ਰਿਪੋਰਟ ਹੋਏ, ਲੇਕਿਨ ਇੱਕ ਕੇਸ ਦੀ ਰਿਪੋਰਟਿੰਗ ਵੀ ਜਿਹੜੀ ਹੈਗੀ ਹੈ ਉਹ ਬੜਾ ਮੇਰੇ ਵਾਸਤੇ ਘੱਟੋ ਘੱਟ ਐਜ਼ ਅ ਸੋਸ਼ੀਓਲੋਜਿਸਟ ਆਈ ਸੀ ਇਟਸ ਅ ਵੈਰੀ ਸੀਰੀਅਸ ਇਸ਼ੂ ਐਂਡ ਇਟਸ ਅ ਵੈਰੀ ਸੀਰੀਅਸ ਟ੍ਰੈਂਡ ਯੂ ਨੋ ਆਫ ਦ ਥਿੰਗਸ ਹੈਪਨਿੰਗ ਟੂਡੇ ਵਿਦ ਅਸ। ਇਹ ਸਾਨੂੰ ਇਸ ਤੇ ਗੌਰ ਕਰਨੀ ਚਾਹੀਦੀ ਹੈ। ਸੀ ਐਨਆਰਆਈ ਮੈਰਿਜਸ ਦੇ ਨਾਲ ਜਿਹੜਾ ਬਾਕੀ ਡਿਜ਼ਰਸ਼ਨ ਦਾ ਚੱਕਰ ਹੈਗਾ ਉਹ ਵੱਖਰਾ ਹੈ। ਜਿਹੜੀ ਸਾਡੀਆਂ ਕੁੜੀਆਂ ਇੱਥੋਂ ਉੱਥੇ ਜਾ ਕੇ ਕੁਜੋੜ ਹੋ ਜਾਂਦੇ ਨੇ, ਗੱਲ ਵੱਖਰੀ ਹੈ। ਉਹ ਕਿੰਨੇ ਬੰਦੇ ਭੈਣ ਭਾਈਆਂ ਨੂੰ ਬੁਲਾ ਸਕਦੀ ਹੈ, ਗੱਲ ਵੱਖਰੀ ਹੈ। ਲੇਕਿਨ ਉਹ ਜਿਹੜੇ ਸਾਡੇ ਸਾਹਿਬਜ਼ਾਦੇ ਜਿਹੜੇ ਬਾਹਰ ਬੈਠੇ ਨੇ ਐਨਆਰਆਈ ਜਿਹੜੇ ਨੇ ਉਹ ਇੱਥੇ ਵਿਆਹ ਕਰਕੇ ਇੱਥੇ ਹੀ ਛੱਡ ਜਾਂਦੇ ਨੇ। ਉਹ ਕੁਝ ਦੇਰ ਪਹਿਲਾਂ ਦੀ ਗੱਲ ਹੈਗੀ ਹੈ ਕਿ ਆਪਣੇ ਜਿਹੜੇ ਲੋਕ ਭਲਾਈ ਦੇ ਸੀਗੇ ਮੰਤਰੀ ਜੀ, ਲੋਕ ਭਲਾਈ ਪਾਰਟੀ ਦੇ ਮੰਤਰੀ ਜੀ, ਉਹ 40,000 ਕੁੜੀਆਂ ਦਾ ਡੇਟਾ ਲਈ ਫਿਰਦੇ ਸੀ ਕਿ ਜੀ ਇਹਨਾਂ ਕੁੜੀਆਂ ਜਿਹੜੀਆਂ ਨੇ ਵਿਆਹ ਕੇ ਇੱਥੇ ਛੱਡ ਗਏ ਨੇ ਔਰ ਅਸੀਂ ਉੱਥੇ ਉਹ ਬੰਦੇ ਬਾਹਰ ਨੇ। ਔਰ ਇਹ ਹੁਣ ਗਵਰਨਮੈਂਟ ਆਫ ਪੰਜਾਬ ਵੀ ਇਸ ਗੱਲ ਦਾ ਵੀ ਥੋੜਾ ਨੋਟਿਸ ਲੈਣ ਲੱਗੀ ਹੈ। ਗਵਰਨਮੈਂਟ ਆਫ ਕੈਨੇਡਾ ਨੇ ਇਸ ਗੱਲ ਤੇ ਨੋਟਿਸ ਲਿਆ ਹੈ ਤੇ ਐਂਡ ਦੇ ਹੈਵ ਟਰਾਈਡ ਟੂ ਚੈੱਕ ਇਟ ਅਪ ਕਿ ਵੀ ਇੱਕ ਬੰਦੇ ਇਸ ਤਰ੍ਹਾਂ ਨਾ ਹੋਣ ਕਿ ਉੱਥੋਂ ਵਿਆਹ ਕਰਕੇ ਇੱਥੇ ਛੱਡ ਜਾਣ ਤੇ ਮੁੜ ਕੇ ਲੈ ਕੇ ਨਾ ਜਾਣ ਕਰੇ। ਸੋ ਇਹ ਸਾਡੀਆਂ ਕਿਸ ਕਿਸਮ ਦੀਆਂ ਸਾਡਾ ਕਿਰਦਾਰ ਹੈਗਾ, ਇਹ ਕਿਸ ਕਿਸਮ ਦੀ ਪੰਜਾਬੀ ਸ਼ਿਵੈਲਰੀ ਹੈਗੀ ਹੈ, ਕਿਸ ਕਿਸਮ ਦੇ ਅਸੀਂ ਮਿਰਜ਼ੇ ਤੇਰਾਂ ਜੇ ਬਣੇ ਹੋਏ ਆ ਕਿ ਜਿਹੜੇ ਮਤਲਬ ਵਿਆਹ ਉੱਥੋਂ ਆਏ ਕਰਾ ਕੇ ਹਨੀਮੂਨ ਮਨਾ ਕੇ ਬਾਹਰ ਚਲੇ ਗਏ ਤੇ ਮੁੜ ਕੇ ਇੱਥੇ ਕੁਝ ਯਾਦ ਕੁਝ ਪੁੱਛਣੇ ਨਹੀਂ ਸੀ। ਇਹ ਜਿਹੜਾ ਸਾਡਾ ਇਸ ਤਰ੍ਹਾਂ ਦਾ ਰੁਝਾਨ ਜਿਹੜਾ ਬਣਿਆ ਹੋਇਆ ਨਾ, ਔਰ ਚਲੋ ਬਾਹਰ ਵਾਲੇ ਤੇ ਜਿਹੜੇ ਹੇਰਾਫੇਰੀ ਕਰ ਰਹੇ ਨੇ ਜਿਹੜੇ ਇੱਥੋਂ ਵਾਲੇ ਸਾਡੇ ਲੋਕ ਜਿਹੜੇ ਨੇ, ਸਾਡੀਆਂ ਫੈਮਲੀਜ਼ ਜਿਹੜੀਆਂ ਨੇ, ਸਾਡੇ ਟੱਬਰ ਜਿਹੜੇ ਨੇ, ਉਹ ਜਿਹੜੇ ਨੇ ਉਹ ਤਹੂ ਹੋਏ ਨੇ ਜੇ ਵਿਆਹ ਕਰਨ ਦੇ ਵਿੱਚ। ਇਹ ਬੜਾ ਸੀਰੀਅਸ ਮਸਲਾ ਹੈ। ਤੁਸੀਂ ਇਹਨਾਂ ਦੇ ਨਾਲ ਹੀ ਭਗਤ ਦਾ ਮਸਲਾ ਜਿਹੜਾ ਹੈਗਾ ਡਾਊਰੀ ਦਾ, ਮੈਨੂੰ ਲੱਗਦਾ ਵੀ ਬੜਾ ਸੀਰੀਅਸ ਮਸਲਾ ਹੈ। ਪੰਜਾਬ ਦੇ ਵਿੱਚ ਡਾਊਰੀ ਜਿਹੜੀ ਹੈਗੀ ਹੈ ਇਹ ਘਟਣ ਦੀ ਬਜਾਏ ਇਹ ਹਾਲੇ ਵੱਧਦੀ ਜਾ ਰਹੀ ਹੈ। ਮੇਰੇ ਸਟੀਵਨ ਦਾ ਰੀਸੈਂਟਲੀ ਵਿਆਹ ਹੋਇਆ ਹੈ ਤੇ ਮੈਂ ਗੱਲ ਕਰ ਰਿਹਾ ਸੀ, ਮੁਕਤਸਰ ਦੇ ਇਲਾਕੇ ਦੀ ਹੈਗੀ। ਮੈਂ ਕਿਹਾ ਵੀ ਕਿੰਨਾ ਕੁ ਖਰਚਾ ਹੋ ਜਾਣਾ? ਕਹਿੰਦੇ ਜੀ 1.25 ਕਰੋੜ ਦੇ ਨੇੜੇ ਤੇੜੇ ਖਰਚਾ ਹੋ ਜਾਣਾ। ਮਤਲਬ 1.25 ਕਰੋੜ ਦਾ ਖਰਚਾ ਇੱਕ ਲੜਕੀ ਦੇ ਵਿਆਹ ਤੇ ਟੱਬਰ ਕਰ ਰਿਹਾ ਹੈ। ਕਰਵਾਉਣ ਵਾਲੇ ਦੀ ਵੀ ਮੈਂ ਸਮਝਦਾ ਵੀ ਮਾੜੀ ਗੱਲ ਹੈਗੀ ਹੈ, ਤੇ ਜਿਹੜੇ ਕਰ ਰਹੇ ਨੇ ਉਹਨਾਂ ਦੀ ਤੇ ਸ਼ਾਇਦ ਮਜਬੂਰੀ ਹੋ ਸਕਦੀ ਹੈ ਕਿਸੇ ਲੈਵਲ ਤੇ। ਲੇਕਿਨ ਜਿਹੜੇ ਕਰਵਾ ਰਹੇ ਨੇ, ਜਿਹੜੇ ਚਾਹ ਰਹੇ ਨੇ, ਜਿਨ੍ਹਾਂ ਦਾ ਸਰਦਾ ਵੀ ਨਹੀਂ ਹੈਗਾ, ਉਹ ਵੀ ਫਿਰ ਗਲ ਫਾਹ ਲੈਂਦੇ ਨੇ। ਇਹ ਬੜੀ ਸੀਰੀਅਸ ਪ੍ਰੋਬਲਮ ਹੈਗੀ। ਔਰ ਸਾਡੇ ਕਿਉਂਕਿ ਸਾਡਾ ਪੰਜਾਬੀ ਸਮਾਜ ਹੈਗਾ ਇੱਥੇ, ਤੇ ਸਾਨੂੰ ਸ਼ਰੀਕਾਂ ਦਾ ਬੜਾ ਫਿਕਰ ਰਹਿੰਦਾ ਹੈਗਾ, ਸਾਨੂੰ ਗੁਆਂਢੀਆਂ ਦਾ ਬੜਾ ਫਿਕਰ ਰਹਿੰਦਾ ਹੈ। ਸਾਡੇ ਬਾਰੇ ਸ਼ਰੀਕ ਕੀ ਕਹਿਣਗੇ, ਸਾਡੇ ਵਾਲੇ ਫਲਾਣਾ ਕੀ ਕਹੇਗਾ, ਉਹਨੇ ਇੰਨਾ ਖਰਚ ਕੀਤਾ ਕੁੜੀ ਤੇ, ਤੁਸੀਂ ਇੰਨਾ ਨਹੀਂ ਖਰਚ ਕਰ ਸਕਦੇ, ਤੁਸੀਂ ਉਹਨਾਂ ਨਾਲੋਂ ਮਾੜੇ ਹੈਗੇ। ਸਾਨੂੰ ਇਹੋ ਜਿਹੀ ਚੀਜ਼ਾਂ ਨੇ ਸਾਡੇ ਕਲਚਰ ਦੀਆਂ, ਸਾਡੇ ਪੁਰਾਣੀ ਜਿਹੜੀਆਂ ਸਾਂਝ ਹੈਗੀ ਹੈ, ਸਾਡੇ ਜਿਹੜੇ ਟੱਬਰ ਟੀਲਿਆਂ ਦੀ ਰਿਸ਼ਤਿਆਂ ਦੀ ਸਾਂਝ ਹੈਗੀ ਹੈ, ਉਹ ਸਾਨੂੰ ਇਸ ਪਾਸੇ ਵੱਲ ਵੀ ਧੱਕੀ ਜਾਂਦੀ ਹੈ। ਤੇ ਲੋਕ ਜਿਹੜੇ ਫਾਹ ਲੈ ਕੇ, ਉਹ ਅੱਡੀਆਂ ਵਿੱਚ ਫਾਹ ਲੈ ਕੇ ਉਹ ਕਰਦੇ ਨੇ, ਇਸ ਤਰ੍ਹਾਂ ਦੇ ਵਿਆਹ ਕਰਦੇ ਨੇ, ਖਰਚ ਕਰਦੇ ਨੇ। ਔਰ ਜਿਹੜੀ ਇਹਦੇ ਨਾਲ ਇੱਕ ਹੋਰ ਜੁੜਦੀ ਜਿਹੜੀ ਮਸਲਾ ਹੈਗਾ, ਮੈਂ ਆਊਂਗਾ ਉਸ ਤੇ ਫਾਰਮਰ ਸੁਸਾਈਡ ਦਾ, ਉਹਦੇ ਵਿੱਚ ਵੀ ਇਹੀ ਮਸਲਾ ਹੈਗਾ। ਫਾਰਮਰ ਜਿਹੜੇ ਨੇ, ਅਸੀਂ ਕਹਿੰਦੇ ਵੀ ਅੰਡਰ ਡੈਥ ਹੈ ਕਿ ਨੇ, ਸੁਸਾਈਡ ਕਰ ਰਹੇ ਨੇ, ਬੜੇ ਫਾਰਮਰ ਪੰਜਾਬ ਦੇ ਸੁਸਾਈਡ ਕਰ ਰਹੇ ਨੇ। ਉਹਦੇ ਵਿੱਚ ਦੱਸਦੇ ਨੇ ਜਿਹੜੇ ਇਕੋਨੋਮਿਸਟ ਨੇ ਕਿ ਜਿਹੜੇ ਉਹਨਾਂ ਦੀਆਂ ਫਿਗਰਸ ਜਿਹੜੀਆਂ ਨੇ, ਉਹ ਮੈਂ ਇੱਕ ਲੇਖ ਵੀ ਲਿਖਿਆ ਹੈਗਾ ਪਿਛਲੇ ਸਾਲ, ਸੋਸ਼ੀਓਲੋਜੀਕਲ ਬੁਲੇਟਿਨ ਛਾਪਿਆ ਹੈਗਾ, ਐਗਰੀਰੀਅਨ ਕ੍ਰਾਈਸਿਸ ਐਂਡ ਦ ਫਾਰਮਰ ਸੁਸਾਈਡ ਇਨ ਪੰਜਾਬ। ਉਸ ਮੈਂ ਕੁਝ ਇਹੀ ਜਿਹੀ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਜਿਹੜੇ ਫਾਰਮਰ ਜਿਹੜੇ ਨੇ ਉਹ ਲੋਨ ਲੈ ਕੇ ਉਹ ਖਰਚਾ ਐਗਰੀਕਲਚਰ ਤੇ ਘੱਟ ਕਰਦੇ ਨੇ, ਉਹ ਖਰਚਾ ਵਿਆਹ ਸ਼ਾਦੀਆਂ ਤੇ ਕਰ ਦਿੰਦੇ ਨੇ। ਉਹ ਕਰਨਾ ਪੈਂਦਾ ਕਿਉਂਕਿ ਸ਼ਰੀਕ ਨੇ ਦੀ ਗੱਲ ਹੈਗੀ, ਪਿੰਡ ਵਿੱਚ ਕੀ ਰਹੇਗਾ, ਨੱਕ ਦੀ ਇੱਕ ਮਸਲਾ ਹੈਗਾ, ਉਹਨਾਂ ਨੂੰ ਖਰਚਾ ਕਰਦੇ ਨੇ ਤੇ ਫਿਰ ਉਹਨਾਂ ਨੂੰ ਖਰਚੇ ਉਤਰਦੇ ਨਹੀਂ ਹੈਗੇ, ਤੇ ਫਿਰ ਉਹ ਆਪਣਾ ਉਹਨਾਂ ਕੋਲ ਸੁਸਾਈਡ ਤੋਂ ਇਲਾਵਾ ਗੁਜ਼ਾਰਾ ਰਹਿੰਦਾ ਨਹੀਂ। ਸੋ ਇਹ ਜਿਹੜੇ ਸਾਡੇ ਰੁਝਾਨ ਨੇ, ਡਾਊਰੀ ਵੱਧ ਦੇਣਾ, ਡਾਊਰੀ ਵਧਾਈ ਜਾਣੀ, ਕੋਈ ਲਿਮਿਟਲੈਸ ਡਾਊਰੀ ਜਿਹੜੀ ਕਰਨੀ, ਇਹ ਸਾਰੇ ਮਸਲੇ ਜਿਹੜੇ ਨੇ ਇਹ ਭਗਤ ਦੇ ਮਸਲੇ ਨੇ ਮੇਰੇ ਹਿਸਾਬ ਨਾਲ। ਔਰ ਕਿ ਲੜਕੀਆਂ ਦੇ ਨਾਲ ਹੋਰ ਜੁੜਿਆ ਮਸਲਾ ਹੈਗਾ, ਔਰ ਉਹ ਹੈਗਾ ਫੀਮੇਲ ਫਿਟੀਸਾਈਡ। ਕਿ ਫੀਮੇਲ ਫਿਟੀਸਾਈਡ ਜਿਹੜੀ ਹੈਗੀ ਹੈ ਉਹ ਪੰਜਾਬ ਹਰਿਆਣੇ ਵਿੱਚ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ। ਹਰਿਆਣਾ ਕੇਰਲਾ ਦੇ ਵਿੱਚ 1064 ਲੜਕੀਆਂ ਨੇ 1000 ਬੰਦਿਆਂ ਵਿੱਚ, ਸਾਡੇ ਸਿਰਫ 895 ਨੇ 2011 ਦੇ ਡੇਟਾ ਹੈ।
ਪਹਿਲਾਂ ਦੇ 856 873 75 ਰਹਿ ਗਈਆਂ ਸੀ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਫਿਗਰਸ ਬਾਕੀ ਸਹੀ ਨੇ ਕਿ ਅਸੀਂ ਇੱਥੇ ਫਜਿੰਗ ਕਰਦੇ ਹਾਂ, ਕਿਉਂਕਿ ਸਾਡੇ ਬੰਦੇ ਜਿਹੜੇ ਨੇ, ਸਾਡੇ ਕਲਚਰ ਇੱਕ ਫਜਿੰਗ ਦਾ ਵੀ ਕਲਚਰ ਬਣ ਗਿਆ ਹੈ। ਅੰਕੜੇ ਜਿਹੜੇ ਨੇ ਉਹਨਾਂ ਨੂੰ ਮੈਨੇਜ ਕਰ ਲਓ। ਹੁਣ ਜਿਹੜੀਆਂ ਮੌਤਾਂ ਪੈਂਡੇਮਿਕ 'ਚ ਹੋ ਰਹੀਆਂ ਨੇ, ਉਹ ਹੁਣ ਮੌਤਾਂ ਪੈਂਡੇਮਿਕ ਦੀਆਂ ਨਹੀਂ ਦਿਖਾ ਰਹੇ, ਉਹ ਹੁਣ ਮੌਤਾਂ ਕਿਸੇ ਹੋਰ ਖਾਤੇ 'ਚ ਪਾ ਰਹੇ ਨੇ ਕਿ ਜੀ ਇਹ ਮੌਤਾਂ ਫਲਾਣੇ ਕਰਕੇ ਹੋ ਰਹੀਆਂ ਨੇ, ਇਸ ਕਰਕੇ ਨਹੀਂ ਹੋ ਰਹੀਆਂ, ਕਿਉਂਕਿ ਤੁਹਾਡਾ ਦੁਨੀਆ ਦੇ ਵਿੱਚ ਇਮੇਜ, ਤੁਸੀਂ ਵੀ ਆਪਣਾ ਦੁਨੀਆ 'ਚ ਇਮੇਜ ਰੱਖਣਾ ਹੈ ਨਾ। ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਸ਼ਾਇਦ ਜਿਹੜੀ ਜਿਹੜਾ ਬਰਥ ਰੇਟ ਦੀ ਜਿਹੜੀ ਸੈਕਸ ਰੇਸ਼ੋ ਦੀ ਇੰਪਰੂਵਮੈਂਟ ਹੈਗੀ ਹੈ, ਇੰਨੀ ਸਿਗਨੀਫਿਕੈਂਟ ਜਿਹੜੀ ਇੰਪਰੂਵਮੈਂਟ ਹੈਗੀ 875 ਤੋਂ ਲੈ ਕੇ 895 ਹੋ ਗਈ ਹੈ, ਉਹ ਬਿਨਾਂ ਫਜਿੰਗ ਤੋਂ ਹੋਏਗੀ, ਕਿਉਂਕਿ ਤੁਸੀਂ ਨੰਨੀ ਛਾਂ ਚਲਾਈ ਹੈਗੀ, ਤੁਸੀਂ ਇਹ ਸਕੀਮਾਂ ਚਾਲੂ ਕੀਤੀਆਂ ਨੇ ਕੁੜੀਆਂ ਵਾਸਤੇ, ਸਕੀਮਾਂ ਦੀ ਪੜ੍ਹਾਈ ਵਾਸਤੇ, ਉਹਨਾਂ ਨੂੰ ਸਾਈਕਲ ਦੇਣ ਵਾਸਤੇ, ਉਹਨਾਂ ਦੇ ਰੋਜ਼ਗਾਰ ਵਾਸਤੇ ਤੁਸੀਂ ਕੁਝ ਸਕੀਮਾਂ ਚਾਲੂ ਕੀਤੀਆਂ ਨੇ, ਤੇ ਤੁਸੀਂ ਉਹਨਾਂ ਦਾ ਪੋਜ਼ਿਟਿਵ ਇੰਪੈਕਟ ਦਿਖਾਉਣਾ ਚਾਹੁੰਦੇ ਹੋ। ਇਸ ਕਰਕੇ ਤੁਸੀਂ ਅੰਕੜੇ ਇਹ ਦਿਖਾਓਗੇ ਕਿ ਜੀ ਦੇਖੋ ਇਹ ਉਹਨਾਂ ਗੱਲਾਂ ਕਰਕੇ ਇਹ ਜਿਹੜੇ ਨੇ ਇਹ ਸੈਕਸ ਰੇਸ਼ੋ ਇੰਪਰੂਵ ਹੋ ਗਈ ਹੈ। ਲੇਕਿਨ ਆਈ ਸਟਿਲ ਡਾਊਟ ਕਿ ਵੀ ਸਾਡੇ ਇਹਨਾਂ ਜ਼ਿਆਦਾ ਇਨਕਰੀਜ਼ ਹੋ ਗਿਆ ਹੋਵੇਗਾ। ਤੇ ਇਹ ਫੀਮੇਲ ਫੀਟੀਸਾਈਡ ਦੀ ਪ੍ਰੋਬਲਮ ਸੀਰੀਅਸ ਹੈ। ਮੈਂ ਜਦੋਂ ਕਬਾਇਲੀ ਲੋਕਾਂ 'ਚ ਜਿਸ ਕਾਰਨ ਕੰਮ ਕਰ ਰਿਹਾ ਸੀਗਾ, ਪੰਜਾਬ ਦੇ ਕਬੀਲਿਆਂ ਦੇ ਵਿੱਚ ਕੰਮ ਕਰ ਰਿਹਾ ਸੀਗਾ, ਔਰ ਉੱਥੇ ਅਸੀਂ ਉਹਨੂੰ ਪੁੱਛਦੇ ਸੀਗੇ ਇਹਦੇ ਬਾਰੇ ਗੱਲ ਕਿ ਵੀ ਤੁਹਾਡੇ ਕਿੰਨੇ ਕੁੜੀਆਂ ਨੇ, ਘਰ 'ਚ ਕਿੰਨੇ ਮੁੰਡੇ ਨੇ, ਔਰ ਉਹ ਸਾਨੂੰ ਸਿੱਧਾ ਹੀ ਜਵਾਬ ਪੁੱਠਾ ਮਾਰਦੇ ਸੀਗੇ ਕਿ ਅਸੀਂ ਤੁਹਾਡੇ ਵਾਂਗੂ ਕੁੜੀਆਂ ਮਾਰਦੇ ਨਹੀਂ ਹੈਗੇ। ਮਤਲਬ ਮੇਰੇ ਕੋਲੇ ਪੜ੍ਹੇ ਲਿਖੇ ਹੋਣ ਦਾ, ਡਿਵੈਲਪਡ ਹੋਣ ਦਾ, ਹੈ ਨਾ, ਪੰਜਾਬ ਦੇ ਲੀਡਰ ਹੋਣ ਦਾ, ਪੰਜਾਬੀ ਹੋਣ ਦਾ, ਇਹਦਾ ਮਤਲਬ ਕੀ ਮੇਰੇ ਸਾਹਮਣੇ ਕੋਈ ਸਟੇਟਸ ਰਹਿ ਜਾਂਦਾ ਹੈ ਜਦੋਂ ਮਤਲਬ ਮੈਨੂੰ ਇੱਕੋ ਜਿਹੜਾ ਕਬੀਲੇ ਵਾਲਾ ਬੰਦਾ ਹੈਗਾ ਮੈਨੂੰ ਕਹਿੰਦੇ ਸੀ ਤੁਹਾਡੇ ਵਾਂਗੂ ਕੁੜੀਆਂ ਮਾਰਦੇ ਨਹੀਂ ਹੈਗੇ। ਸੋ ਇਹ ਮਸਲਾ ਜਿਹੜਾ ਹੈਗਾ ਇਹ ਸੀਰੀਅਸ ਮਸਲਾ ਹੈ। ਔਰ ਇਹ ਜਿਹੜੇ ਨੇ ਇਹ ਤਾਂ ਮਤਲਬ ਚਲੋ ਜਿਹੜੇ ਮਸਲੇ ਨੇ ਜਿਹੜੇ ਸਾਡੇ ਯੂਥ ਨਾਲ, ਜਵਾਨੀ ਨਾਲ ਜੁੜੇ ਹੋਏ ਨੇ। ਇਹਨਾਂ ਨਾਲ ਇੱਕ ਹੋਰ ਮਸਲਾ ਜਿਹੜਾ ਹੁਣ ਹੋਰ ਜੁੜਿਆ ਹੋਇਆ ਇਹਨਾਂ ਨਾਲ, ਉਹ ਡਰੱਗਸ ਦਾ, ਐਲਕੋਹਲ ਦਾ ਕੰਜ਼ੰਪਸ਼ਨ। ਡਰੱਗਸ ਦੀ ਜਿਹੜੀ ਸਾਡੇ ਪ੍ਰੋਬਲਮ ਹੈਗੀ ਹੈ, ਯਾਨੀ ਉੜਤਾ ਪੰਜਾਬ ਵਰਗੀਆਂ ਜਿਹੜੀ ਪੰਜਾਬ ਫਿਲਮਾਂ ਬਣਦੀਆਂ ਨੇ ਇਸੇ ਤਰ੍ਹਾਂ ਹੀ ਨਹੀਂ ਬਣਦੀਆਂ, ਉਹ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਨਹੀਂ ਬਣਾਈ ਜਾਂਦੀਆਂ ਜਿਵੇਂ ਕੁਝ ਲੋਕ ਸਮਝਦੇ ਨੇ। ਤੇ ਪੰਜਾਬ ਦੀ ਇੱਥੇ ਪ੍ਰੋਬਲਮ ਹੈਗੀ ਹੈ। ਅਸੀਂ ਜੇ ਮਤਲਬ ਜਿਹੜੇ ਵੀ ਬੰਦੇ ਪਿੰਡਾਂ ਜਾਂਦੇ ਨੇ, ਘਰਾਂ ਜਾਂਦੇ ਨੇ, ਲੋਕਾਂ 'ਚ ਵਿਚਰਦੇ ਨੇ, ਯੂ ਵਿਲ ਫਾਈਂਡ ਆਊਟ ਕਿ ਵੀ ਇਹ ਪੰਜਾਬ 'ਚ ਇਹਦੀ ਤਸਕਰੀ ਜਿਹੜੀ ਹੈਗੀ ਹੈ ਹੋ ਰਹੀ ਹੈ। ਔਰ ਇਹ ਤਸਕਰੀ ਜਿਹੜੀ ਹੈਗੀ ਹੈ ਹੋ ਰਹੀ ਹੈ, ਔਰ ਇਹਦੀ ਕਮਿਸ਼ਨ ਬੈਠੀ ਜਾਂਦੇ ਨੇ, ਇਨਕੁਆਇਰੀਆਂ ਬੈਠੀ ਜਾਂਦੀਆਂ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਬਣੀਆਂ ਜਾਂਦੀਆਂ ਨੇ, ਰਿਪੋਰਟਾਂ ਵੀ ਜਮ੍ਹਾਂ ਹੋ ਜਾਂਦੀਆਂ ਨੇ, ਲੇਕਿਨ ਹੁੰਦਾ ਕਿਸੇ ਨੂੰ ਕੁਛ ਨਹੀਂ। ਕਿਉਂ ਨਹੀਂ ਹੁੰਦਾ ਕਿਸੇ ਨੂੰ ਕੁਛ? ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਨੇ ਬੰਦੇ ਰਲੇ ਹੋਏ ਨੇ, ਸਾਡੇ ਪੋਲੀਟੀਸ਼ੀਅਨ ਰਲੇ ਹੋਏ ਨੇ, ਸਾਡੇ ਮਾਫੀਆ ਰਲਿਆ ਹੋਇਆ ਹੈ, ਸਾਡੀ ਪੁਲਿਸ ਰਲੀ ਹੋਈ ਹੈ, ਸਾਰੇ ਰਲੇ ਹੋਏ ਨੇ, ਔਰ ਉਹ ਪੈਸੇ ਕਮਾ ਰਹੇ ਨੇ ਐਟ ਦ ਕਾਸਟ ਆਫ ਦ ਯੂਥ। ਉਹ ਸਾਡੇ ਪੰਜਾਬੀ ਮੁੰਡੇ ਜਿਹੜੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਕੁਝ ਕਰਨਾ ਸੀ, ਜਿਨ੍ਹਾਂ ਨੇ ਕੁਝ ਬਣਨਾ ਸੀ, ਜਿਨ੍ਹਾਂ ਨੇ ਪੰਜਾਬ ਨੂੰ ਸੰਵਾਰਨਾ ਸੀ, ਜਿਨ੍ਹਾਂ ਨੇ ਪੰਜਾਬ ਨੂੰ ਗਾਂਹ ਲੈ ਕੇ ਜਾਣਾ ਸੀ, ਉਹਨਾਂ ਨੂੰ ਤੁਸੀਂ ਇਸੇ ਪਾਸੇ ਲਾ ਦਿੱਤਾ ਹੈ ਕਿ ਭਾਈ ਤੁਸੀਂ ਆਪਣਾ ਟੀਕਾ ਲਾਓ, ਡਰੱਗ ਲਓ, ਜਿੰਨੀ ਜ਼ਿੰਦਗੀ ਨਿਕਲਦੀ ਹੈ ਕੱਢੋ, ਉਸ ਤੋਂ ਬਾਅਦ ਗੱਡੀ ਚੜ੍ਹ ਜਾਓ। ਇਹ ਉਹਨਾਂ ਦੇ ਨਾਲ ਦੇ ਨਾਲ ਮਸਲਾ ਫਾਰਮਰ ਸੁਸਾਈਡ ਦਾ ਬੜਾ ਸੀਰੀਅਸ ਮਸਲਾ ਹੈ। ਮੈਂ ਜੇ ਇਕੱਲੀ ਚੀਜ਼ਾਂ ਕਰਾਉਣ ਲੱਗਾ ਤਾਂ ਇਹ ਗੱਲ ਬਹੁਤ ਦੂਰ ਤੱਕ ਚਲੀ ਜਾਏਗੀ। ਕਈ ਬੀਬੀਆਂ ਕਹਿਣਗੀਆਂ ਕਿ ਤੁਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕਰ ਰਹੇ, ਤੁਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਨਹੀਂ ਕਰ ਰਹੇ, ਤੁਸੀਂ ਪੈਟਰੀਆਰਕੀ ਦੀ ਗੱਲ ਨਹੀਂ ਕਰ ਰਹੇ, ਐਂਡ ਸੋ ਔਨ। ਆਈ ਮੀਨ ਦੇयर ਆਰ ਆਲ ਲੋਟ ਆਫ ਪ੍ਰੋਬਲਮਸ ਆਰ ਦੇयर, ਆਈ ਨੋ ਦੈਟ। ਜੀ ਲੇਕਿਨ ਵੀ ਸਾਨੂੰ ਕਿਤੇ ਨਾ ਕਿਤੇ ਗੱਲ ਕੋਈ ਥੋੜੀ ਸਮੇਟਣੀ ਪੈਂਦੀ ਹੈ, ਔਰ ਇਹ ਜਿਹੜੇ ਹਾਥੀ ਦੇ ਪੈਰ ਦੇ ਵਿੱਚ ਇਹ ਸਾਰੀਆਂ ਆ ਜਾਣਗੀਆਂ। ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਹਾਥੀ ਦੇ ਪੈਰ 'ਚ ਆ ਜਾਣ। ਨਹੀਂ, ਲੇਕਿਨ ਮਸਲਾ ਹੁਣ ਇਹ ਹੁੰਦਾ ਵੀ ਇਹ ਜਿਹੜੇ ਲੋਕ ਨੇ ਇਹਨਾਂ ਵਿੱਚ ਇਹ ਪ੍ਰੋਬਲਮ ਸਾਡੇ ਅੰਦਰ ਕਿਉਂ ਪੈਦਾ ਹੋਈ ਹੈ, ਕਿ ਸਾਡੇ ਬੱਚੇ ਜਿਹੜੇ ਨੇ ਉੱਥੋਂ ਕਿਉਂ ਉਖੜ ਰਹੇ ਨੇ। ਇਹਦੇ ਵਾਸਤੇ ਜ਼ਿੰਮੇਵਾਰੀ ਤਾਂ ਸਾਨੂੰ ਕਿਸੇ ਫਿਕਸ ਕਰਨੀ ਪਏਗੀ। ਸਾਨੂੰ ਕਿਸੇ ਧਿਰ ਦੀ, ਕਿਸੇ ਇੰਸਟੀਟਿਊਸ਼ਨ ਦੀ, ਕਿਸੇ ਆਰਗੇਨਾਈਜੇਸ਼ਨ ਦੀ ਸਾਨੂੰ ਜ਼ਿੰਮੇਵਾਰੀ ਤਾਂ ਫਿਕਸ ਕਰਨੀ ਪਏਗੀ ਨਾ ਕਿ ਜੀ ਇਹ ਕੌਣ ਬੰਦੇ ਨੇ ਜਿਹੜੇ ਬਾਹਰ ਜਾ ਰਹੇ ਨੇ, ਕਿਉਂ ਬਾਹਰ ਜਾ ਰਹੇ ਨੇ। ਔਰ ਇੱਕ ਹੋਰ ਬੜੀ ਦੁਖਾਂਤ ਦੀ ਗੱਲ ਇਹ ਹੈਗੀ ਹੈ, ਉਹ ਮੈਂ ਦੁਖਾਂਤ ਦੀ ਇਸ ਕਰਕੇ ਉਹਨੂੰ ਕਹਿਣਾ ਕਿ ਪੰਜਾਬ ਸਰਕਾਰ ਹੁਣ ਆਈਲੈਟਸ ਦੇ ਸਕੂਲ ਆਪ ਖੋਲ ਰਹੀ, ਆਪ ਟ੍ਰੇਨਿੰਗ ਆਪ ਦੇ ਰਹੀ ਹੈ ਬੱਚਿਆਂ ਨੂੰ ਕਿ ਤੁਹਾਨੂੰ ਭਾਈ ਐਵੇਂ ਪ੍ਰਾਈਵੇਟ ਕੋਚਾਂ ਕੋਲ ਜਾਣ ਦੀ ਲੋੜ ਨਹੀਂ, ਐਵੇਂ ਤੁਸੀਂ ਉੱਥੇ ਪੈਸੇ ਲਟਾਣੇ ਹੋ, ਪੰਜਾਬ ਸਰਕਾਰ ਤੁਹਾਨੂੰ ਆਈਲੈਟਸ ਦੀ ਤਿਆਰੀ ਕਰਵਾਏਗੀ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਵੀ ਕਿਤੇ ਕੁਝ ਇੰਸਟੀਟਿਊਸ਼ਨਸ ਨੇ ਜਿਹਨਾਂ ਨੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਿਹੜਾ ਕੋਰਸ ਨਾਲ ਦੇਣਗੇ BBA BCA ਵਗੈਰਾ ਜਿਹੜਾ ਕੋਰਸ ਕਰਾ ਰਹੇ ਨੇ ਉਹਦੇ ਨਾਲ ਉਹ ਆਈਲੈਟਸ ਦੀ ਕੋਚਿੰਗ ਫ੍ਰੀ ਦੇਣਗੇ।
ਮਤਲਬ ਇਹ ਕਮਾਲ ਦੀ ਗੱਲ ਹੈਗੀ, ਰਾਦਰ ਦੈਨ ਇਸ ਨੂੰ ਡਿਸਕਰੇਜ ਕਰੀਏ ਅਸੀਂ ਕਿ ਜੀ ਆਈਲੈਟਸ ਦੇ ਜਿਹੜੇ ਸੈਂਟਰ ਨੇ ਨਜਾਇਜ਼ ਚੱਲ ਰਹੇ ਨੇ ਉਹਨਾਂ ਨੂੰ ਬੰਦ ਕਰੀਏ, ਉਹਨਾਂ ਨੂੰ ਬੰਦ ਕਰਨ ਦੀ ਬਜਾਏ ਪੰਜਾਬ ਸਰਕਾਰ ਖੁਦ ਜਿਹੜੀ ਹੈਗੀ ਸੈਂਟਰ ਖੋਲ ਰਹੀ ਹੈ ਕਿ ਆਈਲੈਟਸ ਕਰੋ ਤੇ ਬਾਹਰ ਚਲੇ ਜਾਓ। ਪੰਜਾਬ 'ਚ ਕੁਛ ਨਹੀਂ ਪਿਆ, ਇਹਦਾ ਮਤਲਬ ਸਰਕਾਰ ਇਹ ਮੰਨ ਚੁੱਕੀ ਹੈ, ਸਰਕਾਰ ਇਹ ਮੰਨ ਰਹੀ ਹੈ ਕਿ ਭਈ ਸਾਡੇ ਕੋਲ ਨਾ ਕੋਈ ਦੇਣ ਨੂੰ ਹੈਗਾ, ਨਾ ਸਾਡੇ ਕੋਲ ਕੁਝ ਦਿਖਾਉਣ ਨੂੰ ਹੈਗਾ, ਤੇ ਤੁਸੀਂ ਬਿਹਤਰ ਹੈਗਾ ਆਪਣਾ ਬਾਹਰ ਚੱਲ ਕੇ ਆਪਣਾ ਰੋਟੀ ਪਾਣੀ ਦਾ ਇੰਤਜ਼ਾਮ ਕਰ ਲਓ ਤਾਂ ਅੱਛਾ ਹੈ। ਮੈਂ ਤੁਹਾਨੂੰ ਥੋੜੀ ਪੁਰਾਣੀ ਗੱਲ ਯਾਦ ਕਰਾਂ ਨਾ ਕਿ ਜਦੋਂ ਸਾਡੇ ਨਾਲ ਦੇ ਮੇਰੇ ਨਾਲ ਦੇ ਵਿਦਿਆਰਥੀ ਜਿਹੜੇ ਸਾਡੇ ਦੋਸਤ ਮਿੱਤਰ ਨੇ ਜਦੋਂ ਮੈਡੀਕਲ ਕਾਲਜ 'ਚ ਜਾ ਰਹੇ ਸੀਗੇ, ਮੈਡੀਕਲ ਕਾਲਜ ਗਏ, ਉਦੋਂ ECFMG ਦਾ ਇਮਤਿਹਾਨ ਹੁੰਦਾ ਸੀ, ਜਿਹੜੀ ਐਜੂਕੇਸ਼ਨਲ ਆਈ ਥਿੰਕ ਐਜੂਕੇਸ਼ਨਲ ਕਾਉਂਸਲ ਫਾਰ ਫੋਰਨ ਮੈਡੀਕਲ ਗ੍ਰੈਜੂਏਟਸ, ਇਹ ਅਮਰੀਕਨ ਕਾਉਂਸਲ ਹੈਗੀ ਹੈ ਜਿਹੜੀ ਇੱਥੇ ਇਮਤਿਹਾਨ ਕਰਾਉਂਦੀ ਹੁੰਦੀ ਸੀ। ਅਮਰੀਕਨਸ ਬੜੇ ਸਿਆਣੇ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਮੁਲਕ ਜਿਹੜੇ ਨੇ ਆਜ਼ਾਦ ਹੋਏ ਨੇ ਉੱਥੇ ਮੈਨ ਪਾਵਰ ਅੱਛੀ ਹੈ, ਬੱਚੇ ਪੜ੍ਹ ਰਹੇ ਨੇ, ਇੰਸਟੀਟਿਊਸ਼ਨ ਅੱਛੇ ਚੱਲ ਰਹੇ ਨੇ, ਜਿਹੜੇ ਡਾਕਟਰ ਇੰਜੀਨੀਅਰ ਬਣਦੇ ਨੇ ਉੱਥੇ ਬਣਦੇ ਡਾਕਟਰ ਨੂੰ ਚੱਕ ਲਓ ਉੱਥੋਂ ਤੇ ਤੁਹਾਡਾ ਸਾਰਾ ਖਰਚਾ ਬਚ ਜਾਏਗਾ। ਤੇ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ECFMG ਦੇ ਇਮਤਿਹਾਨ ਲੈਣੇ ਸ਼ੁਰੂ ਕਰ ਦਿੱਤੇ ਕਿ ਜਿਹੜਾ ਬੰਦਾ ਇਹਦੇ ਇਮਤਿਹਾਨ ਪਾਸ ਕਰ ਲੇਗਾ ਉਹ ਅਮਰੀਕਾ ਵਿੱਚ ਮੈਡੀਕਲ ਪ੍ਰੈਕਟਿਸ ਕਰ ਸਕਦਾ ਹੈ, ਉੱਥੋਂ ਦਾਖਲਾ ਉਹਨੂੰ ਮਿਲ ਜਾਏਗਾ। ਤੇ ਉਹਨਾਂ ਨੇ ਦਿੱਲੀ ਬੰਬੇ ਜਦੋਂ ਸੈਂਟਰ ਹੁੰਦੇ ਸੀ, ਇਹ ਮੇਰੇ ਯਾਦ ਹੈਗਾ, ਬਖੂਬੀ ਯਾਦ ਹੈਗਾ ਕਿ ਸਾਡੀ ਸਰਕਾਰ ਨੇ ਉਦੋਂ ਇਹ ਬੰਦ ਕਰਤੇ ਸੀਗੇ ਕਿ ਤਾਂ ਕਿ ਲੋਕ ਡਿਸਕਰੇਜ ਹੋਣ ਵੀ ਅਮਰੀਕਾ ਨਾ ਜਾਣ। ਸਾਡੇ ਲੋਕ ਜਿਹਨੇ ਲੇਕਿਨ ਜਿਹਨੇ ਜਾਣਾ ਉੱਥੇ ਜਾਂਦੇ ਨੇ। ਫਿਰ ਇਹਨਾਂ ਨੇ ਸੈਂਟਰ ਬੰਦ, ਹਿੰਦੁਸਤਾਨ ਸੈਂਟਰ ਬੰਦ ਹੋ ਗਏ, ਫਿਰ ਉਹਨਾਂ ਨੇ ਸ਼੍ਰੀਲੰਕਾ ਖੋਲ ਦਿੱਤਾ, ਸਿਲੋਂਗ ਖੋਲ ਦਿੱਤੀ ਉਹਨਾਂ ਨੇ। ਫਿਰ ਇਹਨਾਂ ਨੇ ਸਿੰਗਾਪੁਰ ਜਾਣ ਲੱਗੇ, ਲੋਕ ਮਲੇਸ਼ੀਆ ਜਾਣ ਲੱਗੇ ਵੀ ਸਿੰਗਾਪੁਰ ਚਲੇ ਜਾਓ, ਉੱਥੇ ਜਾ ਕੇ ECFMG ਦਾ ਇਮਤਿਹਾਨ ਦੇ ਦਿਓ, ਪਾਸ ਕਰਕੇ ਚਲੇ ਜਾਓ। ਲੇਕਿਨ ਚਲੋ ਇੱਕ ਅੜਾਉਣੀ ਪਾਈ ਸਰਕਾਰ ਨੇ, ਉਸ ਵੇਲੇ ਦੀ ਸਰਕਾਰ ਨੇ ਇੱਕ ਅੜਾਉਣੀ ਪਾਈ ਕਿ ਅਸੀਂ ਭਾਈ ਇਸ ਕੌਂਸਲ ਦੇ ਇਮਤਿਹਾਨ ਇੱਥੇ ਨਹੀਂ ਹੋਣ ਦੇਣਾ। ਲੇਕਿਨ ਸਾਡੀ ਸਰਕਾਰ ਤਾਂ ਖੁਦ ਆਈਲੈਟਸ ਦੇ ਇਮਤਿਹਾਨ ਕੋਚਿੰਗ ਜਿਹੜੇ ਫੇਕ ਆਈਲੈਟਸ ਜਿਹੜੇ ਗਲਤ ਕੋਚਿੰਗ ਦੇ ਰਹੇ ਹੋਣੇ ਨੇ, ਮੈਨੂੰ ਪਤਾ ਹੈ ਵੀ ਆਈਲੈਟਸ ਦੀ ਕੋਚਿੰਗ ਕਿਹੋ ਜਿਹੀ ਬੱਚੇ ਦੇ ਰਹੇ ਨੇ, ਕਿੰਨੇ ਕੁ ਸਿਆਣੇ ਨੇ ਜਿਹੜੇ ਆਈਲੈਟਸ ਦੀ ਕੋਚਿੰਗ ਦੇ ਰਹੇ ਨੇ, ਕਿੰਨੇ ਕੁ ਕਰਵਾ ਰਹੇ ਨੇ, ਕਿੰਨੇ ਕੁ ਲੈਵਲ ਦੇ ਬੰਦੇ ਨੇ, ਲੇਕਿਨ ਉਹ ਠਈ ਠੱਪਾ ਕਰੀ ਜਾਂਦੇ ਨੇ। ਉਹਨਾਂ ਦੀ ਟਰੈਵਲ ਏਜੰਟਸ ਨਾਲ ਮਿਲੀ ਭੁਗਤ ਹੈਗੀ, ਟਰੈਵਲ ਏਜੰਟਸ ਦੀ ਅੱਗੇ ਮਿਲੀ ਭੁਗਤ ਹੈਗੀ ਹੈ, ਉਹਨਾਂ ਦੀ ਯੂਨੀਵਰਸਿਟੀਆਂ ਨਾਲ ਮਿਲੀ ਭੁਗਤ ਹੈਗੀ ਹੈ। ਤੇ ਉੱਥੇ ਵੀ ਇਹੋ ਜਿਹੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਤੇ ਕਦੇ ਨਾਂ ਨਹੀਂ ਸੁਣਿਆ, ਉੱਥੇ ਇਹੋ ਜਿਹੇ ਕਾਲਜ ਨੇ ਜਿਹੜੇ ਕਦੇ ਐਗਜ਼ਿਸਟ ਹੀ ਨਹੀਂ ਕਰਦੇ, ਲੇਕਿਨ ਸਾਡੇ ਬੰਦੇ ਆਈਲੈਟਸ ਵਾਲੇ, ਵੀਜ਼ਾ ਦਿਵਾਉਣ ਵਾਲੇ, ਇਹ ਸਾਰੇ ਮਿਲ ਮਿਲਾ ਕੇ ਉਹ ਸਾਡੇ ਵਿਦਿਆਰਥੀਆਂ ਨੂੰ ਉੱਥੇ ਭੇਜ ਦਿੰਦੇ ਨੇ, ਤੇ ਜਦੋਂ ਜਾ ਕੇ ਉੱਥੇ ਉਤਰਦੇ ਨੇ ਉਹ ਦੇਖਦੇ ਨੇ ਜੀ ਇਸ ਨਾਂ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਇੱਥੇ। ਸੋ ਇਹ ਜਿਹੜੀ ਸਾਰੀ ਠੱਗੀ ਠੋਰੀ ਦਾ ਜਿਹੜਾ ਇੱਕ ਪੈਰਾਫਰਨੇਲੀਆ ਬਣ ਗਿਆ, ਇਕੱਲੇ ਬਾਹਰ ਜਾਣ ਦਾ, ਇਕੱਲਾ ਜਿਹੜਾ ਵਿਦਿਆਰਥੀ ਬਾਹਰ ਜਾ ਰਿਹਾ, ਜਿਹੜਾ ਲੀਗਲ ਤਰੀਕੇ ਨਾਲ ਬਾਹਰ ਜਾ ਰਿਹਾ, ਜਿਹੜਾ ਪੜ੍ਹਨ ਜਾ ਰਿਹਾ, ਜਿਹੜਾ ਆਪਣੀ ਕਾਬਲੀਅਤ ਦੇ ਸਿਰ ਤੇ ਜਾ ਰਿਹਾ, ਜਿਹੜਾ ਇੱਥੇ ਪੜ੍ਹਦਾ ਹੈ ਤੇ ਬਾਹਰ ਵੀ ਜਾ ਕੇ ਪੜ੍ਹੇਗਾ, ਉਹ ਜਿਹੇ ਜੈਨੂਇਨ ਕੇਸ ਥੋੜੇ ਨੇ। ਸਾਡੇ ਬੰਦੇ ਜਿਹੜੇ ਜ਼ਿਆਦਾ ਇੱਥੋਂ ਜਾ ਰਹੇ ਨੇ ਉਹ ਸਾਰੇ ਪੜ੍ਹਨ ਵਾਸਤੇ ਨਹੀਂ ਜਾ ਰਹੇ, ਉਹਨਾਂ ਦਾ ਸਿਰਫ ਇੱਕੋ ਹੀ ਟੀਚਾ ਹੈਗਾ ਕਿ ਇਹ ਇੱਕ ਬਹਾਨਾ ਹੈਗਾ ਤੁਹਾਡੇ ਕੋਲ ਬਾਹਰ ਜਾਣ ਦਾ, ਤੇ ਉੱਥੇ ਜਾ ਕੇ ਤੁਸੀਂ ਕੁਝ ਵੀ ਕਰਕੇ ਇੱਧਰ ਉੱਧਰ ਕਰਕੇ ਉੱਥੇ ਕੋਈ ਨਾ ਕੋਈ ਜੁਗਾੜ ਆਪਣਾ ਲਾ ਲਓ, ਜਿਹਦੇ ਜੁਗਾੜ 'ਚ ਹਿੰਦੁਸਤਾਨੀ ਪੰਜਾਬੀ ਬੜੇ ਮਾਹਰ ਨੇ, ਕੋਈ ਨਾ ਕੋਈ ਜੁਗਾੜ ਆਪਣਾ ਬਣਾ ਲਓ ਉੱਥੇ ਰਹਿਣ ਦਾ ਤੇ ਇੱਥੋਂ ਨਿਕਲੋ। ਇੱਥੋਂ ਨਿਕਲਣ ਦਾ ਹੋਰ ਕੋਈ ਤਰੀਕਾ ਨਹੀਂ ਹੈਗਾ। ਔਰ ਉੱਥੇ ਵੀ ਉਹਨਾਂ ਨੂੰ ਵੀ ਲੋੜ ਹੈਗੀ ਹੈ, ਇਹ ਵੈਸਟਰਨ ਕੰਟਰੀਜ਼ ਨੂੰ ਵੀ ਲੋੜ ਹੈਗੀ ਹੈ। ਉੱਥੇ ਸਟੈਨਫੋਰਡ ਵਾਲੇ, ਪ੍ਰਿੰਸਟਨ ਵਾਲੇ, ਉਹ ਯੇਲ ਯੂਨੀਵਰਸਿਟੀ ਵਾਲੇ ਇੱਥੇ ਆ ਕੇ ਆਪਣੇ ਦੁਕਾਨਾਂ ਨਹੀਂ ਲਾਉਂਦੇ ਹੋਟਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਕਿ ਸਾਡੇ ਦਾਖਲੇ ਲਓ ਆ ਕੇ। ਦੇ ਨੈਵਰ ਕਮ ਹੇਅਰ। ਉਹਨਾਂ ਨੂੰ ਕੀ ਲੋੜ ਹੈਗੀ ਹੈ? ਆਕਸਫੋਰਡ ਕੈਂਬਰਿਜ ਨੂੰ ਕੀ ਲੋੜ ਹੈਗੀ? ਉੱਥੇ ਤਾਂ ਆਲਰੇਡੀ ਦੁਨੀਆ ਦਾ ਰਸ਼ ਉੱਥੇ ਇੰਨਾ ਪਿਆ ਹੋਇਆ। ਤਾਂ ਉੱਥੇ ਜਿਹੜੇ ਉੱਥੋਂ ਦੇ ਕਾਲਜ ਨਹੀਂ ਚੱਲਦੇ, ਜਿਹੜੇ ਉੱਥੋਂ ਦੀ ਯੂਨੀਵਰਸਿਟੀਆਂ ਕਗਾਰ ਤੇ ਨੇ, on the brink of their collapse, ਤੁਸੀਂ ਉੱਥੇ ਵੀ ਤਾਂ ਆਫਟਰ ਆਲ ਉੱਥੇ ਵੀ ਤਾਂ ਕੈਪੀਟਲਿਸਟ ਸਿਸਟਮ ਹੈਗਾ ਨਾ, ਉੱਥੇ ਵੀ ਸਟੇਟ ਇੰਸ਼ੋਰਡ ਇੰਸਟੀਟਿਊਸ਼ਨ ਥੋੜੀ ਨੇ। ਉੱਥੇ ਵੀ ਜਿਹੜੇ ਨੇ ਇਸ ਤਰ੍ਹਾਂ ਦੇ ਰੈਕਟਸ ਹੈਗੇ ਨੇ, ਉੱਥੇ ਵੀ US ਵਿੱਚ ਵੀ ਹੈਗੇ ਨੇ, ਕੈਨੇਡਾ ਵਿੱਚ ਵੀ ਹੈਗੇ ਨੇ, ਆਸਟ੍ਰੇਲੀਆ ਵਿੱਚ ਵੀ ਹੈਗੇ ਨੇ, ਸਾਰੇ ਤੇ ਹੀ ਹੈਗੇ ਨੇ, ਜਿਹੜੇ ਤੁਹਾਨੂੰ ਇੱਥੋਂ ਲੋਕਾਂ ਦੇ ਨਾਲ ਮਿਲ ਵਰਤਨ ਕਰਕੇ, ਸਾਂਝ ਕਰਕੇ, ਨੈਟਵਰਕਿੰਗ ਕਰਕੇ ਉਹ ਦਾਖਲੇ ਲੈ ਕੇ ਲੋਕਾਂ ਨੂੰ ਉੱਥੇ ਲੈ ਜਾਂਦੇ ਨੇ। ਤੇ ਨਾਲੇ ਉਹਨਾਂ ਦੀ ਦੁਕਾਨ ਕਈ ਜਿਹੜੇ ਜੈਨੂਇਨ ਨੇ ਉੱਥੇ ਉਹਨਾਂ ਦੀ ਦੁਕਾਨ ਚੱਲਦੀ ਰਹਿੰਦੀ ਹੈ, ਉਹਨਾਂ ਦੀ ਫੀਸਾਂ ਆ ਜਾਂਦੀਆਂ ਨੇ ਇੱਕ ਸਮੈਸਟਰ ਦੀਆਂ, ਜੇ ਸਾਰੇ ਕੋਰਸ ਦੀਆਂ ਨਾ ਸੀ, 1-2 ਸਮੈਸਟਰ ਦੀਆਂ ਕੋਰਸ ਫੀਸਾਂ ਤਾਂ ਆਉਂਦੀਆਂ ਨੇ ਨਾ। ਸੋ ਇਹ ਸਾਰੀ ਜਿਹੜੀ ਨੈਟਵਰਕਿੰਗ ਹੋ ਰਹੀ ਹੈ ਇਹ ਵਰਲਡ ਲੈਵਲ ਤੇ ਹੋ ਰਹੀ ਹੈ, ਗਲੋਬਲ ਲੈਵਲ ਤੇ ਹੋ ਰਹੀ ਹੈ, ਜਿਹਦੇ ਵਿੱਚ ਅਸੀਂ ਇੱਕ ਵੱਡਾ ਸ਼ਿਕਾਰ ਬਣ ਰਹੇ ਹਾਂ। ਲੇਕਿਨ ਮਸਲਾ ਇਹ ਹੈਗਾ ਕਿ ਇਹ ਪੰਜਾਬੀ ਯੂਥ ਜਿਹੜਾ ਹੈਗਾ, ਮੈਂ ਗੱਲ ਕਰ ਰਿਹਾ ਸੀਗਾ ਵੀ ਇਹ ਏਲੀਨੇਟ ਇਥੋਂ ਕਿਉਂ ਹੋਇਆ, ਉਹ ਕਿਉਂ ਬਾਹਰ ਜਾਣਾ ਚਾਹ ਰਿਹਾ, ਉਹ ਕਿਉਂ ਡੈਸਪਰੇਟ ਹੈਗਾ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਪਹੁੰਚਣ ਦੀ, ਕਿਉਂਕਿ ਉਹਨੂੰ ਇੱਥੇ ਕੁਝ ਨਹੀਂ ਦਿਖਦਾ, ਉਹਨੂੰ ਪੰਜਾਬ ਦੇ ਵਿੱਚ ਕੁਝ ਨਹੀਂ ਦਿਖਦਾ।
ਉਹਨੂੰ ਲੱਗਦਾ ਵੀ ਮੈਂ ਜੇ ਇੱਥੇ ਪੜ੍ਹੂੰਗਾ, ਪੜ੍ਹ ਕੇ ਵੀ ਕੋਈ ਫਾਇਦਾ ਨਹੀਂ, ਕੰਪੀਟੀਸ਼ਨ ਬਹੁਤ ਹੈਗਾ, ਜੇ ਪੜ੍ਹ ਵੀ ਗਏ, ਨੰਬਰ ਵੀ ਚੰਗੇ ਲੈ ਲਏ, ਫਿਰ ਕਿਤੇ ਨੌਕਰੀ ਨਹੀਂ, ਵੈਕੈਂਸੀਜ਼ ਹੀ ਨਹੀਂ ਨਿਕਲਦੀਆਂ। ਜਿਸ ਵੀ ਵੈਕੈਂਸੀਜ਼ ਹੀ ਨਹੀਂ ਨਿਕਲੀਆਂ ਕਿਤੇ ਸਰਕਾਰੀ ਅਦਾਰਿਆਂ ਦੇ ਵਿੱਚ, ਤੇ ਨੌਕਰੀ ਤੁਹਾਨੂੰ ਕਿੱਥੇ ਮਿਲਣੀ ਹੈ? ਤੇ ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹਨਾਂ ਨੂੰ ਅਸੀਂ ਸ਼ਾਇਦ ਜਾਣ ਕੇ ਪ੍ਰਮੋਟ ਕਰ ਰਹੇ ਹਾਂ, ਸਾਡੀ ਸਰਕਾਰਾਂ ਜਿਹੜੀਆਂ ਨੇ ਇਹ ਪ੍ਰਾਈਵੇਟ ਅਦਾਰਿਆਂ ਨੂੰ ਜਾਣ ਕੇ ਪ੍ਰਮੋਟ ਕਰ ਰਹੀਆਂ ਨੇ। ਬੇਸ਼ੱਕ ਉਹ ਕਾਲਜਿਸ ਹੋਣ, ਬੇਸ਼ੱਕ ਉਹ ਟੈਕਨੀਕਲ ਇੰਸਟੀਟਿਊਸ਼ਨਸ ਹੋਣ, ਬੇਸ਼ੱਕ ਉਹ ਲਾਅ ਤੇ ਐਜੂਕੇਸ਼ਨ ਦੇ, ਨਰਸਿੰਗ ਦੇ ਕਾਲਜਿਸ ਹੋਣ, ਉਹਨਾਂ ਨੂੰ ਸ਼ਾਇਦ ਜਾਣ ਕੇ ਪ੍ਰਮੋਟ ਕਰ ਰਹੇ ਨੇ ਵੀ ਤੁਸੀਂ ਆਪਣਾ ਬਿਜ਼ਨਸ ਚਲਾਓ ਤੇ ਸਾਨੂੰ ਵੀ ਹਿੱਸਾ ਦੇ ਦਿਓ, ਤੇ ਸਾਡੀ ਯੂਨੀਵਰਸਿਟੀਆਂ ਕਾਲਜ ਸਾਡੇ ਬੰਦ ਹੁੰਦੇ ਨੇ, ਦੂਰ ਜਾਣ ਦੀ ਕੋਈ ਗੱਲ। ਸਰਕਾਰੀ ਕਾਲਜ ਨੇ, ਅਸੀਂ ਇਹਦੇ ਕੰਟਰੈਕਟ ਤੇ ਬੰਦੇ ਰੱਖ ਲਏ। ਮਤਲਬ ਮੈਂ ਹੈਰਾਨ ਹੋ ਰਿਹਾ ਕਿ ਮੈਂ ਕਾਲਜ ਦੇਖਿਆ, ਕਾਲਜ ਗਿਆ ਇੰਸਪੈਕਸ਼ਨ ਕਰਨ ਵਾਸਤੇ, ਉੱਥੇ ਇੱਕੋ ਹੀ ਬੰਦਾ ਸੀ ਜਿਹੜਾ ਸਿਰਫ ਰੈਗੂਲਰ ਟੀਚਰ ਸੀਗਾ, ਬਾਕੀ ਸਾਰੇ 10 ਬੰਦੇ 11 ਬੰਦੇ ਕੰਟਰੈਕਟ ਤੇ ਚੱਲ ਰਹੇ ਨੇ। ਔਰ ਮੈਨੂੰ ਦੱਸਿਆ ਗਿਆ ਜੀ ਜਿਹੜਾ ਮਤਲਬ ਕੰਟਰੈਕਟ ਜਿਹੜਾ ਬੰਦਾ ਹੈਗਾ ਲੱਗਿਆ ਹੋਇਆ ਨਾ ਪਰਮਾਨੈਂਟ ਬੰਦਾ, ਇਹਨੇ ਵੀ ਸਾਲ 2 ਸਾਲ ਬਾਅਦ ਇਹਨੇ ਵੀ ਰਿਟਾਇਰ ਹੋ ਜਾਣਾ, ਅਗਲੇ ਸਾਲ ਇਹਨੇ ਵੀ ਰਿਟਾਇਰਮੈਂਟ ਹੈਗੀ। ਇਹਦਾ ਮਤਲਬ ਹੈਗਾ ਕਿ ਪੂਰਾ ਕਾਲਜ ਜਿਹੜਾ ਹੈਗਾ ਉਹ ਕੰਟਰੈਕਟ ਦੇ ਬੇਸ ਤੇ ਚੱਲੇਗਾ, ਜਿਹੜੇ ਬੰਦੇ ਠੇਕੇ ਤੇ ਰੱਖੇ ਹੋਏ ਨੇ ਉਹਨਾਂ ਦੇ ਹਿਸਾਬ ਦੇ ਨਾਲ ਚੱਲੇਗਾ। ਇਹ ਸਾਡੇ ਜਿਹੜੇ ਨੇ, ਸਾਡਾ ਜਿਹੜਾ ਯੂਥ ਹੈਗਾ ਉਹ ਸਿਆਣਾ ਹੈ, ਸਾਡੇ ਉਹਨਾਂ ਦੇ ਪੇਰੈਂਟਸ ਵੀ ਸਿਆਣੇ ਨੇ, ਉਹ ਦੇਖ ਰਹੇ ਨੇ ਕਿ ਭਾਈ ਸਾਡੇ ਤਾਂ ਇੱਥੇ ਹਾਲ ਬੁਰਾ ਹੈ। ਕੋਈ ਜੇ ਨਾ ਬੱਚਾ ਪੜ੍ਹ ਵੀ ਜਾਊਗਾ ਤਾਂ ਨੌਕਰੀ ਨਹੀਂ, ਜੇ ਨੌਕਰੀ ਵਾਸਤੇ ਜੇ ਤੁਸੀਂ ਸਿਫਾਰਿਸ਼ ਲੱਭਣੀ ਪਊਗੀ, ਤੇ ਤੁਹਾਨੂੰ ਪੈਸੇ ਵੀ ਦੇਣੇ ਪੈਣੇ ਨੇ, ਤੇ ਪੈਸੇ ਤੇ ਸਿਫਾਰਿਸ਼ ਇੰਨਾ ਕੁਛ ਕਿਉਂ ਕਰਨਾ? ਫਿਰ ਬਿਹਤਰ ਕਿਉਂ ਨਹੀਂ ਬੱਚੇ ਨੂੰ ਬਾਹਰ ਹੀ ਭੇਜ ਦਿਓ। ਹੁਣ ਸਾਡੇ ਸਰਕਾਰੀ ਇਦਾਰੇ ਬੰਦ ਹੋ ਗਏ, ਸਰਕਾਰੀ ਕਾਲਜ, ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਫੰਡਡ ਯੂਨੀਵਰਸਿਟੀਜ਼ ਨੇ ਉਹ ਆਲਮੋਸਟ ਕਲੈਪਸ ਤੇ ਨੇ, ਬੰਦ ਹੋਣ ਵਾਲੀਆਂ। ਤੇ ਪ੍ਰਾਈਵੇਟ ਅਦਾਰੇ ਖੁੱਲ ਰਹੇ ਨੇ, ਤੇ ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹ ਫੀਸ ਮੋਟੀ ਲੈਂਦੇ ਨੇ। ਉਹ ਲੈਕਚਰਰ ਤਾਂ ਟੈਂਪਰੇਰੀ ਰੱਖ ਲੈਂਦੇ ਨੇ, ਪਾਰਟ ਟਾਈਮ ਰੱਖ ਲੈਂਦੇ ਨੇ, ਕਈ ਤਾਂ ਸਿਰਫ ਦੁਕਾਨ ਵਾਸਤੇ ਰੱਖ ਲੈਂਦੇ ਨੇ। ਜਿਸ ਦਿਨ ਕਿਸੇ ਟੀਮ ਦੀ ਇਨਸਪੈਕਸ਼ਨ ਹੋਣੀ ਹੈ ਉਸ ਦਿਨ ਹੀ ਬੰਦਿਆਂ ਨੂੰ ਲਾ ਕੇ ਖੜਾ ਕਰ ਦਿੰਦੇ ਕਿ ਦੇਖੋ ਜੀ ਸਾਡੇ ਟੀਚਰ ਨੇ ਇੱਥੇ, ਤੇ ਬਾਕੀ ਅੱਗੇ ਪਿੱਛੇ ਤਾਂ ਕੋਈ ਉੱਥੇ ਹੁੰਦੇ ਨਹੀਂ। ਔਰ ਉਹ ਮੋਟੀ ਫੀਸ ਲੈਂਦੇ ਨੇ, ਟੀਚਰਸ ਨੂੰ ਕੱਖ ਵੀ ਨਹੀਂ ਦਿੰਦੇ ਉਹਦੇ ਮੁਕਾਬਲੇ, ਔਰ ਉਹ ਆਪਣਾ ਬਿਜ਼ਨਸ ਕਰ ਰਹੇ ਨੇ। ਔਰ ਉਹਨਾਂ ਦਾ ਬਿਜ਼ਨਸ ਵਧੀਆ ਹੈਗਾ ਕਿ ਉਹਨਾਂ ਨੇ ਸੜਕ ਤੇ ਆਪਣਾ ਲੈਂਡ ਸਬਸਿਡੀ ਲੈ ਕੇ ਇਨ ਦ ਨੇਮ ਆਫ ਰੂਰਲ ਡਿਵੈਲਪਮੈਂਟ ਸੜਕ ਦੇ ਕੰਢੇ ਆਪਣਾ ਕਾਲਜ ਬਣਾ ਲਿਆ। ਜੇ ਕਾਲਜ ਚੱਲ ਗਿਆ ਬਾਹਰ ਪਹਿਲਾਂ, ਜੇ ਨਾ ਚੱਲਿਆ ਇੱਥੇ ਆਪਣਾ ਫੈਕਟਰੀ ਖੋਲਾਂਗੇ, ਦੁਕਾਨ ਖੋਲਾਂਗੇ, ਬਿਜ਼ਨਸ ਕਰ ਲਾਂਗੇ, ਹੋਰ ਚੀਜ਼ ਕਿਤੇ ਬਣਾ ਦਿਆਂਗੇ ਇੱਥੇ। ਸੋ ਇਹ ਜਿਹੜੀ ਮੈਂ ਸਮਝਦਾ ਵੀ ਕਿਸੇ ਡੀਪਰ ਲੈਵਲ ਤੇ ਇਹ ਨੈਟਵਰਕਿੰਗ ਚੱਲ ਰਹੀ ਹੈ, ਇਹ ਨੈਟਵਰਕਿੰਗ ਚੱਲ ਰਹੀ ਹੈ ਬਿਟਵੀਨ ਦ ਬਿਜ਼ਨਸ ਐਂਡ ਬਿਟਵੀਨ ਦ ਪੋਲੀਟੀਸ਼ੀਅਨਸ ਐਂਡ ਦ ਸਟੇਟ। ਔਰ ਉਹ ਨੈਟਵਰਕਿੰਗ ਜਿਹੜੀ ਹੈਗੀ ਹੈ ਉਹ ਜਾਣਬੁੱਝ ਕੇ ਇਸ ਚੀਜ਼ ਦਾ ਕਾਣ ਕਰ ਰਹੀ ਹੈ ਕਿ ਜਿਹੜੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹ ਸਾਰੇ ਖਤਮ ਹੋ ਜਾਣ ਤੇ ਚੰਗਾ ਹੈ। ਮੈਂ ਪਟਿਆਲੇ ਸ਼ਹਿਰ ਦੀ ਗੱਲ ਕਰਦਾ, ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਸਰਕਾਰੀ ਕਾਲਜ ਨੇ, ਮੈਂ ਤੁਹਾਨੂੰ ਜੇ ਗਿਣਾਵਾਂ, ਜੇ ਥੋੜਾ ਟਾਈਮ ਹੈ ਨਹੀਂ ਜ਼ਿਆਦਾ ਲੈ ਰਿਹਾ, ਗਵਰਨਮੈਂਟ ਵਿਮਨ ਕਾਲਜ, ਗਵਰਨਮੈਂਟ ਮਹਿੰਦਰਾ ਕਾਲਜ ਤਾਂ ਚਲੋ ਬੜਾ ਪੁਰਾਣਾ ਹੈ, ਉਹ ਤਾਂ 1874 ਦਾ ਚੱਲ ਰਿਹਾ ਹੈ, ਉਹ ਤਾਂ ਮਹਾਰਾਜਾ ਪਟਿਆਲੇ ਦੀ ਉਹ ਕਾਰਗੁਜ਼ਾਰੀ ਕਰਕੇ ਚੱਲ ਰਿਹਾ, ਉਹਨਾਂ ਦੀ ਧਿਆਨਦਾਰੀ ਕਰਕੇ ਚੱਲ ਰਿਹਾ। ਗਵਰਨਮੈਂਟ ਵਿਮਨ ਕਾਲਜ, ਗਵਰਨਮੈਂਟ ਮੈਡੀਕਲ ਕਾਲਜ, ਰਜਿੰਦਰਾ ਹਸਪੀਟਲ, very reputed ones, State College of Education, Bikram College of Commerce, Physical College of Education, ਇਹ ਸਾਰੇ ਜਿਹੜੇ ਨੇ ਗਵਰਨਮੈਂਟ ਦੇ ਕਾਲਜਸ ਨੇ, ਗਵਰਨਮੈਂਟ ਦੇ ਇੰਸਟੀਟਿਊਸ਼ਨਸ ਨੇ, ਔਰ ਸਾਰੇ ਬੜੇ ਵਧੀਆ ਕੰਮ ਕਰਦੇ ਰਹੇ ਨੇ ਹੁਣ ਤੱਕ। ਲੇਕਿਨ ਹੁਣ ਸਰਕਾਰਾਂ ਨੇ ਇਹਨਾਂ ਨੂੰ ਫੰਡਿੰਗ ਦੇਣੀ ਬੰਦ ਕਰ ਦਿੱਤੀ ਹੈ ਤੇ ਇਹ ਆਪੇ ਬੰਦ ਹੋ ਗਏ ਨੇ। ਪਟਿਆਲਾ ਮੈਡੀਕਲ ਕਾਲਜ ਵਿੱਚ ਸਾਡੇ ਨਾਲ ਦੇ ਜਿਹੜੇ ਦੋ ਸੀਗੇ ਉਹ ਪਟਿਆਲਾ ਮੈਡੀਕਲ ਕਾਲਜ ਵਿੱਚ ਤਹੂ ਹੁੰਦੇ ਸੀ ਵੀ ਸਾਨੂੰ ਦਾਖਲਾ ਜਿਹੜਾ ਨਾ ਪਟਿਆਲਾ ਮੈਡੀਕਲ ਕਾਲਜ ਮਿਲੇ, ਜੇ ਇੱਥੇ ਨਹੀਂ ਮਿਲਦਾ ਤਾਂ ਅੰਮ੍ਰਿਤਸਰ ਮਿਲ ਜਾਏ ਮੈਡੀਕਲ ਕਾਲਜ, ਲੇਕਿਨ ਕ੍ਰਿਸਚੀਅਨ ਮੈਡੀਕਲ ਕਾਲਜ ਫਿਰ ਜੇ ਇੱਥੇ ਨਹੀਂ ਮਿਲਦਾ, ਜੇ ਉਦੋਂ ਵੀ ਨਾ ਮਿਲੇ ਤਾਂ ਫਿਰ ਦਿਆਨੰਦ ਮੈਡੀਕਲ ਕਾਲਜ। ਇਹ ਮੈਂ 70s ਦੀ ਗੱਲ ਕਰ ਰਿਹਾ। ਦਿਆਨੰਦ ਮੈਡੀਕਲ ਕਾਲਜ ਉਸ ਵੇਲੇ ਸਾਰਿਆਂ ਨਾਲੋਂ ਨਖਿੱਧ ਤੇ ਘਟੀਆ ਕਾਲਜ ਮੰਨਿਆ ਜਾਂਦਾ ਸੀ। ਔਰ ਪਟਿਆਲਾ ਮੈਡੀਕਲ ਕਾਲਜ ਜਿਹੜਾ ਹੈਗਾ ਉਹਦੇ ਡਾਕਟਰ ਇੰਨੇ ਮਸ਼ਹੂਰ, ਸਾਰੇ ਸੈਲੀਬ੍ਰੇਟਡ ਇੱਥੇ ਫਿਗਰ ਸੀਗੀਆਂ, ਕਿਸੇ ਡਿਪਾਰਟਮੈਂਟ ਚਲੇ ਜਾਓ ਸੈਲੀਬ੍ਰੇਟਡ ਅਥਾਰਟੀ ਸੀਗੀਆਂ ਇੱਥੇ। ਔਰ ਲੋਕ ਇੱਥੇ JNK ਤੋਂ, ਲੋਕ ਇੱਥੋਂ ਰਾਜਸਥਾਨ ਤੋਂ ਇਲਾਜ ਕਰਾਉਣ ਇੱਥੇ ਆਉਂਦੇ ਹੁੰਦੇ ਸੀ ਪਟਿਆਲੇ, ਮੈਨੂੰ ਯਾਦ ਹੈ ਇਸ ਗੱਲ। ਔਰ ਬੜੇ ਸੈਲੀਬ੍ਰੇਟਡ ਇੱਥੇ ਡਾਕਟਰ ਹੁੰਦੇ ਸੀ। ਹੁਣ ਜਾ ਕੇ ਦੇਖੋ ਅਸੀਂ ਹਸਪਤਾਲ, ਜਿਹੜੀ ਸਾਡੀ ਮੇਡ ਹੈਗੀ ਹੈ ਨਾ, ਉਹ ਗਰੀਬ ਦਾ ਜਿਹੜਾ ਮਾਲੀ ਦਾ ਬੇਟਾ, ਉਹਨੂੰ ਵੀ ਕਹੋ, ਮਾਲੀ ਨੂੰ ਵੀ ਕਹੋ ਜਾ ਕੇ ਉੱਥੇ ਇਲਾਜ ਉੱਥੇ ਕਰਾ, ਜਾ ਕੇ ਉੱਥੇ ਇਲਾਜ ਕਰਾਉਣ ਨਹੀਂ ਜਾਂਦਾ, ਉਹ ਪ੍ਰਾਈਵੇਟ ਹਸਪੀਟਲ ਜਾਏ।
ਹੁਣ ਇਹ ਮੈਨੂੰ ਦੱਸੋ, ਇਸ ਗੱਲ ਦੇ ਵਾਸਤੇ ਕੌਣ ਜ਼ਿੰਮੇਦਾਰ ਹੈ ਕਿ ਜਿਹੜਾ ਇੰਸਟੀਟਿਊਸ਼ਨ, ਜਿਹੜਾ ਹਸਪੀਟਲ ਇੰਨਾ ਵਧੀਆ ਚੱਲ ਰਿਹਾ ਸੀ, ਉਹ ਮਰਨ ਦੇ ਕਗਾਰ ਤੇ ਪਹੁੰਚ ਗਿਆ। ਇਹ ਕੌਣ ਜ਼ਿੰਮੇਦਾਰ ਹੈ? ਕੋਈ ਚੀਜ਼ ਚੱਲੇ ਨਾ, ਮੈਨੂੰ ਸਮਝ ਆਉਂਦੀ ਹੈ ਜੀ, ਕੋਈ ਪਟਾਕਾ ਚਲਾਇਆ ਸੀ, ਉਹ ਫੁੱਸ ਹੋ ਗਿਆ, ਚੱਲਿਆ ਨਹੀਂ, ਠੀਕ ਹੈ। ਲੇਕਿਨ ਕੋਈ ਜਿਹੜੀ ਚੀਜ਼ ਚੱਲ ਰਹੀ ਹੈ, ਉਹ ਚਲਦੀ ਚੀਜ਼ ਨੂੰ ਤੁਸੀਂ ਬੰਦ ਕਰ ਰਹੇ ਹੋ। ਚਲਦੀ ਚੀਜ਼ ਬੰਦ ਕਿਵੇਂ ਹੋ ਸਕਦੀ ਹੈ? ਔਰ ਦੂਸਰੇ ਨਾਲ ਉਹਦੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਡਾਕਟਰ ਜਿਹੜੇ ਨੇ ਪ੍ਰਾਈਵੇਟ ਹਸਪੀਟਲ ਨੇ, ਉਹ ਖੂਬ ਤਰੱਕੀਆਂ ਕਰ ਰਹੇ ਨੇ, ਖੂਬ ਕਮਾਈ ਕਰ ਰਹੇ ਨੇ, ਉਹ ਖੂਬ ਵੱਡੇ ਵੱਡੇ ਸਭ ਚੱਲ ਰਿਹਾ ਕੰਮ ਉੱਥੇ। ਸੋ ਮੇਰਾ ਮਤਲਬ ਕਹਿੰਦਾ ਹੈਗਾ ਕਿ ਇਹ ਜਿਹੜੀ ਸਰਕਾਰ ਹੈਗੀ ਹੈ, ਸਟੇਟ ਜਿਹੜੀ ਹੈਗੀ ਹੈ ਨਾ, state is responsible for all the problems that I have come to, for all the problems that I have come to, from the farmer suicides to drugs to NRA marriages to the student migration, immigration. ਇਹ ਸਾਰਿਆਂ ਵਾਸਤੇ ਮੈਂ ਸਮਝਦਾ ਵੀ ਜਿਹੜੀ ਸਰਕਾਰ ਹੈਗੀ ਹੈ ਸਾਡੀ, ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਉਹ ਜ਼ਿੰਮੇਦਾਰ ਹੈ। ਹੁਣ ਇਹਦੀ ਮੈਂ ਗੱਲ ਥੋੜੀ ਜਿਹੀ ਬਾਅਦ ਚ ਕਰਦਾ, ਥੋੜੀ ਜਿਹੀ ਇਸ ਗੱਲ ਤੇ, ਕਿਉਂਕਿ ਇਹ ਜ਼ਿਆਦਾ ਵੱਡਾ ਭਖਦਾ ਮਸਲਾ ਹੈ ਕਿ ਸਾਡੀ ਰਾਜਨੀਤੀ ਦਾ ਹਾਲ ਹੋਰ ਵੀ ਬਹੁਤ ਮਾੜਾ ਹੈ। ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਇਹ ਜਿਹੜੇ ਨੇ, ਇਹ ਸਾਡੇ ਯੂਥ ਜਿਹੜੇ ਨੇ, ਫੋਰ ਐਗਜ਼ਾਮਪਲ, ਇਹਨਾਂ ਨੂੰ ਕਿਉਂ ਕੀ ਪ੍ਰੋਬਲਮ ਹੋ ਗਈ ਵੀ ਬਾਹਰ ਸਾਰੇ ਜਾਣਾ ਚਾਹੁੰਦੇ ਨੇ? ਉਹਦੀ ਵਜ੍ਹਾ ਜਿਹੜੀ ਤੁਸੀਂ ਗੱਲ ਸ਼ੁਰੂ ਚ ਕੀਤੀ ਸੀ ਕਿ ਨਾ, ਗ੍ਰੀਨ ਰੈਵੋਲੂਸ਼ਨ ਇਜ਼ ਵਨ ਆਫ ਦ ਫੈਕਟਰਸ। ਜਿਹੜੀ ਗ੍ਰੀਨ ਰੈਵੋਲੂਸ਼ਨ ਸਾਡੇ ਹੋਈ ਹੈ, ਉਹ ਇੱਕ ਇਸ ਦਾ ਕਾਰਨ ਬਣਦੀ ਹੈ। ਉਹ ਕਾਰਨ ਕਿਵੇਂ ਬਣਦੀ ਹੈ ਕਿ ਜਿਹੜੇ ਅਸੀਂ ਖੇਤਾਂ 'ਚ ਢੱਗੇ ਚਲਾਉਂਦੇ ਸੀ, ਉੱਥੇ ਟਰੈਕਟਰ ਆ ਗਏ। ਜਿਹੜੇ ਪਹਿਲਾਂ ਕਣਕ ਜਿਹੜੀ ਸਾਡੀ ਹੈ 5-6 ਕੁਇੰਟਲ ਹੁੰਦੀ ਸੀ, ਉਹ ਹੁਣ ਮੈਕਸੀਕਨ ਕਣਕ ਜਿਹੜੀ ਹੈਗੀ ਹੈ PB 18 ਸ਼ੁਰੂ ਜਦੋਂ ਆਈਆਂ ਨੇ, ਇਹ 18 19 20 ਕੁਇੰਟਲ ਦੇਣ ਲੱਗ ਗਈਆਂ ਝਾੜ। ਤੇ ਫਿਰ ਇਹਨਾਂ 'ਚ ਇੰਪਰੂਵਮੈਂਟ ਹੁੰਦੀ ਗਈ। ਐਗਰੀਕਲਚਰ ਯੂਨੀਵਰਸਿਟੀ ਅਮਰੀਕਾ ਨੇ ਪਹਿਲੇ ਹੀ ਪਲਾਂਟ ਕਰ ਦਿੱਤੀ ਸੀ ਇੱਥੇ, ਜਿਹੜੀ ਸਾਡੀ ਟੈਕਨੋਲੋਜੀ, ਸਾਡੀ ਐਗਰੀਕਲਚਰ ਸਾਇੰਸ, ਸਾਡੇ ਐਗਰੀਕਲਚਰ ਦੇ ਬੀਜ ਸਾਡੇ ਤੁਸੀਂ ਆਲਰੇਡੀ ਉੱਥੇ ਪ੍ਰੋਪੀਗੇਟ ਕਰੋ। ਸੋ ਇੱਕ ਸਰਕਾਰੀ ਅਦਾਰਾ ਖੋਲ੍ਹਿਆ ਗਿਆ ਅਮਰੀਕਨ ਐਗਰੀਕਲਚਰ ਨੂੰ, ਕੈਪੀਟਲਿਸਟ ਐਗਰੀਕਲਚਰ ਨੂੰ ਪੰਜਾਬ ਦੇ ਵਿੱਚ ਪ੍ਰਮੋਟ ਕਰਨ ਵਾਸਤੇ। ਲੋਕਾਂ ਨੂੰ ਸਬਸਿਡੀਆਂ ਦਿੱਤੀਆਂ ਗਈਆਂ, ਟਰੈਕਟਰ ਲਓ ਤੇ ਸਬਸਿਡੀ ਲਓ, ਨਾਲ ਕਲਟੀਵੇਟਰ ਤੁਹਾਨੂੰ ਫ੍ਰੀ, ਫਲਾਣੀ ਚੀਜ਼ ਫ੍ਰੀ। ਲੋਕਾਂ ਨੂੰ ਚਾਰਟ ਲਾਈ ਗਈ ਵੀ ਆਹ ਲੈ ਲਓ, ਫਲਾਣੀ ਲੈ ਲਓ, ਟਿਕਾਣਾ ਲੈ ਲਓ। ਉਹ ਲੋਕਾਂ ਪੰਜਾਬੀਆਂ ਨੂੰ, ਪੰਜਾਬੀ ਚਾਰਟ ਤਾਂ ਲੱਗ ਜਾਂਦੀ ਹੈ ਪੰਜਾਬੀਆਂ ਨੂੰ ਛੇਤੀ, ਕਿਉਂਕਿ ਪੰਜਾਬ ਦੇ ਜੰਮੇ ਨਿਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਰਹਿੰਦੀਆਂ ਰਹੀਆਂ ਨੇ, ਤੇ ਹਮੇਸ਼ਾ ਹੀ ਇਹ ਚੈਲੰਜਸ ਜਿਹੜੇ ਨੇ ਐਕਸੈਪਟ ਕਰਦੇ ਵੀ ਰਹੇ ਨੇ। ਤੇ ਹਿੰਦੁਸਤਾਨ ਦੀ ਸਰਕਾਰ ਨੇ ਤਾਂ ਆਪਣਾ ਜਿਹੜੀ ਅੰਨ ਸੰਕਟ ਸੀ ਉਹ ਦੂਰ ਕਰਨਾ ਸੀਗਾ, ਅਮਰੀਕਾ ਨੇ ਆਪਣਾ ਮਾਲ ਵੇਚਣਾ ਸੀ, ਤੇ ਸਾਡੇ ਉਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਖੋਲ੍ਹ ਦਿੱਤੀ। ਪਰ ਮੈਨੂੰ ਇਸ ਗੱਲ ਦਾ ਪਤਾ ਹੈਗਾ ਵੀ ਉਦੋਂ ਐਗਰੀਕਲਚਰ ਯੂਨੀਵਰਸਿਟੀ ਖੋਲ੍ਹਣ ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ ਸੀਗਾ ਇਸ ਗੱਲ ਤੇ ਵੀ ਜਿਹੜੀ ਤੁਸੀਂ ਇਹ ਟੈਕਨੋਲੋਜੀ ਲਿਆ ਰਹੇ ਹੋ, ਜਿਹੜੀ ਇਹ ਸਾਇੰਸ ਤੇ ਪੜ੍ਹਾ ਰਹੇ ਹੋ ਐਗਰੀਕਲਚਰ ਦੀ, ਇਹ ਠੀਕ ਨਹੀਂ ਹੈ। ਤੇ ਮੈਂ ਸਮਝਦਾ ਵੀ ਉਹ ਬੰਦੇ ਬੜੇ ਸਿਆਣੇ ਸੀਗੇ ਜਿਨ੍ਹਾਂ ਨੇ ਇਸ ਗੱਲ ਦਾ ਉਦੋਂ ਵਿਰੋਧ ਕੀਤਾ ਸੀ ਵੀ ਐਗਰੀਕਲਚਰ ਯੂਨੀਵਰਸਿਟੀ ਨਾ ਖੋਲੋ। ਹੁਣ ਐਗਰੀਕਲਚਰ ਯੂਨੀਵਰਸਿਟੀ ਖੋਲ੍ਹ ਦਿੱਤੀ ਗਈ, ਗ੍ਰੀਨ ਰੈਵੋਲੂਸ਼ਨ ਹੋ ਗਈ, ਜੱਟਾਂ ਦੇ ਘਰੇ ਦਾਣੇ ਆ ਗਏ, ਟਰਾਲੀਆਂ ਝੋਨੀਆਂ ਵਿਕਣ ਲੱਗੀਆਂ, ਟਰਾਲੀਆਂ ਹੈ, ਤੇ ਸਾਲੀ ਦੇ ਵਿਆਹ ਤੇ ਉਹ ਉਡਾਣ ਲੱਗੇ, ਪੈਸੇ ਉੜਦੇ ਗਏ, ਸਭ ਕੁਝ ਹੋ ਰਿਹਾ ਹੈ, ਸਾਰਾ ਕੁਝ ਹੋ ਰਿਹਾ ਹੈ ਜੀ। ਵੱਡੀਆਂ ਗੱਡੀਆਂ ਖਰੀਦੀਆਂ ਗਈਆਂ, ਇੰਨੀਆਂ SUVs ਖਰੀਦੀਆਂ ਗਈਆਂ, ਸਾਰੇ ਆਪਣੇ ਸ਼ੌਕ ਪੂਰੇ ਕੀਤੇ ਗਏ। ਉਹ ਜਿਹੜੀ ਉਹ ਇੱਕਦਮ ਸਾਡੇ ਕੋਲ ਜਿਹੜੇ ਇੱਕਦਮ ਅਸੀਂ ਜਿਹੜੇ ਬਿਲਕੁਲ ਸਬਸਿਸਟੈਂਸ ਲੈਵਲ ਤੇ ਪਹਿਲਾਂ ਜਿਹੜੇ ਰਹਿ ਰਹੇ ਸੀਗੇ, ਸਾਡਾ ਇੱਕਦਮ ਜੰਪ ਲਿਆ, ਅਸੀਂ ਸਡਨਲੀ ਜੰਪ ਲਿਆ ਬਿਕੋਜ਼ ਆਫ ਦ ਗ੍ਰੀਨ ਰੈਵੋਲੂਸ਼ਨ। ਔਰ ਸਰਕਾਰ ਨੇ MSP ਲਾ ਦਿੱਤੀ ਕਿ ਭਾਈ ਤੁਹਾਨੂੰ ਵਧੇਰੇ ਰੇਟ ਮਿਲਣੇ ਨੇ ਕਣਕ ਦੇ ਤੇ ਝੋਨੇ ਦੇ। ਇਹ ਜਿਹੜੇ ਅਸੀਂ ਸਾਨੂੰ ਮਤਲਬ ਜਦੋਂ ਸਾਡੇ ਕੋਲ ਪੈਸੇ ਵਧੇ, ਔਰ ਉਹ ਪੰਜਾਬ ਦੇ ਵਿੱਚ ਇੱਕ ਹੋਰ ਗੱਲ ਉਦੋਂ ਹੋਈ ਕਿ ਇਹ ਗ੍ਰੀਨ ਰੈਵੋਲੂਸ਼ਨ ਨਾਲ ਮੰਡੀ ਟਾਊਨਸ ਬਣ ਗਏ। ਮੰਡੀ ਟਾਊਨ ਬੜੇ ਡਿਵੈਲਪ ਹੋਏ ਨੇ। ਉਹਦਾ ਮਤਲਬ ਇਹ ਕਹਿੰਦਾ ਹੈ ਕਿ ਵੀ ਜਿਹੜੀ ਸਾਡੀ ਅਰਬਨਾਈਜੇਸ਼ਨ ਹੈਗੀ ਹੈ, ਉਹ ਕਾਫੀ ਲੈਵਲ ਤੇ, ਇੱਕ ਲੈਵਲ ਤੇ ਯੂਨੀਫਾਰਮ, ਆਈ ਕੈਨ ਸੇ, ਆਈ ਡੋਂਟ ਮਾਈਂਡ ਸੇਇੰਗ ਦੈਟ, ਕਿ ਵੀ ਕਿਸੇ ਲੈਵਲ ਤੇ ਯੂਨੀਫਾਰਮ ਹੋਈ ਹੈ। ਸਾਰੇ ਪੰਜਾਬ 'ਚ ਹੀ ਟਾਊਨ ਬਣ ਗਏ ਨੇ। ਇਹ ਨਹੀਂ ਹੈਗਾ ਵੀ ਇੱਕ ਸ਼ਹਿਰ ਇੱਥੇ ਹੈਗਾ ਤੇ ਦੂਜਾ ਸ਼ਹਿਰ ਜਿਹੜਾ ਹੈਗਾ 300 ਕਿਲੋਮੀਟਰ ਤੇ ਹੈਗਾ, 150 ਕਿਲੋਮੀਟਰ ਤੇ ਹੈਗਾ। ਤੁਸੀਂ ਅਸਾਮ ਚਲੇ ਜਾਓ, ਹੈਦਰਾਬਾਦ ਚਲੇ ਜਾਓ, ਤੇਲੰਗਾਨਾ ਚਲੇ ਜਾਓ, ਇੱਕ ਸ਼ਹਿਰ ਇੱਥੇ ਹੈ ਤੇ ਦੂਜਾ ਸ਼ਹਿਰ 100 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਮਿਲਦਾ। ਪੰਜਾਬ ਦੇ ਨਾਲ ਤਾਂ ਮਤਲਬ ਇਹਦੇ ਨਾਲ ਤਾਂ ਕੰਧ ਜੁੜੀ ਹੋਈ ਹੈ। ਇੱਥੋਂ ਕਿਤੇ ਸਾਹਨੇਵਾਲ ਤੇ ਫਿਰ ਗੋਬਿੰਦਗੜ੍ਹ ਤੇ ਖੰਨਾ ਤੇ ਫਿਰ ਸਾਹਨੇਵਾਲ ਤੇ ਫਿਰ ਦੁਰਾਹਾ ਤੇ ਫਿਰ ਲੁਧਿਆਣਾ ਤੇ ਫਿਰ ਫਿਲੌਰ ਐਂਡ ਸੋ ਔਨ। ਤੁਸੀਂ
ਗੋ ਅਪ ਟੂ ਐਕਸਟੈਂਟ ਅੰਮ੍ਰਿਤਸਰ ਤੱਕ ਤੁਸੀਂ ਪਹੁੰਚ ਜਾਂਦੇ ਹੋ। ਇਸ ਤਰ੍ਹਾਂ ਦੀ ਅਰਬਨ ਸੈਂਟਰ ਦੀ ਸਾਡੇ ਹੋੜ ਲੱਗੀ ਹੋਈ ਹੈ। ਹੁਣ ਜਿਹੜੀ ਅਰਬਨਾਈਜੇਸ਼ਨ ਹੋਈ ਹੈ, ਅਰਬਨਾਈਜੇਸ਼ਨ ਜਿਹੜੀ ਹੈਗੀ ਭਾਵੇਂ ਛੋਟੇ ਲੈਵਲ ਤੇ ਹੋਵੇ ਵੱਡੇ ਲੈਵਲ ਤੇ ਹੋਵੇ, ਕੋਈ ਖਾਸ ਕਿਸਮ ਦਾ ਕਲਚਰ ਲੈ ਕੇ ਆਉਂਦੀ। ਉਹ 'ਚ ਐਨੋਨਿਮਿਟੀ ਹੈਗੀ, ਉਹ 'ਚ ਇੰਪਰਸਨੈਲਿਟੀ ਹੈਗੀ, ਉਹ 'ਚ ਇੰਡੀਵਿਜੂਅਲਿਜ਼ਮ ਹੈਗੀ, ਉਹ 'ਚ ਹੈਟਰੋਜੈਨਾਈਟੀ ਹੈਗੀ ਹੈ। ਇਹ ਸਾਰੀ ਚੀਜ਼ਾਂ ਨਾਲ ਲੈ ਕੇ ਚੱਲਦੀ ਹੈ। ਉਹਦੇ 'ਚ ਵੱਖਰੀ ਸੋਲੀਡੈਰਿਟੀ ਹੁੰਦੀ ਹੈ, ਉਹ 'ਚ ਇੱਕ ਖਾਸ ਕਿਸਮ ਦੀ ਜਿਹੜੀ ਪਿੰਡਾਂ 'ਚ ਨਹੀਂ ਹੁੰਦੀ। ਉਹ ਵੱਖਰੀ ਕਿਸਮ ਦੀ ਸੋਲੀਡੈਰਿਟੀ ਬਣਦੀ ਹੈ ਉੱਥੇ। ਹੁਣ ਇਹ ਜਿਹੜੀ ਉਸ ਵੇਲੇ ਅਰਬਨਾਈਜੇਸ਼ਨ ਹੋਈ, ਉੱਥੇ ਉਹਨਾਂ ਨੇ ਸਕੂਲ ਵੀ ਖੋਲ੍ਹੇ। ਉਸ ਵੇਲੇ ਦੀ ਸਰਕਾਰਾਂ ਨੇ ਸਕੂਲ ਵੀ ਖੋਲ੍ਹੇ, ਠੀਕ ਹੈ, ਤੇ ਸਕੂਲ ਚੱਲ ਰਹੇ ਨੇ। ਜਿਹੜੀ ਸਾਡੀ ਜਨਰੇਸ਼ਨ ਹੈਗੀ ਹੈ, ਉਹਦੇ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਇਸੇ ਤਰ੍ਹਾਂ ਦੇ ਸਕੂਲਾਂ 'ਚ ਪੜ੍ਹੇ ਹੋਏ, ਉਹ ਸਰਕਾਰੀ ਸਕੂਲਾਂ 'ਤੇ ਪੜ੍ਹੇ ਹੋਏ ਨੇ। ਉਹ ਸਾਰੇ ਕੋਈ IPS ਦੇ ਜਾਂ ਕਨਵੈਂਟ ਦੇ ਸਨਾਵਰ ਟੂ ਤੇ ਪੜ੍ਹੇ ਹੋਏ ਨਹੀਂ ਹੈਗੇ। ਉਹ ਜਿਹੜੀ ਇਸ ਵੇਲੇ ਜਿਹੜੀ ਮੌਜੂਦਾ ਜਿਹੜੀ ਸਾਡੀ ਜਨਰੇਸ਼ਨ ਹੈਗੀ ਹੈ, ਜਿਹੜੇ ਰਿਟਾਇਰ ਹੋ ਰਹੇ ਨੇ, ਹੋ ਚੁੱਕੇ ਨੇ, ਉਹ ਸਾਰੇ ਬੰਦੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਨੇ, ਸਰਕਾਰੀ ਕਾਲਜਾਂ ਦੇ ਪੜ੍ਹੇ ਹੋਏ। ਤੇ ਉਦੋਂ ਖੋਲੇ। ਹੁਣ ਉਹ ਜਿਹੜੇ ਨੇ ਉਹਦੇ ਨਾਲ ਲੋਕਾਂ ਦੀ ਐਸਪੀਰੇਸ਼ਨਸ ਜਾਗ ਗਈਆਂ। ਲੋਕਾਂ ਦੀ ਐਸਪੀਰੇਸ਼ਨਸ ਜਿਹੜੀ ਜਾਗ ਗਈ। ਪਹਿਲਾਂ ਤਾਂ ਲੋਕ ਸੀਗੇ ਠੀਕ ਹੈ ਭਾਈ, ਕਣਕ ਜਿੰਨੇ ਮੀਂਹ ਪੈ ਗਿਆ ਉਹਨੇ ਕੁ ਕਣਕ ਹੋ ਗਈ, ਘਰ ਖਾਣ ਜੋਗੇ ਕਣਕ ਦਾਣੇ ਆ ਗਏ, ਵੀ ਇਹਨਾਂ ਨੂੰ ਸਾਂਭ ਲਓ ਤੇ ਆਪਣਾ ਵਕਤ ਕੱਟੋ, ਤੇ ਜਦੋਂ ਫਿਰ ਦੂਜੀ ਫਸਲ ਬੀਜ ਦਿਓ, ਇੰਝ ਕੰਮ ਚੱਲਦਾ ਰਹੇਗਾ। ਲੇਕਿਨ ਗ੍ਰੀਨ ਰਿਵੋਲੂਸ਼ਨ ਦੇ ਨਾਲ ਜਿਹੜੀ ਸਪਰਟ ਇਨ ਗਰੋਥ ਆਫ ਐਗਰੀਕਲਚਰ ਹੋਈ ਹੈ, ਪ੍ਰੋਡਕਸ਼ਨ ਹੋਈ ਹੈ, ਐਂਡ ਵਿਦ ਦੈਟ ਰਿਟਰਨ ਆਫ ਦਾ ਮਨੀ, ਔਰ ਉਹਦੇ ਨਾਲ ਜਿਹੜੀ ਫਿਰ ਕੈਪੀਟਲਿਸਟ ਮਾਰਕੀਟ ਜਿਹੜੀ ਹੈਗੀ ਉਹਦੇ ਨਾਲ ਚੱਲ ਰਹੀ ਹੈ। ਔਰ ਉਹਦੇ ਜਿਹੜੇ ਲੋਕਾਂ 'ਚ ਰੁਝਾਨ ਪੈਦਾ ਕੀਤੇ ਨੇ ਵੀ ਚੀਜ਼ਾਂ ਤੁਸੀਂ ਆਹ ਕੰਜ਼ਿਊਮ ਕਰੋ, ਆਹ ਕੰਜ਼ਿਊਮ ਕਰੋ, ਆਹ ਕਰੋ। ਅਸੀਂ ਸਾਡੇ ਵੇਲੇ ਜਦੋਂ ਹੁੰਦਾ ਸੀ ਉਦੋਂ ਲੋਕ ਪੁੱਛਦੇ ਹੁੰਦੇ ਸੀ ਬਾਹਰੋਂ ਵੀ ਸਾਡਾ ਕੋਈ ਕਜ਼ਨ ਨੇ ਆਉਣਾ, ਵੀ ਮੈਂ ਤੁਹਾਡੇ ਵਾਸਤੇ ਕੀ ਲਿਆਵਾਂ, ਤੇ ਅਸੀਂ ਇੱਕ ਲੰਬੀ ਲਿਸਟ ਬਣਾ ਕੇ ਦੇ ਦੇਣੀ ਵੀ ਮੇਰੇ ਵਾਸਤੇ ਆਹ ਲਿਆਈ, ਮੇਰੇ ਵਾਸਤੇ ਫਲਾਣੀ ਚੀਜ਼ ਲਿਆਈ, ਮੇਰੇ ਵਾਸਤੇ ਫਲਾਣੀ ਚੀਜ਼ ਲਿਆਈ। ਇੱਥੇ ਨਹੀਂ ਮਿਲਦੀ। ਹੁਣ ਸੁੱਖ ਨਾਲ ਤੇ ਸਾਰਾ ਕੁਝ ਹੀ ਮਿਲਦਾ ਹੈਗਾ। ਤੇ ਹੁਣ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਭਾਈ ਤੂੰ ਆ ਜਾ ਖਾਲੀ, ਤੇ ਕੋਈ ਲੈਣ ਦੀ ਲੋੜ ਨਹੀਂ, ਸਾਰਾ ਕੁਝ ਇੱਥੇ ਅਵੇਲੇਬਲ ਹੈ। ਔਰ ਸ਼ਾਇਦ ਤੁਹਾਡੇ ਨਾਲ ਕਈ ਵਾਰੀ ਤੁਹਾਡੇ ਨਾਲ ਚੰਗਾ ਹੀ ਮਿਲ ਜਾਂਦਾ। ਮੈਂ ਕੈਨੇਡਾ ਗਿਆ, ਉੱਥੋਂ ਮੇਰੇ ਫਾਦਰ ਇਨ ਲਾਅ ਕਹਿੰਦੇ ਕਿ ਵੀ ਕਾਕਾ ਜੀ ਵਾਪਸ ਜਾ ਰਹੇ ਹੋ, ਆਹ ਕੁਝ ਗਿਫਟ ਲੈ ਜਾਓ ਉਹਨਾਂ ਨੂੰ, ਮੇਰੇ ਫਲਾਣੇ ਵਾਸਤੇ। ਅਸੀਂ ਚੀਜ਼ਾਂ ਚੁਣ ਲਈਆਂ, ਮਾਲ ਤੋਂ ਲਿਆਏ, ਜਾ ਕੇ ਖਰੀਦ ਲਿਆ। ਜਦੋਂ ਅਸੀਂ ਉਹ ਕਹਿੰਦੇ ਕਾਕਾ ਜੀ ਟੈਗ ਲਾ ਦਿਓ। ਜੋ ਟੈਗ ਮੈਂ ਦੇਖਣ ਲੱਗਿਆ ਉੱਥੇ ਲਿਖਿਆ ਮੇਡ ਇਨ ਇੰਡੀਆ। ਮੈਂ ਕਿਹਾ ਪਾਪਾ ਜੀ, ਮੈਂ ਜਿਹੜੇ ਤੁਸੀਂ ਮੇਡ ਇਨ ਇੰਡੀਆ ਜਿਹੜੇ ਟੈਗ ਲੱਗੇ ਨੇ, ਇਹ ਤੁਸੀਂ ਵਾਪਸ ਉਹਨੂੰ ਭੇਜੋਗੇ ਤੇ ਉਹ ਤੁਹਾਨੂੰ ਕੀ ਕਹਿਣਗੇ ਵੀ ਇਹ ਕੀ ਕੀਤਾ, ਸਾਡੇ ਨਾਲ ਮਜ਼ਾਕ ਕੀਤਾ ਵੀ ਹਿੰਦੁਸਤਾਨ ਦੀ ਚੀਜ਼ ਬਣੀ ਕੈਨੇਡਾ ਤੋਂ ਵਾਪਸ ਤੁਹਾਡੇ ਕੋਲ ਹੀ ਆ ਰਹੀ ਹੈ। ਸੋ ਇਹ ਮਤਲਬ ਹੁਣ ਗਲੋਬਲਾਈਜੇਸ਼ਨ ਕਰਕੇ ਇਹ ਹੋ ਰਿਹਾ ਤੇ ਸਾਡੀ ਜਿਹੜੀ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਸਾਰੀਆਂ ਨਹੀਂ ਚੜ ਗਈਆਂ ਨੇ ਉੱਪਰ। ਔਰ ਉਹ ਹੁਣ ਸਾਡੀ ਸਰਕਾਰ ਉਹ ਦਿਨ 'ਚ ਤਿਆਰ ਨਹੀਂ ਹੈਗੀ, ਉਹਨਾਂ ਕੋਲ ਦੇਣ ਕੋਲ ਉਪਰਾਲੇ ਨਹੀਂ ਹੈਗੇ, ਲੋਕਾਂ ਕੋਲ ਨੌਕਰੀ ਨਹੀਂ ਹੈਗੀ। ਤੁਸੀਂ ਇੰਸਟੀਟਿਊਸ਼ਨ ਖੋਲ ਦਿੱਤੇ ਨੇ, ਲੋਕ ਪੜ੍ਹ ਗਏ ਨੇ, ਲੇਕਿਨ ਪੜ੍ਹ ਕੇ ਕਿਤੇ ਨੌਕਰੀ ਤਾਂ ਦਿਓ ਉਹਨਾਂ ਨੂੰ। ਜੇ ਕਿਤੇ ਨੌਕਰੀ ਨਹੀਂ ਮਿਲੇਗੀ, ਜੇ ਇੰਜੀਨੀਅਰਿੰਗ ਕਾਲਜ ਪੜ੍ਹ ਕੇ ਕਿਸੇ ਨੂੰ ਨੌਕਰੀ ਨਹੀਂ ਮਿਲੀ, ਜੇ ਡਾਕਟਰੀ ਕਰਕੇ ਕਿਸੇ ਨੂੰ ਕਿਸੇ ਹੈਲਥ ਸੈਂਟਰ ਦੇ ਵਿੱਚ ਬੱਚਾ ਨਾ ਲੱਗਿਆ, ਤੇ ਉਹਦੇ ਮੈਡੀਕਲ ਕਰਨ ਦਾ ਕੀ ਫਾਇਦਾ ਹੋਇਆ? ਜੇ ਉਹਨੇ ਆਪਣੀ ਦੁਕਾਨ ਹੀ ਖੋਲ੍ਹਣੀ ਹੈ ਤੇ ਫਿਰ ਉਹਦਾ ਕੀ ਫਾਇਦਾ, ਸਰਕਾਰ ਦਾ ਕੀ ਫਾਇਦਾ ਹੋਇਆ? ਸੋ ਇਹ ਜਿਹੜੇ ਬੰਦਿਆਂ ਦੇ ਵਿੱਚ ਇਹ ਐਸਪੀਰੇਸ਼ਨ ਜਾਗੀਆਂ ਨੇ ਨਾ, ਉਹ ਗ੍ਰੀਨ ਰੈਵੋਲੂਸ਼ਨ ਨੇ ਇਹ ਜਗਾਈਆਂ ਨੇ ਤੁਹਾਡੇ ਅੰਦਰ ਅੱਗੇ ਵਧਣ ਦੀਆਂ, ਤੁਹਾਡੇ ਅੰਦਰ ਕੰਜ਼ਿਊਮ ਕਰਨ ਦੀਆਂ ਚੀਜ਼ਾਂ, ਤੁਹਾਡੇ ਅੰਦਰ ਪੈਸਾ ਤੁਹਾਡੇ ਕੋਲ ਜ਼ਿਆਦਾ ਆਉਣ ਦੀਆਂ, ਤੇ ਉਹ ਪੈਸੇ ਨੂੰ ਕਿਵੇਂ ਵਰਤਣਾ ਹੈ, ਕਿੱਥੇ ਵਰਤਣਾ ਹੈ, ਕਿਵੇਂ ਆਪਣਾ ਸਟੇਟਸ ਅਪਲਿਫਟ ਕਰਨਾ ਹੈ, ਇਹਨੇ ਕੰਮ ਖਰਾਬ ਕੀਤਾ। ਸੋ ਗ੍ਰੀਨ ਰੈਵੋਲੂਸ਼ਨ ਜਿਹੜੀ ਹੈਗੀ, ਇੱਕ ਤਾਂ ਉਹਦਾ ਇਹ ਵੱਡਾ ਅਸਰ ਇਹਦੇ ਲੋਕਾਂ ਤੇ ਇਹ ਹੋਇਆ ਵੀ ਉਹਨਾਂ ਦੀ ਕੰਜ਼ੰਪਸ਼ਨ ਪੈਟਰਨ ਜਿਹੜੇ ਹੈਗੇ ਨੇ ਉਹ ਚੇਂਜ ਹੋ ਗਏ ਨੇ, ਤੇ ਕੰਜ਼ਿਊਮਰ ਕਲਚਰ ਦੇ ਵਿੱਚ ਉਹ ਵੜ ਗਏ ਨੇ। ਕੰਜ਼ਿਊਮਰ ਕਲਚਰ ਆਪਣੇ ਆਪ ਦੇ ਵਿੱਚ ਇੱਕ ਸੀਰੀਅਸ ਪ੍ਰੋਬਲਮ ਹੈਗੀ। ਕੰਜ਼ਿਊਮਰਿਜ਼ਮ ਆਪਣੇ ਆਪ ਦੇ ਵਿੱਚ ਇੱਕ ਬਿਮਾਰੀ ਹੈ, ਵਰਚੁਅਲੀ ਮੈਂ ਕਹਿੰਦਾ ਕੰਜ਼ਿਊਮਰਿਜ਼ਮ ਬਿਮਾਰੀ ਹੈ। ਤੇ ਹੁਣ ਹਰ ਬੰਦਾ ਜਿਹੜਾ ਹੈਗਾ ਉਹ ਇਸ ਬਿਮਾਰੀ ਦਾ ਸ਼ਿਕਾਰ ਹੋਇਆ ਹੈ। ਇਹ ਕੰਜ਼ਿਊਮਰ ਕਲਚਰ ਜਿਹੜਾ ਹੈਗਾ ਇਹਦਾ ਨਾਲ ਕੈਪੀਟਲਿਜ਼ਮ ਨਾਲ ਚੱਲ ਰਿਹਾ ਸੀ, ਉਹ ਨਾਲ ਲੈ ਕੇ ਆ ਹੀ ਰਹੇ ਸੀ। ਦੇ ਵਰ ਓਨਲੀ ਵੇਟਿੰਗ ਫॉर ਦਿਸ ਕਿ ਵੀ ਤੁਸੀਂ ਪੰਜਾਬ ਜਿਹੜੀ ਹੈਗੀ ਇੱਕ ਵੱਡੀ ਮੰਡੀ ਹੈਗੀ, ਇੱਥੇ ਤੁਸੀਂ ਇਹਨਾਂ ਨੂੰ ਮਾਲ ਵੇਚੋ ਉਹਨਾਂ ਨੂੰ ਲਿਆ ਕੇ। ਤੇ ਹੁਣ ਵੀ ਜਿਹੜੇ ਬਾਹਰਲੇ ਥੋੜੇ ਇੰਸਟੀਟਿਊਸ਼ਨ ਦੇ ਤਿਆਰ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਬੰਦੇ ਕਿੱਲੇ ਵੇਚ ਕੇ, ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇਣਗੇ। ਇਸ ਕਰਕੇ ਸਾਰੀ ਦੁਨੀਆ ਦੇ ਜਿਹੜੇ ਯੂਨੀਵਰਸਿਟੀਆਂ ਨੇ, ਉੱਥੋਂ ਦੇ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਬੰਦੇ ਤਿਆਰ ਨੇ, ਆਪਣੇ ਇੱਥੇ ਮੇਲਾ, ਐਜੂਕੇਸ਼ਨ ਮੇਲਾ, ਐਡਮਿਸ਼ਨ ਮੇਲਾ ਕਰਦੇ ਨੇ। ਉਹ ਇਸੇ ਕਰਕੇ ਕਰ ਰਹੇ ਨੇ ਤੇ ਵੀ ਪੰਜਾਬ ਦੇ ਵਿੱਚ ਇੱਕ ਵੱਡੀ ਮੰਡੀ ਹੈ ਤੇ ਇੱਥੇ ਇਹਨਾਂ ਨੂੰ ਕੈਪਚਰ ਕਰੋ ਤੇ ਲੈ ਜਾਓ ਬਾਹਰ ਇਹਨਾਂ ਨੂੰ। ਪੜ੍ਹਨਗੇ ਨਹੀਂ ਪੜ੍ਹਨਗੇ, ਖਸਮਾਂ ਨੂੰ ਖਾਣ, ਸਾਨੂੰ ਕੀ ਨਹੀਂ। ਉਹਨਾਂ ਦਾ ਕੰਮ ਚੱਲ ਰਿਹਾ, ਉਹਨਾਂ ਦਾ ਬਿਜ਼ਨਸ ਚੱਲ ਰਿਹਾ। ਤੁਸੀਂ
No, the point is ਕਿ ਇਹ ਜਿਹੜੀ ਪ੍ਰੋਬਲਮ ਹੈਗੀ ਗ੍ਰੀਨ ਰੈਵੋਲੂਸ਼ਨ ਦੀ ਐਸਪੀਰੇਸ਼ਨ ਤੁਹਾਡੇ ਅੰਦਰ ਰਾਈਜ਼ ਕਰ ਦਿੱਤੀ ਸਡਨਲੀ। ਇਸ ਨੇ ਇੱਕ ਔਰ ਜੋ ਉਹਦੇ ਨਾਲ ਜਿਹੜੀ ਅਰਬਨਾਈਜੇਸ਼ਨ ਹੋਈ ਹੈ ਉਸ ਨੇ ਤੁਹਾਡੀਆਂ ਐਸਪੀਰੇਸ਼ਨ ਨੂੰ ਜਗਾ ਦਿੱਤਾ ਹੈ। ਲੇਕਿਨ ਮੈਂ ਇਸ ਨੂੰ ਕਹਿਣਾ ਵੀ ਜਿਹੜੀ ਸਰਕਾਰ ਹੈਗੀ ਹੈ ਤੁਸੀਂ ਜਿਹੜੀ ਮਾਡਰਨਾਈਜੇਸ਼ਨ ਜਿਹੜੀ ਹੈਗੀ ਹੈ ਉਹ ਮਾਡਰਨਾਈਜੇਸ਼ਨ ਇਜ਼ ਨਾਟ ਸਮਥਿੰਗ ਕਿ that you take something from outside and just start following it like that. ਮਾਡਰਨਾਈਜੇਸ਼ਨ ਇਹ ਨਹੀਂ ਹੁੰਦੀ ਕਿ ਤੁਸੀਂ ਕਾਲਜ ਲਿਆ, ਕਾਲਜ ਦੇ ਪੈਟਰਨ ਲੈ ਕੇ ਕਾਲਜ ਤੇ ਖੋਲ ਦਿੱਤਾ। ਮਾਡਰਨਾਈਜੇਸ਼ਨ ਦਾ ਇੱਕ ਮਤਲਬ ਹੈਗਾ ਕਿ ਤੁਸੀਂ ਇੱਕ ਲੌਂਗ ਰੇਂਜ ਪਲੈਨਿੰਗ ਕਰਨੀ ਹੈ ਹਰ ਚੀਜ਼ ਦੀ ਤੁਸੀਂ ਪਲੈਨਿੰਗ ਕਰਨੀ ਹੈ। ਜੇ ਤੁਸੀਂ ਮੈਡੀਕਲ ਕਾਲਜ ਖੋਲ੍ਹਿਆ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿੰਨੇ ਡਾਕਟਰਾਂ ਦੀ ਲੋੜ ਹੈ। ਸਾਡੇ ਕੋਲ ਉਹਨੇ ਹਸਪੀਟਲ ਹੋਣੇ ਚਾਹੀਦੇ ਨੇ। ਜੇ ਹਸਪੀਟਲ ਨਹੀਂ ਹੈਗੇ, ਪ੍ਰਾਇਮਰੀ ਹੈਲਥ ਸੈਂਟਰ ਨਹੀਂ ਹੈਗੇ, ਤੁਸੀਂ ਹੈਲਥ ਸੈਂਟਰ ਖੋਲ੍ਹੋ ਉੱਥੇ। ਅਸੀਂ ਹੁਣ ਦੇਖ ਰਹੇ ਹਾਂ 70 ਸਾਲਾਂ ਬਾਅਦ ਕੀ ਹਾਲ ਹੈ। ਸਾਡੇ ਹਸਪਤਾਲ ਸਾਡੇ ਕੋਲ ਹੈ ਨਹੀਂ, ਆਕਸੀਜਨ ਸਿਲੰਡਰ ਸਾਡੇ ਕੋਲ ਹੈ ਨਹੀਂ, ਵੈਂਟੀਲੇਟਰ ਸਾਡੇ ਕੋਲ ਹੈ ਨਹੀਂ, ਡਾਕਟਰ ਸਾਡੇ ਕੋਲ ਹੈ ਨਹੀਂ, ਨਰਸਾਂ ਸਾਡੇ ਕੋਲ ਹੈ ਨਹੀਂ। ਇਹ ਕਿੱਥੋਂ ਦੀ ਕਿਹੜੇ ਤੁਸੀਂ ਸਰਕਾਰਾਂ ਵੀ ਆਤਮ ਨਿਰਭਰ ਭਾਰਤ ਦੀਆਂ ਗੱਲਾਂ ਕਰਦੀਆਂ ਨੇ। ਇਹ ਕਿਹੜੀ ਆਤਮ ਨਿਰਭਰਤਾ ਹੈਗੀ ਜੀ? 70 ਸਾਲਾਂ ਬਾਅਦ ਤੁਹਾਡੇ ਕੋਲ ਇਹ ਚੀਜ਼ਾਂ ਬੇਸਿਕਲੀ ਨਹੀਂ ਹੈਗੀਆਂ। ਅਰੇ ਡਾਕਟਰ ਫਰੈਂਡ ਆਫ ਮਾਈਨ ਵਾਸ ਟੈਲਿੰਗ ਮੀ ਕਿ ਜੀ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਜਿਹੜੀ ਕਰੋਸੀਨ ਹੈਗੀ ਹੈ ਉਹਦੇ ਇਨਗਰੀਡੀਐਂਟਸ ਜਿਹੜੇ ਨੇ ਉਹ ਵੀ ਹਿੰਦੁਸਤਾਨ 'ਚ ਨਹੀਂ ਬਣਦੇ, ਉਹ ਵੀ ਚਾਈਨਾ ਤੋਂ ਇੰਪੋਰਟ ਹੁੰਦੇ। ਕਰੋਸੀਨ ਦੇ ਇਨਗਰੀਡੀਐਂਟਸ ਜਿਹੜੇ ਨੇ ਸਾਡੇ ਨਹੀਂ ਬਣਦੇ। ਇਹ 70 ਸਾਲਾਂ ਸਾਡੀ ਅਚੀਵਮੈਂਟ ਹੀ ਹੈਗੀ। ਸੋ ਜੇ ਤੁਸੀਂ ਮੈਡੀਕਲ ਕਾਲਜ ਖੋਲ੍ਹਿਆ, ਉਹ ਖੁੱਲ੍ਹੇ ਸੀ ਬੜੇ ਮੈਡੀਕਲ ਕਾਲਜ ਬੜੇ ਅੱਛੇ ਚੱਲੇ, ਹੁਣ ਤੱਕ ਚੱਲਦਾ ਰਿਹਾ ਮੈਡੀਕਲ ਕਾਲਜ ਉਹ ਟਿਲ ਰੀਸੈਂਟਲੀ। ਹੁਣ ਜਦੋਂ ਆ ਕੇ ਟੇਕ ਓਵਰ ਕੀਤੇ ਦੂਜੇ ਬਾਹਰਲੇ ਮਲਟੀਨੈਸ਼ਨਲ ਆ ਰਹੀਆਂ ਨੇ, ਕੋਲੰਬੀਆ ਏਸ਼ੀਆ ਆ ਰਿਹਾ, ਦੂਜੇ ਲੋਕ ਆ ਰਹੇ ਨੇ, ਪ੍ਰਾਈਵੇਟ ਲੋਕਾਂ ਨੇ ਆਪਣੇ ਖੋਲ੍ਹ ਰਹੇ ਨੇ ਹਸਪੀਟਲ। ਹੁਣ ਡਾਕਟਰ ਜਿਹੜੇ ਨੇ ਉੱਥੇ ਕੰਮ ਨਹੀਂ ਕਰਦੇ, ਉੱਥੋਂ ਛੱਡ ਕੇ ਆਪਣਾ ਬਾਹਰ ਪੋਲੀ ਕਲੀਨਿਕ ਖੋਲ੍ਹ ਦਿੰਦੇ ਨੇ। ਸਰਕਾਰਾਂ ਕੋਲ ਪੈਸੇ ਹੈ ਨਹੀਂ, ਰਜਿੰਦਰਾ ਹਸਪਤਾਲ ਦਾ ਬਜਟ ਹੈ ਨਹੀਂ, ਉੱਥੇ ਡਾਕਟਰ ਹੈ ਨਹੀਂ, ਉੱਥੇ ਅਪਾਇੰਟਮੈਂਟ ਲੋਕਾਂ ਦੀ ਕਰਦੇ ਨਹੀਂ। ਮੈਡੀਕਲ ਕਾਉਂਸਲ ਆਫ ਇੰਡੀਆ ਇਹਨਾਂ ਤੇ ਜੁਰਮਾਨਾ ਲਾ ਕੇ ਗਏ ਸੀ ਕਿ ਤੁਸੀਂ ਫਲਾਣੇ ਦਿਨ ਤੱਕ ਫਲਾਣੇ ਟਾਈਮ ਤੱਕ ਇੰਨੇ ਡਾਕਟਰ ਭਰਤੀ ਕਰੋ, ਨਹੀਂ ਤੁਹਾਡਾ ਅਸੀਂ ਮੈਡੀਕਲ ਕਾਲਜ ਬੰਦ ਕਰ ਦਿਆਂਗੇ। ਇਹ ਕਿਹਦੀ ਜ਼ਿੰਮੇਵਾਰੀ ਹੈ? ਇਹ ਪਟਿਆਲਾ ਨਿਵਾਸੀਆਂ ਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉੱਥੇ ਇੰਨੇ ਨੌਕਰੀਆਂ ਭਰਤੀ ਕੀਤੀਆਂ ਜਾਣ, ਇੰਨੇ ਡਾਕਟਰ ਉੱਥੇ ਰੱਖੇ ਜਾਣ। ਲੇਕਿਨ ਨਹੀਂ ਹੋ ਰਿਹਾ। ਤੇ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਇਹ ਜਿਹੜੇ ਸਾਰੇ ਇੰਸਟੀਟਿਊਸ਼ਨਸ ਨੇ ਸਾਡੇ, ਬੇਸ਼ੱਕ ਸਕੂਲ, ਬੇਸ਼ੱਕ ਕਾਲਜ, ਬੇਸ਼ੱਕ ਯੂਨੀਵਰਸਿਟੀਜ਼, ਬੇਸ਼ੱਕ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਹਸਪੀਟਲਸ, ਇਹ ਜੇ ਫੇਲ ਹੋ ਰਹੇ ਨੇ, ਮੈਂ ਇਹ ਕਹਿਣਾ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਕਿ ਇਹ ਸਾਡੀਆਂ ਸਰਕਾਰਾਂ ਨੇ ਜਾਣ ਕੇ ਫੇਲ ਕੀਤੇ ਨੇ, ਚਲਦੇ ਚਲਾਉਂਦੇ ਫੇਲ ਕੀਤੇ ਨੇ ਜਾਣ ਕੇ, ਤਾਂ ਕਿ ਇਹ ਪ੍ਰਾਈਵੇਟ ਅਦਾਰਾ ਡਿਵੈਲਪ ਹੋ ਸਕੇ, ਉਹਦੇ ਵਿੱਚੋਂ ਭੋਰਾ ਸਾਨੂੰ ਵੀ ਮਿਲ ਸਕੇ। ਕਿੰਨਾ ਮਿਲਦਾ ਹੈ ਮੈਨੂੰ ਨਹੀਂ ਪਤਾ, ਮਿਲਦਾ ਨਹੀਂ ਮਿਲਦਾ, ਲੇਕਿਨ ਇਹ ਤੁਹਾਨੂੰ ਨਜ਼ਰ ਆਉਂਦੀ ਹੈ ਗੱਲ ਵੀ ਆਫਟਰ ਆਲ ਇਹ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ, ਕਿਉਂ ਨਹੀਂ ਹੋ ਰਿਹਾ ਇਸ ਤਰ੍ਹਾਂ? ਚਾਈਨਾ ਤੁਹਾਡੇ ਨਾਲ ਹੀ ਆਜ਼ਾਦ ਹੋਇਆ ਨਾ, ਤੋਂ ਬਲਕਿ 2 ਸਾਲ ਬਾਅਦ ਆਜ਼ਾਦ ਹੋਇਆ। ਚਾਈਨਾ ਕਿੱਥੇ ਪਹੁੰਚ ਗਿਆ ਤੇ ਅਸੀਂ ਪਿੱਛੇ ਤੁਰੇ ਹੈਗੇ, ਅਸੀਂ ਤਾਂ ਰਿਗਰੈਸ਼ਨ ਵੱਲ ਜਾ ਰਹੇ ਹਾਂ ਜੀ। ਸੋ ਇਹ ਮਸਲਾ ਜਿਹੜਾ ਹੈਗਾ, ਮੈਂ ਸਮਝਦਾ ਵੀ ਜਿਹੜਾ ਇਹ ਸਰਕਾਰਾਂ ਦਾ ਮਸਲਾ ਜਿਹੜਾ ਹੈਗਾ, ਸਰਕਾਰ ਸ਼ੁੱਡ ਹੈਵ ਬੀਨ ਡਬਲੀ ਕੌਨਸ਼ੀਅਸ ਆਫ ਦਿਸ ਪੈਟਰਨ ਕਿ ਜੇ ਅਸੀਂ ਗ੍ਰੀਨ ਰੈਵੋਲੂਸ਼ਨ ਕਰਨੀ ਹੈ, ਅਸੀਂ ਜੇ ਬੋਰਵੈਲ ਲਾਉਣੇ ਨੇ, ਟਿਊਬਵੈਲ ਅਸੀਂ ਲਾਉਣੇ ਨੇ, ਤਾਂ ਅਸੀਂ ਵਾਟਰ ਹਾਰਵੈਸਟਿੰਗ ਵੀ ਕਰਾਉਣੀ ਹੈ। ਵਾਟਰ ਹਾਰਵੈਸਟਿੰਗ ਦਾ ਹਾਲ ਤੱਕ ਕੋਈ ਹੀਲਾ ਵਸੀਲਾ ਨਹੀਂ ਹੋ ਰਿਹਾ ਸੀਰੀਅਸ ਲੈਵਲ ਤੋਂ। ਜੇ ਗ੍ਰੀਨ ਰੈਵੋਲੂਸ਼ਨ ਤੁਸੀਂ ਸ਼ੁਰੂ ਕੀਤੀ ਸੀ, ਤੁਹਾਨੂੰ ਪਤਾ ਵੀ ਮੈਂ ਵੇਖ ਰਿਹਾ ਸੀ ਵੀ ਪੰਜਾਬ ਦੇ ਵਿੱਚ ਕਿ ਕਿੰਨੇ 1,28,000 ਸ਼ਾਇਦ ਕਿੰਨੇ ਟਿਊਬਵੈਲ ਹੈਗੇ ਨੇ ਸੀ। ਨਹੀਂ, ਮੈਂ ਤੁਹਾਨੂੰ ਦੱਸਦਾ ਐਗਜ਼ੈਕਟ ਫਿਗਰ ਤੁਹਾਨੂੰ ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜਾ 2018 ਦੀ ਫਿਗਰ ਹੈਗੀ ਹੈ ਉਹ 14,76,000 ਇੱਥੇ 14,76,000 ਇੱਥੇ ਟਿਊਬਵੈਲ ਹੈਗੇ ਨੇ ਪੰਜਾਬ ਦੇ ਵਿੱਚ। ਛੋਟੀ ਜਿਹੀ ਸਟੇਟ ਹੈਗੀ। ਤੁਸੀਂ ਸ਼ਾਮਲਾਟਾਂ, ਪਿੰਡਾਂ 'ਚ ਸ਼ਾਮਲਾਟਾਂ ਸੀਗੀਆਂ, ਪਿੰਡਾਂ 'ਚ ਟੋਭੇ ਸੀ, ਤੁਸੀਂ ਉਹ ਬੰਦ ਕਰ ਦਿੱਤੇ ਨੇ। ਪਹਿਲਾਂ ਤਾਂ ਮਲੇਰੀਆ ਦੇ ਨਾਂ ਤੇ ਕਿ ਜੀ ਮਲੇਰੀਆ ਇੱਥੇ ਫੈਲਦਾ, ਮੱਛਰ ਫੈਲਦਾ, ਟੋਭਾ ਬੰਦ ਕਰ ਦਿਓ। ਫਿਰ ਉਹ ਪੰਚਾਇਤ ਨੇ ਕਬਜ਼ੇ ਕਰ ਲਿਆ, ਫਿਰ ਉੱਥੇ ਰਈਸ ਬੰਦੇ ਨੇ, ਤਗੜੇ ਬੰਦੇ ਨੇ, ਉਹਨਾਂ ਦੇ ਕਬਜ਼ੇ ਕਰ ਲਏ, ਕਈਆਂ ਨੇ ਆਪਣੇ ਪਲਾਟ ਲੈ ਲਏ। ਫਿਰ ਤੁਸੀਂ ਉਹ ਕਹੋ ਜੀ ਉਹਨਾਂ ਨੂੰ ਤੁਸੀਂ ਹਰੀਜਨਾਂ ਨੂੰ ਦੇ ਦਿਓ, ਹਰੀਜਨਾਂ ਨੂੰ ਵੀ ਨਹੀਂ ਦਿੱਤੇ। ਤੁਸੀਂ ਉਹ ਜਿਹੜੇ ਸਰਦਾਰ ਲੋਕ ਨੇ, ਜਿਹੜੇ ਜੱਟ ਨੇ ਉੱਥੇ, ਉਹਨਾਂ ਨੇ ਆਪਣੇ ਕਬਜ਼ੇ ਕਰ ਲਏ ਨੇ। ਸੋ ਪਿੰਡ ਦੇ ਟੋਭੇ ਭਰੇ ਗਏ, ਸ਼ਾਮਲਾਟਾਂ ਬੰਦ ਹੋ ਗਈਆਂ, ਫੋਰੈਸਟ ਕੱਟੇ ਗਏ। ਪੰਜਾਬ ਦੇ ਵਿੱਚ ਫੋਰੈਸਟ ਜਿਹੜਾ ਹੈਗਾ ਸਿਰਫ 3% ਹੈਗਾ।
और घट्टो घट 33% होना चाहिए, 33% फॉर इकोलॉजिकल बैलेंस मिनिमम आई एम सेइंग। राजस्थान ਦੇ ਵਿੱਚ ਵੀ 4.5% ਹੈਗਾ ਫੋਰੈਸਟ ਕਵਰ, 4.5% ਫੋਰੈਸਟ ਕਵਰ ਰਾਜਸਥਾਨ 'ਚ ਹੈਗਾ। ਸਾਡੇ ਸਿਰਫ 3% ਹੈਗਾ। ਇਹ 5 ਦਰਿਆਵਾਂ ਦੀ ਜਿਹੜੀ ਧਰਤੀ ਹੈਗੀ ਹੈ ਉੱਥੇ 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 ਹਾਲ ਇਹ ਹੈ, ਫੋਰੈਸਟ ਹੈ ਹੀ ਨਹੀਂ। ਅਸੀਂ ਫੋਰੈਸਟ ਕੱਟ ਕੇ ਅਸੀਂ ਫਸਲਾਂ ਲਾ ਦਿੱਤੀਆਂ ਨੇ, ਝੋਨਾ ਜੀਰੀ ਲਾ ਦਿੱਤਾ ਹੈ ਤੇ ਪਾਣੀ ਕੱਢ ਕੇ ਉੱਪਰ ਸਿੱਟੀ ਜਾਂਦੇ ਆ। ਤੇ ਜੇ ਸਰਕਾਰ ਸੈਂਕਸ਼ਨ ਕਰ ਰਹੀ ਹੈ, ਟਿਊਬਵੈਲ ਲਾ ਰਹੀ ਹੈ, ਸਰਕਾਰ ਤੋਂ ਸੈਂਕਸ਼ਨ ਹੋ ਕੇ ਲੱਗਦਾ ਹੈ, ਤੇ ਤੁਸੀਂ ਇਹ ਨਹੀਂ ਦੇਖ ਰਹੇ ਵੀ ਕਿੰਨਾ ਪਾਣੀ ਖਿੱਚ ਰਹੇ ਨੇ। ਸਰਕਾਰ ਇਹ ਨਹੀਂ ਦੇਖ ਰਹੀ ਵੀ ਗਰਾਊਂਡ ਵਾਟਰ ਹਾਰਵੈਸਟਿੰਗ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਇਹ ਜਦੋਂ ਟਿਊਬਵੈਲ ਲਾਣੇ ਸ਼ੁਰੂ ਹੋਏ ਸੀ, ਇਹ ਹਾਰਵੈਸਟਿੰਗ ਉਸੇ ਵੇਲੇ ਸ਼ੁਰੂ ਹੋ ਜਾਣੀ ਚਾਹੀਦੀ ਸੀ ਕਿ ਜੀ ਵਾਟਰ ਹਾਰਵੈਸਟਿੰਗ ਕੰਪਲਸਰੀ ਕਰੋ, ਹਰ ਘਰ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਇਹ ਵਾਟਰ ਹਾਰਵੈਸਟਿੰਗ ਕੰਪਲਸਰੀ ਹੋ ਜਾਏ। ਤੇ ਜੇ ਸ਼ਾਇਦ ਵਾਟਰ ਹਾਰਵੈਸਟਿੰਗ ਕੰਪਲਸਰੀ ਹੋਈ ਹੁੰਦੀ ਤੇ ਮੈਨੂੰ ਲੱਗਦਾ ਵੀ ਜੇ ਟਿਊਬਵੈਲ ਲਾਉਂਦਾ ਇਹਨਾਂ ਸਾਨੂੰ ਦੁੱਖ ਨਹੀਂ ਸੀ ਝੇਲਣਾ ਪੈਣਾ, ਜਿਹੜਾ ਹੁਣ ਹਰ ਸਾਲ ਜਿਹੜਾ ਸਾਨੂੰ ਪਾਣੀ 1 ਮੀਟਰ ਪਾਣੀ ਹਰ ਸਾਲ ਥੱਲੇ ਡਿੱਗ ਰਿਹਾ ਹੈ। ਤੇ ਹਰ ਸਾਲ ਜਿਹੜਾ ਹੈਗਾ ਉਹ ਤਗੜਾ ਬੰਦਾ ਤਾਂ 5-6 ਲੱਖ ਲਾ ਕੇ ਬੋਰ ਆਪਣਾ ਡੂੰਘਾ ਕਰ ਲੈਂਦਾ, 500 ਫੁੱਟ 600 ਫੁੱਟ ਚਲਾ ਜਾਂਦਾ, ਤੇ ਜਿਹੜੇ ਮਾੜੇ ਕਿਸਾਨ ਨੇ ਕਿੱਥੇ ਜਾਣਗੇ? ਤੇ ਇਸੇ ਕਰਕੇ ਸੁਸਾਈਡ ਕਰ ਰਹੇ ਨੇ। ਸੀ ਇਹ ਜਿਹੜੀ ਮੈਂ ਇਸ ਗੱਲ ਨੂੰ ਮੈਂ ਕਹਿੰਦਾ ਵੀ ਇਹ ਮਿਸ ਰੈਗੂਲੇਟਡ ਮਾਡਰਨਾਈਜੇਸ਼ਨ ਹੈਗੀ ਹੈ। ਸਰਕਾਰ ਮਾਡਰਨਾਈਜੇਸ਼ਨ ਕਰ ਰਹੀ ਹੈ, ਸਰਕਾਰ ਨੇ ਐਗਰੀਕਲਚਰ ਯੂਨੀਵਰਸਿਟੀ ਖੋਲੀ, ਸਰਕਾਰ ਗ੍ਰੀਨ ਰੈਵੋਲੂਸ਼ਨ ਨੂੰ ਪ੍ਰਮੋਟ ਕਰ ਰਹੀ ਹੈ, ਲੇਕਿਨ ਤੁਸੀਂ ਉਹਦੇ ਜਿਹੜੇ ਨਾਲ ਦੀਆਂ ਚੀਜ਼ਾਂ ਜਿਹੜੀਆਂ ਨੇ, ਸਬਸਿਡੀਜ਼ ਨੇ ਜਿਹੜੀਆਂ ਹੁੰਦੀਆਂ, ਜਿਹੜੇ ਉਹਦੇ ਨੈਗੇਟਿਵ ਕੌਨਸੀਕੁਐਂਸਿਸ ਨੇ, ਤੁਸੀਂ ਉਹਨਾਂ ਨੂੰ ਦੇਖ ਹੀ ਨਹੀਂ ਰਹੇ। ਹੁਣ ਪੰਜਾਬ ਦੇ ਵਿੱਚ ਕਿੰਨੀ ਵੈਰਾਈਟੀ ਸੀ ਫਸਲਾਂ ਦੀ, ਉਹ ਸਾਰੀ ਫਸਲਾਂ ਦੀ ਵੈਰਾਈਟੀ ਅਸੀਂ ਖਤਮ ਕਰਕੇ ਸਿਰਫ ਜੀਰੀ ਝੋਨੇ ਤੇ ਲਾ ਦਿੱਤੀ ਹੈ। ਉਹਦੇ ਨਾਲ ਸਾਡੀ ਇਕੋਲੋਜੀ ਵੀ ਖਰਾਬ ਹੋਈ, ਉਹਦੇ ਨਾਲ ਸਾਡੀ ਸਿਹਤ ਵੀ ਖਰਾਬ ਹੋਈ, ਉਹਦੇ ਨਾਲ ਧਰਤੀ ਦਾ ਪਾਣੀ ਵੀ ਖਤਮ ਹੋ ਗਿਆ। ਤੇ ਹੁਣ ਐਮਐਸਪੀ ਸਰਕਾਰ ਕਹਿੰਦੀ ਹੁਣ ਅਸੀਂ ਤਾਂ ਐਮਐਸਪੀ ਤੁਹਾਨੂੰ ਦੇਣੀ ਨਹੀਂ। ਸਾਡੇ ਵਿੱਚ ਕਿਸਾਨ ਵਿਚਾਰੇ ਬੈਠੇ ਨੇ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਔਰ 6 ਮਹੀਨੇ ਹੋ ਗਏ ਨੇ ਸਰਕਾਰ ਦੀ ਕੋਈ ਕਣਕ ਤੇ ਯੂਨੀ ਸਰਕਰੀ। ਇਹ ਸਟੇਟ ਦਾ ਇੰਡੀਫਰੈਂਸ ਦੀ ਮੈਂ ਗੱਲ ਕਰ ਰਿਹਾ। ਇਹ ਲੋਕ ਇੱਥੋਂ ਇੰਡੀਫਰੈਂਟ ਨਹੀਂ ਹੋਏ, ਯੂਥ ਇੱਥੋਂ ਦਾ ਇੰਡੀਫਰੈਂਟ ਨਹੀਂ ਹੋਇਆ। ਇਹ ਇੱਥੋਂ ਦੇ ਜਿਹੜੇ ਪੋਲੀਟੀਕਲ ਲੀਡਰ ਨੇ, ਇੱਥੋਂ ਦੀ ਜਿਹੜੇ ਸਟੇਟ ਹੈਗੀ ਹੈ, ਉਹ ਇੰਡੀਫਰੈਂਟ ਹੋ ਗਈ ਹੈ ਟੂਵਰਡ ਦੇਅਰ ਪੀਪਲ। ਤੇ ਮੈਂ ਕੱਲ ਸੁਣ ਰਿਹਾ ਸੀ ਕਿਤੇ ਸੁਣਾ ਰਿਹਾ ਸੀ ਮੈਨੂੰ ਕੋਈ ਸੁਰਿੰਦਰ ਸ਼ਰਮਾ ਦਾ, ਜਦ ਵੀ ਜਨਤਾ ਦਾ ਹਾਲ ਕੀ ਹੁੰਦਾ ਹੈ, ਉਹ ਕਹਿੰਦੇ ਵੀ ਜਨਤਾ ਦਾ ਹਾਲ ਤਾਂ ਮਾੜਾ ਹੀ ਹੋਣਾ, ਬੇਸ਼ੱਕ ਕੌਰਵ ਆ ਜਾਣ, ਬੇਸ਼ੱਕ ਪਾਂਡਵ ਆ ਜਾਣ, ਜਨਤਾ ਦਾ ਹਾਲ ਤਾਂ ਮਾੜਾ ਹੀ ਹੋਣਾ। ਜੇ ਕੌਰਵ ਆ ਗਏ ਤਾਂ ਉਹਨਾਂ ਦੀ ਬੇਪਤੀ ਹੋਏਗੀ, ਚੀਰਨ ਹੋ ਜਾਏਗਾ, ਜੇ ਪਾਂਡਵ ਆਏ ਤਾਂ ਜੂਏ ਤੇ ਲੱਗ ਜਾਏਗੀ। ਉਹ ਕਹਿੰਦੇ ਵੀ ਰਾਜਾ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ ਕੋਈ ਫਰਕ ਨਹੀਂ ਪੈਂਦਾ, ਜਨਤਾ ਨੇ ਤਾਂ ਕਹਿੰਦਾ ਮਰਨਾ ਹੀ ਮਰਨਾ। ਜੇ ਰਾਜਾ ਹਿੰਦੂ ਹੋਇਆ ਤਾਂ ਉਹਨੂੰ ਜਲਾ ਦੇਣਗੇ ਜਨਤਾ ਨੂੰ, ਜੇ ਮੁਸਲਮਾਨ ਹੋਇਆ ਤਾਂ ਜਨਤਾ ਨੂੰ ਦਫਨਾ ਦੇਣਗੇ। ਇਟਸ ਵੈਰੀ ਰਾਈਟ, ਇਜ਼ ਵੈਰੀ ਰਾਈਟ ਇਨ ਸੇਇੰਗ ਦਿਸ। ਇਟਸ ਅ ਪੋਇਟ। ਇਹ ਪੋਇਟ ਦੀਆਂ ਲਾਈਨਾਂ ਮੈਂ ਤੁਹਾਨੂੰ ਗੱਲ ਕਰ ਰਿਹਾ। ਇੱਕ ਪੋਇਟ ਸੁਣਾ ਰਿਹਾ ਹੈ ਕਿ ਇਹ ਜਿਹੜੀ ਸਾਡੀ ਸਰਕਾਰਾਂ ਜਿਹੜੀਆਂ ਨੇ, ਸਾਡੇ ਲੀਡਰ ਜਿਹੜੇ ਨੇ, ਉਹ ਇਹਨੇ ਮਤਲਬ ਉਹ ਹੋ ਚੁੱਕੇ ਨੇ, ਮਤਲਬ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਕੰਪੈਸ਼ਨ, ਕਿਸੇ ਕਿਸਮ ਦੀ ਸਿੰਸੈਰਿਟੀ, ਕਿਸੇ ਕਿਸਮ ਦੀ ਦਰਦ ਜਿਹੜਾ ਲੋਕਾਂ ਪ੍ਰਤੀ ਹੋਵੇ, ਕਿਸੇ ਕਿਸਮ ਦੇ ਕੋਈ ਪ੍ਰਤੀ ਨਹੀਂ। ਉਹਨਾਂ ਨੂੰ ਸਿਰਫ ਆਪਣਾ ਜਿਹੜਾ ਹੈਗਾ ਜੁਗਾੜ ਜਿਹੜਾ ਹੈਗਾ ਉਹਨਾਂ ਦਾ ਚੱਲਣਾ ਚਾਹੀਦਾ, ਤੇ ਉਸ ਨੂੰ ਉਹ ਪ੍ਰਮੋਟ ਕਰ ਰਹੇ ਨੇ ਫॉर ਵਟਐਵਰ ਰੀਜ਼ਨ। ਐਂਡ ਔਰ ਇਹਦੇ ਨਾਲ ਜੁੜਦੀ ਜਿਹੜੀ ਚੀਜ਼ ਹੈਗੀ ਹੈ ਉਹ ਪੋਪੂਲਿਜ਼ਮ ਦੀ ਚੀਜ਼ ਹੈਗੀ ਹੈ, ਕਿ ਜਿਹੜਾ ਸਾਡੇ ਪੋਪੂਲਿਸਟ ਕਲਚਰ ਜਿਹੜਾ ਹੈਗਾ, ਪੋਪੂਲਿਸਟ ਜਿਹੜੀ ਪੋਲਿਟਿਕਸ ਜਿਹੜੀ ਹੈਗੀ ਨਾ, ਉਹ ਪੋਪੂਲਿਸਟ ਕਲਚਰ ਹੈਗਾ। ਕਿ ਤੁਸੀਂ ਇਹ ਚੀਜ਼ ਤੁਹਾਨੂੰ ਚਾਹੀਦੀ ਹੈ, ਐਤਕੀ ਇਲੈਕਸ਼ਨ ਹੋਣੀ ਹੈ, ਮਲੇਰਕੋਟਲਾ ਡਿਸਟ੍ਰਿਕਟ ਬਣਾ ਦਿਓ, ਮੁਸਲਮਾਨਾਂ ਦੀ ਵੋਟਾਂ ਆ ਜਾਣਗੀਆਂ। ਫਲਾਣੀ ਵੇਰੇ ਇਹ ਹੋਣਾ, ਜੱਟਾਂ ਵਾਸਤੇ ਇਹ ਕਰ ਦਿਓ, ਜੱਟਾਂ ਦੀ ਵੋਟਾਂ ਆ ਜਾਣਗੀਆਂ। ਫਿਰ ਅਗਰਵਾਲਾਂ ਵਾਸਤੇ ਕੁਝ ਇਹ ਕਰ ਦਿਓ, ਫਿਰ ਅਗਰਵਾਲਾਂ ਦੀ ਵੋਟਾਂ ਆ ਜਾਣਗੀਆਂ। ਅਸੀਂ ਕਮਿਊਨਿਟੀ ਨੂੰ ਦੇਖ ਕੇ, ਕੁਝ ਨੈਰੋ ਇੰਟਰਸਟ ਨੂੰ ਦੇਖ ਕੇ ਕੁਝ ਜਿਹੜੇ ਡਿਸੀਜਨ ਲੈਂਦੇ ਆ, ਉਹਨਾਂ ਦੇ ਸਾਥ ਪਿੱਛੇ ਸਾਡਾ ਕੋਈ ਪਲੈਨਿੰਗ ਦਾ, ਕੋਈ ਰੈਸ਼ਨਲ ਸੀ। ਮਾਡਰਨ ਜਿਹੜੀ ਹੈਗੀ ਮਾਡਰਨਿਟੀ ਕਹੀ ਜਾਂਦੀ ਹੈ ਕਿ ਮਾਡਰਨਿਟੀ ਦੋ ਗੱਲਾਂ ਨਾਲ ਹੀ ਬਣਦੀ ਹੈ, ਦੋ ਗੱਲਾਂ ਤੈਅ ਕਰਦੀਆਂ ਨੇ, ਇੱਕ ਤਾਂ ਰੀਜ਼ਨ, ਇੱਕ ਰੈਸ਼ਨੈਲਿਟੀ। ਹਰ ਚੀਜ਼ 'ਚ ਰੀਜ਼ਨ ਹੋਣਾ ਚਾਹੀਦਾ, ਹਰ ਚੀਜ਼ ਰੈਸ਼ਨਲ ਹੋਣੀ ਚਾਹੀਦੀ ਹੈ। ਵੇਬਰ ਦੱਸਦਾ ਹੈ ਹਰ ਚੀਜ਼ ਰੈਸ਼ਨਲ ਹੋਣੀ ਚਾਹੀਦੀ ਹੈ। ਜੇ ਤੁਸੀਂ ਟਿਊਬਵੈਲ ਲਾ ਰਹੇ ਹੋ, ਸੈਂਕਸ਼ਨ ਕਰ ਰਹੇ ਹੋ, ਤੇ ਨਾਲ ਦੀ ਨਾਲ ਤੁਸੀਂ ਵਾਟਰ ਹਾਰਵੈਸਟਿੰਗ ਕੰਪਲਸਰੀ ਕਰ ਦਿਓ। ਇਹ ਵਾਟਰ ਹਾਰਵੈਸਟਿੰਗ ਕਰਨੀ। ਜੇ ਤੁਸੀਂ ਕਣਕ ਤੇ ਝੋਨੇ ਦੀ ਐਮਐਸਪੀ ਲਾ ਰਹੇ ਹੋ, ਤੇ ਐਮਐਸਪੀ ਦੂਜੀ ਫਸਲਾਂ ਤੇ ਵੀ ਲਾ ਦਿਓ, ਤਾਂ ਕਿ ਬੰਦਾ ਮੱਕੀ ਵੀ ਲਾ ਲੇ, ਕਪਾਹ ਵੀ ਲਾ ਲੇ, ਬਾਜਰਾ ਵੀ ਲਾ ਲੇ, ਉੱਥੇ ਸੂਰਜਮੁਖੀ ਵੀ ਲਾ ਲੇ, ਉਹ ਚੀਜ਼ਾਂ ਵੀ ਲਾ ਲੇ ਜਿੰਨੀਆਂ ਦੀ ਉਹਨੂੰ ਵਿਕਰੀ ਹੋ ਜਾਏ। ਹੁਣ ਜਿਹੜੇ ਨੇ, ਇਹ ਠੀਕ ਹੈ ਗੱਲ, ਹਰਜਿੰਦਰ ਸ਼ੇਰਗਿੱਲ ਸਾਡੇ ਦੋਸਤ ਇਕੋਨੋਮਿਸਟ ਨੇ, ਉਹ ਦੱਸਦੇ ਨੇ ਵੀ ਪੰਜਾਬ ਦੇ ਜਿਹੜੇ ਐਗਰੀਕਲਚਰਿਸਟ ਨੇ, ਪੈਸੈਂਟ ਹੈਗਾ,
बेशक ये रोई जान जो मर्जी करी जान, लेकिन ये हिंदुस्तान दे विच सारे नालों ज़्यादा समृद्ध ने। जे पंजाब दी पैसेंटरी, जे पंजाब दी पैसेंटरी नूं तुसीं बाकी पैसेंटरी नाल कंपेयर करो हिंदुस्तान दी पैसेंटरी नाल, ते साडे जिहड़े पैसेंट है वो बहुत चंगा है, उन्हां नालों बहुत उच्चा हैगा, बहुत वधिया है। ਉਹ ਵਧੀਆ ਇਸੇ ਕਰਕੇ ਹੋਇਆ ਬਿਕੋਜ਼ ਆਫ ਗ੍ਰੀਨ ਰੈਵੋਲੂਸ਼ਨ। ਯੈਸ, ਠੀਕ ਹੈਗਾ। ਪਰ ਚੱਡਾ ਸਾਹਿਬ ਤੇ ਭੱਲਾ ਸਾਹਿਬ ਦੱਸਦੇ ਨੇ ਕਿ ਗ੍ਰੀਨ ਰੈਵੋਲੂਸ਼ਨ ਦੇ ਸ਼ੁਰੂ ਦੇ ਵਿੱਚ ਸਾਰਾ ਹੋਇਆ, ਲੇਕਿਨ ਹੁਣ ਉਹੀ ਗ੍ਰੀਨ ਰੈਵੋਲੂਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਕਿੰਨੀ ਦੇਈ ਜਾਏਗੀ? ਉਹ ਕਿੰਨੇ ਕੁ ਤੁਸੀਂ ਪੈਸਟੀਸਾਈਡ ਪਾ ਕੇ, ਕਿੰਨਾ ਤੁਸੀਂ ਫਰਟੀਲਾਈਜ਼ਰ ਪਾ ਕੇ, ਕਿੰਨਾ ਕੁ ਉਹਦੇ ਵਿੱਚੋਂ ਤੁਸੀਂ ਧਨ ਕੱਢੀ ਜਾਓਗੇ? ਨੈਚੁਰਲੀ ਦ ਕਰਵ ਹੈਜ਼ ਟੂ ਗੈਟ ਇਨਟੂ ਅ ਪਲੇਟੋ। ਉਹ ਕਰਵ ਹੁਣ ਪਲੇਟੋ ਤੇ ਆ ਗਏ। ਉਹ ਸਾਨੂੰ ਜੱਟਾਂ ਨੂੰ ਆਦਤ ਪਈ ਹੈ ਕਿ ਕਰਵ ਤਾਂ ਜਾਣਾ ਚਾਹੀਦਾ ਹੈ। ਹੁਣ ਕਰਵ ਤਾਂ ਕਿੱਥੇ ਜਾਏਗਾ? ਉਹ ਤਾਂ ਪਲੇਟੋ ਤੇ ਆ ਗਿਆ ਹੈ। ਹੁਣ ਤਾਂ ਥੱਲੇ ਡਿੱਗ ਸਕਦਾ, ਉੱਪਰ ਨਹੀਂ ਜਾ ਸਕਦਾ, ਥੱਲੇ ਡਿੱਗ ਸਕਦਾ ਸੀ। ਮਤਲਬ ਹੁਣ ਇਹੀ ਪ੍ਰੋਬਲਮ ਹੈਗੀ ਹੈ ਜਿਹਨੇ ਕਿ ਲੋਕਾਂ ਨੂੰ ਡਿਸਇੰਟਰਸਟ ਕਰ ਰਿਹਾ, ਜਿਹੜੀ ਲੋਕਾਂ ਨੂੰ ਨਿਰਾਸ਼ ਕਰ ਰਹੀ ਹੈ ਵੀ ਐਗਰੀਕਲਚਰ ਤਾਂ ਸਾਡੀ ਸਟੇਟ ਐਗਰੀਕਲਚਰ ਹੈਗੀ ਹੈ, ਇੰਡਸਟਰੀ ਇੱਥੇ ਹੈ ਹੀ ਨਹੀਂ। ਐਗਰੀਕਲਚਰ ਦੇ ਸਿਰ ਤੇ ਅਸੀਂ ਟਾਰਾਂ ਮਾਰਦੇ ਹਾਂ ਤੇ ਐਗਰੀਕਲਚਰ ਤੇ ਸਾਡਾ ਹਾਲ ਇਹ ਹੋ ਗਿਆ ਵੀ ਸਾਡੇ ਐਗਰੀਕਲਚਰ ਪ੍ਰੋਡਕਸ਼ਨ ਹੁਣ ਜ਼ਿਆਦਾ ਵਧੀ ਨਹੀਂ। ਸਾਡੀ ਜ਼ਮੀਨ ਜਿਹੜੀ ਹੈਗੀ ਹੈ ਉਹ ਤਾਂ ਮਤਲਬ ਸਟੈਰਾਈਲ ਹੁੰਦੀ ਜਾ ਰਹੀ ਹੈ। ਅਸੀਂ ਕਿੰਨਾ ਕੁ ਝੋਨਾ ਪਾ ਲਈਏ, ਕਿੰਨੀ ਕੁ ਫਸਲਾਂ ਦੇ ਲਈਏ, ਕਿੰਨੇ ਕੁ ਅਸੀਂ ਪੈਸਟੀਸਾਈਡ ਪਾ ਲਈਏ। ਲੋਕਾਂ ਨੇ 8-9 ਸਪਰੇ ਕਰ ਲਈਆਂ, ਅਮਰੀਕਨ ਸੁੰਡੀ ਫੇਰ ਨਹੀਂ ਮਰਦੀ। ਹੁਣ ਇਹ ਜਿਹੜੇ ਮਸਲੇ ਨੇ ਇਹ ਨੇਚਰ ਨਾਲ ਤੁਸੀਂ ਜਦੋਂ ਖਿਲਵਾੜ ਕਰ ਰਹੇ ਹੋ ਤੇ ਨੇਚਰ ਹੈਜ਼ ਅ ਬੈਕਲੈਸ਼। ਜਿਹੜੇ ਨੇਚਰ ਤੁਹਾਡੇ ਤੇ ਬੈਕਲੈਸ਼ ਕਰ ਰਹੀ ਹੈ। ਹੁਣ ਪਾਣੀ ਪੰਜਾਬ ਦਾ ਪਾਣੀ ਜੇ ਗਿਰ ਗਿਆ ਫਿਰ ਤੁਸੀਂ ਝੋਨਾ ਕਿੱਥੋਂ ਬੀਜੋਗੇ? ਫਿਰ ਤੁਸੀਂ ਕਣਕਾਂ ਕਿੱਥੋਂ ਕੱਢੋਗੇ? ਫਿਰ ਤੁਸੀਂ MSP ਕਿਤੇ ਲਓਗੇ? ਇਹ ਪੰਜਾਬ ਦਾ ਪਾਣੀ ਨਹੀਂ ਰਿਹਾ। ਔਰ ਤੁਹਾਡਾ ਪਾਣੀ ਤੇ ਦੂਜਾ ਪਾਣੀ ਤਾਂ ਹਿਮਾਚਲ ਤੋਂ ਆਉਂਦਾ, ਉਹਨਾਂ ਨੇ ਬੰਦ ਕਰ ਦੇਣਾ, ਉੱਥੇ ਬੰਦ ਕਰ ਦੇਣਾ ਕਿ ਜੀ ਪਾਣੀ ਤੇ ਹਿਮਾਚਲ ਤੋਂ ਜਾ ਰਿਹਾ, ਸਾਡਾ ਰਾਈਟ ਹੈਗਾ ਇੱਥੇ। ਜੀ ਇਹ ਜਿਹੜੇ ਮਸਲੇ ਨੇ ਇਹ ਲੌਂਗ ਰੇਂਜ ਪਲੈਨਿੰਗ ਚਾਹੀਦੀ ਹੈ। ਇਹ ਲੌਂਗ ਰੇਂਜ ਪਲੈਨਿੰਗ ਜਿਹੜੀ ਹੈਗੀ ਇਹ ਮਾਡਰਨ ਸੋਸਾਇਟੀ ਦਾ, ਮਾਡਰਨਾਈਜੇਸ਼ਨ ਦਾ ਇੱਕ ਬੜਾ ਅਹਿਮ ਪਾਰਟ ਹੈਗਾ which should be based on reason and rationality। ਔਰ ਸਾਡੀਆਂ ਸਰਕਾਰਾਂ ਇਹ ਬਿਲਕੁਲ ਨਹੀਂ ਕਰ ਰਹੀਆਂ। ਉਹ ਸਿਰਫ ਨੱਕ ਤੱਕ ਦੇਖਦੀਆਂ ਨੇ ਵੀ ਸਾਡਾ ਜਿਹੜਾ ਆਹ 5 ਸਾਲ ਕੱਟ ਜਾਣ, ਟ੍ਰੈਜਰੀ ਖਾਲੀ ਹੁੰਦੀ ਹੈ ਹੋ ਜਾਏ, ਲੇਕਿਨ ਅਗਲੀ ਸਰਕਾਰ ਨੂੰ ਆਪੇ ਭੁਗਤੀ ਜਾਊਗੀ, ਅਸੀਂ ਆਪਣਾ ਕੰਮ ਕਰਕੇ ਚੱਲੀਏ, ਅਸੀਂ ਕਮਾ ਲਈਏ। ਇਹ ਜਿਹੜੀ ਹਾਲ ਹੋ ਗਿਆ ਨਾ ਸਾਡੇ ਸਟੇਟ ਦਾ ਇੰਡੀਫਰੈਂਸ ਜਿਹੜਾ ਹੈ, ਉਹ ਸਟੇਟ ਦੇ ਇੰਡੀਫਰੈਂਸ ਨੇ ਲੋਕਾਂ ਦੇ ਅੰਦਰ ਲੋਕਾਂ ਨੂੰ ਐਲੀਨੇਟ ਕੀਤਾ ਹੈਗਾ। ਉਹ ਬੇਸ਼ੱਕ ਯੂਥ ਨੇ, ਬੇਸ਼ੱਕ ਐਜੂਕੇਸ਼ਨ ਹੈ, ਬੇਸ਼ੱਕ ਲੜਕੀਆਂ ਨੇ, ਬੇਸ਼ੱਕ ਸਟੂਡੈਂਟਸ ਨੇ, ਬੇਸ਼ੱਕ ਯੂਥ ਹੈਗਾ, ਬੇਸ਼ੱਕ ਪੇਂਡੂ ਹੈਗਾ, ਬੇਸ਼ੱਕ ਅਰਬਨ ਹੈਗਾ, ਬੇਸ਼ੱਕ ਯੂਨੀਵਰਸਿਟੀ ਸਟੂਡੈਂਟ ਹੈਗਾ ਜਾਂ ਕਾਲਜ ਹੈਗਾ। ਉਹਨੂੰ ਪਤਾ ਹੈ ਯੂਨੀਵਰਸਿਟੀ ਦੇ ਵਿੱਚ ਕਿਉਂ ਤੁਸੀਂ ਗੱਲ ਐਜੂਕੇਸ਼ਨ ਅਦਾਰਿਆਂ ਦੀ ਗੱਲ ਕਰ ਰਹੇ ਸੀ। ਐਜੂਕੇਸ਼ਨ ਅਦਾਰਿਆਂ ਦੇ ਵਿੱਚ ਸੀਰੀਅਸਨੈਸ ਕਿਉਂ ਘਟ ਰਹੀ ਹੈ? ਇਸੇ ਕਰਕੇ ਘਟ ਰਹੀ ਹੈ ਕਿ ਉਹਨੂੰ ਪਤਾ ਹੈ ਵੀ ਨੌਕਰੀ ਤਾਂ ਮਿਲਣੀ ਨਹੀਂ। ਵੈਸੇ ਪੰਜਾਬੀ ਯੂਨੀਵਰਸਿਟੀ ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਸਰਕਾਰ 82% ਗ੍ਰਾਂਟ ਦਿੰਦੀ ਸੀ, 82% ਗ੍ਰਾਂਟ ਬਾਏ ਦ ਪੰਜਾਬ ਗਵਰਨਮੈਂਟ। ਔਰ ਸਾਡੀ ਸੈਲਰੀ ਜਿਹੜੀ ਹੈਗੀ ਹੈ ਉਹ 27-28 ਤਰੀਕ ਨੂੰ ਸਾਡੇ ਪੈ ਜਾਂਦੀ ਸੀ ਅਕਾਊਂਟ ਦੇ ਵਿੱਚ। ਤੇ ਹੁਣ ਹਾਲਤ ਉਸ ਯੂਨੀਵਰਸਿਟੀ ਦਾ ਇਹ ਹੋ ਗਿਆ ਕਿ ਪੰਜਾਬ ਸਰਕਾਰ ਦੀ ਜਿਹੜੀ ਰਾਸ਼ੀ ਹੈ ਉਹ 82 ਦੀ ਘਟ ਕੇ 18% ਰਹਿ ਗਈ ਹੈ। ਤੇ ਹੁਣ ਪੈਨਸ਼ਨ ਵਾਸਤੇ ਲੋਕਾਂ ਨੂੰ ਕੇਸ ਕਰਨਾ ਪੈਂਦਾ ਹੈ ਕਿ ਸਾਡੇ ਪੈਨਸ਼ਨ ਦਿਓ, ਸਾਡੇ ਫੰਡ ਰਿਲੀਜ਼ ਕਰੋ, ਸਾਨੂੰ ਯੂਨੀਵਰਸਿਟੀ ਪੈਸੇ ਨਹੀਂ ਦਿੰਦੀ, ਸਾਨੂੰ ਫੰਡ ਨਹੀਂ ਦਿੰਦੀ। ਕਿ ਲੋਕਾਂ ਦੀਆਂ ਤਨਖਾਹਾਂ ਕਿਦਨ ਪੈਣਗੀਆਂ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ। ਇਹ ਲੋਕਾਂ ਦੇ ਅੰਦਰ ਇੱਕ ਵੱਖਰੇ ਕਿਸਮ ਦਾ ਗਊਆ ਬਣਿਆ ਹੋਇਆ ਹੈ ਪੰਜਾਬੀ ਯੂਨੀਵਰਸਿਟੀ ਵਿੱਚ, ਘੱਟੋ ਘੱਟ ਤੇ ਹੋਰ ਬਾਕੀ ਅਦਾਰਿਆਂ ਵਿੱਚ ਵੀ ਹੋਏਗਾ ਕਿ ਜਿੱਥੇ ਕਿ ਜੀ ਸਾਡੀ ਪੈਨਸ਼ਨ ਆਈ ਨਹੀਂ ਆਈ, ਸੈਲਰੀ ਆ ਗਈ ਨਹੀਂ ਆਈ, ਹਾਲੇ ਤੱਕ ਤਾਂ ਪਈ ਨਹੀਂ। ਅਸੀਂ ਲੋਕਾਂ ਨੂੰ ਇਹੀ ਟੈਨਸ਼ਨ ਰਹਿੰਦੀ ਹੈ ਵੀ ਸਾਡੀ ਸੈਲਰੀ ਨਹੀਂ ਪਈ। ਉਦੋਂ ਸਾਡੀ ਬੈਂਕ ਨੇ ਕਿਸ਼ਤ ਕੱਟੀ ਜਾਣੀ ਹੈ, ਸਾਡੀ ਅਸੀਂ SUV ਲਈ ਹੋਈ ਹੈ, ਗੱਡੀ ਲਈ ਹੋਈ ਹੈ, ਉਹਦੀ ਕਿਸ਼ਤ ਨੇ ਕੱਟਣਾ ਹੈਗਾ ਵੀ ਸਾਡੀ ਸੈਲਰੀ ਹਲੇ ਪਈ ਨਹੀਂ, ਪੈਨਲਟੀ ਪੈ ਜਾਏਗੀ। ਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਲੋਕਾਂ ਨੂੰ ਐਲੀਨੇਟ ਕੀਤਾ ਹੈ। ਔਰ ਇਸੇ ਵਜ੍ਹਾ ਕਰਕੇ ਕਿਉਂਕਿ ਇੱਥੇ ਲਾਅ ਐਂਡ ਆਰਡਰ ਦਾ ਸਿਸਟਮ ਖਤਮ ਹੋ ਗਿਆ ਹੈ। ਇੱਥੇ ਸਿਸਟਮ ਆਫ ਜਿਹੜੀ ਇੱਕ ਸਟੇਟ ਦੀ ਜਿਹੜੀ ਸੈਂਪਲੈਂਸ ਹੈਗੀ ਹੈ ਕਿ ਆਰਡਰ ਮੇਨਟੇਨ ਕਰਕੇ ਰੱਖਣਾ, ਉਹ ਇੱਥੇ ਚੀਜ਼ ਖਤਮ ਹੋ ਗਈ। ਉਹ ਖਤਮ ਹੋਣ ਦੇ ਨਾਲ ਜਿਹੜੇ ਨੇ ਇੱਥੋਂ ਦੇ ਚੰਗੇ ਬੰਦੇ ਨੇ, ਜਿਹੜੇ ਟੱਬਰ ਨੇ, ਮੈਂ ਕਈ ਟੱਬਰਾਂ ਨੂੰ ਜਾਣਦਾ, ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈਗੇ ਨੇ ਜਿਹੜੇ ਸਾਰਾ ਇੱਥੇ ਵੇਚ ਵਟ ਕੇ ਬਾਹਰ ਚਲੇ ਗਏ ਨੇ। ਇੱਥੇ ਚੰਗੇ ਖਾਂਦੇ ਪੀਂਦੇ ਸੀ, ਜਿਹੜੇ ਇੱਥੇ ਚੰਗੇ ਖਾਂਦੇ ਪੀਂਦੇ ਘਰ ਸੀਗੇ, ਉਹ ਸਾਰੇ ਇੱਥੇ ਵੇਚ ਵਟ ਕੇ ਬਾਹਰ ਚਲੇ ਗਏ ਵੀ ਉੱਥੇ ਇੱਕ ਸਟਾਈਲ ਆਫ ਡੀਸੈਂਟ ਲਾਈਫ ਤਾਂ ਹੈਗੀ ਹੈ ਨਾ। ਇੱਥੇ ਮੂੰਹ ਖਚ ਥੋੜੀ ਹੈਗੀ, ਇੱਥੇ ਮੂੰਹ ਖਿੱਚ ਨਹੀਂ ਹੈਗੀ ਹੈ, ਇੱਥੇ ਕਰਪਸ਼ਨ ਨਹੀਂ ਹੈਗੀ। ਸੋ ਇਹ ਜਿਹੜੀ ਕਰਪਸ਼ਨ ਹੈਗੀ ਹੈ ਸਟੇਟ ਦੇ ਅੰਦਰ ਪਈ ਹੋਈ, ਪੋਪੂਲਿਜ਼ਮ ਹੈਗੀ ਹੈ, ਇਹ ਭਾਈ ਭਤੀਜਾਵਾਦ ਹੈਗੀ ਹੈ। ਇਸ ਨੇ ਸਾਨੂੰ ਕੀ ਕੀਤਾ? ਇਸ ਨੇ ਇੱਕ ਵੱਡੀ ਜਿਹੜੀ ਢਾਲ ਲਾਈ ਹੈ ਨਾ, ਉਹ ਸਾਡੇ ਇੰਸਟੀਟਿਊਸ਼ਨਸ ਨੂੰ ਲਾਈ ਹੈ ਕਿ ਸਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਜਿਹੜੀਆਂ
ਮਾਡਰਨ ਵੈਲਿਊਜ਼ ਨੂੰ, ਇੰਸਟੀਟਿਊਸ਼ਨਲ ਵੈਲਿਊਜ਼ ਨੂੰ ਸਟੇਬਲਾਈਜ਼ ਕਰਨ ਦੀ ਥਾਂ ਤੇ ਉਹਨਾਂ ਨੂੰ ਡੀਲੈਜੀਟਿਮਾਈਜ਼ ਕਰ ਦਿੱਤਾ ਹੈ ਸਾਡੇ ਪੋਲੀਟੀਸ਼ੀਅਨਸ ਨੇ। ਜੇ ਤੁਸੀਂ ਦਾਖਲਾ ਲੈਣਾ ਹੈ ਤੇ ਫਿਰ ਤੁਹਾਨੂੰ ਆਪਣੇ ਮੈਰਿਟ ਪਿੱਛੇ ਜਾਣ ਦੀ ਲੋੜ ਨਹੀਂ। ਫਿਰ ਤੁਸੀਂ ਕੋਈ ਐਮਐਲਏ ਦੀ ਸਿਫਾਰਿਸ਼ ਲੱਭੋ, ਕੋਈ ਵਾਈਸ ਚਾਂਸਲਰ ਦੀ ਸਿਫਾਰਿਸ਼ ਲੱਭੋ, ਕਿਸੇ ਡੀਨ ਦੀ ਸਿਫਾਰਿਸ਼ ਲੱਭੋ, ਉਹਦੇ ਥਰੂ ਤੁਸੀਂ ਅੰਦਰ ਵੜ ਜਾਓ, ਦਾਖਲਾ ਤੁਹਾਡਾ ਹੋ ਜਾਏਗਾ। ਦਾਖਲੇ ਦਾ ਕੀ ਮਸਲਾ ਹੈ? ਕਿਉਂਕਿ ਵਾਈਸ ਚਾਂਸਲਰ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਓ, ਜੇ ਕੰਮ ਕਰਾਣਾ ਹੈ ਮੇਰੇ ਕੋਲ ਆਓ, ਮੈਂ ਤੁਹਾਡਾ ਕੰਮ ਕਰਕੇ ਦਿਆਂਗਾ। ਤੁਸੀਂ ਕਹੋ ਵੀ ਜੇ ਥਰੂ ਫਾਈਲ ਕੰਮ ਹੋ ਜਾਏ, ਰੂਟੀਨ 'ਚ ਕੰਮ ਹੋ ਜਾਏ, ਨਹੀਂ ਹੋਏਗਾ। ਇਹੀ ਹਾਲ ਸਾਡੇ ਚੀਫ ਮੰਤਰੀ ਕਰਦੇ ਨੇ, ਇਹੀ ਹਾਲ ਸਾਡੇ ਮੁੱਖ ਮੰਤਰੀ, ਮਿਨਿਸਟਰ ਸਾਰੇ ਇਹੀ ਕੰਮ ਕਰਦੇ ਨੇ। ਤੁਸੀਂ ਮੇਰੇ ਕੋਲ ਆਓਗੇ, ਪਰਸਨਲ ਆਓਗੇ, ਸਿਫਾਰਿਸ਼ ਲੈ ਕੇ ਆਓਗੇ, ਤੁਹਾਡਾ ਮੈਂ ਕੰਮ ਕਰ ਦੂੰਗਾ, ਕਿਉਂਕਿ ਮੈਂ ਤੁਹਾਨੂੰ ਓਬਲਾਈਜ਼ ਕਰ ਰਿਹਾ। ਇਹ ਜਿਹੜੇ ਪਰਸਨਲ ਓਬਲੀਗੇਸ਼ਨ ਦਾ ਜਿਹੜਾ ਫੈਸ਼ਨ ਬਣ ਗਿਆ ਨਾ, ਕਲਚਰ ਇੱਥੇ ਬਣ ਗਿਆ। ਤੁਸੀਂ ਗੱਲ ਕਲਚਰ ਦੀ ਕਰ ਰਹੇ ਸੀ, ਇੱਥੇ ਇੱਕ ਕਲਚਰ ਬਣ ਗਿਆ ਹੈ ਭਾਈ ਭਤੀਜਾਵਾਦ ਕਲਚਰ ਦੇ ਕਰਕੇ, ਵੀ ਇੱਥੇ ਕਲਚਰ ਆਫ ਪਰਸਨਲ ਓਬਲੀਗੇਸ਼ਨ ਬਣ ਗਿਆ ਹੈ ਕਿ ਤੁਸੀਂ ਮੇਰੇ ਕੋਲ ਆਓ, ਐਜ਼ ਅ ਪਰਸਨ ਮੇਰੇ ਕੋਲ ਆਓ, ਤੁਹਾਡੀ ਸਿਫਾਰਿਸ਼ ਨਹੀਂ ਹੈਗੀ, ਨੈਵਰ ਮਾਈਂਡ, ਬਟ ਕਮ ਸਟ੍ਰੇਟ ਟੂ ਮੀ, ਯੂ ਆਸਕ ਮੀ, you take favor from me, I'll give you. See, I'll not give you on you as a matter of your right. I'll give you as a matter of my prerogative. कि मैं ਤੁਹਾਨੂੰ ਦੇ ਸਕਦਾ, ਤੁਸੀਂ ਲਓ ਮੈਥੋਂ। ਉਸ ਦੇ ਨਾਲ ਕੀ ਹੋਇਆ, ਜਿਹੜੇ ਇੰਸਟੀਟਿਊਸ਼ਨਸ ਨੇ ਉਹ ਡੀ ਇੰਸਟੀਟਿਊਸ਼ਨਲਾਈਜ਼ ਹੋ ਗਏ, ਉਹ ਡੀ ਲੈਜੀਟਿਮਾਈਜ਼ ਹੋ ਗਏ। ਭਗਵੰਤ ਮਾਨ ਅਕਸਰ ਸੁਣਾਉਂਦਾ ਹੁੰਦਾ ਸੀ ਪਹਿਲਾਂ ਆਪਣੇ ਚੁਟਕਲਿਆਂ ਦੇ ਵਿੱਚ ਵੀ ਜਿਹੜਾ ਥਾਣਾ ਹੈਗਾ ਉਹ ਸਾਰਿਆਂ ਨਾਲੋਂ ਡੇਂਜਰਸ ਪਲੇਸ ਹੈਗੀ ਹੈ, ਸਾਰਿਆਂ ਨਾਲੋਂ ਇਨਸਿਕਿਉਰ ਪਲੇਸ ਹੈਗੀ ਹੈ। ਬਾਹਰ ਤਾਂ ਬੰਦਾ ਸ਼ਰ ਬਚ ਜਾਏ, ਜੇ ਥਾਣੇ ਪਹੁੰਚ ਗਿਆ ਤਾਂ ਉੱਥੇ ਨਹੀਂ ਬਚਦਾ। ਤੁਸੀਂ ਇਹ ਪੁਲਿਸ ਦਾ ਸਾਡੇ ਦਾ ਅਨਫੋਰਚੂਨੇਟਲੀ ਕਰੈਕਟਰ ਬਣ ਗਿਆ। ਇਹ ਪੁਲਿਸ ਦਾ ਸਾਡਾ, ਇਹ ਪੁਲਿਸ ਸਾਡੀ ਜਿਹੜੀ ਐਜ਼ ਅ ਸੇਵੀਅਰ, ਐਜ਼ ਅ ਫਰੈਂਡ ਆਫ ਦ ਪੀਪਲ, ਤਾਂ ਹੀ ਇਹਨਾਂ ਨੂੰ ਬਾਰ-ਬਾਰ ਲਾਉਣੇ ਪੈਂਦੇ ਨੇ ਨਾ। ਪੁਲਿਸ ਜਿਹੜੀ ਹੈਗੀ ਫਰੈਂਡ ਆਫ ਦ ਪੀਪਲ ਹੈਗੀ ਹੈ, ਪੋਸਟਰ ਲਾਉਣੇ ਪੈਂਦੇ ਨੇ। ਮੈਂ ਦੇਖਿਆ ਸੀ ਮਿਲੀਟੈਂਸੀ ਤੋਂ ਬਾਅਦ ਬੜੇ ਵੱਡੇ ਪੋਸਟਰ ਲੱਗਦੇ ਸੀ, ਪਰ ਕੋਈ ਜਿਹੜਾ ਪੁਲਿਸ ਵਾਲਾ ਹੈਗਾ, ਇੱਕ ਉਹ ਬੁੜੇ ਬੰਦੇ ਨੂੰ ਸੜਕ ਪਾਰ ਕਰਾ ਰਿਹਾ ਹੈ, ਇੱਕ ਅੰਨੇ ਬੰਦੇ ਨੂੰ ਸੜਕ ਪਾਰ ਕਰਾ ਰਿਹਾ ਪੁਲਿਸ ਵਾਲਾ। ਇਹ ਦਿਖਾਇਆ ਜਾਂਦਾ ਸੀ ਕਿ ਪੁਲਿਸ ਤੁਹਾਡੀ ਦੁਸ਼ਮਣ ਨਹੀਂ ਹੈਗੀ, ਪੁਲਿਸ ਤੁਹਾਡੀ ਫਰੈਂਡ ਹੈਗੀ। ਇਹ ਪੁਲਿਸ ਨੂੰ, ਇਹ ਜਾਪਾਨ ਦੀ ਪੁਲਿਸ ਨੂੰ ਤਾਂ ਕਦੇ ਲੋੜ ਨਹੀਂ ਪਈ ਇਸ ਤਰ੍ਹਾਂ ਦੇ ਪੋਸਟਰ ਲਾਉਣ ਦੀ। ਸਕਾਟਲੈਂਡ ਯਾਰਡ ਦੀ ਪੁਲਿਸ ਨੂੰ ਤਾਂ ਕਦੇ ਲੋੜ ਨਹੀਂ ਪਈ। ਮੈਂ ਤਾਂ ਕਦੇ ਨਹੀਂ ਸੁਣਿਆ ਕਿ ਬਾਹਰਲੀ ਪੁਲਿਸਾਂ ਨੇ ਕਦੇ ਏਦਾਂ ਪੋਸਟਰ ਲਾਏ ਹੋਣ ਕਿ ਵੀ ਆਰ ਯੂਰ ਫਰੈਂਡਸ। ਤੁਸੀਂ ਉੱਥੇ ਜਾਪਾਨ ਦੇ ਵਿੱਚ ਉਲਟਾ ਹੈਗਾ, ਉੱਥੇ ਕਿਓਸਕ ਬਣੇ ਹੋਏ ਨੇ, ਪੁਲਿਸ ਕਿਓਸਕ ਨੇ। ਜਿਹੜਾ ਪੁਲਿਸਮੈਨ ਉੱਥੇ ਜਿਹੜਾ ਡਿਊਟੀ ਤੇ ਹੈਗਾ, ਉਹਦੀ ਡਿਊਟੀ ਹੈਗੀ ਹੈ ਕਿ ਸਾਰੇ ਘਰਾਂ 'ਚ, ਉਹ ਜੇ ਕਿਸੇ ਘਰ 'ਚ ਪ੍ਰੋਬਲਮ ਹੈਗੀ ਤਾਂ ਉਹ ਜਾ ਕੇ ਉਹਨੂੰ ਦੱਸਦਾ ਹੈ ਕਿ ਭਾਈ ਮੈਨੂੰ ਆਹ ਪ੍ਰੋਬਲਮ ਹੈਗੀ, ਐਂਡ ਹੀ ਸੌਰਟਸ ਇਟ ਆਊਟ। ਦਿਸ ਇਜ਼ ਹਾਊ ਦ ਪੁਲਿਸ ਇਜ਼ ਫ੍ਰੈਂਡਲੀ ਇਨ ਜਾਪਾਨ। ਤੁਸੀਂ ਸਾਡੀ ਪੁਲਿਸ ਜਿਹੜੀ ਹੈਗੀ ਹੈ, ਉਹ 4 ਗਾਲਾਂ ਕੱਢ ਕੇ ਤੁਹਾਡੇ ਗਿੱਟੇ ਤੇ ਤੁਹਾਡੇ ਸੋਟੀ ਮਾਰ ਕੇ ਤੁਹਾਨੂੰ ਲਾਪਾ ਤੁਹਾਡੀ ਕਰਕੇ ਫਿਰ ਤੁਹਾਨੂੰ ਕਹਿੰਦੇ ਅਸੀਂ ਤੁਹਾਡੇ ਫ੍ਰੈਂਡਲੀ ਹੈਗੇ, ਅਸੀਂ ਤੁਹਾਡੇ ਨਾਲ। ਸੀ ਸੋ ਦ ਪੁਆਇੰਟ ਆਮ ਸੇਇੰਗ ਇਜ਼ ਕਿ ਇਹ ਸਾਡੇ ਜਿਹੜੇ ਇੰਸਟੀਟਿਊਸ਼ਨਸ ਜਿਹੜੇ ਸੀਗੇ ਸਾਡੇ, ਇਹ ਡੀਲੈਜੀਟਿਮਾਈਜ਼ ਹੋਏ ਨੇ। ਬੇਸ਼ੱਕ ਉਹ ਐਜੂਕੇਸ਼ਨ, ਬੇਸ਼ੱਕ ਪੁਲਿਸ, ਬੇਸ਼ੱਕ ਹਸਪੀਟਲ, ਬੇਸ਼ੱਕ ਹੈਲਥ, ਵਟਐਵਰ, ਇਹ ਓਵਰ ਦ ਲਾਸਟ 70 years ਇਹ ਸਾਡੇ ਇੱਥੇ ਕਲਚਰ ਆਫ ਡੀਲੈਜੀਟਿਮਾਈਜ਼ੇਸ਼ਨ ਜ਼ਿਆਦਾ ਹੋਇਆ ਹੈ, ਰਾਦਰ ਦੈਨ ਤੁਸੀਂ ਜਿਹੜੀਆਂ ਪ੍ਰੋਫੈਸ਼ਨਲ ਵੈਲਿਊਜ਼ ਨੂੰ ਇਨਕਲਕੇਟ ਕਰਨ ਦੀ ਥਾਂ ਤੇ ਅਸੀਂ ਸਾਰਾ ਇਹਨਾਂ ਨੂੰ ਡੀਲੈਜੀਟਿਮਾਈਜ਼ ਕਰ ਦਿੱਤਾ ਹੈ। ਕਹਾਣੀਆਂ ਬੜੀਆਂ ਲੰਬੀਆਂ ਨੇ ਜੀ, ਇਹ ਮੁੱਕਣ ਵਾਲੀਆਂ ਨਹੀਂ। ਕਲਚਰ ਆਫ ਵਾਇਲੈਂਸ, ਪੰਜਾਬ ਦੇ ਵਿੱਚ ਕਲਚਰ ਆਫ ਵਾਇਲੈਂਸ ਬੜਾ ਫੈਲਿਆ ਹੈ। ਪੰਜਾਬੀ ਗਾਣੇ ਜਿਹੜੇ ਨੇ ਉਹ ਭਰੇ ਨੇ। ਤੁਸੀਂ ਕਿਤੇ ਵਿਆਹ ਸ਼ਾਦੀ ਤੇ ਜਾਓ, ਲੇਡੀ ਸੰਗੀਤ ਤੇ ਜਾਓ, ਬਰਥਡੇ ਪਾਰਟੀ ਤੇ ਜਾਓ, ਇਹ ਤੁਹਾਨੂੰ ਗਾਣੇ ਸੁਣਨੇ ਪੈਂਦੇ ਨੇ, ਤੁਸੀਂ ਨਾ ਵੀ ਸੁਣਨਾ ਚਾਹੋ। ਜਿਹਦੇ ਵਿੱਚ ਫਿਰ ਉਹੀ ਗੱਲਾਂ ਉਹੀ ਨੇ, ਉਹੀ ਗੱਡੀ, ਉਹੀ ਨੱਡੀ, ਉਹੀ ਵੱਡੀਆਂ ਜਹਾਜ਼, ਉਹੀ ਵੱਡੀਆਂ ਕੋਠੀਆਂ, ਵੱਡੇ ਮਹਿਲ, ਰਿਚਸ, ਔਰ ਤੁਹਾਡੇ ਗਹਿਣੇ ਕੱਪੜੇ, ਤੁਹਾਡੇ ਸ਼ੌਕ ਜਿਹੜੇ ਨੇ, ਉਹ ਇਹ ਸਾਰੀਆਂ ਚੀਜ਼ਾਂ ਦੀ, ਉਹ ਸਾਰੀਆਂ ਚੀਜ਼ਾਂ ਉਸੇ ਵਿੱਚ ਹੀ ਦਿਖਾਈਆਂ ਜਾ ਰਹੀਆਂ ਨੇ। ਸਾਡੇ ਪੰਜਾਬੀ ਗਾਣੇ ਤੁਸੀਂ ਜੇ ਸੁਣੋ, ਉਹਨਾਂ ਵਿੱਚ ਸਾਰੀਆਂ ਚੀਜ਼ਾਂ ਉਹੀ ਸ਼ੌਕ ਜਿਹੜੇ ਨੇ। ਜੱਟਵਾਦ ਦਾ ਜਿਹੜਾ ਬੜਾ ਜ਼ੋਰ ਫੜਿਆ ਹੋਇਆ ਹੈ ਵੀ ਅਸੀਂ ਜੱਟ ਹੁੰਦੇ ਹਾਂ ਤੇ ਜੱਟ ਐਂ ਕਰਦੇ ਨੇ। ਹੁਣ ਜੱਟ ਕਿਉਂਕਿ ਵਿਚਾਰਾ ਫਾਰਮਰ ਸੁਸਾਈਡ ਕਰ ਰਿਹਾ ਹੈ, ਸਮਾਲ ਪੈਜੈਂਟਰੀ ਇਸ ਹਾਲਤ 'ਚ ਪਹੁੰਚ ਚੁੱਕੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਫੀਸ ਨਹੀਂ ਦੇ ਸਕਦੀ, ਬੱਚਿਆਂ ਨੂੰ ਪੜ੍ਹਾ ਨਹੀਂ ਸਕਦੀ ਜੀ। ਸਮਾਲ ਪੈਜੈਂਟਰੀ ਦਾ ਹਾਲ ਇਹ ਹੋ ਗਿਆ ਹੈ, ਲੋਨ ਲੈਣ ਜੋਗੇ ਨਹੀਂ ਰਹੇ, ਲੋਨ ਜਿਹੜਾ ਪਹਿਲਾਂ ਲਿਆ ਸੀ ਮੁੜਿਆ ਨਹੀਂ, ਤੇ ਅਸੀਂ ਇਹ ਗਾਣਿਆਂ ਨੂੰ ਗਾ ਕੇ ਹੀ ਆਪਣੇ ਮਨ ਪਰਚਾਵਾ ਕਰਦੇ ਹਾਂ ਵੀ ਜੱਟ ਐਂ ਹੁੰਦੇ ਨੇ, ਜੱਟ ਉਹ ਹੁੰਦੇ ਨੇ, ਜੱਟ ਇੱਥੇ ਕਰਦੇ ਨੇ, ਜੱਟ ਫਲਾਣਾ ਕਰਦੇ ਨੇ। ਠੀਕ ਹੈਗਾ, ਉਹ ਜੱਟ ਕਰਦੇ ਹੋਣਗੇ। ਇੱਕ ਤਾਂ ਸਾਡਾ ਜਿਹੜਾ ਮਿਰਜ਼ਾ ਨਾ, ਉਹ ਸਾਡੇ ਦਿਮਾਗ 'ਚੋਂ ਨਹੀਂ ਨਿਕਲਦਾ ਹੈਗਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਜਿੰਨੀ ਦੇਰ ਮਿਰਜ਼ਾ ਜਿਹੜਾ ਹੈਗਾ ਇਹ ਪੰਜਾਬੀਆਂ ਦੇ ਦਿਮਾਗ 'ਚੋਂ ਨਹੀਂ ਨਿਕਲਦਾ, ਉਨੀ ਦੇਰ ਪੰਜਾਬੀ ਜਿਹੜੇ ਨੇ ਨਾ ਇਹ ਵਾਇਲੈਂਸ ਨੂੰ ਨਹੀਂ ਛੱਡ ਸਕਦੇ। ਇਹ ਸ਼ਿਵੈਲਰੀ, ਇਹ ਬਹਾਦਰੀ, ਇਹ ਮਿਰਜ਼ਾਪੰਥੀ ਜਿਹੜੀ ਹੈਗੀ ਹੈ ਉਹਨੂੰ ਨਹੀਂ ਛੱਡ ਸਕਦੇ। ਇਹ ਸਾਰਿਆਂ ਵਿੱਚ ਉਹੀ ਗੱਲਾਂ ਨੇ।
ਇਹ ਸਾਰਿਆਂ ਵਿੱਚ ਉਹੀ ਗੱਲਾਂ ਨੇ, ਇਹ ਸਾਰੇ ਗਾਣਿਆਂ ਵਿੱਚ ਵੀ ਉਹੀ ਗੱਲਾਂ ਉੱਪਰ ਕੇ ਆਉਂਦੀਆਂ ਨੇ। ਜੇ ਤੁਸੀਂ ਬੈਕਡ੍ਰੌਪ ਦੇਖੋ, ਉਹਨਾਂ ਦੀ ਆਈਡਲ ਜਿਹੜਾ ਇਮੇਜ ਹੈਗਾ, ਉਹ ਰਾਂਝਾ ਨਹੀਂ ਹੈਗਾ, ਉਹ ਸੱਸੀ ਪੁੰਨੂ ਨਹੀਂ ਹੈਗੇ, ਉਹ ਮਿਰਜ਼ਾ ਹੈਗਾ। ਮਿਰਜ਼ਾ ਜਿਹੜਾ ਹੈਗਾ ਉਹ ਆਪਣੀ ਜਿਹੜੀ ਆਪਣੀ ਮਹਿਬੂਬਾ ਨੂੰ ਕੱਢ ਕੇ ਲਿਆਉਂਦਾ ਹੈ, ਬਰਾਤ ਥੱਲੇ ਬੈਠੀ ਹੈ, ਉੱਪਰਲੀ ਮੰਜ਼ਿਲ ਤੋਂ ਕੱਢ ਕੇ ਲਿਆਉਂਦਾ ਹੈ। ਜੀ, ਇਹ ਬਹਾਦਰੀ ਹੈ ਬੰਦੇ ਦੀ। ਔਰ ਉਹ ਪੀਲੂ ਸ਼ਾਹ ਨੇ ਕਮਾਲ ਕੀਤੀ ਹੋਈ ਹੈ ਵੀ। ਔਰ ਮੈਂ ਸਮਝਦਾ ਵੀ ਮਿਰਜ਼ਾ ਮਰਨਾ ਵੀ ਨਹੀਂ, ਮਰਦਾ ਵੀ ਨਹੀਂ ਮਿਰਜ਼ਾ, ਮਰਦਾ ਵੀ ਨਹੀਂ। ਇੰਟਰਸਟਿੰਗ ਚੀਜ਼ ਇਹ ਹੈਗੀ, 400 ਸਾਲ ਦਾ ਚੱਲ ਰਿਹਾ ਹੈ ਤੇ ਹੋਰ ਪਤਾ ਨਹੀਂ ਕਿੰਨੇ 100 ਸਾਲ ਤੱਕ ਚੱਲੇਗਾ, ਤੇ ਪੰਜਾਬੀ ਇਹਦੇ ਬਿਨਾ ਬਚਦੇ ਵੀ ਨਹੀਂ, ਤੇ ਪੰਜਾਬੀ ਇਹਨੂੰ ਵਰਤੀ ਜਾਣਗੇ, ਤੇ ਪੰਜਾਬੀ ਮਰੀ ਵੀ ਜਾਣਗੇ ਕਿਸੇ ਕਰਕੇ। ਸੀ ਇਹ ਕਲਚਰ ਦੀ ਮੈਂ ਗੱਲ ਕਰ ਰਿਹਾ, ਇਹ ਸਾਡਾ ਕਲਚਰ ਬਣ ਗਿਆ ਕਿਸ ਤਰ੍ਹਾਂ। ਇਹ ਜਿਹੜੀ ਕਲਚਰ ਦੀ ਗੱਲ ਜਿਹੜੀ ਮੈਂ ਕਰ ਰਿਹਾ, ਉਹ ਇਸੇ ਕਰਕੇ ਵੀ ਜਿਹੜਾ ਇਹ ਸਾਡਾ ਕਲਚਰ ਆਫ ਵਾਇਲੈਂਸ ਹੈ ਨਾ, ਕਲਚਰ ਆਫ ਐਥਨਿਕ ਸਾਡੀਆਂ ਰੂਟਸ ਜਿਹੜੀਆਂ ਨੇ, ਸਾਡਾ ਜਿਹੜਾ ਮੂਲ ਸਾਡੇ ਜੱਟਵਾਦ ਜਿਹੜਾ ਹੈਗਾ, ਪੰਜਾਬੀ ਗਾਣਿਆਂ ਵਿੱਚ ਤੁਹਾਨੂੰ ਮਿਲੇਗਾ। ਕਿਤੇ ਚੰਡੀਗੜ੍ਹ ਨਾਲ ਸਾਡਾ ਪਿੰਡ ਚੰਗਾ ਹੈਗਾ, ਸਾਡੇ ਪਿੰਡ ਦੇ ਵਿੱਚ ਆ, ਸਾਡੇ ਪਿੰਡ 'ਚ ਫਲਾਣਾ ਹੈਗਾ, ਸਾਡੇ ਪਿੰਡ 'ਚ ਫਲਾਣੀਆਂ ਗੱਲਾਂ ਹੁੰਦੀਆਂ ਨੇ। ਸਾਡੇ ਬੰਦੇ ਲੋਚਦੇ ਨੇ ਕਿ ਸਾਡੀ ਕੁੜੀ ਜਿਹੜੀ ਹੈਗੀ ਹੈ, ਉਹ ਬਾਹਰੋਂ ਜਿਹੜੀ ਵਿਲਾਇਤ ਪੜ੍ਹਦੀ ਸੀ, ਉਹਨੂੰ ਛੱਡ ਛਡਾ ਕੇ ਵਿਲਾਇਤੋਂ ਆ ਗਈ ਹੈ, ਉਹ ਗੈਪ ਗੁੱਚੀ ਗੈਸ ਕੱਪੜੇ ਨਹੀਂ ਪਾਉਂਦੀ, ਉਹ ਹੁਣ ਸਲਵਾਰ ਕਮੀਜ਼ ਪਾਉਂਦੀ ਹੈ, ਤੇ ਨਾ ਫ੍ਰੈਂਚ ਬੋਲੇ, ਉਹ ਪੰਜਾਬੀ ਸਿੱਖਦੀ ਹੈ, ਉੜਾ ਸਿੱਖ ਰਹੀ ਹੈ। ਇਹ ਸੁਲੱਖਣੀ ਇਹ ਔਰਤ ਜਿਹੜੀ ਹੈਗੀ ਹੈ, ਪੰਜਾਬੀ ਮੁਟਿਆਰ, ਇੱਕ ਨਵੀਂ ਜਿਹੜੀ ਪੰਜਾਬੀ ਮੁਟਿਆਰ ਹੈ, ਅੱਜ ਕੱਲ੍ਹ ਦੀ ਮਾਡਰਨ ਪੰਜਾਬੀ ਮੁਟਿਆਰ ਹੈ, ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਹਦਾ ਆਈਡੀਅਲ ਇਮੇਜ ਪੇਸ਼ ਕਰ ਰਹੇ ਨੇ ਗਾਣੇ ਵੀ। ਉਹ ਜਿਹੜੀਆਂ ਬਾਹਰ ਪਾਉਂਦੀਆਂ ਵੀ ਸੀਗੀਆਂ ਜੀਨਾਂ, ਉਹ ਛੱਡ ਗਈਆਂ ਨੇ ਇੱਥੇ ਆ ਕੇ, ਉਹ ਸਲਵਾਰ ਕਮੀਜ਼ ਤੇ ਆ ਗਈਆਂ ਨੇ, ਔਰ ਪੰਜਾਬੀ ਪੜ੍ਹਨ ਲੱਗੀਆਂ ਨੇ, ਔਰ ਸਤਿ ਸ੍ਰੀ ਅਕਾਲ ਬੁਲਾਉਂਦੀਆਂ ਨੇ, ਹਾਏ ਹੈਲੋ ਨੂੰ ਛੱਡ ਗਈਆਂ ਨੇ। ਤੇ ਔਨ ਦਾ ਅਦਰ ਹੈਂਡ ਸਾਡੇ ਚੰਡੀਗੜ੍ਹ ਦਾ ਜਿਹੜਾ ਕਲਚਰ ਹੈਗਾ, ਉਹ ਬਿਲਕੁਲ ਉਲਟਾ ਹੈ ਕਿ ਜਿਹੜੀ ਕੁੜੀ ਚੰਡੀਗੜ੍ਹ ਪੜ੍ਹ ਰਹੀ ਹੈ, ਇਹਦਾ ਮਤਲਬ ਉਹ ਸਮਥਿੰਗ ਇਜ਼ ਰੋਂਗ ਵਿਦ ਦ ਗਰਲ। ਚੰਡੀਗੜ੍ਹ ਦੀ ਕੁੜੀ ਜਿਹੜੀ ਹੈਗੀ, ਉਹ ਫਲਰਟ ਕਰ ਰਹੀ ਹੋਏਗੀ। ਚੰਡੀਗੜ੍ਹ ਦੀ ਕੁੜੀ ਜਿਹੜੀ ਹੈਗੀ ਹੈ, ਉਹ ਪੈਸੇ ਪਿੱਛੇ ਜਾਂਦੀ ਹੈ। ਚੰਡੀਗੜ੍ਹ ਦੀ ਕੁੜੀ ਜਿਹੜੀ ਹੈਗੀ ਹੈ, ਉਹ ਤੁਹਾਡੀ ਗੱਡੀ ਪਿੱਛੇ ਤੇ ਜਾਂਦੀ ਹੈ, ਉਹਨੂੰ ਬ੍ਰਾਂਡਡ ਕੱਪੜੇ ਚਾਹੀਦੇ ਨੇ, ਉਹਨੂੰ ਬ੍ਰਾਂਡਡ ਚੀਜ਼ਾਂ ਚਾਹੀਦੀਆਂ ਨੇ। ਔਰ ਉਹ ਜਿਹੜੇ ਜੱਟ ਮੁੰਡੇ ਨੇ, ਉੱਥੋਂ ਆਉਂਦੇ ਨੇ, ਇੱਥੇ ਲੁਟਾਉਂਦੇ ਨੇ, ਇੱਥੇ ਉਹਨਾਂ ਨੂੰ ਸ਼ਿਮਲੇ ਦੀਆਂ ਸੈਰਾਂ ਕਰਾਉਂਦੇ ਨੇ, ਕਸੌਲੀ ਟ੍ਰਿਪ ਲੈ ਜਾਂਦੇ ਨੇ, ਉਹਨਾਂ ਨੂੰ ਉਹਨਾਂ ਦੀਆਂ ਇੱਛਾ ਪੂਰੀਆਂ ਕਰਦੇ ਨੇ, ਫਿਰ ਉਹ ਛੱਡ ਦਿੰਦੀਆਂ ਨੇ, ਤੇ ਫਿਰ ਉਹਨਾਂ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਵੀ ਚੰਡੀਗੜ੍ਹ ਦੀ ਕੁੜੀਆਂ ਆਹ ਕਰਦੀਆਂ ਨੇ, ਚੰਡੀਗੜ੍ਹ ਦੀ ਕੁੜੀਆਂ ਫਲਾਣਾ ਕਰਦੀਆਂ ਨੇ, ਚੰਡੀਗੜ੍ਹ ਦੀਆਂ ਟਿਕਾਣਾ ਕਰਦੀਆਂ ਨੇ। ਸੀ ਚੰਡੀਗੜ੍ਹ ਦੀ ਪੈਦਾਇਸ਼ ਜਿਹੜੀ ਹੈਗੀ ਨਾ, ਇਹ ਵੀ ਸਾਡੇ, ਮੈਂ ਸਮਝਦਾ ਵੀ ਸਾਡੇ ਪੰਜਾਬ ਦੇ ਕਲਚਰ ਦੇ ਵਾਸਤੇ ਨਾ ਇੱਕ ਦੁਕਾਨ ਵਾਲੀ ਗੱਲ ਹੀ ਹੈਗੀ ਹੈ ਵੀ। ਉੱਥੇ ਇੱਕ ਇਹੋ ਜਿਹਾ ਕਲਚਰ ਬਣ ਗਿਆ ਹੈ ਅਨਫੋਰਚੂਨੇਟਲੀ, ਕਿ ਜਿਹੜਾ ਕਿ ਵਿਚ ਇਜ਼ ਗੋਇੰਗ ਇਨ ਦਾ ਰੋਂਗ ਡਾਇਰੈਕਸ਼ਨ। ਚੰਡੀਗੜ੍ਹ 'ਚ ਮੈਨੂੰ ਕੋਈ ਚੰਗੀ ਗੱਲ ਤਾਂ ਮੈਨੂੰ ਹੁੰਦੀ ਦਿਖਦੀ ਨਹੀਂ, ਲੇਕਿਨ ਇਹ ਗੱਲ ਜ਼ਰੂਰ ਦਿਖਦੀ ਹੈ। ਟ੍ਰਿਬਿਊਨ ਦਾ ਸਰਵੇ ਮੇਰੇ ਯਾਦ ਹੈਗਾ, ਉਹਨਾਂ ਨੇ 3 ਪਾਰਟ ਦੇ ਵਿੱਚ ਸਰਵੇ ਕੀਤਾ ਸੀਗਾ ਕਿ ਜਿਹੜਾ ਇਹ ਪ੍ਰੀ ਮੈਰਿਟਲ ਜਿਹੜੇ ਰਿਲੇਸ਼ਨਸ਼ਿਪਸ ਨੇ, ਔਰ ਕਿਸ ਕਿਸਮ ਦੀ ਜਿਹੜੀ ਉੱਥੇ ਜਿਹੜੇ ਸੈਕਸ ਰੈਕਟ ਚੱਲਦੇ ਨੇ, ਉਹ ਕਿਵੇਂ ਪੀਜੀ ਉੱਥੇ ਪ੍ਰਮੋਟ ਕਰਦੇ ਨੇ, ਕਿ ਕਿਵੇਂ ਆਫੀਸਰ ਜਿਹੜੇ ਨੇ, ਪੁਲਿਸ ਜਿਹੜੇ ਨੇ, ਲੀਡਰ ਜਿਹੜੇ ਨੇ, ਉਹ ਇਹਨਾਂ ਦਾ ਹਿੱਸਾ ਬਣੇ ਹੋਏ। ਉੱਥੇ ਉਹ ਚੰਡੀਗੜ੍ਹ ਦੇ ਵਿੱਚ ਅਨੋਨਿਮਿਟੀ ਹੈਗੀ। ਚੰਡੀਗੜ੍ਹ ਤੁਸੀਂ ਇੰਪਰਸਨਲ ਹੈਗੇ। ਜੇ ਤੁਸੀਂ ਪਟਿਆਲੇ ਸ਼ਹਿਰ ਦੇ ਵਿੱਚ ਤੁਸੀਂ ਫਿਰ ਰਹੇ ਹੋ, ਅੰਮ੍ਰਿਤਸਰ ਦੇ ਵਿੱਚ ਫਿਰ ਰਹੇ ਹੋ, ਤੇ ਤੁਹਾਨੂੰ ਪਤਾ ਹੈ ਵੀ ਤੁਹਾਡੇ ਆਲੇ ਦੁਆਲੇ ਕੋਈ ਨਾ ਕੋਈ ਤੁਹਾਨੂੰ ਦੇਖ ਲਏਗਾ, ਤੁਹਾਨੂੰ ਤੁਹਾਡੇ ਕੋਈ ਰਿਸ਼ਤੇਦਾਰ, ਕੋਈ ਜਾਣ ਪਛਾਣ ਵਾਲਾ ਕੋਈ ਨਾਲ ਪੜਦਾ ਹੈ। ਤੁਹਾਡਾ ਸ਼ਹਿਰ ਛੋਟਾ ਜਿਹਾ, ਤੁਹਾਡਾ ਸ਼ਹਿਰ ਪੁਰਾਣਾ ਹੈ। ਚੰਡੀਗੜ੍ਹ ਤੇ ਐਵਰੀਬਡੀ ਇਜ਼ ਨਿਊ, ਨੋਬਡੀ ਨੋਜ਼ ਐਨੀਬਡੀ ਐਲਸ। ਗੁਆਂਢੀ ਨੂੰ ਗੁਆਂਢੀ ਦਾ ਨਹੀਂ ਪਤਾ ਹੁੰਦਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਜਿਹੜੀਆਂ ਸਾਡੀਆਂ ਇਹ ਕਲਚਰ ਦੇ ਵਿੱਚ ਆ ਗਈਆਂ ਨੇ, ਸੋ ਇਹ ਸਾਨੂੰ ਇਹ ਸਾਡੇ ਕਲਚਰ ਇਹਨਾਂ ਕਰਕੇ ਬਣ ਗਿਆ। ਤੇ ਮੈਂ ਥੋੜਾ ਜਿਹਾ ਡਿਲੀਬਰੇਟਲੀ ਇਹਨੂੰ ਥੋੜਾ ਜਿਹਾ ਕੋਇਨਸਾਈਜ਼ ਕੀਤਾ ਹੈਗਾ, ਤੇ ਕੁਝ ਗੱਲਾਂ ਮੈਂ ਸਿਰਫ ਟੱਚ ਅਪਨ ਕੀਤੀਆਂ ਨੇ, ਰਾਦਰ ਦੈਨ ਕਿ ਮੈਂ ਉਹਨਾਂ ਦੀ ਗਹਿਰਾਈ ਜਾਵਾਂ। ਤੇ ਮੈਂ ਗੱਲ ਜੇ ਖਤਮ ਕਰਨੀ ਚਾਹਾਂ ਤੇ ਤੁਸੀਂ ਮੈਨੂੰ ਜੇ ਇਜਾਜ਼ਤ ਦਿਓ ਕਿ ਮੈਂ ਇਹ ਖਤਮ ਇੱਥੇ ਕਰਨੀ ਚਾਹਾਂਗਾ ਕਿ ਇਹ ਜ਼ਿੰਮੇਵਾਰੀ ਸਟੇਟ ਦੀ ਹੈਗੀ ਹੈ, ਉਹ ਸਾਡੇ ਪ੍ਰਤੀ ਡਿਫਰੈਂਟ ਹੋ ਕੇ ਨੇ, ਇਸ ਕਰਕੇ ਹੋ ਰਿਹਾ ਹੈ। ਲੋਕਾਂ ਦਾ ਬਾਹਰ ਜਾਣ ਵਾਲਿਆਂ ਦਾ ਕਸੂਰ ਨਹੀਂ ਹੈਗਾ। ਬਾਹਰ ਜਾਣ ਵਾਲਾ ਬੰਦਾ ਜਿਹੜਾ ਹੈਗਾ, ਉਹ ਬੜਾ ਸੈਂਸੀਬਲ ਹੈਗਾ। ਮੈਂ ਜੇ ਆਪਣੇ ਬੱਚੇ ਤੇ ਇਨਵੈਸਟ ਕਰਨੇ ਨੇ, ਜੇ ਇੱਥੇ ਦੇ ਇੰਜੀਨੀਅਰਿੰਗ ਕਾਲਜ ਮੈਂ ਜਾ ਕੇ ਉਹਨੂੰ 40 ਲੱਖ ਰੁਪਇਆ ਫੀਸ ਦੇਣੀ ਹੈ, ਤੇ ਮੈਂ ਕਿਉਂ ਨਹੀਂ ਕਹੂੰਗਾ ਕਿ ਭਾਈ ਇਹ ਜਿਹੜਾ ਪੁਰਾਣਾ ਕਾਲਜ ਹੈਗਾ, ਇਹ ਰੈਕਗਨਾਈਜ਼ ਹੈਗਾ ਕਿ ਨਹੀਂ ਹੈਗਾ, ਉੱਥੇ ਪੜ੍ਹਾਈ ਹੁੰਦੀ ਹੈ ਕਿ ਨਹੀਂ ਹੁੰਦੀ। ਉੱਥੇ ਵੀ ਮੈਂ ਜੇ 35-40 ਲੱਖ ਦੇਣਾ ਤੇ ਮੈਂ ਬੱਚੇ ਨੂੰ ਆਪਣੇ ਬਾਹਰ ਹੀ ਭੇਜ ਦਿਆਂ, ਘੱਟੋ ਘੱਟ ਡਿਗਰੀ ਤਾਂ ਬਾਹਰਲੀ ਲੈ ਕੇ ਆਏਗਾ, ਉੱਥੇ ਮੋੜ ਤੇ ਟੱਪਾ ਤਾਂ ਬਾਹਰ ਲੱਗੇਗਾ। ਉੱਥੇ ਜੇ ਨਾ ਸੈਟਲ ਹੋਇਆ ਤਾਂ ਘੱਟੋ ਘੱਟ ਇੱਥੇ ਕਿਤੇ ਨਾ ਕਿਤੇ ਫਿੱਟ ਹੋ ਜਾਏਗਾ, ਉਹਦਾ ਸਟੇਟਸ ਤਾਂ ਘੱਟੋ ਘੱਟ ਬਣੇਗਾ ਕਿ ਜੋ ਬਾਹਰਲਾ ਪੜ੍ਹਿਆ ਹੈ, ਇੱਥੇ ਆ ਕੇ ਕਿਤੇ ਨਾ ਕਿਤੇ ਨੌਕਰੀ ਮਿਲ ਜਾਏਗੀ। ਉਹ ਲੋਕ ਬੜੇ ਸਿਆਣੇ ਨੇ ਇਸ ਕਰਕੇ। ਇਸੇ ਕਰਕੇ ਤੁਹਾਨੂੰ ਮੈਂ ਕਿਹਾ ਨਾ ਵੀ ਉਹ ਸਕੂਲ 'ਚ ਹੀ ਹੁਣ ਦਾਖਲ ਕਰਾ ਰਹੇ ਨੇ, ਜਿਹੜੇ ਸਿਆਣੇ ਗਾਂਹ ਵਧੂ ਲੋਕ ਨੇ, ਉਹ ਬੱਚਿਆਂ ਨੂੰ ਆਪਣੇ ਸਕੂਲਾਂ 'ਚ ਹੀ ਦਾਖਲ ਕਰਾ ਰਹੇ ਨੇ। ਪੰਜਾਬ ਦੇ ਸਕੂਲ ਤਾਂ ਹੌਲੀ ਹੌਲੀ ਬੰਦ ਹੋ ਜਾਣਗੇ। ਮੈਂ ਇਹਦੇ ਵਿੱਚ ਨਾ ਸਿਰਫ ਤੁਹਾਨੂੰ ਇੱਕ ਕੋਟ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ, ਜਿਹੜੀ ਮੈਕਸ ਵੈਬਰ ਨੇ
ਦੱਸੀ ਹੈਗੀ ਕਿ ਇੱਕ ਜਿਹੜੇ ਉਹਦਾ ਇੱਕ ਐਸੇ ਹੈਗਾ, ਪੋਲਿਟਿਕਸ ਐਜ਼ ਵੋਕੇਸ਼ਨ। ਮੈਕਸ ਵੇਬਰ ਜਿਹੜਾ ਹੈਗਾ ਉਹ ਮਾਡਰਨ ਸੋਸ਼ੀਓਲੋਜੀ ਦਾ ਫਾਦਰ ਮੰਨਿਆ ਜਾਂਦਾ ਹੈ। ਉਹਨੇ ਇੱਕ ਐਸੇ ਲਿਖਿਆ, ਪੋਲਿਟਿਕਸ ਐਜ਼ ਵੋਕੇਸ਼ਨ। ਉਹਨੇ ਬਿਊਰੋਕ੍ਰੇਸੀ ਤੇ ਵੀ ਲਿਖਿਆ ਹੈ ਲੇਖ। ਹੁਣ ਉਹ ਬੰਦਾ ਕੀ ਲਿਖ ਰਿਹਾ ਹੈ ਕਿ ਪੋਲਿਟਿਕਸ ਜਿਹੜੇ ਨੇ ਕਿਹੋ ਜਿਹੇ ਬੰਦੇ ਆਉਣੇ ਚਾਹੀਦੇ ਨੇ। ਮੈਂ ਇਹਦਾ ਅੰਗਰੇਜ਼ੀ ਚੋਂ ਤਰਜਮਾ ਕੀਤਾ ਹੈਗਾ, ਜਿਹੜਾ ਕਿ ਮੈਂ ਪੰਜਾਬੀ ਟ੍ਰਿਬਿਊਨ 'ਚ ਕਿਤੇ ਛਾਪਿਆ ਵੀ ਸੀਗਾ। ਉਹ ਮੈਂ ਤੁਹਾਨੂੰ ਤਰਜਮਾ ਸ਼ਾਇਦ ਜ਼ਿਆਦਾ ਅੱਛਾ ਨਾ ਹੋਵੇ, ਲੇਕਿਨ ਮੈਂ ਇਹਨੂੰ ਲਿਟਰਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਲੋਕ ਨੂੰ ਸਮਝ ਸਕਣ। ਮੈਕਸ ਵੇਬਰ ਕਹਿੰਦਾ ਹੈ ਕਿ ਉਹ ਸ਼ਖਸ ਜਿਸ ਨੂੰ ਇਤਿਹਾਸ ਦੇ ਚੱਕੇ ਤੇ ਆਪਣਾ ਹੱਥ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਔਨ ਦ ਵੀਲ ਆਫ ਹਿਸਟਰੀ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਕਿਹਾ ਜਾ ਸਕਦਾ ਹੈਗਾ ਕਿ ਇੱਕ ਪੋਲੀਟੀਸ਼ੀਅਨ ਵਿੱਚ 3 ਪ੍ਰਧਾਨ ਖੂਬੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਇੱਕ ਪੋਲੀਟੀਸ਼ੀਅਨ ਵਿੱਚ 3 ਪ੍ਰਧਾਨ ਖੂਬੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਉਹ ਕਿਹੜੀਆਂ ਨੇ? ਗਰਮਜੋਸ਼ੀ, ਪੈਸ਼ਨ, ਜ਼ਿੰਮੇਵਾਰੀ, ਰਿਸਪੌਂਸਿਬਿਲਿਟੀ ਦੀ ਭਾਵਨਾ, ਅਤੇ ਬੈਲੈਂਸ, ਸੰਤੁਲਨ ਦੀ ਸੂਝੀ। ਉਹ ਕਹਿ ਰਹੇ ਵੀ ਇਹ 3 ਜਿਹੜੇ ਲੱਛਣ ਨੇ ਇਹ ਇੱਕ ਪੋਲੀਟੀਸ਼ੀਅਨ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ। ਮੈਨੂੰ ਹੈਰਾਨੀ ਹੁੰਦੀ ਵੀ ਸਾਡੇ ਕਿਹੜੇ ਲੀਡਰ ਨੇ ਜਿਨ੍ਹਾਂ ਵਿੱਚ ਇਹ ਗੁਣ ਹੈਗੇ ਨੇ, ਕਿਸੇ 'ਚ ਹੈਗਾ ਇਹ ਜਾਂ? ਯਕੀਨਨ ਗਰਮਜੋਸ਼ੀ ਕਿੰਨੀ ਵੀ ਖਰੀ ਜਾਂ ਪੱਕੀ ਕਿਉਂ ਨਾ ਹੋਵੇ, ਇਹ ਆਪਣੇ ਆਪ ਵਿੱਚ ਕਾਫੀ ਨਹੀਂ। ਇਹ ਪੋਲੀਟੀਸ਼ੀਅਨ ਨੂੰ ਬਣਾ ਨਹੀਂ ਸਕਦੀ ਜਿੰਨੀ ਦੇਰ ਤੱਕ ਇਹ ਗਰਮਜੋਸ਼ੀ ਕਿਸੇ ਠੋਸ ਕਾਰਨ, ਕਾਰਨ ਦਾ ਮਤਲਬ ਕੌਜ਼, ਕਿਸੇ ਠੋਸ ਕਾਰਨ ਨੂੰ ਸਮਰਪਿਤ ਨਾ ਹੋਵੇ ਅਤੇ ਉਸ ਕਾਰਨ ਪ੍ਰਤੀ ਜ਼ਿੰਮੇਵਾਰੀ ਜਾਂ ਪ੍ਰਤੀਬੱਧਤਾ, ਕਮਿਟਮੈਂਟ ਉਸ ਦੇ ਕਾਰਜ ਕਰਨ ਦੀ ਸੇਧ ਨਹੀਂ ਬਣਦੀ। ਅਤੇ ਇਸ ਦੇ ਲਈ ਇੱਕ ਸੰਤੁਲਨ ਦੀ ਸੋਝੀ ਹੋਣਾ ਲਾਜ਼ਮੀ। ਇਹ ਪੋਲੀਟੀਸ਼ੀਅਨ ਲਈ ਇੱਕ ਨਿਰਣਾਇਕ ਮਨੋਵਿਗਿਆਨਿਕ ਗੁਣ ਹੈ। ਵੇਬਰ ਇਜ਼ ਸੇਇੰਗ ਦਿਸ, ਮੈਂ ਨਹੀਂ ਕਹਿ ਰਿਹਾ, ਮੈਕਸ ਵੇਬਰ ਕਹਿ ਰਿਹਾ। ਇਹ ਇੱਕ ਨਿਰਣਾਇਕ ਮਨੋਵਿਗਿਆਨਿਕ ਗੁਣ ਹੈ। ਦੁਨੀਆਦਾਰੀ ਦੇ ਕੰਮਾਂ ਨੂੰ ਅੰਦਰੂਨੀ ਇਕਾਗਰਤਾ ਅਤੇ ਸ਼ਾਂਤ ਸੁਭਾਅ ਨਾਲ ਨਜਿੱਠਣਾ ਉਹਦੀ ਕਾਬਲੀਅਤ ਹੈ। ਲਿਹਾਜ਼ਾ ਉਸਦੀ ਵਸਤਾਂ ਜਾਂ ਚੀਜ਼ਾਂ ਅਤੇ ਬੰਦਿਆਂ ਤੋਂ ਦੂਰੀ, ਕੰਜ਼ਿਊਮਰਿਜ਼ਮ ਤੋਂ ਉਹਨੂੰ ਪਰੇ ਰਹਿਣਾ ਚਾਹੀਦਾ ਹੈ। ਉਸਦੀ ਵਸਤਾਂ ਜਾਂ ਚੀਜ਼ਾਂ ਅਤੇ ਬੰਦਿਆਂ ਤੋਂ ਦੂਰੀ। ਮੈਨੂੰ ਤੇ ਗੁਰਮੁਖ ਸਿੰਘ ਮੁਸਾਫਰ ਯਾਦ ਆਉਂਦੇ ਨੇ, ਜਿਹੜੇ ਸਾਡੇ ਪਹਿਲੇ ਆਜ਼ਾਦ, ਜਿਹੜਾ ਸਾਡਾ ਪੰਜਾਬ, ਨਵਾਂ ਪੰਜਾਬ ਬਣਿਆ, ਉਹਦੇ ਪਹਿਲੇ ਮੁੱਖ ਮੰਤਰੀ ਸੀ। ਉਹਨਾਂ ਨੂੰ ਕਿਹਾ, ਸੈਕਟਰੀ ਨੇ ਆ ਕੇ ਕਹਿੰਦੀ, ਸਰਦਾਰ ਜੀ ਸਰਕਾਰ ਆਪਣੀ, ਮੰਤਰੀ ਜੀ ਸਰਕਾਰ ਆਪਣੀ ਗਿਰ ਗਈ ਹੈ, ਆਪਣਾ ਸਮਾਨ ਚੱਕੀਏ। ਕਹਿੰਦੇ ਚੱਕ ਲਓ। ਉਹਨਾਂ ਨੇ ਪਰਨੇ, ਕਹਿੰਦੇ ਆਪਣਾ ਕਿਲੇ ਤੇ ਪਰਨਾ ਟੰਗਿਆ ਸੀ, ਪਰਨਾ ਲਾਇਆ, ਮੋਢੇ ਤੇ ਪਾਇਆ, ਕਹਿੰਦੇ ਚਲੋ ਚੱਕ ਲਿਆ ਸਮਾਨ। ਇਹ ਕੀ ਲਿਖ ਰਿਹਾ ਹੈ? ਲਿਹਾਜ਼ਾ ਉਸਦੀ ਵਸਤਾਂ ਜਾਂ ਚੀਜ਼ਾਂ ਅਤੇ ਬੰਦਿਆਂ ਤੋਂ ਦੂਰੀ। ਇਸ ਦੂਰੀ ਜਾਂ ਫਾਸਲੇ ਦੀ ਘਾਟ ਆਪਣੇ ਆਪ ਵਿੱਚ ਹਰ ਇੱਕ ਪੋਲੀਟੀਸ਼ੀਅਨ ਲਈ ਇੱਕ ਖਤਰਨਾਕ ਅਪਰਾਧ ਹੈ। ਮੈਂ ਇਸ ਕੋਟ ਦੇ ਨਾਲ ਇਹ ਲੈਕਚਰ ਤੁਹਾਡਾ ਜਿਹੜਾ ਹੈਗਾ ਇਹਦੀ ਸਮਾਪਤੀ ਕਰਨਾ ਚਾਹਾਂਗਾ। ਇੱਥੇ ਬੋਲਿਆ ਬਹੁਤ ਕੁਝ ਆ ਸਕਦਾ ਹੈਗਾ, ਇਹ ਮਸਲਾ ਹੀ ਇਹੋ ਜਿਹਾ ਹੈਗਾ, ਤੇ ਤੁਹਾਨੂੰ ਭਾਵੁਕ ਵੀ ਕਰ ਦਿੰਦਾ ਹੈਗਾ, ਬੋਲਣ ਵਾਲੇ ਨੂੰ ਵੀ ਭਾਵੁਕ ਕਰ ਦਿੰਦਾ ਹੈਗਾ। ਸੁਣਨ ਵਾਲੇ ਸ਼ਾਇਦ ਜ਼ਿਆਦਾ ਬੋਰ ਹੋ ਗਏ ਹੋਣਗੇ, ਲੇਕਿਨ ਮੇਰੀ ਤਾਂ ਹਾਲੇ ਇੱਛਾ ਹੈਗੀ ਵੀ ਮੈਂ ਹੋਰ ਬੋਲਾਂ। ਲੇਕਿਨ ਤੁਹਾਡਾ ਖਿਆਲ ਰੱਖਦੇ ਹੋਏ ਮੈਂ ਸਮਝਦਾ ਵੀ ਇਸ ਕੋਟ ਦੇ ਨਾਲ ਕਿ ਰਾਜਨੀਤਿਕ ਸਾਡੇ ਮਾਹਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਇਹਦੇ ਨਾਲ ਮੈਂ ਇਹ ਲੈਕਚਰ ਵਾਈਂਡ ਅਪ ਕਰਦਾ ਹੈਗਾ। ਸਰ, ਸਾਡੇ ਸੁਣਨੇ ਵਾਲਿਆਂ ਦਾ ਹਜੇ ਜੀ ਨਹੀਂ ਭਰਿਆ, ਤੇ ਸਾਨੂੰ ਲੱਗਦਾ ਕਿ ਤੁਸੀਂ ਜੇ ਚਾਹੁੰਦੇ ਹੋ ਤੇ ਇਹਨੂੰ ਕੰਟੀਨਿਊ ਕਰਨਾ, ਤੇ ਤੁਸੀਂ ਇਹਨੂੰ ਕੰਟੀਨਿਊ ਕਰੋ ਸਰ, ਲੈਕਚਰ ਨੂੰ। ਸਰ ਜੇ ਤੁਹਾਨੂੰ ਨਹੀਂ, ਉਹ ਫਿਰ ਕਿਸੇ ਵੇਲੇ ਸਹੀ, ਮਤਲਬ ਕਾਫੀ ਸਮਾਂ ਠੀਕ, 1.5 ਘੰਟੇ ਦੇ ਕਰੀਬ ਸ਼ਾਇਦ ਹੋ ਗਿਆ ਹੋਣਾ ਮੈਨੂੰ ਲੱਗਦਾ। ਹਾਂਜੀ ਸਰ, ਟਾਈਮ ਦੀ ਹਲੇ ਹੋਰ ਤੁਸੀਂ ਲੈ ਸਕਦੇ ਹੋ ਟਾਈਮ, ਜੇ ਤੁਹਾਡਾ ਤੁਸੀਂ ਬੋਲ ਸਕਦੇ ਹੋ। ਤੇ ਸਾਡਾ ਵੀ, ਸਾਨੂੰ ਬਿਲਕੁਲ, ਅਸੀਂ ਵੀ ਵਿੱਚ ਖੋਏ ਹੋਏ ਹਾਂ ਅਸੀਂ ਤੁਹਾਡੀਆਂ ਗੱਲਾਂ ਦੇ ਵਿੱਚ ਸਰ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਹੋਰ ਇਸ਼ੂ ਰਹਿ ਗਏ ਨੇ, ਤੁਸੀਂ ਉਹਨਾਂ ਨੂੰ ਛੋੜਨਾ ਚਾਹੁੰਦੇ ਹੋ, ਤੇ ਤੁਸੀਂ ਪਲੀਜ਼ ਕੰਟੀਨਿਊ ਕਰੋ ਸਰ। ਮੇਰੇ ਖਿਆਲ ਜੇ ਸ਼ਾਇਦ ਜੇ ਤੁਹਾਡੇ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਆ ਰਹੀ ਹੈ ਜਿਹੜੀ ਤੁਹਾਨੂੰ ਲੱਗ ਰਿਹਾ ਹੋਵੇ ਮੈਨੂੰ ਦੱਸ ਦੇਣੀ ਚਾਹੀਦੀ ਹੈ, ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ। ਦੈਟ ਵਿਲ ਬੀ ਬੈਟਰ। ਇੱਕ ਉਹ ਸਵਾਲ ਸ਼ਾਇਦ ਹਲੇ ਤੱਕ ਨਹੀਂ, ਮੈਨੂੰ ਲੱਗਦਾ ਕਿ ਨਹੀਂ, ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਰੈਟਰਿਕ ਹੈ ਕਿ ਇੱਕ ਮੈਜੋਰੀਟੇਰੀਅਨ, ਜੋ ਅਸੀਂ ਹਿੰਦੁਸਤਾਨ ਨੂੰ ਜਿਵੇਂ ਦੇਖਦੇ ਹਾਂ
ਕੀ ਪੰਜਾਬ ਨੂੰ ਵੀ ਉਸ ਨਜ਼ਰੀਏ ਨਾਲ ਦੇਖਿਆ ਜਾ ਸਕਦਾ, ਜਿਵੇਂ ਜੇ ਆਪਾਂ ਕਹੀਏ ਕਿ ਧਰਮ ਦੇ ਜਾਂ ਸਿੱਖੀਜ਼ਮ ਦੇ ਨਾਲ, ਕਿ ਕਿਵੇਂ ਪੰਜਾਬ ਦੇ ਵਿੱਚ ਇੱਕ ਹੈ ਕੋਈ ਕਿਤੇ ਨਾ ਕਿਤੇ ਇੱਦਾਂ ਦੀ ਚੀਜ਼ ਵੀ, ਕਿ ਜਿਵੇਂ ਅਸੀਂ ਹਿੰਦੂਤਵ ਨੂੰ ਦੇਖਦੇ ਹਾਂ ਇੰਡੀਆ ਦੇ ਉੱਤੇ, ਤੇ ਪੰਜਾਬ ਦੇ ਵਿੱਚ ਵੀ ਇੱਦਾਂ ਦੀ ਕੁਛ ਹੈ ਕੋਈ ਇੱਦਾਂ ਦੀ ਚੀਜ਼, ਕਿ ਨਹੀਂ ਆਪਾਂ ਨੂੰ ਨਹੀਂ ਇੱਦਾਂ ਦੇਖਣਾ ਚਾਹੀਦਾ? ਨਹੀਂ ਹਿੰਦੁਸਤਾਨ ਦੇ ਜਿਹੜੇ ਕੰਟੈਕਸਟ ਹੈਗਾ ਉਹਦੇ ਵਿੱਚ ਸਾਨੂੰ ਇਸ ਵੇਲੇ ਦਿਖ ਰਿਹਾ ਹੈ ਜਿਹੜੇ 6-7 ਸਾਲਾਂ 'ਚ ਹੋ ਰਿਹਾ ਹੈ, ਉਹ ਸਾਨੂੰ ਬਿਲਕੁਲ ਸ਼ਰੀਨ ਦਿਖ ਰਿਹਾ ਹੈ ਕਿ ਉਹ ਸਰਕਾਰ ਕੀ ਕਰ ਰਹੀ ਹੈ, ਬੀਜੇਪੀ ਪਾਰਟੀ ਜਿਹੜੀ ਹੈਗੀ ਹੈ ਰੂਲਿੰਗ ਪਾਰਟੀ ਕੀ ਕਰ ਰਹੀ ਹੈ, ਉਹ ਕਿੱਧਰ ਨੂੰ ਜਾ ਰਹੀ ਹੈ, ਕਿੱਧਰ ਕਿਉਂ ਜਾ ਰਹੀ ਹੈ, ਉਹ ਸਾਨੂੰ ਦਿਖ ਰਿਹਾ ਹੈ। ਲੇਕਿਨ ਉਸ ਕਿਸਮ ਦੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਸ ਵੇਲੇ ਤੇ ਮੈਨੂੰ ਕੋਈ ਸੰਭਾਵਨਾ ਕਿਸੇ ਕਿਸਮ ਦੀ ਨਹੀਂ ਦਿਖਦੀ, ਕਿਉਂਕਿ ਜਿਹੜੇ ਸਾਡੇ ਮਤਲਬ ਜੇ ਥੋੜਾ ਮੁੜ ਕੇ ਦੇਖੀਏ ਤੇ ਲੋਕ ਜਿਹੜੇ ਮਿਲੀਟੈਂਸੀ ਦੇ ਦੌਰ ਨੂੰ ਇਹ ਕਹਿ ਸਕਦੇ ਨੇ ਕਿ ਜੀ ਉਦੋਂ ਸਿੱਖਵਾਦ ਜਿਹੜਾ ਹੈਗਾ ਉਹ ਜ਼ਿਆਦਾ ਹੋ ਗਿਆ ਸੀ। ਖਾਲਿਸਤਾਨ ਦੀ ਜਦੋਂ ਗੱਲ ਕਰਦੇ ਸੀ, ਬੇਸ਼ੱਕ ਖਾਲਿਸਤਾਨ ਜਿਹੜਾ ਹੈਗਾ ਉਹ ਖਾਲਸਿਆਂ ਵਾਸਤੇ ਹੀ ਹੋਏਗਾ, ਉਹ ਸਿੱਖਾਂ ਵਾਸਤੇ ਹੀ ਹੋਏਗਾ। ਹੁਣ ਉਹ ਗੱਲ ਮੈਂ ਸਮਝਦਾ, ਜਿੰਨਾ ਕਿ ਮੈਂ ਉਸ ਗੱਲ ਨੂੰ ਸਮਝਿਆ ਹੈਗਾ, ਉਸ ਪ੍ਰੋਬਲਮ ਨੂੰ, ਉਹ ਜਿਹੜੇ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪੁੱਛਿਆ ਉਹਨਾਂ ਨੇ ਕਲੀਅਰਲੀ ਵੀ ਤੁਸੀਂ ਖਾਲਿਸਤਾਨ ਚਾਹੀਦਾ, ਉਹ ਕਹਿੰਦਾ ਅਸੀਂ ਕਦੇ ਮੰਗਿਆ ਹੀ ਨਹੀਂ, ਅਸੀਂ ਤਾਂ ਕਦੇ ਨਹੀਂ ਮੰਗਿਆ ਹੈਗਾ, ਜੇ ਸਾਨੂੰ ਦੇ ਦੇਣਗੇ ਸਾਨੂੰ ਇਤਰਾਜ਼ ਕੋਈ ਨਹੀਂ। ਨੋ ਮਤਲਬ ਜਦੋਂ ਮੈਂ ਗੱਲ ਕਰ ਰਿਹਾ ਵੀ ਜਿਹੜੇ ਬੰਦੇ ਜਿਨ੍ਹਾਂ ਦੇ ਮੂੰਹ 'ਚ ਪਾਉਂਦੇ ਰਹੇ ਆ ਇਹ ਗੱਲ ਕਿ ਜੀ ਉਹ ਮੰਗ ਰਹੇ ਨੇ, ਤੁਸੀਂ ਮਤਲਬ ਖਾਲਿਸਤਾਨ, ਖਾਲਸਾ ਰਾਜ, ਬਹੁਤ ਫਰਕ ਹੈ ਦੋਨਾਂ ਦੇ ਵਿੱਚ। ਫਿਰ ਖਾਲਿਸਤਾਨ ਤੇ ਸਿੱਖਾਂ ਦੇ ਵਿੱਚ ਬਹੁਤ ਫਰਕ ਹੈ। ਅਸੀਂ ਇਹ ਕਹਿੰਦੇ ਵੀ ਖਾਲਿਸਤਾਨ ਬਣੇਗਾ, ਜੇ ਖਾਲਿਸਤਾਨ ਤੇ ਫਿਰ ਖਾਲਸਿਆਂ ਦਾ ਹੋਏਗਾ ਨਾ, ਤੇ ਜਿਹੜੇ ਸਿੱਖ ਜਿਹੜੇ ਖਾਲਸੇ ਨਹੀਂ ਹੈਗੇ ਉਹਨਾਂ ਦਾ ਕੀ ਬਣੇਗਾ? ਉਹ ਵੀ ਤਾਂ ਉਹ ਹੈ, they are as bad as any other religion, community is. ਸੋ ਇਹ ਮਸਲਾ ਜਿਹੜਾ ਹੈ ਨਾ, ਇਹ ਉਹ ਮਸਲਾ ਵੀ ਪੋਲੀਟੀਕਲ ਜ਼ਿਆਦਾ ਬਣਾਇਆ ਗਿਆ ਹੈ। ਉਹ 'ਚੋਂ ਲੋਕਾਂ ਨੇ ਆਪਣੀ ਕਾਰਵਾਈ ਪਾਈ ਹੈ, ਲੋਕਾਂ ਨੇ ਆਪਣੀ ਕੁਰਸੀਆਂ ਪੱਕੀਆਂ ਕੀਤੀਆਂ ਨੇ, ਲੋਕਾਂ ਨੇ ਆਪਣਾ ਪ੍ਰਮੋਸ਼ਨਾਂ ਲਈਆਂ ਨੇ, ਤਰੱਕੀਆਂ ਲਈਆਂ ਨੇ, ਪੈਸੇ ਬਣਾਏ ਨੇ ਲੋਕਾਂ ਨੇ। ਉਹਨੂੰ ਇੱਕ ਜੁਗਾੜ ਦੇ ਤੌਰ 'ਤੇ ਲੋਕਾਂ ਨੇ ਵਰਤਿਆ ਗਿਆ ਹੈ, ਔਰ ਲੋਕਾਂ ਦੇ ਉਹਦੇ ਮੂੰਹ ਵਿੱਚ ਪਾ ਕੇ, ਉਹਨਾਂ ਦੇ ਮੂੰਹ ਹੀ ਪਾ ਕੇ ਕਿ ਜੀ ਤੁਸੀਂ ਆਹ ਮੰਗਦੇ, ਤੁਸੀਂ ਆਹ ਮੰਗਦੇ, ਤੁਸੀਂ ਆਹ ਲੈਣਾ। ਤਾਂ ਮੈਂ ਸਮਝਦਾ ਵੀ ਜਿਹੜਾ ਉਹ ਟਾਈਮ ਵੀ ਸੀਗਾ ਨਾ, ਕਿਉਂਕਿ ਮੈਂ ਥੋੜ੍ਹਾ ਜਿਹਾ ਸਟੱਡੀ ਕੀਤਾ ਸੀਗਾ ਉਦੋਂ, ਖਾੜਕੂਆਂ ਦੀ ਲਿਖਤਾਂ ਵਗੈਰਾ ਮੈਂ ਦੇਖਦਾ ਰਿਹਾ। ਮੇਰੀ ਆਪਣੀ ਇੱਕ ਕਿਤਾਬ ਹੈਗੀ ਹੈ ਵਾਇਲੈਂਸ ਐਜ਼ ਪੋਲੀਟੀਕਲ ਡਿਸਕੋਰਸ, ਸਿੱਖ ਮਿਲੀਟੈਂਸੀ ਕਨਫਰੰਟ ਦ ਇੰਡੀਅਨ ਸਟੇਟ, ਉਸੇ ਦੀ ਕਿਤਾਬ ਹੈਗੀ ਹੈ। ਤੇ ਉਹਦੇ ਦੌਰਾਨ ਮੈਂ ਦੇਖਿਆ ਖਾੜਕੂਆਂ ਦੀ ਜਿਹੜੀਆਂ ਬਿਆਨ ਆਉਂਦੇ ਸੀਗੇ, ਉਹਨਾਂ ਦੀ ਲਿਖਤਾਂ ਜਿਹੜੀਆਂ ਸੀਗੀਆਂ, ਉਹਦੇ ਵਿੱਚ ਤੁਹਾਨੂੰ ਉਹ ਖਾਲਸਾ ਰਾਜ ਦੀ ਤੁਹਾਨੂੰ ਝਲਕ ਮਿਲਦੀ ਹੈ ਕਿ ਜੋ ਉਹ ਇਹੋ ਜਿਹਾ ਰਾਜ ਬਣਾਉਣਾ ਚਾਹੁੰਦੇ ਨੇ ਜਿੱਥੇ ਗਰੀਬੀ ਨਹੀਂ ਹੋਏਗੀ, ਜਿੱਥੇ ਲੁੱਟ ਖਸੁੱਟ ਨਹੀਂ ਹੋਏਗੀ, ਜਿੱਥੇ ਆਪੋ ਧਾਪੀ ਨਹੀਂ ਹੋਏਗੀ, ਜਿੱਥੇ ਧਰਮ ਦਾ ਜਿਹੜਾ ਹੈਗਾ ਉਹ ਪ੍ਰਚਾਰ ਹੋਏਗਾ, ਪ੍ਰਸਾਰ ਹੋਏਗਾ, ਉੱਥੇ ਕਿਸੇ ਕਿਸਮ ਦੀ ਐਕਸਪਲੋਇਟੇਸ਼ਨ ਨਹੀਂ ਹੋਏਗੀ। ਉਹ ਉਸ ਕਿਸਮ ਦੀ ਰਾਜ ਦੀ ਕਲਪਨਾ ਕਰ ਰਹੇ ਨੇ। ਉਹ ਕੌਣ ਕਿੰਨਾ ਜੈਨੂਅਨਲੀ ਕਰ ਰਿਹਾ ਸੀ, ਕੌਣ ਇਨਜੈਨੂਅਨਲੀ ਕਰ ਰਿਹਾ ਸੀ, ਉਹ ਗੱਲ ਵੱਖਰੀ ਹੈ। ਉਹ ਤਾਂ ਤੁਸੀਂ ਲੈਨਿਨ ਨੂੰ ਵੀ ਹੁਣ ਐਟਰੀਬਿਊਟ ਕਰ ਸਕਦੇ ਹੋ ਕਿ ਲੈਨਿਨ ਗਲਤ ਸੀਗਾ ਬਹੁਤ ਸਾਰੀਆਂ ਗੱਲਾਂ, ਇਹ ਲੈਨਿਨ ਨੂੰ ਕਹਿ ਸਕਦੇ ਹੋ। ਤੇ ਲੋਕ ਜਾਂਦੇ ਵੀ ਨੇ, ਲੋਕਾਂ ਨੇ ਚਾਰਜ ਵੀ ਲਾਏ ਨੇ ਲੈਨਿਨ ਤੇ ਕਿ ਤੁਸੀਂ ਐ ਨਹੀਂ ਕੀਤਾ, ਫਲਾਣਾ ਨਹੀਂ ਕੀਤਾ, ਠਿਕਾਣਾ ਨਹੀਂ ਕੀਤਾ। ਲੇਕਿਨ ਗੱਲ ਇਹ ਹੈ ਕਿ ਵੀ ਉਹਦੇ ਵਿੱਚ ਕੁਝ ਪ੍ਰੋਬਲਮਸ ਹੋ ਸਕਦੀਆਂ ਨੇ, ਲੇਕਿਨ ਗੱਲ ਇਹ ਹੈ ਕਿ ਵੀ ਇਹ ਮੰਗ ਕੌਣ ਰਿਹਾ ਸੀ, ਖਾਲਿਸਤਾਨ ਕੌਣ ਮੰਗ ਰਿਹਾ ਸੀ, ਤੇ ਉਹ ਖਾਲਿਸਤਾਨ ਕਿਹੋ ਜਿਹਾ ਸੀ? ਜਿਹੜੀ ਖਾਲਿਸਤਾਨ ਦੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਖਾਲਿਸਤਾਨ ਸਿੱਖ ਮੰਗ ਰਹੇ ਨੇ, ਉਹ ਕਿਹੜੇ ਸਿੱਖ ਨੇ ਜਿਹੜੇ ਉਹ ਖਾਲਿਸਤਾਨ ਮੰਗ ਰਹੇ ਸੀਗੇ? ਪਰ ਉਹ ਖਾਲਿਸਤਾਨ ਦੀ ਰੂਪਰੇਖਾ ਕੀ ਹੋਏਗੀ, ਕਿਸੇ ਨੂੰ ਕੋਈ ਮਤਲਬ ਨਹੀਂ ਲੈਣੇ ਦੇਈ, ਨਾ ਕਿਸੇ ਨੇ ਉਦੋਂ ਉਹਨਾਂ ਨੂੰ ਪੁੱਛਿਆ, ਨਾ ਕਿਸੇ ਨੇ ਇਸ ਨੂੰ ਲੋਕਾਂ ਨੇ ਕੈਸ਼ ਕੀਤਾ। ਇਹਦੇ ਵਿੱਚੋਂ ਲੋਕਾਂ ਨੇ ਆਪਣੀ ਪੋਲਿਟਿਕਸ ਕੱਢੀ ਹੈ, ਉਹਨਾਂ ਨੇ ਇਹਦੇ ਵਿੱਚੋਂ ਆਪਣੀ ਰਾਜਨੀਤੀ ਬਣਾਈ ਹੈ। ਇਹ ਇਸੇ ਕਰਕੇ ਮੈਂ ਸਮਝਦਾ ਵੀ ਉਹ ਜਿਹੜੀ ਮਸਲਾ ਹੈ ਨਾ, ਉਹ ਵੀ ਡਿਸਟੋਰਟ ਜ਼ਿਆਦਾ ਕੀਤਾ ਹੈ ਰਾਦਰ ਦੈਨ ਕਿ ਉਹਦੀ ਸਹੀ ਸਪਿਰਿਟ ਨੂੰ ਸਮਝਣਾ। ਹਰ ਇੱਕ ਮੂਵਮੈਂਟ ਦੇ ਵਿੱਚ ਅਸਰ ਹੁੰਦਾ ਹੈ। ਅਸੀਂ ਦੇਖ ਰਹੇ ਹਾਂ ਜਿਹੜੀ ਕਿਸਾਨਾਂ ਦੀ ਮੂਵਮੈਂਟ ਇਸ ਵੇਲੇ ਚੱਲ ਰਹੀ ਹੈ, ਤੁਸੀਂ ਕੀ ਨਹੀਂ ਉਹਨਾਂ ਦੇ ਲਾਛਨ ਲਾ ਰਹੇ ਵੀ ਕੀ ਨੇ, ਉਹ ਕੀ ਕਰ ਰਹੇ ਨੇ ਵਿਚਾਰੇ ਉੱਥੇ ਜਿਹੜੇ ਬੈਠੇ ਨੇ ਕਿਸਾਨ, ਉਹ ਕਿੰਨੇ ਕੁ ਉਹਨਾਂ 'ਚੋਂ ਖਾੜਕੂ ਨੇ, ਕਿੰਨੇ 'ਚ ਉਹਨਾਂ 'ਚੋਂ ਉਗਰਵਾਦੀ ਨੇ, ਕਿੰਨੇ ਉਹਨਾਂ 'ਚੋਂ ਕੀ ਕਰਨ ਵਾਲੇ ਨੇ, ਕਿੰਨੇ ਉਹਨਾਂ 'ਚੋਂ ਲਿੰਕ ਨੇ। ਤੁਸੀਂ ਵੀ ਕੈਨ ਸੀ ਦੈਟ। ਲੇਕਿਨ ਸਰਕਾਰ ਉਹਨਾਂ ਦੀ ਕਿਸੇ ਕਿਸਮ ਦਾ ਵੀ ਕੋਈ ਜਿਹੜੀ ਸਰਕਾਰ ਹੈਗੀ ਹੈ, ਜਦੋਂ ਵੀ ਖੈਰ ਇਹ ਹਰ ਟਾਈਮ ਦੇ ਵਿੱਚ ਹੁੰਦਾ ਹੈ, ਹਰ ਸਰਕਾਰਾਂ ਜਿਹੜੀਆਂ ਨੇ ਨਾ ਇਸੇ ਤਰ੍ਹਾਂ ਹੀ ਕਰਦੀਆਂ ਨੇ, ਤੇ ਜਦੋਂ ਵੀ ਉਹਨਾਂ ਦੇ ਖਿਲਾਫ ਕੋਈ ਧਿਰ ਉੱਠਦੀ ਹੈ, ਜਦੋਂ ਵੀ ਖਿਲਾਫ ਉਹਨਾਂ ਦੇ ਧਿਰ ਕੋਈ ਉੱਠਦੀ ਹੈ, ਉਹਨੂੰ
ਉਹਨੂੰ ਡੀਰੇਲ ਕਰਨ ਵਾਸਤੇ ਉਹਨੂੰ ਡੈਮੋਨਾਈਜ਼ ਕਰਦੇ ਨੇ ਔਰ ਉਹਦੇ ਤੇ ਕੋਈ ਨਾ ਕੋਈ ਉਲਟੀਆਂ ਗੱਲਾਂ ਲਾਉਂਦੇ ਨੇ ਔਰ ਗੱਲਾਂ ਮੂੰਹ 'ਚ ਪਾਉਂਦੇ ਨੇ ਔਰ ਉਹ ਮਤਲਬ ਤਾਂ ਕਿ ਉਹ ਬਦਨਾਮ ਹੋ ਜਾਏ ਜੀ। ਸੋ ਇਹ ਕੰਮ ਚੱਲਦਾ ਹੈਗਾ। ਸੋ ਇਹ ਕੰਮ ਕੋਈ ਨਵਾਂ ਨਹੀਂ ਹੈਗਾ। ਹੁਣ ਮੈਂ ਅਸੀਂ ਸਿੰਘੂ ਬਾਰਡਰ ਤੇ ਜਦੋਂ ਲਾਲ ਕਿਲ੍ਹੇ ਵੇਲੇ ਜਿਹੜੀ ਗੱਲ ਹੋਈ ਹੈ, ਉਹ ਜਿਹੜੇ ਲੋਕਾਂ ਨੇ ਰੈਲੀ ਕੱਢੀ ਹੈ ਔਨ ਦ ਫਿਕਸਡ ਰੂਟ, ਉਹਨਾਂ ਨੂੰ ਤਾਂ ਕਿਸੇ ਟੈਲੀਵਿਜ਼ਨ ਨੇ ਕਵਰ ਨਹੀਂ ਕੀਤਾ। ਲੇਕਿਨ ਜਿਹੜੇ ਬੰਦੇ ਭੱਜ ਕੇ ਗਏ ਨੇ ਅੰਦਰ ਔਰ ਜਿਨ੍ਹਾਂ ਨੂੰ ਇਹ ਕਹਿੰਦੇ ਨੇ, ਉੱਥੋਂ ਦੇ ਬੰਦੇ ਜਾ ਕੇ ਦੱਸਦੇ ਨੇ ਵੀ ਇਹਨਾਂ ਨੂੰ ਸਾਨੂੰ ਜੀ ਉਹਨਾਂ ਨੂੰ ਭੇਜਿਆ ਗਿਆ, ਉਹਨਾਂ ਨੂੰ ਪੁਲਿਸ ਨੇ ਕਿਹਾ ਇੱਧਰ ਜਾਓ। ਜਿਹੜੇ ਬੰਦੇ ਨੂੰ ਅੰਦਰ ਭੇਜਿਆ ਗਿਆ, ਜਿਨ੍ਹਾਂ ਨੇ ਡਰਾਮਾ ਕੀਤਾ ਜਾ ਕੇ ਉੱਥੇ, ਉਹ ਜਿਨ੍ਹਾਂ ਨੇ ਉਹ ਸਾਰੇ ਟੈਲੀਵਿਜ਼ਨ ਦੀ ਫੋਕਸ ਉੱਥੇ ਹੈਗੀ ਹੈ, ਸਾਰੀ ਸਰਕਾਰ ਦੀ ਫੋਕਸ ਉੱਥੇ ਹੈਗੀ ਹੈ ਤੇ ਜਿਹੜੀ ਬਾਕੀ ਕਿਸਾਨ ਕਰ ਰਹੇ ਨੇ ਉਹਦੇ ਬਾਰੇ ਕੁਝ ਦਿਖਾਇਆ ਨਹੀਂ। ਸੋ ਇਹ ਜਿਹੜਾ ਮੀਡੀਆ ਹੈਗਾ ਤੁਸੀਂ ਉਹ ਗੋਬਲਸ ਦਾ ਪੁਰਾਣਾ ਫਾਰਮੂਲਾ ਹੈਗਾ ਸੈਕੰਡ ਵਰਲਡ ਵਾਰ ਵੇਲੇ ਦਾ, ਯੂ ਟੈਲ ਅ ਲਾਈ 100 ਟਾਈਮਸ ਇਟ ਬਿਕਮਸ ਟਰੂਥ। ਸੋ ਇਹ ਜਿਹੜਾ ਗੋਬਲਸ ਦਾ ਪ੍ਰਿੰਸੀਪਲ ਹੈਗਾ, ਹੁਣ ਸਾਰੀਆਂ ਸਰਕਾਰਾਂ ਮੀਡੀਆ ਦਾ ਫੰਕਸ਼ਨ ਹੀ ਹੈਗਾ, ਜਿਹਨੂੰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦਾ ਹੈਗਾ, ਉਹ ਸਾਡਾ ਇਹ ਕੰਮ ਇਹੀ ਕਰ ਰਿਹਾ ਹੈ ਕਿ ਉਹ ਜੋ ਚੀਜ਼ ਸਰਕਾਰ ਦੇਖਣਾ ਚਾਹੁੰਦੀ ਹੈ ਉਹ ਤੁਸੀਂ ਉਹਨਾਂ ਨੂੰ ਦਿਖਾ ਰਹੇ ਹੋ, ਉਹੀ ਪ੍ਰੋਪਗੇਟ ਕਰ ਰਹੇ ਹੋ। ਜਦੋਂ ਕਿ ਮੀਡੀਆ ਦਾ ਰੋਲ ਬਿਲਕੁਲ ਉਲਟਾ ਹੈਗਾ। ਐਜ਼ ਅ ਫੋਰਥ ਸਟੇਟ ਇਹਦਾ ਰੋਲ ਉਲਟਾ ਹੈਗਾ। ਇਹਦਾ ਰੋਲ ਹੈਗਾ ਸਟੇਟ ਦੇ ਖਿਲਾਫ ਖੜੇ ਹੋਣਾ, ਸਟੇਟ ਦੀਆਂ ਐਕਸਪੋਜ਼ ਕਰਨਾ, ਸਟੇਟ ਦੀਆਂ ਡਿਸਕ੍ਰਿਪੈਂਸੀਜ਼ ਨੂੰ ਉਹਨੂੰ ਦਿਖਾਉਣਾ ਲੋਕਾਂ ਨੂੰ, ਸਟੇਟ ਦੀਆਂ ਗਲਤੀਆਂ ਨੂੰ ਉਜਾਗਰ ਕਰਨਾ ਕਿ ਜੀ ਸਟੇਟ ਇੱਥੇ ਗਲਤ ਕਰ ਰਹੀ ਹੈ, ਸਰਕਾਰ ਇੱਥੇ ਗਲਤ ਕਰ ਰਹੀ ਹੈ, ਪੁਲਿਸ ਨੇ ਆਹ ਗਲਤ ਕੀਤਾ ਹੈ, ਅਫਸਰ ਨੇ ਫਲਾਣੀ ਗਲਤ ਗੱਲ ਕੀਤੀ ਹੈ। ਇਹ ਮੀਡੀਆ ਨੂੰ ਇਹ ਕੰਮ ਕਰਨਾ ਚਾਹੀਦਾ। ਲੇਕਿਨ ਐਨੀਵੇ ਆਈ ਮੀਨ ਵੀ ਨੋ ਦੈਟ ਕਿ ਵੀ ਉਹ ਜਿਹੜਾ ਮੀਡੀਆ ਦਾ ਰੋਲ ਹੈਗਾ ਟੂ ਟੇਕ ਏ ਟ੍ਰੈਡੀਸ਼ਨਲ ਸੋਸਾਇਟੀ ਔਨ ਦ ਪਾਥ ਆਫ ਮੋਡਰਨਿਟੀ, ਉਹ ਰੋਲ ਉਹਨੇ ਛੱਡ ਦਿੱਤਾ ਹੈ। ਲੋਕਾਂ ਨੂੰ ਕੌਨਸ਼ੀਅਸ ਕਰਨਾ ਹੈ, ਇਹ ਰੋਲ ਉਹਨੇ ਛੱਡ ਦਿੱਤਾ ਹੈ। ਉਹਨਾਂ ਨੇ ਆਪਣਾ ਚੈਨਲ ਵਧਾਉਣਾ ਹੈ, ਉਹਦੀ TRP ਵਧਾਉਣੀ ਹੈ, ਉਹਨੂੰ ਰੈਵਨਿਊ ਇਕੱਠਾ ਕਰਨਾ ਹੈ, ਉਹਨਾਂ ਦਾ ਇੰਟਰਸਟ ਹੋ ਗਿਆ ਉਹ ਵਿੱਚ, ਆਪਣੇ ਅਹੁਦਿਆਂ ਦਾ, ਆਪਣੇ ਤਰੱਕੀਆਂ ਦਾ ਉਹਨਾਂ ਦਾ ਇੰਟਰਸਟ ਉਹ 'ਚ ਬਣ ਗਿਆ। ਸੋ ਇਹ ਹਮੇਸ਼ਾ ਹੀ ਹੁੰਦਾ ਰਿਹਾ। ਤੇ ਮੈਨੂੰ ਨਹੀਂ ਲੱਗਦਾ ਵੀ ਇਸ ਵੇਲੇ ਕੋਈ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਉਸ ਕਿਸਮ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਜਿਹੜਾ ਆਲ ਇੰਡੀਆ ਲੈਵਲ ਤੇ ਹੋ ਰਿਹਾ ਹੈ, ਜਿਹੜੇ ਹਿੰਦੂਤਵ ਦਾ ਜਿਹੜਾ ਗੱਲ ਆਲ ਇੰਡੀਆ ਲੈਵਲ ਤੇ ਹੋ ਰਹੀ ਹੈ, ਵੀ ਸਿੱਖੀ ਦੇ ਸਿੱਖਤਾ ਅਸੀਂ ਕਹਿ ਸਕਦੇ ਹਾਂ, ਉਹ ਪਤਾ ਨਹੀਂ ਅਸੀਂ ਕਿਵੇਂ ਕਿਹਾ ਜਾਏਗਾ, ਸਿੱਖਤਾ ਜਿਹੜਾ ਹੈਗਾ ਵੀ ਉਹ ਮੈਨੂੰ ਲੱਗਦਾ ਵੀ ਇਹ ਸਿੱਖੀ ਦੀ ਸਪਿਰਿਟ ਦੇ ਉਲਟ ਹੈਗਾ। ਇਹ ਗੱਲ ਹੀ ਸਿੱਖੀ ਸਪਿਰਿਟ ਦੇ ਉਲਟ ਹੈਗੀ। ਹਾਲਾਂਕਿ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਵੀ ਹਿੰਦੂ ਸਪਿਰਿਟ ਦੇ ਗੱਲ ਉਹ ਵੀ ਉਲਟ ਹੈ, ਲੇਕਿਨ ਉਹ ਪੋਲਿਟਿਕਸ 'ਚ ਕਰ ਰਹੇ ਨੇ। ਲੇਕਿਨ ਸਿੱਖੀ ਦੇ ਵਿੱਚ ਤਾਂ ਇਹ ਬਿਲਕੁਲ ਹੀ ਮਤਲਬ ਸਾਡੇ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈਗੀ ਉਹ ਮੀਆਂ ਮੀਰ ਨੇ ਰੱਖੀ ਹੋਈ ਹੈ ਨੀ। ਸਾਡੇ ਜਿਹੜੇ ਸਾਹਿਬਜ਼ਾਦਿਆਂ ਨੂੰ ਤਾਂ ਮਹਿਤਾ ਜੀ ਨੇ ਬਚਾਇਆ ਸੀ, ਸਾਹਿਬਜ਼ਾਦਿਆਂ ਦੀ ਜਿਹੜੀ ਦਫਨਾ ਉਹਨਾਂ ਨੂੰ ਜਿਹੜੀ ਕਿਰਿਆ ਕਰਨੀ ਸੀ ਉਹਨਾਂ ਦੀ। ਤੇ ਸਾਡੇ ਧਰਮ ਦੇ ਵਿੱਚ ਇੰਨੀ ਪਲੂਰੈਲਿਟੀ ਹੈਗੀ ਹੈ ਔਰ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਪਲੂਰੈਲਿਟੀ ਹੈ ਜੀ, ਜਿੰਨੀ ਪਲੂਰੈਲਿਟੀ ਥਿਓਰੈਟੀਕਲ ਲੈਵਲ ਤੇ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਹੈ, ਮੈਨੂੰ ਲੱਗਦਾ ਕਿਸੇ ਹੋਰ ਥਾਂ ਤੇ ਕਿਤੇ ਹੈ ਹੀ ਨਹੀਂ। ਸੋ ਜਿਹੜਾ ਰਿਲੀਜਨ ਦੀ ਫਿਲਾਸਫੀ ਵਿੱਚ ਜਿਹੜੀ ਥਿਊਰੀ ਵਿੱਚ ਮਤਲਬ ਜਿਹਦੇ ਵਿੱਚ ਉਸ ਕਿਸਮ ਦੀ ਕੱਟੜਤਾ ਨਹੀਂ ਹੈਗੀ, ਉਸ ਨੂੰ ਕੁਝ ਲੋਕ ਜੇ ਬਣਾਉਣ ਦੀ ਕੋਸ਼ਿਸ਼ ਕਰਦੇ ਵੀ ਨੇ ਤੇ ਉਹ ਫੇਲ ਹੋ ਜਾਂਦੇ ਨੇ, ਉਹ ਸਿਰੇ ਗੱਲ ਨਹੀਂ ਚੜ੍ਹਦੀ, ਉਹ ਗੱਲ ਨਹੀਂ ਸਿਰੇ ਚੜ੍ਹੇਗੀ। ਜੇ ਤੁਸੀਂ ਖਾਲਿਸਤਾਨ ਦਾ ਮਤਲਬ ਖਾਲਸਾ ਰਾਜ ਲੈ ਕੇ ਚੱਲਦੇ ਹੋ, ਔਰ ਖਾਲਸਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉੱਥੇ ਹਰ ਬੰਦਾ ਕਿਰਤ ਕਰੇ, ਨਾਮ ਜਪੇ ਤੇ ਵੰਡ ਕੇ ਛਕੇ, ਨਾਮ ਨਾ ਵੀ ਜਪੇ ਤੇ ਕਿਰਤ ਕਰੇ ਤੇ ਵੰਡ ਕੇ ਛਕੇ, ਉਹ ਖਾਲਸਾ ਰਾਜ ਉਹ ਹੋ ਸਕਦਾ ਹੈ। ਸਿਰਫ ਉਹੀ ਹੀ ਹੋ ਸਕਦਾ ਹੈ, ਹੋਰ ਕੋਈ ਖਾਲਸਾ ਰਾਜ ਨਹੀਂ ਹੋ ਸਕਦਾ। ਸਿੱਖ ਰਾਜ ਹੋਰ ਕੋਈ ਨਹੀਂ ਹੋ ਸਕਦਾ ਹੈ। ਸਿੱਖ ਰਾਜ ਸਿਰਫ ਉਹੀ ਹੀ ਹੋ ਸਕਦਾ ਹੈ ਜਿੱਥੇ ਆਦਮੀ ਕਿਰਤ ਕਰੇਗਾ ਤੇ ਵੰਡ ਕੇ ਛਕੇਗਾ। ਔਰ ਇਹ ਜਿਹੜਾ ਕਲਚਰ ਹੈਗਾ ਸਾਡੇ ਕੰਜ਼ਿਊਮਰ ਕਲਚਰ ਦੇ ਖਿਲਾਫ ਹੈਗਾ। ਬਾਬੇ ਨੇ ਤਾਂ ਉਹਦੀ ਸਾਨੂੰ ਇਹ ਮਾਡਲ ਬਣਾ ਕੇ ਦਿਖਾਇਆ ਸੀ। 17 ਸਾਲ 18 ਸਾਲ ਉਹਨੇ ਉੱਥੇ ਆਖਰੀ ਜ਼ਿੰਦਗੀ ਦਾ ਟਾਈਮ ਲਾ ਕੇ ਸਾਨੂੰ ਦਿਖਾਇਆ ਕਿ ਭਾਈ ਤੁਸੀਂ ਸਾਂਝੀਵਾਲਤਾ ਕਾਇਮ ਕਰੋ ਪੰਜਾਬ ਦੇ ਵਿੱਚ। ਸਾਂਝੀਵਾਲਤਾ ਹੋਣੀ ਚਾਹੀਦੀ ਹੈ ਔਰ ਸਾਂਝੀਵਾਲਤਾ ਸਿੱਖੀ ਸਾਂਝੀਵਾਲਤਾ ਦੀ ਇੱਕ ਪ੍ਰੋਟੈਗਨਿਸਟ ਹੈਗੀ ਹੈ। ਸਿੱਖੀ ਸਾਂਝੀਵਾਲਤਾ ਦੀ ਹੀ ਮਤਲਬ ਇੱਕ ਕਰ ਰਹੀ ਹੈ, ਉਹਦੀ ਪ੍ਰੋੜਤਾ ਕਰ ਰਹੀ ਹੈ ਵੀ ਜੇ ਸਿੱਖੀ ਵਿੱਚ ਸਾਂਝੀਵਾਲਤਾ ਨਹੀਂ ਹੈਗੀ ਤੇ ਫਿਰ ਸਿੱਖੀ ਨਹੀਂ ਹੈਗੀ। But then there is something else. See, Sikhism wants that you do labor and then you share it with others. ਇਹ ਨਹੀਂ ਹੈਗਾ ਕਿ ਅਸੀਂ ਇੱਕ ਗੱਲ ਕੱਢ ਲਈ ਲੇਬਰ ਕਰੋ, ਧਨ ਇਕੱਠਾ ਕਰੋ ਤੇ ਆਪਣੇ ਤੇ ਕੰਜ਼ਿਊਮ ਕਰੋ ਤੇ ਆਪਣੇ ਤੇ ਖਰਚ ਕਰੋ। ਇਹ ਸਿੱਖੀ ਨਹੀਂ ਹੈ। So you are defining the basic principle of Sikhism. ਬਾਬੇ ਨਾਨਕ ਦਾ ਤਾਂ ਅਸੂਲ ਇਹ ਸੀਗਾ ਕਿ ਵੰਡ ਕੇ ਛਕਣਾ ਹੈ। ਤੇ ਜਦੋਂ ਤੁਸੀਂ ਕੋਈ ਵੰਡ ਕੇ ਚੀਜ਼ ਛਕੋਗੇ ਤੇ ਆਬਵੀਅਸਲੀ ਜਿਹੜੀ ਕਨਸਪੀਕੂਅਸ ਕੰਜ਼ੰਪਸ਼ਨ ਹੈਗੀ ਉਹ ਖਤਮ ਹੋ ਜਾਏਗੀ, ਕੰਜ਼ਿਊਮਰ ਕਲਚਰ ਖਤਮ ਹੋ ਜਾਏਗਾ। ਤੇ ਜੇ ਕੰਜ਼ਿਊਮਰ ਕਲਚਰ ਖਤਮ ਹੋ ਜਾਏਗਾ ਤੇ ਵਾਈ ਡੂ ਵੀ ਹੈਵ ਥਿੰਗਸ ਇਨ ਦ ਮਾਰਕੀਟ?
ਵੀ ਡੋਂਟ ਨੀਡ ਥਿੰਗਸ ਇਨ ਦ ਮਾਰਕੀਟ। ਜੀ ਸਾਨੂੰ ਮਾਰਕੀਟ ਚੀਜ਼ਾਂ ਉਦੋਂ ਚਾਹੀਦੀਆਂ ਨੇ ਜਦੋਂ ਸਾਨੂੰ ਹਰ ਚੀਜ਼ ਨਵੀਂ ਚਾਹੀਦੀ ਹੈ, ਹਰ ਚੀਜ਼ ਨਵਾਂ ਮਾਡਲ ਕਿਹੜਾ ਆ ਗਿਆ, ਨਵਾਂ ਫੈਸ਼ਨ ਕਿਹੜਾ ਆ ਗਿਆ, ਨਵਾਂ ਪ੍ਰਿੰਟ ਕਿਹੜਾ ਆ ਗਿਆ, ਨਵੀਂ ਚੀਜ਼ ਕਿਹੜੀ ਆ ਗਈ, ਅਸੀਂ ਉਹ ਦੇਖਣ ਤੁਰਦੇ ਹਾਂ। ਅਸੀਂ ਬਾਜ਼ਾਰ ਇਸ ਕਰਕੇ ਨਹੀਂ ਜਾਂਦੇ ਹੈਗੇ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ। ਇਹ ਵੀ ਇਹ ਕਲਚਰ, ਕੰਜ਼ਿਊਮਰ ਕਲਚਰ ਦੇ ਸਾਡੇ ਪਾਰਟ ਹੈ। ਔਰ ਇਹ ਮੋਬਾਈਲ ਫੋਨ ਨੇ ਮਤਲਬ ਇਹਨੂੰ ਮਾਸ਼ਾਅੱਲਾ ਹੋਰ ਤੇਜ਼ ਕਰ ਦਿੱਤਾ ਹੈ। ਇੰਟਰਨੈਟ ਨੇ ਇਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਰਾਦਰ ਦੈਨ ਬਿਕਮਿੰਗ ਏ ਮੀਡੀਅਮ ਆਫ global information coming together and people knowing each other, what Robertson says कि hybridization of cultures होनी चाहिए है, नहीं? ये hybridization of cultures तो नहीं हो रही, ये तो multiplication of the market हो रही है। मार्केट जी वो थां ते अपना सिटी जाती है और बंदा हर वेले जरा मोबाइल फोन से बैठा है लैके वो हर वेले मोबाइल फोन से यही ब्राउज करता रहता है भी केड़ा डिजाइन आ गए, केड़े बूट आ गए, केड़े सैंडल आ गए, केड़े पर्स आ गए, केड़े सूट केस आ गए, केड़ा डिजाइन वधिया आ गया, केड़ा टी शर्ट वधिया आ गई, वो सारे वेले यही ब्राउजिंग चलती रहती है। एंड देन यू कीप ऑन फाइंडिंग कि भी केड़ी साइट है कि जिथे सस्ता तुहानू मिलदा है, देन यू कीप ऑन प्लेसिंग ऑर्डर। उहदे नाल जेफ बेजोस जिहड़ा हैगा वो सारा दुनिया दा अमीर आदमी बन गया है। ਤੁਸੀਂ ਆਰਡਰ ਪਲੇਸ ਕਰ ਦੇਣਾ ਐਮਾਜ਼ਨ ਤੇ। ਉਹ ਇਹ ਪੈਂਡੈਮਿਕ ਜਿਹੜਾ ਹੈਗਾ ਉਹਦੇ ਹੋਰ ਰਾਸ ਆ ਗਿਆ ਹੈ। ਲੋਕਾਂ ਦੇ ਤੇ ਘਰਾਂ ਦੇ ਘਰ ਉਜੜ ਗਏ ਨੇ, ਲੱਖਾਂ ਲੋਕ ਜਿਹੜੇ ਨੇ ਲੋਕਾਂ ਦੇ ਘਰ ਉਜੜ ਗਏ ਨੇ, ਲੇਕਿਨ ਬੈਜ਼ੋਸ ਦੇ ਮਲਟੀ ਮਿਲੀਅਨਰਸ ਦੇ ਇਹਨਾਂ ਦੇ ਵਾਰੇ ਨਾਰੇ ਹੋ ਗਏ ਨੇ। ਇਹ ਅਮਰੀਕਨ ਫਿਗਰ ਹੈਗੀ ਹੈ ਕਿ ਜਿਹੜੇ ਉਥੋਂ ਦੇ ਰਈਸ ਨੇ, ਜਿਹੜੇ ਟੌਪ 10 ਨੇ, ਉਹਨਾਂ ਦੀ ਜਿਹੜੀ ਪਿਛਲੇ 1 ਸਾਲ ਦੇ ਵਿੱਚ ਬਿਜ਼ਨਸ ਦੇ ਵਿੱਚ 1.3 ਟ੍ਰਿਲੀਅਨ ਡਾਲਰਸ ਦਾ ਵਾਧਾ ਹੋਇਆ ਹੈ। ਇਹ ਤੁਸੀਂ ਕਹਿੰਦੇ ਜੀ ਪੈਂਡੈਮਿਕ ਨਾਲ ਘਾਟਾ ਹੀ ਬੜਾ ਪੈ ਰਿਹਾ। ਪੈਂਡੈਮਿਕ ਨਾਲ ਲੋਕਾਂ ਨੂੰ ਲਾਕਡਾਊਨ ਹੋ ਗਿਆ, ਲੋਕ ਬੇਰੁਜ਼ਗਾਰ ਹੋ ਗਏ ਨੇ, ਲੋਕਾਂ ਕੋਲ ਖਰਚ ਕਰਨ ਨੂੰ ਪੈਸੇ ਹੈ ਨਹੀਂ, ਲੋਕ ਮਰ ਰਹੇ ਨੇ, ਪੈਸੇ ਦੇ ਤੋੜੇ, ਖਰਚੇ ਦੇ ਤੋੜੇ, ਖਾਣ ਦੇ ਤੋੜੇ, ਦਵਾਈਆਂ ਤੋੜੇ ਮਰ ਰਹੇ ਨੇ। ਲੇਕਿਨ ਅਮਰੀਕਾ ਦੇ ਜਿਹੜੇ ਮਿਲੀਅਨਰ ਨੇ ਉਹਨਾਂ ਦੇ 1.3 ਟ੍ਰਿਲੀਅਨ ਡਾਲਰਸ ਦਾ ਵਾਧਾ ਹੋਇਆ ਹੈ ਪਿਛਲੇ 1 ਸਾਲ ਦੇ ਵਿੱਚ। ਸੀ ਇਸੇ ਤਰ੍ਹਾਂ ਇਹਨਾਂ ਨੂੰ ਰਾਸ ਆਉਂਦੀ ਹੈ। ਇਹ ਜਿਹੜੇ ਮਹਾਮਾਰੀਆਂ ਨੇ, ਪਲੇਗਸ ਨੇ, ਅਮੀਰ ਬੰਦਿਆਂ ਨੂੰ ਇਸ ਤਰ੍ਹਾਂ ਰਾਸ ਆਉਂਦੀ ਹੈ। ਸਿੱਖੀਜ਼ਮ ਜਿਹੜੀ ਹੈਗੀ ਹੈ ਉਹ ਬਿਲਕੁਲ ਇਸ ਦੇ ਖਿਲਾਫ ਹੈਗੀ। ਸਿੱਖੀਜ਼ਮ ਜਿਹੜੀ ਹੈਗੀ ਹੈ ਬਰਾਊਜ਼ਿੰਗ ਕਲਚਰ ਦੇ ਬਿਲਕੁਲ ਖਿਲਾਫ ਹੈਗੀ। ਤੁਸੀਂ ਮੋਬਾਈਲ ਫੋਨ ਲੈ ਕੇ ਤੁਸੀਂ ਕੰਮ ਕਰਨਾ ਕਰ ਲਿਆ, ਗੱਲ ਕਰਨੀ ਕਰ ਲਈ, ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਲੈ ਲਈ, ਤੁਸੀਂ ਕੋਈ ਇਨਫੋਰਮੇਸ਼ਨ ਚੈੱਕ ਕਰਨੀ ਹੈ ਕਰ ਲਈ, ਤੁਸੀਂ ਬੈਂਕਿੰਗ ਕਰਨੀ ਹੈ ਕਰ ਲਈ, ਕਿਤੇ ਬਿੱਲ ਪੇ ਕਰਨਾ ਹੈ ਟੈਲੀਫੋਨ ਤੇ ਕਰ ਲਿਆ। ਲੇਕਿਨ ਇਹ ਕੀ ਹੋਇਆ, ਤੁਸੀਂ ਬੈਠੇ ਸਾਰਾ ਦਿਨ ਬਰਾਊਜ਼ ਕਰਦੇ ਰਹੋ ਜਾਂ ਖੇਲਦੇ ਰਹੋ, ਜਾਂ ਮਤਲਬ ਬਸ ਜੇ 10 ਬੰਦੇ ਬੈਠੇ ਨੇ ਉਹ 10 ਬੰਦੇ 10 ਹੱਥ 'ਚ ਟੈਲੀਫੋਨ ਨੇ। ਜੇ ਘਰ ਦੇ ਡਰਾਇੰਗ ਰੂਮ ਦੇ ਵਿੱਚ ਵੀ ਬੈਠੇ ਨੇ 4 ਬੰਦੇ, ਉਹ ਚਾਰਾਂ ਦੇ ਹੱਥ 'ਚ ਟੈਲੀਫੋਨ ਨੇ, ਆਪਣੇ ਟੈਲੀਫੋਨ ਤੇ ਲੱਗੇ ਹੋਏ ਨੇ, ਆਪਸ 'ਚ ਨਹੀਂ ਗੱਲ ਕਰ ਰਹੇ। ਟੈਲੀਵਿਜ਼ਨ ਫਿਰ ਵੀ ਚੱਲ ਰਿਹਾ ਸਾਈਡ ਤੇ, ਲੇਕਿਨ ਉਹ ਚਾਰੇ ਬੰਦੇ ਆਪਣੇ ਮੋਬਾਈਲ ਤੇ ਲੱਗੇ ਹੋਏ ਨੇ। ਕੀ ਕਰ ਰਹੇ ਨੇ ਮੈਨੂੰ ਨਹੀਂ ਪਤਾ ਲੱਗਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਲੱਗੇ ਨੇ, ਕੀ ਕਰਦੇ ਨੇ, ਕੀ ਕਰਦੇ ਨੇ, ਤੇ ਕੀ ਉਹਦੇ ਵਿੱਚ ਇਹੀ ਚੀਜ਼ ਹੈਗੀ ਹੈ ਜਿਹੜੀ ਉਹਨਾਂ ਨੂੰ ਇੰਨਾ ਅਟਰੈਕਟ ਕਰਦੀ ਹੈਗੀ ਹੈ। ਐਕਸੈਪਟਿੰਗ ਵਾਈਲਿੰਗ ਅਵੇ ਦ ਟਾਈਮ, ਐਕਸੈਪਟਿੰਗ ਟੇਕਿੰਗ 2G 4G 5G, selling the space, you see, for nothing, you see, selling these products for nothing, and these as acts of surveillance। ਇਹ ਤਾਂ ਲੋੜ ਪਈ ਸਰਕਾਰ ਨੇ ਇਹਨੂੰ ਸਰਵੇਲੈਂਸ ਦੇ ਤੌਰ ਤੇ ਇਸਤੇਮਾਲ ਕਰਨਾ ਹੈ। ਮਾਰਕੀਟ ਇਹਨੂੰ ਐਜ਼ ਏ ਇੰਸਟਰੂਮੈਂਟ ਆਫ ਪਬਲਿਸਿਟੀ, ਐਡਵਰਟਾਈਜ਼ਮੈਂਟ ਇਸਤੇਮਾਲ ਕਰ ਰਹੀ ਹੈ। ਤੇ ਉਹਨਾਂ ਦੇ ਵਾਰੇ ਨਾਰੇ ਹੋ ਰਹੇ ਨੇ। ਸਰਕਾਰ ਵੀ ਤੁਹਾਨੂੰ ਕਬਜ਼ੇ 'ਚ ਰੱਖ ਰਹੀ ਹੈ, ਮਾਰਕੀਟ ਨੇ ਵੀ ਤੁਹਾਨੂੰ ਕਬਜ਼ੇ ਕੀਤਾ ਹੋਇਆ ਹੈ, ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਫ੍ਰੀ ਹੈਗੇ। ਬਾਬਾ ਸੇਜ਼ ਵੰਡ ਕੇ ਛਕੋ, ਕੰਜ਼ਿਊਮਰ ਕਲਚਰ 'ਚ ਨਹੀਂ ਪੈਣਾ। ਤੁਸੀਂ ਕੰਜ਼ਿਊਮਰਿਸਟ ਨਹੀਂ ਬਣਨਾ, ਤੁਸੀਂ ਉਨੀ ਚੀਜ਼ ਲਓ ਜਿੰਨੀ ਤੁਹਾਨੂੰ ਚਾਹੀਦੀ ਹੈਗੀ। ਸਾਡੇ ਤਾਂ ਪੁਰਾਣੀ ਜੈਨ ਮੁਨੀ ਜਿਹੜੇ ਨੇ ਉਹਨਾਂ ਨੇ 2500 ਸਾਲ ਪਹਿਲਾਂ ਕਿਹਾ ਸੀ ਅਹਿੰਸਾ ਤੇ ਅਪਰਿਗ੍ਰਹਿ, ਵੋਲੰਟਰੀ ਪਾਵਰਟੀ, ਕਿ ਤੁਹਾਨੂੰ ਇਕੱਠਾ ਕਰਨ ਦੀ ਲੋੜ ਹੀ ਨਹੀਂ, ਕੋਈ ਚੀਜ਼ ਤੁਹਾਨੂੰ ਇਕੱਠਾ ਕਰਨ ਦੀ ਲੋੜ ਹੀ ਨਹੀਂ। ਕਿਉਂ ਤੁਸੀਂ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਹੋ, ਕਾਹਦੇ ਵਾਸਤੇ ਇਕੱਠੀਆਂ ਕਰੀ ਜਾਂਦੇ ਹੋ? You don't need them. When you don't need them, you just throw them out. Don't go in for buying them. एक तो मैं अक्सर सुनाना होना है डायोजेनस की गल हैगी, ग्रीक फिलोसफर की गल। बादशाह जो अलेक्जेंडर बनया, उस किसी ने कहा सियाने मंत्री ने, जे तुसी ਉਹਦਾ आशीर्वाद लो ना अपने फिलोसफर का, तो फिर तुहानू फायदा होएगा, ज्ञान मिलेगा, तुहाडा भी ज्ञान वाधा होएगा। वो जनाब घोड़े ते चढ़ के लभदे लभांदे ਉਹਨੂੰ गए, और वो नंग तरंग ਜਿਹੜਾ ਹੈਗਾ ਨਾ ਆਪਣੇ ਘਾਹ ਤੇ ਪਿਆ ਸੀ। ਡਾਇਓਜੀਨਸ ਜਿਹੜਾ ਹੈਗਾ ਉਹ ਇਹੋ ਜਿਹਾ ਫਿਲਾਸਫਰ ਸੀਗਾ। ਉਹਨੂੰ ਅਰਿਸਟੋਟਲ ਕਹਿੰਦਾ ਕਿ ਇਹ ਤੇ ਪਲੇਟੋ ਗੋਨ ਮੈਡ ਹੈ ਨਾ। ਅਰਿਸਟੋਟਲ ਵੀ ਬੜਾ ਖਿਲਾਫ ਸੀ, ਅਰਿਸਟੋਟਲ ਵੀ ਬੜੇ ਖਿਲਾਫ ਬੋਲਦਾ ਸੀ, ਤੇ ਉਹ ਕਹਿੰਦਾ ਵੀ ਇਹ ਤੇ ਪਲੇਟੋ ਗੋਨ ਮੈਡ ਹੈਗਾ। ਤੇ ਉਹਨੂੰ ਅਲੈਗਜ਼ੈਂਡਰ ਉੱਥੇ ਗਿਆ ਉਹਨੂੰ ਮਿਲ, ਉਹ ਕਹਿੰਦਾ ਵੀ ਤੂੰ, ਮੈਂ ਕਿਹਾ ਜੀ ਮੈਂ ਅਲੈਗਜ਼ੈਂਡਰ ਹੈਗਾ,
ਕਹਿੰਦਾ ਫਿਰ, ਕਹਿੰਦੀ ਮੈਂ ਗ੍ਰੀਸ ਦਾ ਬਾਦਸ਼ਾਹ ਹੈਗਾ। ਕਹਿੰਦਾ ਫਿਰ, ਕਹਿੰਦੀ ਮੈਂ ਦੱਸੋ ਤੁਹਾਡੇ ਵਾਸਤੇ ਕੀ ਕਰਾਂ। ਕਹਿੰਦਾ ਤੂੰ ਧੁੱਪ ਆਉਣ ਦੇ ਮੈਨੂੰ ਪਰੇ ਹੋ ਜਾ, ਮੈਨੂੰ ਕੁਛ ਨਹੀਂ ਚਾਹੀਦਾ। ਇਹ ਜਿਹੜਾ ਹੈ ਨਾ, ਇਹ ਜਿਹੜੇ ਨੇ, ਇਹ ਜਿਹੜੇ ਫਿਲਾਸਫਰ ਜਿਹੜੇ ਨੇ, ਇਹ ਇਹੋ ਜਿਹੇ ਹੋਣੇ ਚਾਹੀਦੇ ਨੇ। ਜਦੋਂ ਹੀਗਲ ਗੱਲ ਕਰਦਾ ਹੈਗਾ ਜਿਹੜੀ ਸਟੇਟ ਹੈਗੀ ਹੈ, ਉਹ ਇੱਕ ਜਦੋਂ ਪਲੇਟੋ ਫਿਲਾਸਫਰ ਕਿੰਗ ਦੀ ਗੱਲ ਕਰਦਾ ਹੈ, ਬਾਦਸ਼ਾਹ ਜਿਹੜਾ ਫਿਲਾਸਫਰ ਹੋਣਾ ਚਾਹੀਦਾ। ਅਸੀਂ ਵੀ ਰਾਮਚੰਦਰ ਦੀ ਗੱਲ ਕਰਦੇ ਹਾਂ ਨਾ, ਔਰ ਰਾਮਚੰਦਰ ਜਿਹੜੇ ਨੇ ਮਰਿਆਦਾ ਪੁਰਸ਼ੋਤਮ ਨੇ। ਅਸੀਂ ਉਹਦੀ ਮਰਿਆਦਾ ਪੁਰਸ਼ੋਤਮ ਨੂੰ ਤਾਂ ਭੁੱਲ ਜਾਂਦੇ ਹਾਂ। ਉਹ ਮਰਿਆਦਾ ਪੁਰਸ਼ੋਤਮ ਹੈਗਾ। ਹੀ ਇਜ਼ ਅ ਪਰਸਨ ਹੂ ਨੋਜ਼ ਦ ਲਿਮਿਟਸ ਆਫ ਐਵਰੀਥਿੰਗ। ਹੀ ਇਜ਼ ਐਨ ਆਈਡੀਅਲ ਮੈਨ। ਜੀ, ਉਹ ਆਈਡੀਅਲ ਮੈਨ ਜਿਹੜਾ ਹੈਗਾ ਉਹ ਆਈਡੀਅਲ ਕਿੰਗ ਬਣ ਸਕਦਾ ਹੈ। ਲੇਕਿਨ ਅਸੀਂ ਉਹ ਗੱਲਾਂ ਨੂੰ ਭੁੱਲ ਜਾਂਦੇ ਹਾਂ। ਅਸੀਂ ਦੂਜਿਆਂ ਚੱਕਰ 'ਚ ਪੈ ਜਾਂਦੇ ਹਾਂ ਜੀ, ਕਿ ਰਾਜੇ ਨੇ ਕੀ ਕਰਨਾ ਹੈ। ਅਸੀਂ ਜੇ ਤੁਸੀਂ ਬਣਨਾ ਹੈਗਾ, ਜਿਹੜੀ ਸਾਡੇ ਜਿਹੜੇ ਕਿੰਗ ਹੈਗਾ, ਉਹ ਇਹੋ ਜਿਹਾ ਹੋਣਾ ਚਾਹੀਦਾ। ਉਹ ਫਿਲਾਸਫਰ ਹੋਵੇ ਪਲੇਟੋ ਵਾਲਾ, ਉਹ ਮਰਿਆਦਾ ਪੁਰਸ਼ੋਤਮ ਹੋਵੇ ਰਾਮਚੰਦਰ ਜੀ ਵਾਲਾ। ਤੇ ਜਦੋਂ ਅਸੀਂ ਹੀਗਲ ਗੱਲ ਕਰਦਾ ਹੈਗਾ ਕਿ ਜਿਹੜੀ ਮਾਡਰਨ ਸਟੇਟ ਹੈਗੀ ਹੈ, ਉਹ ਸਿਵਲ ਸੋਸਾਇਟੀ ਨੂੰ ਚਲਾਏਗੀ, ਤਾਂ ਉਹਦੇ ਪਿੱਛੇ ਉਹਦਾ ਇੱਕ ਆਸ਼ਾ ਇਹੀ ਹੈਗਾ ਕਿ ਜਿਹੜੀ ਮਾਡਰਨ ਸਟੇਟ ਹੈਗੀ ਹੈ, ਇਸ ਅ ਕਲੈਕਟਿਵ ਮਾਈਂਡ, collection of minds. All people will come together and they will think good of the people. They will make the society good. They will put order there. ਜੇ ਕਿਤੇ disorder ਹੈਗਾ, they will make order there. ਇਹ ਸਾਡੀ ਜਿਹੜੀ state ਦੀ wisdom ਹੈਗੀ ਹੈ, ਇਹ state ਇੱਕ collective wisdom ਦਾ part ਹੈਗੀ। ਲੇਕਿਨ ਸਾਡੀ ਜਿਹੜੀ state ਹੈਗੀ ਹੈ, ਉਹ ਕਿਹੜੇ ਪਾਸੇ ਹੋ ਗਈ? ਸਾਡੀ state ਉਹ ਬਾੜ ਬਣ ਗਈ ਹੈ ਜਿਹੜੀ ਖੇਤ ਨੂੰ ਆਪ ਹੀ ਖਾ ਰਹੀ ਹੈ। ਤੇ ਜੇ ਖੇਤ ਨੂੰ ਬਾੜ ਹੀ ਖਾਣ ਲੱਗ ਜਾਏ, ਤੇ ਖੇਤ ਕਿਵੇਂ ਤਰੱਕੀ ਕਰ ਸਕਦਾ ਹੈ? ਖੇਤ ਕਿੱਥੇ ਬਚ ਸਕਦਾ ਹੈ? ਕਿੰਨਾ ਕੁ ਬਚ ਜਾਏਗਾ? ਸਾਡੀ ਸਰਕਾਰਾਂ ਤਾਂ ਆਈਲੈਟਸ ਬੱਚਿਆਂ ਨੂੰ ਕਰਾ ਕੇ ਬਾਹਰ ਭੇਜ ਰਹੀਆਂ ਨੇ। ਤੁਸੀਂ ਬਾਹਰ ਜਾਓ, ਇੱਥੇ ਹਰ ਹਾਲਤ ਉਹ ਪੈਦਾ ਕਰ ਰਹੇ ਨੇ ਸਰਕਾਰ ਦੇ ਸਟੇਟ ਦੇ ਵਿੱਚ, ਜੋ ਲੋਕਾਂ ਨੂੰ ਤੰਗ ਕਰੇ, ਜੋ ਲੋਕਾਂ ਨੂੰ ਮਾਯੂਸ ਕਰੇ, ਜੋ ਲੋਕਾਂ ਨੂੰ ਪਰੇਸ਼ਾਨ ਕਰੇ, ਜੋ ਲੋਕਾਂ ਨੂੰ ਧੱਕੇ ਤੋਂ ਬਾਹਰ। ਜੋ ਸਾਡੀਆਂ ਸੋ ਮਸਲਾ ਇਹ ਕਹਿ ਰਿਹਾ ਹੈਗਾ ਜਿਹੜਾ ਵੀ ਇਸ ਕਿਸਮ ਦੀ ਜਿਹੜੀ ਗੱਲਾਂ ਨੇ ਜਿਹੜੀਆਂ ਨੇ, ਉਹ ਸਟੇਟ ਨੂੰ ਹੀਗਲ ਵਰਗੇ ਬੰਦੇ, ਜਿਹੜੇ ਰੂਸੋ ਵਰਗੇ ਬੰਦੇ ਸੋਚਦੇ ਸੀਗੇ ਵੀ ਜਿਹੜੀ ਸ਼ਾਇਦ ਮਾਡਰਨ ਸਟੇਟ ਹੋਏਗੀ, ਇਸ ਤਰ੍ਹਾਂ ਦੇ ਕੰਮ ਕਰੇਗੀ। ਲੇਕਿਨ ਸਾਡੇ ਤਾਂ ਉਲਟਾ ਹੋਇਆ ਹੈ। ਸਾਡੇ ਜਿਹੜਾ ਮੰਤਰੀ ਇਸ ਕਰਕੇ ਬਣਦਾ ਹੈ, ਐਮਐਲਏ ਇਸ ਕਰਕੇ ਬਣਦਾ ਹੈ ਵੀ ਆਪਣੀ ਪੂੰਜੀ, ਆਪਣੇ ਕਈ ਪੁਸ਼ਤਾਂ ਦੀ ਪੂੰਜੀ ਇਕੱਠੀ ਕਰਦੀ। ਇਹ ਸਾਡੇ ਇਹਨੇ ਤੁਸੀਂ ਜੇ ਡੇਟਾ ਦੇਖੋ, ਤੇ ਜਿਹੜੇ ਸਾਡੇ 2/3 ਜਿਹੜੇ 1/3 ਜਿਹੜੇ ਸਾਡੇ ਮੰਤਰੀ ਨੇ, ਸੰਸਦ ਨੇ, ਪਾਰਲੀਮੈਂਟੇਰੀਅਨਸ ਨੇ, ਉਹ ਜਿਹੜੇ ਨੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਹੈਗਾ। ਹਰ ਇੱਕ ਪਾਰਟੀ ਨੂੰ ਪਤਾ ਹੈ ਵੀ ਬੰਦਾ ਕ੍ਰਿਮੀਨਲ ਹੈਗਾ, ਉਸਦੇ ਕ੍ਰਿਮੀਨਲ ਚਾਰजेस ਲੱਗੇ ਹੋਏ ਨੇ, ਔਰ ਇੱਕ ਅੱਧਾ ਨਹੀਂ, ਸੰਗੀਨ ਚਾਰजेस ਲੱਗੇ ਹੋਏ ਨੇ। ਫਿਰ ਵੀ ਉਹਨਾਂ ਨੂੰ ਟਿਕਟ ਦਿੰਦੀਆਂ ਨੇ, ਫਿਰ ਕਿਉਂਕਿ ਉਹ ਜਿੱਤਣ ਵਾਲੇ ਨੇ, ਉਹ ਜਿੱਤ ਕੇ ਆਉਂਦੇ ਨੇ। ਸੋ ਇਹ ਜਿਹੜਾ ਸਾਡਾ ਸਿਸਟਮ ਹੈਗਾ ਨਾ, ਸਾਡਾ ਸਿਸਟਮ ਜਿਹੜਾ ਹੈਗਾ, ਉਹ ਅਨਫੋਰਚੂਨੇਟਲੀ ਇੰਨਾ ਕਰਪਟ ਹੋ ਚੁੱਕਿਆ ਹੈ ਕਿ ਹੁਣ ਇਹਦਾ ਬਣਦਾ ਕੁਛ ਨਹੀਂ ਸਿਵਾਏ ਬੇੜਾ ਭਰ ਕੇ ਡੁੱਬੇ। ਇਹ ਜੋ ਸ਼ਾਰਟ ਆਫ ਦੈਟ ਕੋਈ ਉਮੀਦ ਸਾਨੂੰ ਦਿਖਦੀ ਨਹੀਂ। ਤੇ ਇਸੇ ਕਰਕੇ ਲੋਕ ਇੱਥੋਂ ਬਾਹਰ ਜਾ ਰਹੇ ਨੇ। ਤੇ ਅਸੀਂ ਸਿੱਖੀ ਨੂੰ ਵੀ, ਸਿੱਖੀ ਦਾ ਅਸੀਂ ਕਰੀ ਜਾਂਦੇ ਹਾਂ, ਬਾਬੇ ਨਾਨਕ ਦਾ ਨਾਂ ਜਪੀ ਜਾਂਦੇ ਹਾਂ, ਹਰ ਥਾਂ ਤੇ ਸਿੱਖੀ ਦਾ, ਗੁਰਦੁਆਰਿਆਂ ਦਾ ਨਾਂ ਜਪੀ ਜਾਂਦੇ ਹਾਂ, ਗੁਰਦੁਆਰਿਆਂ ਨੂੰ ਪੱਕੇ ਕਰੀ ਜਾਂਦੇ ਹਾਂ, ਸਭ ਕੁਝ ਕਰੀ ਜਾ ਰਹੇ ਹਾਂ। ਲੇਕਿਨ ਨਾ ਸਿੱਖੀ ਦੀ, ਨਾ ਬਾਬੇ ਨਾਨਕ ਦੀ ਅਸੀਂ ਗੱਲਾਂ ਮੰਨਦੇ ਨਹੀਂ। ਕੋਈ ਨਹੀਂ ਮੰਨਦੇ। ਅਸੀਂ ਜੋ ਅਸੀਂ ਕਰਨਾ, ਅਸੀਂ ਉਹੀ ਕਰਨਾ ਹੈਗਾ। ਮੱਥਾ ਟੇਕ ਦਿੱਤਾ ਹੈ, ਉੱਥੇ ਸੌਂਦ ਹੈਗੀ ਉਹ ਵੀ ਕੱਢ ਦਿੱਤੀ ਹੈ, ਰੁਮਾਲਾ ਵੀ ਚੜਾ ਦਿੱਤਾ ਹੈ, ਤੇ ਉਸ ਤੋਂ ਬਾਅਦ ਸਾਡਾ ਕੰਮ ਖਤਮ ਹੋ ਗਿਆ। ਹੁਣ ਅਸੀਂ ਜੋ ਮਰਜ਼ੀ ਕਰੀਏ, ਜੋ ਅਸੀਂ ਕਰਨਾ ਸੀ ਉਹੀ ਕਰਾਂਗੇ, ਔਰ ਉਹ ਦੁਨੀਆਦਾਰੀ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ। ਇਹਦੇ ਸ਼ਾਰਟ ਆਫ ਦੈਟ ਕੋਈ ਰਾਹ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਨਾ, ਇਹ ਹੈਗੀ ਹੈ। ਸਿੱਖੀਜ਼ਮ ਸਿੱਖੀ ਜਿਹੜੀ ਫਿਲਾਸਫੀ ਹੈਗੀ, ਬਾਬਾ ਨਾਨਕ ਦੀ ਜਿਹੜੀ ਫਿਲਾਸਫੀ ਹੈਗੀ ਹੈ ਨਾ, ਕਿਰਤ ਕਰਨਾ, ਵੰਡ ਕੇ ਛਕਣਾ, ਇਹ ਜਿਹੜੀ ਫਿਲਾਸਫੀ ਹੈਗੀ ਹੈ, ਅਲਟੀਮੇਟਲੀ ਇੱਥੇ ਗੱਲ ਆ ਕੇ ਰੁਕਣੀ ਹੈ। ਮਾਰਕਸ ਕਹਿੰਦਾ ਹੈਗਾ ਵੀ ਤੁਸੀਂ ਜਿੰਨਾ ਮਰਜ਼ੀ ਫਿਰ ਲਓ, ਜਿੰਨੇ ਮਰਜ਼ੀ ਧੱਕੇ ਖਾ ਲਓ, ਅਲਟੀਮੇਟਲੀ ਤੁਹਾਨੂੰ ਕੈਪੀਟਲਿਜ਼ਮ ਨੇ ਤੁਹਾਨੂੰ ਕੈਪੀਟਲਿਜ਼ਮ ਇਜ਼ ਅ ਕਾਈਂਡ ਆਫ ਅ ਹੈਜ which is eating the field itself. ਉਹ ਤਾਂ ਬਾੜ ਹੈਗੀ ਹੈ ਜਿਹੜੀ ਖੇਤ ਨੂੰ ਆਪ ਖਾ ਰਹੀ ਹੈ। ਤੇ ਕਿੰਨੀ ਦੇਰ ਤੱਕ ਕੰਮ ਚੱਲੇਗਾ? ਕਿੰਨੀ ਦੇਰ ਤੱਕ ਕੰਮ ਚੱਲੇਗਾ? ਅਮਰੀਕਾ ਦੇ ਵਿੱਚ ਆਲਰੇਡੀ ਪ੍ਰੋਬਲਮ ਸ਼ੁਰੂ ਹੋ ਗਈ ਹੈ। ਉਹ ਕਹੇ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਟੈਕਸੇਸ਼ਨ ਕਰੋ ਇਹਨਾਂ ਦੀ, ਜਿਹੜੇ ਰਈਸ ਲੋਕ ਨੇ ਇਹਨਾਂ ਦੇ ਟੈਕਸੇਸ਼ਨ ਕਰੋ ਇਹਨਾਂ ਦੀ। ਰਈਸ ਲੋਕਾਂ ਜਿਹੜੇ ਸੁਪਰ ਰਿਚ ਲੋਕ ਨੇ ਇਹਨਾਂ ਦੀ ਟੈਕਸੇਸ਼ਨ ਵਧਾਓ ਇਹਨਾਂ ਦੀ। ਔਰ ਉਹ ਜਿਹੜੇ ਲੋਕ ਨੇ ਕਿ ਆਪ ਉਹਨਾਂ ਚ ਮੰਨਣ ਲੱਗੇ ਨੇ ਕਿ ਜੇ ਭਾਈ ਇਨਕੁਆਲਿਟੀ ਦੇ ਵੱਧਦੀ ਰਹੀ ਤੇ ਆਪਣਾ ਗੁਜ਼ਾਰਾ ਨਹੀਂ ਹੋਣਾ, ਆਪਣਾ ਨਹੀਂ ਕੰਮ ਚੱਲਣਾ। ਸਾਡੇ ਅੰਬਾਨੀ ਸਾਹਿਬ ਜਿਹੜੇ 28 ਮੰਜ਼ਿਲਾ ਘਰ 'ਚ ਰਹਿ ਰਹੇ ਨੇ, ਨਾਲ ਜੜ 'ਚ ਉਹਨਾਂ ਦੀ ਧਾਰ ਵੀ ਹੈਗੀ।
ਉਹ ਧਾਰਾਵੀ ਵਾਲੇ ਲੋਕ ਕਿਸੇ ਵੇਲੇ ਤਾਂ ਧਾਰ ਬੋਲ ਹੀ ਸਕਦੇ ਨੇ ਨਾ, ਧਾੜਵੀ ਹੋ ਹੀ ਸਕਦੇ ਨੇ ਕਿਸੇ ਵੇਲੇ। ਉਹ ਜਿਹੜੇ ਧਾਰਵੀ ਵਾਲੇ ਨੇ ਉਹ ਧਾੜਵੀ ਬਣ ਜਾਣਗੇ ਕਿਸੇ ਵੇਲੇ, ਦੇ ਹੈਵ ਟੂ ਜੀ। ਸੋ ਦ ਪੁਆਇੰਟ ਇਜ਼ ਕਿ ਇਹ ਜਿਹੜਾ ਮਸਲੇ ਨੇ ਵੀ ਜਿਹੜੇ ਇਨਇਕੁਆਲਿਟੀ ਦੇ ਜਿਸ ਤਰੀਕੇ ਨਾਲ ਵੱਧ ਰਹੀ ਹੈ, ਸਟੇਟ ਇਹਨਾਂ ਨੂੰ ਰੈਗੂਲੇਟ ਨਹੀਂ ਕਰੇਗੀ ਤੇ ਇਹ ਪ੍ਰੋਬਲਮ ਹੋਰ ਕ੍ਰੀਏਟ ਹੋਵੇਗੀ। ਤੇ ਸਟੇਟ ਮੈਨੂੰ ਲੱਗਦਾ ਹੁਣ ਸਟੇਟ ਇੱਕ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਹੌਬਸ ਕਹਿੰਦਾ ਨਾ ਮੋਨੋਲਿਥ ਸਟੇਟ ਹੈਗੀ ਹੈ, ਇਹ ਹੁਣ ਮੋਨੋਲਿਥ ਸਟੇਟ ਬਣ ਗਈ ਆਪਣੇ ਆਪ ਦੇ ਵਿੱਚ। ਇਹ ਆਪਣੇ ਆਪ ਨੂੰ ਹੀ ਆਪ ਹੀ ਖਾਈ ਜਾਏਗੀ, ਆਪਣੇ ਆਪ ਨੂੰ ਹੀ ਖਾ ਰਹੀ ਹੈ। ਜਿਹੜੇ ਜਿੰਨੇ ਪੈਸੇ ਨੇ, ਜਿੰਨੇ ਖਰਚੇ ਨੇ, ਜਿੰਨੇ ਕਮਾਈ ਹੋ ਰਹੀ ਹੈ, ਉਹ ਆਪਣੇ ਆਪ ਤੇ ਖਰਚ ਕਰ ਰਹੇ ਨੇ, ਲੋਕਾਂ ਦੇ ਖਰਚ ਨਹੀਂ ਕਰ ਰਹੇ। ਉਹ ਆਪਣੇ ਆਪ ਤੇ ਆਪਣੇ ਵਾਸਤੇ ਖਰਚ ਕਰ ਰਹੇ ਨੇ। ਇਹ ਕਮਾਲ ਦੀ ਗੱਲ ਹੈਗੀ ਹੈ ਕਿ ਕਿਸੇ ਮੁਲਕ ਦੇ ਵਿੱਚ ਕਿਤੇ ਸੁਣਿਆ ਵੀ ਜਿਹੜਾ ਇੱਕ ਐਮਐਲਏ ਹੈਗਾ ਉਹ 7-7 8-8 ਪੈਨਸ਼ਨਾਂ ਲਵੇ। ਕਿਸੇ ਅਫਸਰ ਨੂੰ ਤਾਂ ਪੈਨਸ਼ਨ 7 ਪੈਨਸ਼ਨਾਂ ਨਹੀਂ ਮਿਲਦੀਆਂ। ਮੈਂ ਕਹਾਂ ਜੀ ਮੈਂ ਲੈਕਚਰਰ ਸੀ, ਮੈਨੂੰ ਉਹਦੀ ਪੈਨਸ਼ਨ ਵੱਖਰੀ ਦਿਓ। ਫਿਰ ਮੈਂ ਐਸੋਸੀਏਟ ਪ੍ਰੋਫੈਸਰ ਹੋ ਗਿਆ, ਇਹਦੀ ਵੱਖਰੀ ਦਿਓ। ਫਿਰ ਮੈਂ ਪ੍ਰੋਫੈਸਰ ਆਫ ਐਮੀਨੈਂਸ ਬਣ ਗਿਆ, ਇਹਦੀ ਵੱਖਰੀ ਮੈਨੂੰ ਪੈਨਸ਼ਨ ਦਿਓ। ਕੋਈ ਸੁਣਿਆ ਕਦੇ ਏਦਾਂ ਦੀ ਗੱਲ? ਫੌਜੀ ਕਵੇ ਜੀ ਮੈਂ ਹੁਣ ਜਰਨੈਲ ਸੀਗਾ, ਮੈਨੂੰ ਵੱਖਰੀ ਦਿਓ, ਤੇ ਜਦੋਂ ਮੈਂ ਬ੍ਰਿਗੇਡੀਅਰ ਸੀ ਉਹਦੀ ਵੱਖਰੀ ਦਿਓ ਪੈਨਸ਼ਨ। ਲੇਕਿਨ ਇਹ ਸਿਰਫ ਕਿੱਥੇ ਹੋ ਸਕਦਾ ਹੈ? ਹਿੰਦੁਸਤਾਨ ਦੀ ਜਿਹੜੇ ਅਸੈਂਬਲੀਜ਼ ਨੇ, ਹਿੰਦੁਸਤਾਨ ਦੀ ਜਿਹੜੀ ਪਾਰਲੀਮੈਂਟ ਹੈਗੀ, ਉੱਥੇ ਇਹ ਚੀਜ਼ਾਂ ਮੁਮਕਿਨ ਨੇ ਔਰ ਉਹ ਕਰਦੇ ਨੇ, ਔਰ ਉਹਨਾਂ ਨੇ ਕੀਤਾ ਹੋਇਆ ਇਸ ਤਰ੍ਹਾਂ। ਇਹ ਪੁਰਾਣਾ ਡੇਟਾ ਤੁਹਾਨੂੰ ਮੈਂ ਦੱਸ ਰਿਹਾ ਕਿ ਇਹ ਫਿਗਰ ਹੈਗੀ ਸੀ ਪੁਰਾਣੀ, ਕਾਫੀ ਪੁਰਾਣੀ ਫਿਗਰ ਹੈਗੀ ਕਿ ਇਥੋਂ ਦੇ ਇੱਕ MP ਜਿਹੜਾ ਹੈਗਾ ਉਹ ਪਬਲਿਕ ਐਕਸਚੇਕਰ ਤੇ ਕਿੰਨਾ ਖਰਚਾ ਪੈਂਦਾ ਉਹਦਾ। ਕਹਿਣ ਨੂੰ ਤਾਂ ਉਹ 40,000 30,000 ਉਦੋਂ ਲੈਂਦਾ ਸੀ, 20,000 ਲੈਂਦਾ ਸੀ, ਉਹਨਾਂ ਦਿਨਾਂ ਦੀ ਗੱਲ ਹੈ। ਉਹ 7,58,000 ਪਰ ਮੰਥ ਦਾ ਉਹਦੇ ਖਰਚਾ ਪੈਂਦਾ ਐਕਸਚੇਕਰ ਤੇ, ਸਟੇਟ ਐਕਸਚੇਕਰ ਤੇ ਖਰਚਾ। ਔਰ ਉਹ ਪੈਸਾ ਸਾਡਾ ਪੈਸਾ ਨਹੀਂ, ਉਹ ਲੋਕਾਂ ਦਾ ਪੈਸਾ ਹੈ। ਔਰ ਮੰਤਰੀ ਜਿਹੜੇ ਨੇ MLA ਬਣ ਕੇ ਪੈਸ਼ ਕਰ ਰਹੇ ਨੇ। ਹੁਣ ਹਰ ਮੰਤਰੀ ਨੂੰ ਉਹਨਾਂ ਨੇ 2 ਕਰੋੜ ਰੁਪਇਆ ਸਾਲ ਦਾ ਦਿੱਤਾ ਹੋਇਆ ਸੰਸਦ ਨੂੰ, ਤੁਸੀਂ ਆਪਣੀ ਅਸੈਂਬਲੀ ਲਾ ਦਿਓ, ਆਪਣੀ ਕਨਸਟੀਟੂਐਂਸੀ ਚਲਾਓ ਜਾ ਕੇ। MP ਲੈਡ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿੱਥੇ ਪੈਸਾ ਲੱਗ ਰਿਹਾ ਹੈ। ਜੇ 10 ਕਰੋੜ ਪੈਸਾ 5 ਸਾਲ ਦੇ ਵਿੱਚ ਇੱਕ ਮੰਤਰੀ, ਇੱਕ ਸੰਸਦ ਜਿਹੜਾ ਆਪਣੀ ਕਨਸਟੀਟੂਐਂਸੀ ਲਾ ਦਿੰਦਾ ਹੈ, ਤੇ 10 ਕਰੋੜਾਂ ਤੋਂ ਬਹੁਤ ਕੁਝ ਚੱਲ ਜਾਂਦਾ। 10 ਕਰੋੜ ਕਾਫੀ ਹੁੰਦਾ ਪੈਸਾ। ਬਾਕੀ ਸਟੇਟ ਹੈਗੀ ਹੈ, ਬਾਕੀ ਸੈਂਟਰਲ ਸਰਕਾਰ ਹੈਗੀ ਹੈ, ਬਾਕੀ ਸਟੇਟ ਗਵਰਨਮੈਂਟ ਹੈਗੀ ਹੈ, ਬਾਕੀ ਹੋਰ ਕਿਸਮ ਦੀ ਫੰਡਿੰਗ ਹੈਗੀਆਂ ਨੇ, ਤੇ ਦੁਨੀਆ ਕਿਤੇ ਦੀ ਕਿਤੇ ਪਹੁੰਚ ਜਾਏ। ਪਰ ਮੈਨੂੰ ਨਹੀਂ ਲੱਗਦਾ ਵੀ ਉਹ ਪੈਸਾ ਕਿੱਥੇ ਲੱਗ ਰਿਹਾ ਹੈ, ਆਈ ਡੋਂਟ ਨੋ। ਲੇਕਿਨ ਇਹ ਜਿਹੜਾ ਹੈਗਾ ਵੀ ਸਾਡੀ ਸਰਕਾਰਾਂ ਨੇ ਇਹ ਆਪਣੇ ਵਾਸਤੇ ਜੁਗਾੜ ਬਣਾ ਰੱਖਿਆ ਹੈ ਜੀ, ਇੱਕ ਮੰਤਰੀ ਨੂੰ 2 ਕਰੋੜ ਰੁਪਇਆ ਸੰਸਦ ਨੂੰ ਦੇ ਦਿਓ ਹਰ ਸਾਲ ਦਾ, ਜਿੱਥੇ ਮਰਜ਼ੀ ਖਰਚ ਕਰੇ, ਜਿਹਨੂੰ ਮਰਜ਼ੀ, ਕਿਵੇਂ ਡਿਵੈਲਪਮੈਂਟ ਤੇ ਕਰੇ। ਕਰ ਰਹੇ ਨੇ ਡਿਵੈਲਪਮੈਂਟ। ਸਾਂਸਦਾਂ ਨੇ ਇੱਕ ਬੰਦੇ ਨੇ ਕੈਲਕੂਲੇਟ ਕੀਤਾ ਹੈ, ਸਾਂਸਦਾਂ ਨੇ ਆਪਣੇ ਵਾਸਤੇ ਟੈਲੀਫੋਨ 1 ਲੱਖ ਟੈਲੀਫੋਨ ਕਾਲ ਫ੍ਰੀ ਕਰ ਲਈ। ਤੇ ਜਿਹੜਾ ਇੱਕ MP ਹੈਗਾ ਉਹਨੂੰ ਸਾਲ ਦੇ ਵਿੱਚ 1 ਲੱਖ ਟੈਲੀਫੋਨ ਕਾਲ ਫ੍ਰੀ ਹੈ। ਇੱਕ ਸਾਡੇ ਮਿੱਤਰ ਨੇ, ਇੱਕ ਬੰਦੇ ਨੇ ਕੈਲਕੂਲੇਟ ਕੀਤਾ ਕਿ ਜੇ ਇੱਕ ਮੰਤਰੀ, ਇੱਕ ਸੰਸਦ ਪਾਰਲੀਮੈਂਟਰੀ, ਇੱਕ MP ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹਫ਼ਤੇ ਦੇ 7 ਦਿਨ ਜੋ ਟੈਲੀਫੋਨ ਕਰੀ ਜਾਵੇ ਸਿਰਫ, ਤਾਂ ਵੀ ਉਹ 1 ਸਾਲ ਦੇ ਵਿੱਚ 1 ਲੱਖ ਕਾਲ ਐਗਜ਼ੌਸਟ ਨਹੀਂ ਕਰਦਾ। ਸਾਡੇ ਮੰਤਰੀਆਂ ਨੂੰ, MLA ਨੂੰ ਨਹੀਂ ਚਾਹੀਦਾ ਵੀ ਸਾਡੀਆਂ ਪੈਨਸ਼ਨਾਂ 7-7 ਦੇਣ ਦੀ ਕੀ ਲੋੜ ਹੈ, ਇਹ ਪੈਂਡੈਮਿਕ ਫੰਡ 'ਚ ਦੇ ਦਿਓ, ਆਕਸੀਜਨ ਚਲਾਓ, ਹਸਪਤਾਲ ਚਲਾਓ, ਸਕੂਲ ਜਿਹੜੇ ਮਰ ਰਹੇ ਨੇ ਉਹਨਾਂ ਨੂੰ ਚਲਾਓ। ਨਹੀਂ, ਜੇ ਮੈਂ ਸਮਝਦਾ ਵੀ ਜਿਹੜੇ ਸਾਡਾ ਰਜਿੰਦਰਾ ਹਸਪਤਾਲ ਹੈ, ਜੇ 2 ਕਰੋੜ ਰੁਪਇਆ ਸਾਲ ਦਾ MP ਜਿਹੜਾ ਹੈ ਉਹ 2 ਕਰੋੜ ਰੁਪਇਆ ਸਾਲ ਦਾ ਇੱਥੇ ਹੀ ਖਰਚ ਕਰੀ ਜਾਵੇ, ਹਸਪਤਾਲ ਦੀ ਖਰਚ ਕਰੀ ਜਾਵੇ, ਦਵਾਈਆਂ ਤੇ, ਵੈਂਟੀਲੇਟਰ ਤੇ, ਉਹਦੀ ਸਫਾਈ ਤੇ, ਉਹਦੇ ਤੇ ਸੈਨੀਟੇਸ਼ਨ ਤੇ, ਐਮਪਲੋਇਮੈਂਟ ਤੇ ਹਸਪਤਾਲ ਕਿਤੇ ਪਹੁੰਚ ਜਾਏਗਾ। ਲੇਕਿਨ ਨਹੀਂ, ਅਨਫੋਰਚੂਨੇਟਲੀ ਇਹ ਗੱਲ ਨਹੀਂ ਬਣ ਰਹੀ। ਸੋ ਜਿਹੜੇ ਕਮਿੰਗ ਬੈਕ ਟੂ ਯੋਰ ਪੁਆਇੰਟ ਕਿ ਵੀ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਸਿੱਖਾਂ ਦੇ ਨਾਲ ਕੋਈ ਇਸ ਕਿਸਮ ਦੀ ਜਿਹੜੀ ਮੈਜੋਰਿਟੇਰੀਅਨਿਜ਼ਮ ਦੀ ਗੱਲ, ਕੋਈ ਮੈਨੂੰ ਲੱਗਦਾ ਕੋਈ ਸਿੱਖ ਵੀ ਕੋਈ ਨਹੀਂ ਕਰ ਰਹੇ, ਕਿਉਂਕਿ ਕਾਂਗਰਸ ਦਾ ਤਾਂ ਡੋਮੇਨ ਹੀ ਹੈ ਨਹੀਂ। ਇਹ ਅਕਾਲੀ ਦਲ ਕਰ ਸਕਦਾ ਹੈ। ਅਕਾਲੀ ਦਲ ਜਿਹੜਾ ਹੈਗਾ ਉਹ BJP ਦੇ ਨਾਲ ਪਾਰਟਨਰ ਹੈਗਾ। ਹੁਣ ਪਾਰਟਨਰਸ਼ਿਪ ਟੁੱਟੀ ਹੈਗੀ, ਹੁਣ ਹੋ ਸਕਦਾ ਹੈ ਵੀ ਜਿਹੜੇ ਅਕਾਲੀ ਦਲ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਣ ਵਾਸਤੇ, ਅਕਾਲੀ ਦਲ ਵੀ ਤਾਂ ਹੁਣ ਕਈ ਬਣ ਗਏ ਨਾ, ਜਿਹੜੇ ਅਕਾਲੀ ਦਲ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਣ ਵਾਸਤੇ ਉਹ ਕੋਈ ਇਸ ਕਿਸਮ ਦੀ ਗੱਲ ਕਰਨਗੇ, ਕਰ ਸਕਦੇ ਨੇ, ਹੈ ਨਾ। ਲੇਕਿਨ ਉਹ that will be a kind of a damp squib. I wonder if that will be catching momentum in the times now that we are in. ਮੈਨੂੰ ਲੱਗਦਾ
ਧੰਨਵਾਦ ਸਰ। ਸਰ ਤੁਹਾਡੇ ਲੈਕਚਰ ਦੇ ਦੌਰਾਨ ਨੀਚੇ ਇੱਕ ਪੀਲੀ ਪੱਟੀ ਚੱਲ ਰਹੀ ਸੀ ਤੇ ਉਹਦੇ ਵਿੱਚ ਅਸੀਂ ਲਿਖਿਆ ਹੋਇਆ ਸੀ ਲੈਕਚਰ ਡੈਡੀਕੇਟਡ ਟੂ ਐਨ ਆਰਗੈਨਿਕ ਇੰਟੈਲੈਕਚੁਅਲ ਐਂਟੋਨੀਓ ਗ੍ਰਾਮਸੀ। ਤੇ ਮੈਨੂੰ ਲੱਗਦਾ ਕਿ ਤੁਹਾਡਾ ਲੈਕਚਰ ਸੁਣਨ ਤੋਂ ਬਾਅਦ ਤੁਸੀਂ ਪੂਰਾ ਜਸਟੀਫਾਈ ਕਰ ਦਿੱਤਾ ਕਿ ਆਰਗੈਨਿਕ ਇੰਟੈਲੈਕਟ ਕੀ ਹੁੰਦੀ ਹੈ। ਤੁਸੀਂ ਸਮਾਜਿਕ, ਆਰਥਿਕ ਜਾਂ ਪੋਲੀਟੀਕਲ ਕਿਸੇ ਤਰ੍ਹਾਂ ਦਾ ਵੀ ਆਪਣੀ ਗੱਲਬਾਤ ਦੇ ਵਿੱਚ ਲਿਹਾਜ਼ ਨਹੀਂ ਰੱਖਿਆ ਕਿ ਕਿਹੜੀ ਗੱਲ ਜੇ ਐਸਟੈਬਲਿਸ਼ਮੈਂਟ ਨੂੰ ਜੇ ਚੈਲੰਜ ਕਰਨਾ ਹੈ ਤਾਂ ਉਹ ਬਿਲਕੁਲ ਹੀ ਇਸੇ ਤਰੀਕੇ ਦੇ ਨਾਲ ਹੀ ਮੈਨੂੰ ਲੱਗਦਾ ਹੋਣਾ ਚਾਹੀਦਾ। ਤੁਸੀਂ ਤੁਹਾਡੇ ਲੈਕਚਰ ਦੇ ਵਿੱਚ ਤੁਸੀਂ ਜਿੰਨਾ ਕਿ ਮੈਨੂੰ ਸਮਝ ਆਇਆ ਕਿ ਤੁਸੀਂ ਦੱਸ ਦਿੱਤਾ ਕਿ ਕੈਪੀਟਲਿਜ਼ਮ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਉਹਦੇ ਨਾਲ ਡਿਸਟਰਕਸ਼ਨ ਜਿਹੜੀ ਹੈਗੀ ਆ ਉਹ ਨਾਲ ਹੀ ਆਉਂਦੀ ਹੈ। ਸਸਟੇਨੇਬਲ ਡਿਵੈਲਪਮੈਂਟ ਉਹ ਬੜਾ ਬੋਗਸ ਜਿਹਾ ਕਨਸੈਪਟ ਹੈ ਜੇ ਅਸੀਂ ਉਹਨੂੰ ਗੱਲ ਕਰਦੇ ਹਾਂ ਕੈਪੀਟਲਿਜ਼ਮ ਦੇ ਵਿੱਚ ਕਿ ਜੇ ਡਿਵੈਲਪਮੈਂਟ ਹੋਏਗੀ ਤੁਸੀਂ ਗ੍ਰੀਨ ਰੈਵੋਲੂਸ਼ਨ ਦੇ ਨਾਲ ਜੋੜ ਕੇ ਤੁਸੀਂ ਕਾਫੀ ਹੱਦ ਤੱਕ ਉਹਨੂੰ ਤੁਸੀਂ ਸਾਨੂੰ ਦੱਸਿਆ ਤੁਸੀਂ। ਅਤੇ ਸਰ ਦੂਜੀ ਗੱਲ ਤੁਸੀਂ ਇਹ ਵੀ ਮੈਨੂੰ ਲੱਗਾ ਕਿ ਤੁਸੀਂ ਦੱਸ ਦਿੱਤਾ ਕਿ ਜਿਹੜਾ ਕੰਜ਼ਿਊਮਰਿਜ਼ਮ ਆ ਹੁਣ ਇਸ ਵੇਲੇ ਕੰਟੈਂਪਰਰੀ ਟਾਈਮ ਦੇ ਵਿੱਚ ਇੱਕ ਵੱਡਾ ਧਰਮ ਆ ਲੋਕਾਂ ਦੇ ਵਿੱਚ। ਹੁਣ ਜੇ ਅਸੀਂ ਕਹੀਏ ਕਿ ਨਾ ਤਾਂ ਚਾਹੇ ਕੋਈ ਸਿੱਖਇਜ਼ਮ ਦੀ ਗੱਲ ਕਰ ਰਿਹਾ, ਚਾਹੇ ਕੋਈ ਹਿੰਦੂਇਜ਼ਮ ਦੀ ਗੱਲ ਕਰ ਰਿਹਾ, ਚਾਹੇ ਕੋਈ ਹਿੰਦੂਤਵ ਦੀ ਗੱਲ ਕਰ ਰਿਹਾ, ਚਾਹੇ ਕੋਈ ਸਿੱਖ ਤਵ ਦੀ ਗੱਲ ਕਰ ਰਿਹਾ, ਬਟ ਜਿਹੜਾ ਕੰਜ਼ਿਊਮਰਿਜ਼ਮ ਆ ਉਹ ਮੈਨੂੰ ਲੱਗਦਾ ਕਿ ਚਾਹੇ ਜਿਹੜੀ ਉਹ ਸਟੇਟ ਆ, ਚਾਹੇ ਸਾਡੀ ਜਿਹੜੀ ਸਮਾਜਿਕਤਾ ਆ ਉਹਦੇ ਵਿੱਚ ਕਾਫੀ ਹਾਵੀ ਆ ਉਹਦੇ ਉੱਤੇ। ਅਤੇ ਸਾਡੇ ਤੁਸੀਂ ਸਰ ਇੱਕ ਜਿਹੜੀ ਗੱਲ ਬੜੀ ਵਧੀਆ ਲੱਗੀ ਕਿ ਤੁਸੀਂ ਇਹ ਦੱਸਿਆ ਕਿ ਸਾਡੇ ਜਿਹੜੀ ਐਲੀਨੇਸ਼ਨ ਹੈ ਉਹ ਲੋਕ ਨਹੀਂ ਹੋਏ ਪੰਜਾਬ ਤੋਂ, ਹਾਲਾਂਕਿ ਸਰਕਾਰਾਂ ਨੇ ਪੰਜਾਬ ਨੂੰ ਐਲੀਨੇਟ ਕਰ ਦਿੱਤਾ। ਅਲਗਾਵਵਾਦ ਸਰਕਾਰਾਂ ਦਾ ਆਇਆ ਪੰਜਾਬ ਦੇ ਪ੍ਰਤੀ, ਨਾ ਕਿ ਲੋਕਾਂ ਦਾ ਆਇਆ। ਸਰ ਬਹੁਤ ਹੀ ਇਹ ਲੱਗਦਾ ਕਿ ਬੜੀ ਇੱਕ ਅਸੀਂ ਕਹੀਏ ਕਿ ਬੜੀ ਤੁਸੀਂ ਸਾਨੂੰ ਦੱਸਿਆ, ਇਹ ਸਮਝਾਇਆ ਸਾਨੂੰ ਬੜੇ ਚੰਗੇ ਤਰੀਕੇ ਦੇ ਨਾਲ ਕਿ ਸਾਨੂੰ ਲੱਗਦਾ ਕਿ ਸ਼ਾਇਦ ਲੋਕ ਇੱਥੋਂ ਛੱਡ ਕੇ ਜਾ ਰਹੇ ਹਨ, ਬਲਕਿ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਇੱਥੋਂ ਛੱਡ ਕੇ ਜਾਣ ਦੇ ਲਈ। ਸਰ ਸਾਡਾ ਮਨ ਨਹੀਂ ਕਰਦਾ ਸੀ ਕਿ ਤੁਹਾਡੀ ਗੱਲ ਰੁਕੇ, ਪਰ ਫਿਰ ਵੀ ਇਹ ਹੁਣ ਰੁਕਣੀ ਪੈਣੀ ਸੀ ਗੱਲ, ਕਿਉਂਕਿ ਲਗਭਗ 2 ਘੰਟੇ ਹੋ ਗਏ ਆ। ਤੁਹਾਨੂੰ ਵੀ ਅਸੀਂ ਇੰਨਾ ਤੰਗ ਨਹੀਂ ਕਰ ਸਕਦੇ ਕਿ ਤੁਸੀਂ ਵੀ ਬੋਲੀ ਜਾਓ, ਅਤੇ ਪਰ ਫਿਰ ਵੀ ਤੁਸੀਂ ਸਰ ਕਾਫੀ ਜਿੰਨੇ ਸਾਡੇ ਸਵਾਲ ਸੀ ਉਹਨਾਂ ਤੋਂ ਹਾਲਾਂਕਿ ਤੁਸੀਂ ਬਹੁਤ ਜ਼ਿਆਦਾ ਹੋਰ ਵੀ ਦੱਸਿਆ ਸਾਨੂੰ ਸਰ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਸਰ ਅਸੀਂ ਆਪਣੀ ਲੈਕਚਰ ਸੀਰੀਜ਼ ਦੇ ਦੌਰਾਨ ਇਹ ਲੈਕਚਰ ਲਾਈਵ ਕਰਦੇ ਹੁੰਦੇ ਹਾਂ ਅਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ, ਕੁਛ ਪੁਰਾਣੇ ਵੀ ਨੇ, ਕੁਛ ਨਵੇਂ ਵੀ ਜੁੜ ਜਾਂਦੇ ਨੇ, ਅਤੇ ਅਸੀਂ ਉਹਨਾਂ ਦੇ ਸਰ ਨਾਮ ਅਨਾਊਂਸ ਕਰਦੇ ਹੁੰਦੇ ਹਾਂ ਆਖੀਰ ਦੇ ਵਿੱਚ। ਅਤੇ ਹੁਣ ਅਸੀਂ ਉਹ ਨਾਮ ਮੈਂ ਉਹ ਦੱਸਣੇ ਚਾਹਾਂਗਾ। ਮੈਂ ਉਹਨਾਂ ਦੇ ਵਿੱਚ ਲਖਵੀਰ ਸਿੱਧੂ, ਅਮਿਤ ਗਰਗ, ਗੁਰਬਚਨ ਸਿੰਘ ਜੋ ਕਿ ਪਹਿਲਾਂ ਅੰਡੇਮਾਨ ਨਿਕੋਬਾਰ ਸੀ, ਹੁਣ ਅੱਜ ਕੱਲ੍ਹ ਉਹ ਫਗਵਾੜੇ ਆਏ ਹੋਏ ਨੇ। ਉਹ ਤੋਂ ਬਾਅਦ ਪ੍ਰੋਫੈਸਰ ਸੁਨੀਲ ਕੁਮਾਰ, ਸੁਰਿੰਦਰ ਖੰਨਾ, ਸੁਨੀਲ ਕੁਮਾਰ। ਉਹ ਤੋਂ ਬਾਅਦ ਪ੍ਰੋਫੈਸਰ ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਕੁਲਵੀਰ ਕਮਲ, ਸਾਡੇ ਸਰਪ੍ਰਸਤ ਪ੍ਰੋਫੈਸਰ ਈਸ਼ਵਰ ਗੌੜ ਜੀ। ਉਹਨਾਂ ਤੋਂ ਬਾਅਦ ਜੋਗਿੰਦਰ ਸਿੰਘ ਬੇਦੀ ਜੀ, ਅਵਤਾਰ ਸਿੰਘ ਪਤੰਗ ਜੀ, ਪ੍ਰੋਫੈਸਰ ਹਰਪਾਲ ਸਿੰਘ ਉਹ ਵੀ ਸਾਡੇ ਸਰਪ੍ਰਸਤ ਨੇ ਚੰਡੀਗੜ੍ਹ ਤੋਂ, ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ, ਪਰਮਜੀਤ ਸਿੰਘ ਸਿੱਧੂ, ਹਰਕੰਵਲ ਕੌਰਪਾਲ। ਉਹਨਾਂ ਤੋਂ ਬਾਅਦ ਰਾਮ ਸਿੰਘ, ਚਰਨਜੀਤ ਮਾਨ, ਤਰਲੋਚਨ ਸਿੰਘ ਦੁਪਾਲਪੁਰ, ਪ੍ਰੋਫੈਸਰ ਰਾਜ ਕੁਮਾਰ ਮਹਿੰਦੀ ਰੱਤਾ, ਰਾਮਗੜੀਆ ਕਾਲਜ ਫਗਵਾੜਾ ਤੋਂ, ਅਰੁਣ ਕਾਲਰਾ, ਰਮਨਦੀਪ ਸਿੰਘ, ਬਲਜੀਤ ਕੌਰ ਰਿਆੜ, ਅਤੇ ਹੋਰ ਵੀ ਸਰ ਬਹੁਤ ਸਾਰੇ, ਡਾਕਟਰ ਜਗਦੀਪ ਜੀ, ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ ਲਾਲਪੁਰ ਖਾਲਸਾ ਕਾਲਜ ਜਲੰਧਰ ਤੋਂ, ਬਾਜਵਾ ਰਣਜੀਤ, ਡਾਕਟਰ ਸਿਮਰਨ ਸੇਠੀ, ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਸੀ ਉਹ ਤੁਹਾਡੇ ਸਰ ਲਾਈਵ ਸੁਣ ਰਹੇ ਸੀ ਤੁਹਾਡੇ ਲੈਕਚਰ ਨੂੰ। ਸਰ ਅਸੀਂ ਸਰ ਬਹੁਤ ਮੁਤਾਸਿਰ ਹੋਏ ਹਾਂ ਸਰ ਤੁਹਾਡਾ ਲੈਕਚਰ ਸੁਣ ਕੇ। ਅਤੇ ਹੁਣ ਐਂਡ ਦੇ ਵਿੱਚ ਸਰ ਸਾਡੀ ਟੀਮ ਹੈ ਜੀ ਸਾਡੀ ਪੰਜਾਬ ਦਰਸ਼ਨ ਦੀ, ਜਿਹਦੇ ਵਿੱਚ ਹਰਪ੍ਰੀਤ ਸਹਿਜ 'ਚ ਸੋਹਜ ਦਾ ਕੰਮ ਜਿਹੜਾ ਕਰਦੇ ਨੇ ਪਰਮਿੰਦਰ ਅਤੇ ਹਰਪ੍ਰੀਤ, ਅਤੇ ਸਾਡੀ ਟੀਮ ਆ ਪ੍ਰੋਫੈਸਰ ਅਵਤਾਰ ਸਿੰਘ, ਪ੍ਰੋਫੈਸਰ ਹਰਮੀਤ ਕੌਰ, ਦਿਲਦਾਰ, ਮਹਿਤਾਬ, ਕਮਲੇਸ਼। ਤਾਂ ਅਸੀਂ ਸਰ ਸਾਰਿਆਂ ਨੇ ਇਹ ਜਿਹੜਾ ਔਨਲਾਈਨ ਸੀਰੀਜ਼ ਜਿਹੜੀ ਅਸੀਂ ਚਲਾ ਰਹੇ ਹਾਂ ਪਿਛਲੇ ਲਗਭਗ 1 ਸਾਲ ਤੋਂ, ਅਤੇ ਸਾਨੂੰ ਸਰ ਬਹੁਤ ਹੀ ਚੰਗਾ ਲੱਗਾ ਸਰ ਤੁਹਾਡਾ ਅੱਜ ਦਾ ਲੈਕਚਰ। ਅਤੇ ਸਾਡੇ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਲੱਗਿਆ ਹੋਊਗਾ। ਅਤੇ ਫਿਰ ਵੀ ਸਰ ਤੁਹਾਨੂੰ ਅਸੀਂ ਖੇਚਲ ਦੇਵਾਂਗੇ, ਕਦੀ ਫਿਰ ਵੀ ਬੇਨਤੀ ਕਰਾਂਗੇ ਫਿਰ ਵੀ ਕਿਸੇ ਲੈਕਚਰ ਦੇ ਲਈ ਸਰ। ਅਤੇ ਸਰ ਅੰਤ ਦੇ ਵਿੱਚ ਜੇ ਤੁਸੀਂ ਕੁਛ ਗੱਲ ਕਹਿਣੀ ਚਾਹੁੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਦਾ।
ਤੇ ਜਿਹੜੇ ਸਰੋਤੇ ਤੁਸੀਂ ਨਾਂ ਲਿਆ ਹੈ, ਕਈ ਮਿੱਤਰ ਨੇ ਸਾਡੇ, ਉਹਨਾਂ ਨੇ ਸੁਣਿਆ ਹੈ, ਉਹਨਾਂ ਨੇ ਝੇਲਿਆ ਮੈਨੂੰ, ਤੇ ਉਹਨਾਂ ਦਾ ਵੀ ਧੰਨਵਾਦ। ਤੇ ਬਾਕੀ ਜਿਹੜੇ ਤੁਹਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਸੁਣਿਆ ਹੈ, ਤੇ ਸ਼ਾਇਦ ਉਹਨਾਂ ਨੂੰ ਕੋਈ ਗੱਲ ਮੈਂ ਕੰਮ ਦੀ ਦੱਸ ਸਕਿਆ ਹੋਵਾਂ। ਜੇ ਮੈਂ ਦੱਸ ਸਕਿਆ ਤੇ ਸ਼ਾਇਦ ਉਹ ਮੇਰਾ ਮਕਸਦ ਵੀ ਪੂਰਾ ਹੋ ਜਾਏਗਾ, ਤੇ ਤੁਹਾਡਾ ਮਕਸਦ ਵੀ ਸ਼ਾਇਦ ਉਹਦੇ ਨਾਲ ਹੱਲ ਹੋ ਜਾਏਗਾ, ਜੇ ਕਿਸੇ ਨਾਲ ਗੱਲ ਕੋਈ ਮੈਂ ਕੰਮ ਦੀ ਕੋਈ ਕਰ ਸਕਿਆ ਤੇ ਕਿਸੇ ਨੂੰ ਕੋਈ ਗੱਲ ਲੱਗੀ। ਬਾਕੀ ਮੈਂ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਐ ਪੰਜਾ ਐ ਪੰਜਾ